ਪੱਕਾ ਪ੍ਰੋਮਿਸ। ਸਾਹਿਬ ਦਾ ਧੰਨਵਾਦ ਵੀ ਕਰਦੀ ਹਾਂ ਕਿ ਉਹ ਹਮੇਸ਼ਾ ਹੀ ਆਪਣੇ ਕੀਮਤੀ ਵਕਤ ਚੋਂ, ਚਾਹੇ ਕਿਸੇ ਵੀ ਰੁਝੇਵੇਂ ਦੇ ਵਿੱਚ ਉਹ ਹੋਣ, ਉੱਥੋਂ ਵਕਤ ਕੱਢ ਕੇ ਅਜਿਹੇ ਪ੍ਰੋਗਰਾਮਾਂ ਦੇ ਵਿੱਚ ਸ਼ਮੂਲੀਅਤ ਕਰਦੇ ਹਨ। ਬਹੁਤ ਬਹੁਤ ਜੀ ਆਇਆਂ ਸਰ। ਮੈਂ ਡਾਕਟਰ ਪਰਮਵੀਰ ਸਿੰਘ ਜੀ, ਪ੍ਰੋਫੈਸਰ ਅਤੇ ਮੁਖੀ ਸਿੱਖ ਵਿਸ਼ਵਕੋਸ਼ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਤਹਿ ਦਿਲੋਂ ਜੀ ਆਇਆਂ ਕਹਿੰਦੀ ਹਾਂ। ਡਾਕਟਰ ਸਾਹਿਬ ਇੱਕ ਉੱਘੇ ਸਿੱਖ ਵਿਦਵਾਨ ਹਨ, ਜਿਨ੍ਹਾਂ ਨੇ ਅਨੇਕਾਂ ਹੀ ਬਹੁਮੁੱਲੀਆਂ ਰਚਨਾਵਾਂ ਦੁਆਰਾ ਪਾਠਕਾਂ ਨੂੰ, ਉਹਨਾਂ ਦੇ ਪਾਠਕਾਂ ਦੇ ਸਨਮੁਖ ਕੀਤੀਆਂ ਹਨ, ਜਿਵੇਂ ਕਿ ਸਿੱਖ ਜੀਵਨ ਜਾਚ, ਭਾਈ ਰੂਪ ਚੰਦ ਵਿਰਾਸਤ ਤੇ ਵੰਸ਼ ਪਰੰਪਰਾ, ਗੁਰੂ ਗ੍ਰੰਥ ਸਾਹਿਬ ਚਿੰਤਨ ਅਤੇ ਵਿਚਾਰਧਾਰਾ, ਮਾਤਾ ਸੁੰਦਰੀ ਜੀ ਸੰਘਰਸ਼ ਅਤੇ ਸ਼ਖਸੀਅਤ, ਸਿੱਖ ਅਧਿਐਨ, ਭਾਰਤ ਦੇ ਪ੍ਰਮੁੱਖ ਧਰਮ ਆਦਿ। ਡਾਕਟਰ ਸਾਹਿਬ ਨਿਰੰਤਰ ਹੀ ਅਧਿਐਨ, ਅਧਿਆਪਨ ਤੇ ਖੋਜ ਦੇ ਖੇਤਰ ਵਿੱਚ ਲੱਗੇ ਹੋਏ ਹਨ। ਡਾਕਟਰ ਸਾਹਿਬ ਦੇ ਬਾਇਓਡਾਟੇ ਨੂੰ ਜੇ ਮੈਂ ਪੜ੍ਹਨ ਲੱਗਾ ਤਾਂ ਬਹੁਤ ਵਿਸਤਾਰ ਵਿੱਚ ਚਲਿਆ ਜਾਵੇਗਾ। ਮੈਂ ਸੰਖੇਪ ਵਿੱਚ ਹੀ ਡਾਕਟਰ ਸਾਹਿਬ ਨੂੰ ਜਿਹੜਾ ਉਹਨੂੰ ਰੂਬਰੂ ਕਰਾਉਂਦੀ ਹੋਈ, ਉਹਨਾਂ ਦੇ ਬਾਰੇ ਦੱਸਦੀ ਹੋਈ, ਉਹਨਾਂ ਨੂੰ ਇੱਕ ਵਾਰ ਫਿਰ ਤੋਂ ਜੀ ਆਇਆਂ ਕਹਿੰਦੀ ਹਾਂ। ਮੈਂ ਤਹਿ ਦਿਲੋਂ ਜੀ ਆਇਆਂ ਕਹਿੰਦੀ ਹਾਂ ਦੇਸ਼ ਵਿਦੇਸ਼ ਤੋਂ ਸਾਡੇ ਨਾਲ ਜੁੜੀਆਂ ਹੋਈਆਂ ਸੰਗਤਾਂ ਦਾ। ਹੁਣ ਮੈਂ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਡਾਕਟਰ ਪਰਮਵੀਰ ਸਿੰਘ ਜੀ, ਜੋ ਕਿ ਅੱਜ ਦੇ ਵਿਸ਼ੇਸ਼ ਲੈਕਚਰ ਦੇ ਵਕਤਾ ਨੇ, ਉਹਨਾਂ ਨੂੰ ਬੇਨਤੀ ਕਰਦੀ ਹਾਂ ਕਿ ਉਹ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕਰਨ। ਡਾਕਟਰ ਪਰਮਵੀਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਪਰਮਵੀਰ ਸਿੰਘ ਜੀ। आवाज आ रही? ਹਾਂਜੀ ਹਾਂਜੀ ਸਰ, ਆ ਰਹੀ ਹੈ। मानयोग वाइस चांसलर साहब डॉक्टर प्रितपाल सिंह जी, डॉक्टर किरणदीप कौर जी, श्रुति अग्रवाल जी ते इस वैबीनार विच जुड़े समूह श्रोतागण, फतेह प्रवान करनी। वाहिगुरू जी का खालसा, वाहिगुरू जी की फतेह। जिवें कि सारे जानते हैं कि ये साल श्री गुरु तेग बहादुर जी का प्रकाश पुरब का शताब्दी वर੍ਹਾ है। 400 साल पहला 1621 ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਅੰਮ੍ਰਿਤਸਰ ਵਿਖੇ ਹੋਇਆ ਸੀ। ਉਸ ਤੋਂ ਲੈ ਕੇ ਹੁਣ ਤੱਕ ਅਸੀਂ ਨਿਰੰਤਰ ਗੁਰੂ ਸਾਹਿਬ ਨੂੰ ਰੋਜ਼ਾਨਾ ਅਰਦਾਸ ਦੇ ਵਿੱਚ ਯਾਦ ਕਰਦੇ ਹਾਂ, ਸਾਰੇ ਗੁਰੂ ਸਾਹਿਬਾਂ ਨੂੰ ਯਾਦ ਕਰਦੇ ਹਾਂ, ਤੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਦਾ ਨਾਮ ਵੀ ਵਿਸ਼ੇਸ਼ ਤੌਰ ਤੇ ਅਰਦਾਸ ਦੇ ਵਿੱਚ ਲਿਆ ਜਾਂਦਾ ਹੈ। ਤੇ ਉਸ ਦ੍ਰਿਸ਼ਟੀ ਤੋਂ ਗੁਰੂ ਸਾਹਿਬਾਨ ਦਾ ਜਿਹੜਾ ਸਾਡੇ ਮਨ ਦੇ ਵਿੱਚ ਸਤਿਕਾਰ ਹੈ ਉਹ ਹਮੇਸ਼ਾ ਕਾਇਮ ਹੈ। ਤੇ ਗੁਰੂ ਸਾਹਿਬ ਦੀ ਸਤਿਕਾਰ ਵਜੋਂ ਅਸੀਂ ਉਹਨਾਂ ਦੀ ਬਾਣੀ ਬਾਰੇ, ਉਹਨਾਂ ਦੇ ਜੀਵਨ ਬਾਰੇ ਅਸੀਂ ਜਾਣਨ ਦਾ ਯਤਨ ਕਰਦੇ ਹਾਂ। ਸਾਨੂੰ ਇਹ ਪਤਾ ਲੱਗਦਾ ਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਜੀਵਨ, ਉਹਨਾਂ ਦੀ ਸ਼ਹਾਦਤ ਬਾਕੀ ਸਮੁੱਚੇ ਸੰਸਾਰ ਦੇ ਵਿੱਚ ਵਿਲੱਖਣ ਰੂਪ ਦੇ ਵਿੱਚ ਦੇਖੀ ਜਾਂਦੀ ਹੈ, ਵਿਲੱਖਣ ਰੂਪ ਦੇ ਵਿੱਚ ਉਸ ਨੂੰ ਯਾਦ ਕੀਤਾ ਜਾਂਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਨੂੰ ਵੱਖ-ਵੱਖ ਵਿਸ਼ੇਸ਼ਣਾਂ ਦੇ ਨਾਲ ਯਾਦ ਕੀਤਾ ਜਾਂਦਾ ਹੈ, ਜਿਵੇਂ ਗੁਰੂ ਸਾਹਿਬ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ, ਜਗਤ ਦੀ ਚਾਦਰ, ਸ੍ਰਿਸ਼ਟੀ ਦੀ ਚਾਦਰ, ਧਰਮ ਦੀ ਚਾਦਰ, ਤਿਲਕ ਜੰਝੂ ਦਾ ਰਾਖਾ, ਮਨੁੱਖੀ ਅਧਿਕਾਰਾਂ ਦੇ ਰਾਖੇ। ਇਹ ਬਹੁਤ ਸਾਰੇ ਵਿਸ਼ੇਸ਼ਣ ਗੁਰੂ ਸਾਹਿਬ ਦੇ ਨਾਲ ਜੋੜੇ ਜਾਂਦੇ ਨੇ। ਇਸ ਤੋਂ ਇਲਾਵਾ ਗੁਰੂ ਸਾਹਿਬ ਦੇ ਨਾਲ ਸੰਬੰਧ ਜਿਹੜੇ ਆਰਟੀਕਲ ਨਿਗਾਹ 'ਚ ਆਏ, ਉਹਨਾਂ 'ਚੋਂ ਗੁਰੂ ਸਾਹਿਬ ਦੇ ਬਾਰੇ ਵਿਭਿੰਨ ਤਰ੍ਹਾਂ ਦੇ ਵਿਸ਼ੇਸ਼ਣ ਵਰਤੇ ਗਏ ਨੇ, ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਭਗਤੀ ਰਸ ਨਾਲ ਭਰਪੂਰ, ਮੋਹ ਮਾਇਆ ਤੋਂ ਨਿਰਲੇਪ, ਅਡੋਲ ਚਿੱਤ, ਸਹਿਣਸ਼ੀਲ, ਸ਼ਾਂਤੀ ਦੇ ਦੂਤ, ਸ਼ਾਂਤੀ ਦੇ ਪੁੰਜ, ਕੁਰਬਾਨੀ ਦੇ ਪੁੰਜ, ਸੂਰਬੀਰ, ਨਿਰਭੈਤਾ ਦੇ ਰਹਿਬਰ, ਤੇਗ ਦੇ ਧਨੀ, ਈਰਖਾ ਦਵੈਕ ਤੋਂ ਮੁਕਤ, ਦੂਜਿਆਂ ਦੇ ਔਗੁਣ ਨਾਲ ਨਜਿੱਠ ਕਰਨ ਵਾਲੇ, ਧਰਮ ਰੱਖਿਅਕ, ਹੋਰ ਕਈ ਹਜ਼ਾਰਾਂ ਨਾਵਾਂ ਦੇ ਨਾਲ ਅਸੀਂ ਗੁਰੂ ਸਾਹਿਬ ਨੂੰ ਯਾਦ ਕਰਦੇ ਹਾਂ, ਦੇਖਦੇ ਹਾਂ। ਅਲੱਗ-ਅਲੱਗ ਨਾਵਾਂ ਦੇ ਨਾਲ ਉਹਨਾਂ ਦੇ ਸਿਰਲੇਖਾਂ ਅਧੀਨ ਉਹਨਾਂ ਦੇ ਸੰਬੰਧਿਤ ਆਰਟੀਕਲ ਲਿਖੇ ਹੋਏ ਜਿਹੜੇ ਨੇ, ਉਹ ਅਖਬਾਰਾਂ ਦਾ, ਮੈਗਜ਼ੀਨਾਂ ਦਾ ਤੇ ਵਿਦਵਾਨਾਂ ਦੀਆਂ ਰਚਨਾਵਾਂ ਦਾ ਜਿਹੜਾ ਹੈ ਉਹ ਸ਼ਿੰਗਾਰ ਹੁੰਦੇ ਨੇ। ਤੇ ਉਸੇ ਦ੍ਰਿਸ਼ਟੀ ਤੋਂ ਜਦੋਂ ਭਾਈ ਜਿਹੜੇ ਆਪਣਾ ਗੁਰੂ ਸਾਹਿਬ ਦੇ ਕਵੀ ਸਨ, ਦਰਬਾਰੀ ਕਵੀ ਕਵੀ ਸੰਤੋਖ ਸਿੰਘ ਜੀ, ਉਹ ਲਿਖਦੇ ਨੇ ਗੁਰੂ ਤੇਗ ਬਹਾਦਰ ਨਾਲ ਸੰਬੰਧਿਤ ਕਿ ਪ੍ਰਗਟ ਪਏ ਗੁਰੂ ਤੇਗ ਬਹਾਦਰ, ਸਗਲ ਸ੍ਰਿਸ਼ਟ ਪੈ ਟਾਪੀ ਚਾਦਰ, ਕਰਮ ਧਰਮ ਕੀ ਜਿਨ ਪਤ ਰਾਖੀ, ਅਟਲ ਕਰੀ ਕਲਯੁਗ ਕੀ ਸਾਖੀ, ਸਗਲ ਸ੍ਰਿਸ਼ਟ ਜਾਕਾ ਜਸ ਭਇਓ, ਜੇ ਤੇ ਸਰਬ ਧਰਮ ਬਚਿਓ। ਮਤਲਬ ਇਹ ਇੱਕ ਬੜੀ ਵੱਡੀ ਗੱਲ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ ਨਾਲ ਧਰਮ ਦੀ ਭਾਵਨਾ, ਧਰਮ ਦੀ ਸਪਿਰਿਟ ਜਿਹੜੀ ਹੈ ਉਹ ਬਚੀ ਹੈ। ਉਸ ਦੇ ਰਿਸ਼ਤੇ ਤੋਂ ਅਸੀਂ ਗੁਰੂ ਸਾਹਿਬ ਨੂੰ ਯਾਦ ਕਰਦੇ ਹਾਂ।
ਗੁਰੂ ਸਾਹਿਬ ਨੂੰ ਯਾਦ ਕਰਦੇ ਕਰਦੇ ਜਦੋਂ ਅਸੀਂ ਮੌਜੂਦਾ ਸਮੇਂ ਦੇ ਵਿੱਚ ਦੇਖਦੇ ਹਾਂ ਤਾਂ 1995 ਦੀ ਇੱਕ ਘਟਨਾ ਯਾਦ ਆਉਂਦੀ ਹੈ ਕਿ ਜਦੋਂ ਕਸ਼ਮੀਰੀ ਪੰਡਿਤਾਂ ਦਾ ਇੱਕ ਗਰੁੱਪ ਸੀ ਜਿਹੜਾ ਉਹ ਅਨੰਦਪੁਰ ਸਾਹਿਬ ਆਇਆ ਸੀ 1995 ਦੇ ਵਿੱਚ। ਲਗਭਗ 320 ਸਾਲ ਬਾਅਦ ਜਦੋਂ ਗੁਰੂ ਸਾਹਿਬ ਦੇ ਅਨੰਦਪੁਰ ਸਾਹਿਬ ਕਸ਼ਮੀਰੀ ਪੰਡਿਤਾਂ ਦਾ ਆਉਣਾ, ਇਹ ਉਹਦੇ ਪਿੱਛੇ ਕੋਈ ਨਾ ਕੋਈ ਇੱਕ ਘਟਨਾਕ੍ਰਮ ਜੁੜਿਆ ਹੋਇਆ ਸੀ ਜਿਹਦੇ ਕਰਕੇ ਉਹ ਕਸ਼ਮੀਰੀ ਪੰਡਿਤ ਸਨ ਜਿਹੜੇ ਉਹ ਅਨੰਦਪੁਰ ਸਾਹਿਬ ਗੁਰੂ ਸਾਹਿਬ ਦੀ ਸ਼ਰਨ ਆਏ ਸਨ, ਅਰਦਾਸ ਕਰਨ ਆਏ ਸਨ, ਬਲ ਲੈਣ ਆਏ ਸਨ ਗੁਰੂ ਸਾਹਿਬ ਤੋਂ ਕਿ ਸਾਨੂੰ ਮੌਜੂਦਾ ਸਮੇਂ ਦੇ ਵਿੱਚ ਜਿਹੜੇ ਸੰਕਟ ਆਏ ਹੋਏ ਨੇ ਉਹਨਾਂ ਦੇ ਵਿੱਚ ਬਲ ਪ੍ਰਦਾਨ ਕਰੋ ਕਿ ਅਸੀਂ ਉਹਨਾਂ ਤੋਂ ਮੁਕਤ ਹੋ ਸਕੀਏ। ਗੁਰੂ ਤੇਗ ਬਹਾਦਰ ਸਾਹਿਬ ਨਾਲ ਸੰਬੰਧਿਤ ਜਿਹੜੀ ਇਹ ਘਟਨਾ ਹੈ ਕਿ ਜਦੋਂ ਕਸ਼ਮੀਰੀ ਪੰਡਿਤ ਮੌਜੂਦਾ ਸਮੇਂ 'ਚ ਆਏ ਨੇ ਤਾਂ ਉਹ ਉਹਨਾਂ ਨੇ ਜਿਹੜੇ ਬੈਨਰ ਫੜੇ ਹੱਥ ਦੇ ਵਿੱਚ, ਉਹਨਾਂ ਦੇ ਉੱਤੇ ਵੀ ਲਿਖਿਆ ਹੋਇਆ ਉਹਨਾਂ ਨੇ ਕਿ ਗੁਰੂ ਤੇਗ ਬਹਾਦਰ ਕਾ ਬਲੀਦਾਨ ਯਾਦ ਰੱਖੇਗਾ ਹਿੰਦੁਸਤਾਨ। ਮਤਲਬ ਇਸ ਤਰ੍ਹਾਂ ਦੀ ਜਿਹੜੀ ਹੈ ਗੁਰੂ ਸਾਹਿਬ ਦੀ ਜਿਹੜੀ ਇੱਕ ਜਿਹੜਾ ਹੈ ਸ੍ਰੇਸ਼ਟ ਸਤਿਕਾਰਯੋਗ ਵਿਅਕਤੀ ਵਜੋਂ ਉਹ ਦੁਨੀਆ ਦੇ ਸਾਹਮਣੇ ਪ੍ਰਗਟ ਹੁੰਦੇ ਨੇ ਗੁਰੂ ਸਾਹਿਬ। ਤੇ ਉਸੇ ਦ੍ਰਿਸ਼ਟੀ ਤੋਂ ਗੁਰੂ ਸਾਹਿਬ ਨੂੰ ਦੇਖਣ ਦਾ, ਜਾਣਨ ਦਾ ਯਤਨ ਕਰਨਾ ਅਸੀਂ ਕਰਦੇ ਹਾਂ ਸਾਰੇ ਜਣੇ। ਤੇ ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਜਾਣਦੇ ਹੋਏ ਅਸੀਂ ਗੁਰੂ ਸਾਹਿਬ ਦੀ ਬਾਣੀ ਬਾਰੇ, ਕਿਉਂਕਿ ਅੱਜ ਦਾ ਜਿਹੜਾ ਮੁੱਖ ਵਿਸ਼ਾ ਬਾਣੀ ਹੈ ਤੇ ਪ੍ਰਚਾਰ ਯਾਤਰਾਵਾਂ ਨੇ, ਬਾਣੀ ਦੇ ਬਾਰੇ ਗੱਲ ਕਰਦੇ ਹਾਂ। ਗੁਰੂ ਸਾਹਿਬ ਦੇ 15 ਰਾਗਾਂ ਦੇ ਵਿੱਚ ਬਾਣੀ ਹੈ ਗੁਰੂ ਸਾਹਿਬ ਦੀ, ਤੇ ਉਹਨਾਂ 15 ਰਾਗਾਂ ਦੇ ਵਿੱਚ 59 ਸ਼ਬਦ ਨੇ, 57 ਸ਼ਲੋਕ ਨੇ। ਉਹ ਸਾਰੀ ਬਾਣੀ ਜਿਹੜੀ ਗੁਰੂ ਸਾਹਿਬ ਦੀ ਉਹ ਬਾਣੀ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਅੱਗੇ ਲਿਜਾਣ ਵਾਲੀ ਹੈ। ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਹੀ ਠੋਸ ਰੂਪ ਪ੍ਰਦਾਨ ਕਰਨ ਵਾਲੀ ਹੈ ਗੁਰੂ ਸਾਹਿਬ ਦੀ ਬਾਣੀ, ਜਿਹਦੇ ਵਿੱਚ ਮਨੁੱਖ ਨੂੰ ਵਾਰ-ਵਾਰ ਇਹ ਸਮਝਾਇਆ ਗਿਆ ਕਿ ਤੇਰਾ ਜੀਵਨ ਜਿਹੜਾ ਇਸ ਜਗਤ ਦੇ ਵਿੱਚ ਉਹ ਸ੍ਰੇਸ਼ਟ ਹੈ, ਇਸ ਜਗਤ ਦੇ ਵਿੱਚ ਤੇਰਾ ਜੀਵਨ ਵੀ ਸ੍ਰੇਸ਼ਟ ਹੈ। ਇਸੇ ਕਰਕੇ ਤੂੰ ਸ੍ਰੇਸ਼ਟ ਗੁਣ ਧਾਰਨ ਕਰਨੇ ਨੇ ਤੇ ਸ੍ਰੇਸ਼ਟ ਗੁਣਾਂ ਵਾਲਾ ਆਦਰਸ਼ ਮਨੁੱਖ ਜਿਹੜਾ ਹੈ ਸਮਾਜ ਦੇ ਵਿੱਚ ਆਪਣੇ ਆਪ ਨੂੰ ਬਣਾਉਣਾ ਹੈ, ਸਦਾਚਾਰੀ ਬਣਾਉਣਾ ਹੈ, ਸੱਚਾਈ ਦੇ ਮਾਰਗ ਤੇ ਚੱਲਣ ਵਾਲਾ ਬਣਾਉਣਾ ਹੈ। ਉਸੇ ਦ੍ਰਿਸ਼ਟੀ ਤੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਸਾਰੀ ਬਾਣੀ ਜਿਹੜੀ ਹੈ ਸਾਨੂੰ ਜਿਹੜੀ ਹੈ ਉਹ ਚਾਨਣ ਪਾਉਂਦੀ ਹੈ ਕਿ ਅਸੀਂ ਕਿਸ ਤਰ੍ਹਾਂ ਦਾ ਜਿਹੜਾ ਹੈ ਮਤਲਬ ਕਿ ਜੀਵਨ ਜਿਉਣਾ ਹੈ ਜਾਂ ਕਿਸ ਤਰ੍ਹਾਂ ਦਾ ਸਾਡਾ ਜੀਵਨ ਹੋਣਾ ਚਾਹੀਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜਦੋਂ ਗੱਲ ਕਰਦੇ ਨੇ, ਮਨੁੱਖ ਦੀ ਗੱਲ ਕਰਦੇ ਨੇ, ਵਿਅਕਤੀ ਦੀ ਗੱਲ ਕਰਦੇ ਨੇ, ਤਾਂ ਉਹ ਕਹਿੰਦੇ ਨੇ ਕਿ ਫਿਰਤ ਫਿਰਤ ਬਹੁਤੇ ਯੁਗ ਹਾਰਿਓ, ਕਿ ਕਈ ਯੁਗਾਂ ਤੋਂ ਮਤਲਬ ਕਿ ਬਾਅਦ ਇਸ ਜਨਮ ਦੇ ਵਿੱਚ ਆਇਆ ਮੈਂ। ਮਾਨਸ ਦੇ ਲਈ ਮਾਨਸ ਦੀ ਦ੍ਰਿਸ਼ਟੀ ਮਿਲੀ ਹੈ, ਮਾਨਸ ਜੀਵਨ ਮਿਲਿਆ ਬਹੁਤ ਲੰਬੇ ਸਮੇਂ ਬਾਅਦ। ਨਾਨਕ ਕਹਿਤ ਮਿਲਣ ਕੀ ਬਰੀਆ ਸਿਮਰਤ ਕਹਾ ਨਹੀਂ, ਕਿ ਹੁਣ ਤੈਨੂੰ ਮਨੁੱਖਾ ਜਨਮ ਮਿਲਿਆ, ਹੁਣ ਤੂੰ ਪ੍ਰਮਾਤਮਾ ਨਾਂ ਕਿਉਂ ਨਹੀਂ ਲੈਂਦਾ ਹੈ। ਇਹ ਇੱਕ ਬੜੀ ਵੱਡੀ ਜਿਹੜੀ ਹੈ ਮਨੁੱਖ ਨੂੰ ਸਮਝਾਉਂਦੇ ਨੇ ਗੁਰੂ ਸਾਹਿਬ ਕਿ ਮਨੁੱਖ ਨੇ ਪ੍ਰਮਾਤਮਾ ਦਾ ਨਾਮ ਲੈਣਾ, ਸਿਮਰਨ ਕਰਨਾ ਹੈ। ਕਿਉਂਕਿ 2-3 ਗੱਲਾਂ ਬੜੀਆਂ ਪ੍ਰਮੁੱਖ ਤੌਰ ਤੇ ਗੁਰੂ ਸਾਹਿਬ ਦੇ ਜੀਵਨ ਵਿੱਚ ਦੇਖਣ ਨੂੰ ਮਿਲਦੀਆਂ ਨੇ, ਜਿਹੜੇ ਇੱਕ ਤਾਂ ਇਹ ਕਿ ਪ੍ਰਮਾਤਮਾ ਦੇ ਨਾਲ ਜੋੜਨਾ ਚਾਹੁੰਦੇ ਨੇ ਗੁਰੂ ਸਾਹਿਬ ਹਰ ਮਨੁੱਖ ਨੂੰ, ਕਿ ਪ੍ਰਮਾਤਮਾ ਦੇ ਨਾਲ ਜੁੜਨ ਨਾਲ ਹੀ ਸਮੂਹ ਜਿਹੜੀਆਂ ਨੇ ਬੁਰਾਈਆਂ ਦਾ ਖਤਮ ਹੋ ਸਕਦਾ ਹੈ। ਸਮੂਹ ਸੰਕਟ ਜਿਹੜੇ ਆਉਂਦੇ ਨੇ ਜੀਵਨ ਦੇ ਵਿੱਚ, ਕਿਉਂਕਿ ਦੁਨਿਆਵੀ ਜੀਵਨ ਦੇ ਵਿੱਚ ਜਦੋਂ ਮਨੁੱਖ ਬਸਰ ਕਰਦਾ ਹੈ ਤਾਂ ਬਹੁਤ ਸਾਰੇ ਦੁਨਿਆਵੀ ਸੰਕਟ ਵੀ ਆਉਂਦੇ ਨੇ। ਉਹਨਾਂ ਸੰਕਟਾਂ ਦੇ ਵਿੱਚ ਕਿਵੇਂ ਮੁਕਾਬਲਾ ਕਰ ਸਕਦਾ ਹੈ, ਉਹਦੇ ਲਈ ਸਾਨੂੰ ਗੁਰੂ ਸਾਹਿਬ ਦੀ ਬਾਣੀ ਜਿਹੜੀ ਹੈ ਪ੍ਰੇਰਨਾ ਕਰਦੀ ਹੈ। ਫਿਰ ਗੁਰੂ ਸਾਹਿਬ ਜਦੋਂ ਬੰਦੇ ਨੂੰ ਸਮਝਾਉਂਦੇ ਨੇ ਤਾਂ ਗੁਰੂ ਸਾਹਿਬ ਕਹਿੰਦੇ ਨੇ ਕਿ ਮਨੁੱਖ ਜਦੋਂ ਜੀਵਨ ਲੈਂਦਾ, ਜਨਮ ਲੈਂਦਾ, ਤਾਂ ਮਨੁੱਖ ਦੇ ਜੀਵਨ ਦੇ ਵਿੱਚ ਹਰ ਚੀਜ਼ ਜਿਹੜੀ ਹੈ ਲੋਭ ਦੇ ਨਾਲ, ਸਵਾਰਥ ਦੇ ਨਾਲ ਜੁੜੀ ਹੁੰਦੀ ਹੈ। ਕਿਉਂਕਿ ਮਨੁੱਖ ਦਾ ਮਨ ਜਿਹੜਾ ਹੈ ਨਾ ਉਹ ਚੰਚਲ ਹੈ, ਉੱਥਰ ਨਹੀਂ ਰਹਿੰਦਾ ਕਦੇ ਵੀ। ਇਸ ਕਰਕੇ ਮਨ ਜਿਹੜਾ ਹੈ ਉਹ ਚੰਚਲ ਹੈ। ਇਸ ਕਰਕੇ ਚੰਚਲ ਹੈ ਕਿਉਂਕਿ ਲੋਭ ਨਾਲ ਜੁੜਿਆ ਹੋਇਆ ਹੈ। ਜਿੱਥੇ ਲੋਭ ਦੀ ਪ੍ਰਾਪਤੀ ਦਿਖਾਈ ਦਿੰਦੀ ਹੈ ਵਿਅਕਤੀ ਨੂੰ, ਵਿਅਕਤੀ ਉੱਧਰ ਨੂੰ ਭੱਜਦਾ ਹੈ। ਸਾਰੀ ਜਿਹੜੀ ਹੈ ਗੁਰੂ ਸਾਹਿਬ ਦੀ ਬਾਣੀ ਮਨੁੱਖ ਦੇ ਮਨ ਨੂੰ ਸਮਝਾਉਂਦੀ ਹੈ ਕਿ ਮਨ ਨੂੰ ਕਾਬੂ ਦੇ ਵਿੱਚ ਰੱਖਣਾ ਤੇ ਪ੍ਰਮਾਤਮਾ ਦਾ ਨਾਮ ਸਿਮਰਨ ਕਰਨਾ ਹੈ। ਜਿਵੇਂ ਗੁਰੂ ਸਾਹਿਬ ਦਾ ਇੱਕ ਸ਼ਬਦ ਹੈ, ਪ੍ਰੀਤਮ ਜਾਣ ਲਿਓ ਮਨ ਮਾਹੀ, ਪ੍ਰੀਤਮ ਜਾਣ ਲਿਓ ਮਨ ਮਾਹੀ, ਆਪਣੇ ਸੁਖ ਸਿਓ ਹੀ ਜਗ ਫਾਂਦਿਓ, ਕੋ ਕਾਹੋਂ ਕੋ ਨਾਹੀ। ਫਿਰ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਜਿਹੜੀ ਅੱਜ ਕੱਲ੍ਹ ਸਾਡੇ ਸਾਰਿਆਂ ਦੇ ਜੀਵਨ ਦੇਖਣ ਲਈ ਮਿਲਦੀ ਹੈ ਕਿ ਸੁਖ ਮੈਂ ਆਨ ਬਹੁਤ ਮਿਲ ਬੈਠਤ, ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿ ਚਾਹੂ ਦਿਸ ਘੇਰੈ, ਬਿਪਤ ਪਰੀ ਸਭ ਹੀ ਸੰਗ ਛਾੜਤ, ਕੋ ਨਾ ਆਵਤ ਨੇੜੇ। ਮਤਲਬ ਕਿ ਜੇ ਬਿਪਤਾ ਪੈ ਜਾਂਦੀ ਹੈ ਫਿਰ ਕੋਈ ਨੇੜੇ ਨਹੀਂ ਆਉਂਦਾ ਹੈ। ਸਭ ਤੋਂ ਨੇੜੇ ਕੌਣ ਹੁੰਦਾ? ਵਿਅਕਤੀ ਦਾ ਪਰਿਵਾਰ। ਪਰਿਵਾਰ ਦੇ ਵਿੱਚ ਜਿਹੜਾ ਹੈ ਇਸਤਰੀ ਦੇ ਨੇੜੇ ਉਹਦਾ ਪਤੀ ਹੁੰਦਾ ਹੈ ਤੇ ਪਤੀ ਦੇ ਨੇੜੇ ਜਿਹੜੀ ਹੈ ਉਹਦੀ ਪਤਨੀ ਹੁੰਦੀ ਹੈ। ਤੇ ਗੁਰੂ ਸਾਹਿਬ ਉਹਦਾ ਵੀ ਜਿਹੜਾ ਜ਼ਿਕਰ ਕਰਦੇ ਨੇ ਕਿ ਕਿਸ ਤਰ੍ਹਾਂ ਦਾ ਸੰਬੰਧ ਜਿਹੜਾ ਬਣਦਾ ਹੈ ਜਦੋਂ ਵਿਅਕਤੀ ਦੁਨੀਆ ਨੂੰ ਚਲਾ ਜਾਂਦਾ ਹੈ। ਤੇ ਕਹਿੰਦੇ ਘਰ ਕੀ ਨਾਰ ਬਹੁਤ ਹੀ ਜਾਸੂ, ਸਦਾ ਰਹਿ ਸੰਗ ਲਾਗੀ, ਜਬ ਹੀ ਹੰਸ ਤਜੀਏ ਕਾਇਆ, ਪ੍ਰੇਤ ਪ੍ਰੇਤ ਕਰ ਬਾਗੀ। ਫਿਰ ਕਹਿੰਦੇ ਇਹ ਬਿਦ ਕੋ ਵਿਹਾਰ ਬਣਿਓ ਹੈ, ਮਤਲਬ ਕਿ ਦੁਨੀਆ ਦਾ ਵਿਹਾਰ ਬਣ ਗਿਆ ਹੋਇਆ ਕਿ ਜਦੋਂ ਕੋਈ ਵਿਅਕਤੀ ਮਰ ਜਾਂਦਾ ਫਿਰ ਅਸੀਂ ਉਸ ਨਾਲ ਸੰਸਕਾਰ ਕਰਦੇ ਹਾਂ, ਸੰਸਕਾਰ ਕਰਦੇ ਹਾਂ। ਇਹ ਮਤਲਬ ਕਿ ਜਬ ਹੀ ਹੰਸ ਤਜੀਏ ਕਾਇਆ, ਪ੍ਰੇਤ ਪ੍ਰੇਤ ਕਰ ਬਾਗੀ, ਇਹ ਬਿਦ ਕੋ ਵਿਹਾਰ ਬਣਿਓ ਹੈ, ਜਾਸ ਉਹਨੇ ਲਗਾਇਓ, ਅੰਤ ਬਾਰ ਨਾਨਕ ਬਿਨ ਹਰਜੀ ਕੋਈ ਕਾਮ ਨਾ ਹੈ। ਮਤਲਬ ਕਿ ਦੁਨਿਆਵੀ ਚੀਜ਼ ਦੁਨੀਆ ਦੇ ਵਿੱਚ ਜਿਹੜੀ ਕੋਈ ਕੰਮ ਨਹੀਂ ਆਉਂਦੀ ਹੈ।
ਹੁਣ ਜਦੋਂ ਇਹ ਗੱਲ ਵਿਅਕਤੀ ਨੂੰ ਸਮਝ ਆਉਂਦੀ ਹੈ ਤਾਂ ਫਿਰ ਮਨ ਦੇ ਵਿੱਚ ਪਛਤਾਵਾ ਵੀ ਹੁੰਦਾ ਵਿਅਕਤੀ ਨੂੰ। ਉਹਦੇ ਬਾਰੇ ਵੀ ਗੁਰੂ ਸਾਹਿਬ ਦੱਸਦੇ ਨੇ ਕਿ ਜਦੋਂ ਵਿਅਕਤੀ ਦਾ ਮਨ ਪਰਮਾਤਮਾ ਨਾਲ ਜੁੜਦਾ ਹੈ, ਕਿਉਂਕਿ ਵਿਅਕਤੀ ਦਾ ਮਨ ਸਟੇਬਲ ਨਹੀਂ ਰਹਿੰਦਾ, ਤੇ ਨਾ ਹੀ ਵਿਅਕਤੀ ਦਾ ਮਨ ਹਮੇਸ਼ਾ ਲੋਭ ਵਾਲੇ ਪਾਸੇ ਹੀ ਜੁੜਿਆ ਰਹਿ ਸਕਦਾ ਹੈ। ਵਿਅਕਤੀ ਦਾ ਮਨ ਕਦੇ ਲੋਭ ਨਾਲ ਵੀ ਜੁੜਦਾ ਹੈ, ਔਰ ਜ਼ਿਆਦਾਤਰ ਲੋਭ ਨਾਲ ਹੀ ਜੁੜਦਾ ਹੈ, ਕਾਮਨਾਵਾਂ ਨਾਲ ਜੁੜਦਾ ਹੈ। ਪਰ ਕਦੇ ਕਦੇ ਉਹਦੇ ਅੰਦਰ ਇੱਕ ਅਧਿਆਤਮਕ ਅੰਸ਼ ਵੀ ਹੈ ਮਨੁੱਖ ਦੇ ਅੰਦਰ, ਤੇ ਜਦੋਂ ਮਨੁੱਖ ਦਾ ਮਨ ਆਪਣੇ ਅਧਿਆਤਮਕ ਅੰਸ਼ ਨਾਲ ਜੁੜਦਾ ਹੈ ਤੇ ਫਿਰ ਉਹ ਰੱਬ ਦੀ ਪ੍ਰਾਪਤੀ ਵਾਲੇ ਪਾਸੇ ਵੀ ਜਾਂਦਾ ਹੈ। ਫਿਰ ਪਛਤਾਵਾ ਹੁੰਦਾ ਵਿਅਕਤੀ ਨੂੰ ਕਿ ਮੈਂ ਕੀ ਕੰਮ ਕਰਨ ਆਇਆ ਸੀ ਤੇ ਮੈਂ ਕੀ ਕੰਮ ਕਰਨਾ ਹੈ ਕਰ ਰਿਹਾ ਹਾਂ। ਉਸ ਦ੍ਰਿਸ਼ਟੀ ਤੋਂ ਫਿਰ ਜਦੋਂ ਵਿਅਕਤੀ ਨੂੰ ਪਛਤਾਵਾ ਹੁੰਦਾ ਹੈ ਤੇ ਉਹਦੇ ਨਾਲ ਸੰਬੰਧ ਜਿਹੜਾ ਹੈ ਗੁਰੂ ਸਾਹਿਬ ਦੀ ਬਾਣੀ ਉਹ ਵੀ ਸਾਨੂੰ ਜਿਹੜੀ ਹੈ ਉਹ ਪੂਰਾ ਦਾ ਪੂਰਾ ਸ਼ਬਦ ਹੈ ਗੁਰੂ ਸਾਹਿਬ ਦਾ ਕਿ ਜਦੋਂ ਵਿਅਕਤੀ ਪਛਤਾਉਂਦਾ ਹੈ ਫਿਰ ਕੀ ਮੈਂ ਹੁਣ ਕੀ ਕਰਾਂ, ਅਬ ਮੈਂ ਕੌਣ ਉਪਾਅ ਕਰੂੰ, ਤੇ ਹੁਣ ਮੈਂ ਕਿਹੜਾ ਉਪਾਅ ਕਰਾਂ। ਜੇ ਬਿਦ ਮਨ ਕੋ ਸੰਸਾਰ ਚੁਕੈ ਭਉ ਨਿਧ ਪਾਰ ਪਰੂੰ, ਕਿ ਮਨ ਦੇ ਵਿੱਚ ਦੁਬਿਧਾ ਪੈਦਾ ਹੋ ਗਈ, ਇਹ ਕਿਵੇਂ ਦੂਰ ਹੋਵੇ, ਸੰਸਾਰ ਸਾਗਰ ਕਿਵੇਂ ਤਰਿਆ ਜਾਵੇ। ਇਹ ਬੜੀ ਵੱਡੀ ਗੱਲ ਜਿਹੜੀ ਹੈ ਵਿਅਕਤੀ ਦੇ ਮਨ ਦੇ ਵਿੱਚ, ਕਿਉਂਕਿ ਹਰ ਵਿਅਕਤੀ ਨੂੰ ਇਹ ਸਮਝਾਇਆ ਜਾਂਦਾ ਹੈ ਕਿ ਮੌਤ ਜਿਹੜੀ ਹੈ ਉਹ ਜੀਵਨ ਦਾ ਅੰਤ ਨਹੀਂ ਹੈ। ਮੌਤ ਜਿਹੜੀ ਹੈ ਉਹ ਅਗਲੇ ਜੀਵਨ ਦੀ ਤਿਆਰੀ ਹੈ। ਦਰਅਸਲ ਮੌਤ ਤੋਂ ਬਾਅਦ ਅਗਲਾ ਜੀਵਨ ਵੀ ਹੈਗਾ। ਜਦੋਂ ਵਿਅਕਤੀ ਨੂੰ ਇਹ ਸਮਝਾਇਆ ਜਾਂਦਾ ਹੈ ਕਿ ਡੈਥ ਇਜ਼ ਨਾਟ ਦਾ ਐਂਡ ਆਫ ਲਾਈਫ, ਰਾਦਰ ਇਟ ਇਜ਼ ਦ ਬਿਗਿਨਿੰਗ ਆਫ ਅ ਨਿਊ ਲਾਈਫ, ਉਹ ਨਵਾਂ ਜੀਵਨ ਕਿਸ ਤਰ੍ਹਾਂ ਦਾ ਹੋਏਗਾ ਇਹਦੇ ਬਾਰੇ ਕਿਸੇ ਨੂੰ ਨਹੀਂ ਪਤਾ ਹੈ। ਤੇ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਨੇ ਕਿ ਜਿਹੜੇ ਕੰਮ ਤੂੰ ਚੰਗੇ ਇੱਥੇ ਕਰੇਗਾ ਉਹ ਤੇਰੇ ਨਾਲ ਜਾਣੇ ਨੇ, ਪਰਮਾਤਮਾ ਦਾ ਨਾਮ ਤੇਰੇ ਨਾਲ ਜਾਣਾ, ਤੇ ਹੋਰ ਕੋਈ ਚੀਜ਼ ਤੇਰੇ ਨਾਲ ਨਹੀਂ ਜਾਣੀ ਹੈ ਇਸ ਦੁਨੀਆ ਦੇ ਉੱਤੇ। ਚੰਗੇ ਗੁਣ ਚੰਗੇ ਸ਼ੁਭ ਕਰਮ ਜਿਹੜੇ ਤੇਰੇ ਨਾਲ ਜਾਣੇ, ਸਦਾਤਾਰੀ ਜੀਵਨ ਤੇਰੇ ਨਾਲ ਜਾਣਾ, ਆਦਰਸ਼ਕ ਜੀਵਨ ਤੇਰੇ ਨਾਲ ਜਾਣਾ, ਹੋਰ ਕੁਛ ਨਾਲ ਨਹੀਂ ਜਾਣਾ ਹੈ। ਜਿਹੜਾ ਇਨਵਿਜ਼ੀਬਲ ਦਿਖਦਾ ਨਹੀਂ ਤੇਰੇ ਵਿਹਾਰ 'ਚ ਪ੍ਰਗਟ ਹੋਣਾ ਜਿਹਨੇ। ਇਸ ਕਰਕੇ ਇਸ ਗੱਲ ਨੂੰ ਜਦੋਂ ਵਿਅਕਤੀ ਇੱਕ ਉਮਰ ਦੇ ਇਸ ਪੜਾਅ 'ਚ ਪਹੁੰਚਦਾ, ਜਦੋਂ ਵਿਅਕਤੀ ਚਿੰਤਨ ਕਰਦਾ ਕਿ ਮੈਂ ਇਸ ਦੁਨੀਆ ਦੇ ਕੀ ਕਰਨ ਆਇਆ ਸੀ, ਕਿ ਮਨ ਤੋਂ ਜੋ ਸਰੂਪ ਹੈ ਆਪਣਾ ਮੂਲ ਪਛਾਣ, ਜਦੋਂ ਮਨ ਦੇ ਵਿੱਚ ਇਸ ਤਰ੍ਹਾਂ ਦੀ ਵਿਅਕਤੀ ਪੈਦਾ ਹੁੰਦੀ ਹੈ ਫਿਰ ਵਿਅਕਤੀ ਆਪਣੇ ਆਪ ਵਾਲੇ ਪਾਸੇ ਮੁੜਦਾ ਕਿ ਹੁਣ ਮੈਂ ਕੀ ਕਰਨ ਆਇਆ ਸੀ ਤੇ ਹੁਣ ਮੈਂ ਕਰ ਕੀ ਬੈਠਾ ਹੁਣ ਤੱਕ। ਮਤਲਬ ਕਿ ਇਹਦੇ ਬਾਰੇ ਵੀ ਗੁਰੂ ਸਾਹਿਬ ਦਾ ਸ਼ਬਦ ਹੈ, ਗੁਰੂ ਤੇਗ ਬਹਾਦਰ ਸਾਹਿਬ ਦਾ, ਕਿ ਅਬ ਮੈਂ ਕੌਣ ਉਪਾਅ ਕਰੂੰ, ਕਿ ਹੁਣ ਮੈਂ ਕਿਹੜਾ ਉਪਾਅ ਕਰਾਂ। ਜੇ ਬਿਦ ਮਨ ਕੋ ਸੰਸਾਰ ਚੁਕੇ ਭਉ ਨਿਧ ਪਾਰ ਪਰੂੰ, ਫਿਰ ਕਿ ਜਨਮ ਪਾਏ ਕਛ ਪੜੋ ਨਾ ਕੀਨੂ। ਮਤਲਬ ਕਿ ਭਲਾ ਕਰਨਾ, ਪਰਉਪਕਾਰ ਕਰਨਾ ਇਹ ਵੱਡਾ ਗੁਣ ਹੈ ਵਿਅਕਤੀ ਦੇ ਜੀਵਨ ਦਾ। ਵੀ ਜਨਮ ਪਾਏ ਕਛ ਪੜੋ ਨਾ ਕੀਨੋ ਤਾਤੇ ਦਿਕ ਡਰੂ, ਮੈਨੂੰ ਇਸ ਗੱਲ ਦਾ ਡਰ ਬਹੁਤ ਜ਼ਿਆਦਾ ਵੱਡਾ ਬਣਿਆ ਹੋਇਆ ਮਨ ਦੇ ਵਿੱਚ। ਫਿਰ ਕਹਿੰਦੇ ਮਨ ਬਾਚ ਕਰਮ ਹਰ ਗੁਣ ਨਹੀਂ ਗਾਏ, ਜੈ ਜੀ ਸੋਚ ਧਰੋ। ਇਹ ਮਨ ਦੇ ਵਿੱਚ ਸੋਚ ਇਹ ਪੈਦਾ ਹੋਈ ਹੈ ਕਿ ਮਨ ਬਚ ਤੇ ਕਰਮ, ਤਿੰਨ ਚੀਜ਼ਾਂ ਜਿਹੜੀਆਂ ਬੜੀਆਂ ਇੰਪੋਰਟੈਂਟ ਨੇ ਜੀਵਨ ਦੇ ਵਿੱਚ। ਮਨ ਹੈ, ਬਚਨ ਹੈ ਤੇ ਕਰਮ ਹੈ। ਜੀ ਇਹਨਾਂ 'ਚ ਇਕਸੁਰਤਾ ਨਹੀਂ ਹੈਗੀ ਤਾਂ ਵਿਅਕਤੀ ਫਿਰ ਪਖੰਡੀ ਹੈ। ਤੇ ਜਦੋਂ ਇਹਨਾਂ ਤਿੰਨਾਂ ਚੀਜ਼ਾਂ ਦੀ ਇਕਸੁਰਤਾ ਹੈ, ਜੋ ਮਨ ਦੇ ਵਿੱਚ ਹੈ ਉਹੀ ਬਚਨ ਦੇ ਵਿੱਚ ਹੈ, ਉਹੀ ਕਰਮ ਦੇ ਵਿੱਚ ਹੈ, ਫਿਰ ਵਿਅਕਤੀ ਦਾ ਜੀਵਨ ਜਿਹੜਾ ਹੈ ਉਹ ਸੱਚਾਈ ਦੇ ਨਾਲ ਜੁੜਿਆ ਹੋਇਆ, ਉਹ ਰੱਬ ਨਾਲ ਜੁੜਿਆ ਹੋਇਆ ਵਿਅਕਤੀ ਦਾ ਜੀਵਨ। ਜਿਸ ਵਿਅਕਤੀ ਦਾ ਜੀਵਨ ਆਪਣੇ ਮਨ ਵਚਨ ਤੇ ਕਰਮ ਕਰਕੇ, ਮਨ ਕੁਛ ਹੋਰ ਕਹਿ ਰਿਹਾ ਹੈ, ਵਚਨ ਕੁਛ ਹੋਰ ਕਹਿ ਰਿਹਾ ਹੈ ਤੇ ਕਰਮ ਕੁਛ ਹੋਰ ਕਰ ਰਿਹਾ ਹੈ ਵਿਅਕਤੀ, ਫਿਰ ਵਿਅਕਤੀ ਜਿਹੜਾ ਹੈ ਦੁਬਿਧਾ ਦੇ ਵਿੱਚ ਹੈ। ਫਿਰ ਉਹ ਸੋਚਣ ਦੇ ਵਿੱਚ ਪੈ ਜਾਂਦਾ ਕਿ ਮੈਂ ਕੀ ਕਰਾਂ ਹੁਣ। ਮਨ ਬਚ ਕਰਮ ਹਰ ਗੁਣ ਨਹੀਂ ਗਾਏ, ਮਤਲਬ ਕਿ ਵੱਡੀ ਗੱਲ ਹੈ ਕਿ ਮਨ ਵਚਨ ਤੇ ਕਰਮ ਕਰਕੇ ਪ੍ਰਮਾਤਮਾ ਦਾ ਨਾਮ ਸਿਮਰਨ ਕਰਨਾ ਹੈ, ਕਿ ਮੈਂ ਜੀਵਨ ਦੇ ਵਿੱਚ ਰਹਿਣਾ ਹੈ, ਪ੍ਰਮਾਤਮਾ ਨੂੰ ਯਾਦ ਰੱਖਣਾ ਹੈ, ਮਨ ਦੇ ਵਿੱਚ ਯਾਦ ਰੱਖਣਾ ਹੈ। ਕੰਮ ਕਰਨ ਲੱਗਿਆ ਕੋਈ ਦੁਨਿਆਵੀ ਜੀਵਨ ਦੇ ਵਿੱਚ ਕੰਮ ਕਰ ਰਹੇ ਹਾਂ, ਨੌਕਰੀ ਕਰਨੀ ਹੈ, ਸਾਰਿਆਂ ਨੇ ਦੁਨਿਆਵੀ ਕਾਰੋਬਾਰ ਕਰਨੇ, ਵਪਾਰ ਕਰਨੀ ਹੈ, ਉਦੋਂ ਵੀ ਰੱਬ ਦਾ ਨਾਂ ਚੇਤੇ ਰਹੇ ਕਿ ਕਿਸੇ ਨਾਲ ਠੱਗੀ ਠੋਰੀ ਨਾ ਕਰਾਂ, ਧੋਖਾ ਨਾ ਕਰਾਂ, ਰਿਸ਼ਵਤ ਨਾ ਲਵਾਂ, ਬੇਈਮਾਨੀ ਨਾ ਕਰਾਂ। ਅਤੇ ਉਦੋਂ ਵੀ ਵਿਅਕਤੀ ਨੂੰ ਮਨ ਵਚਨ ਤੇ ਕਰਮ, ਮਤਲਬ ਕਰਮਾਂ ਦੇ ਵਿੱਚੋਂ ਵੀ ਵਿਅਕਤੀ ਦੇ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ ਪ੍ਰਗਟ ਹੋਣੀਆਂ ਚਾਹੀਦੀਆਂ ਨੇ। ਮਨ ਬਚ ਕਰਮ ਹਰ ਗੁਣ ਨਹੀਂ ਗਾਏ, ਜੈ ਜੀ ਸੋਚ ਧਰੋ, ਕਿ ਮਨ ਵਚਨ ਤੇ ਕਰਮ ਕਰਕੇ ਪਰਮਾਤਮਾ ਦਾ ਨਾਮ ਨਹੀਂ ਲਿਆ। ਫਿਰ ਕਹਿੰਦੇ ਹੈ ਗੁਰਮੁਖ ਸੁਨ ਕਛ ਗਿਆਨ ਨਾ ਉਪਜਿਓ, ਗੁਰਮਤਿ ਬਹੁਤ ਸੁਣੀ ਹੈ, ਗੁਰੂ ਦੀ ਸਿੱਖਿਆ ਬਹੁਤ ਜਿਹੜੀ ਹੈ ਸੁਣਨ ਦਾ ਯਤਨ ਕੀਤਾ, ਪਰ ਗਿਆਨ ਪੈਦਾ ਨਹੀਂ ਹੋਇਆ। ਕਿਉਂ ਗਿਆਨ ਹੋਇਆ ਜਿਹੜਾ ਗਿਆਨ ਦੇ ਨਾਲ ਅਮਲ ਪੈਦਾ ਹੋਵੇ, ਜਿਹਦੇ ਨਾਲ ਜਿਹੜਾ ਗਿਆਨ ਦੇ ਵਿੱਚ ਅਮਲ ਪੈਦਾ ਨਹੀਂ ਹੁੰਦਾ ਉਹ ਗਿਆਨ ਕਿਸੇ ਕੰਮ ਦਾ ਨਹੀਂ ਹੈ। ਕਿਉਂਕਿ ਇਸ ਧਰਤੀ ਦੇ ਉੱਤੇ, ਇਸ ਦੁਨੀਆ ਦੇ ਉੱਤੇ ਬਹੁਤ ਸਾਰਾ ਗਿਆਨ ਗੁਰੂ ਸਾਹਿਬ ਤੋਂ ਪਹਿਲਾਂ ਮੌਜੂਦ ਸੀ। ਉਹ ਗਿਆਨ ਸੀ ਜਿਹਨੇ ਦੁਨੀਆ ਦੇ ਵਿੱਚ ਬਹੁਤ ਵੱਡੇ ਵੱਡੇ ਗ੍ਰੰਥ ਪੈਦਾ ਕੀਤੇ, ਬੜੇ ਵੱਡੇ ਸ਼ਾਸਤਰਾਰਥ ਹੁੰਦੇ ਸਨ ਉਸ ਗਿਆਨ ਦੇ ਬਲ ਦੇ ਉੱਤੇ, ਔਰ ਗਿਆਨ ਦੇ ਬਲ ਤੇ ਜਿਹੜਾ ਸ਼ਾਸਤਰਾਰਥ ਕਰਦਾ ਸੀ ਔਰ ਜਿਹੜਾ ਹਰਾ ਦਿੰਦਾ ਸੀ ਉਹੀ ਜੇਤੂ ਮੰਨਿਆ ਜਾਂਦਾ ਸੀ। ਇਹ ਵੀ ਇੱਕ ਪਰੰਪਰਾ ਰਹੀ ਹੈ ਸ਼ਾਸਤਰਾਰਥਾਂ ਦੀ। ਗਿਆਨ ਜਿਹੜਾ ਇਸ ਤਰ੍ਹਾਂ ਦਾ ਵੀ ਹੁੰਦਾ ਸੀ, ਗਿਆਨ ਤੇ ਬਹੁਤ ਸੀਗਾ। ਤੇ ਗੁਰੂ ਸਾਹਿਬ ਨੇ ਫਿਰ ਕੀ ਫਰਕ ਹੈ ਗੁਰੂ ਸਾਹਿਬ ਦੀ ਆਈਡੀਓਲੋਜੀ ਦੇ ਵਿੱਚ ਤੇ ਜਿਹੜੀ ਪਹਿਲਾਂ ਆਈਡੀਓਲੋਜੀ ਮੌਜੂਦ ਸੀ ਇੱਥੇ, ਕੀ ਨਵੀਂ ਗੱਲ ਕੀਤੀ ਗੁਰੂ ਸਾਹਿਬ ਨੇ? ਇਹ ਮਨ 'ਚ ਪ੍ਰਸ਼ਨ ਪੈਦਾ ਹੁੰਦਾ ਹੈ। ਗੁਰੂ ਸਾਹਿਬ ਦਾ ਜਿੰਨਾ ਗਿਆਨ ਹੈ ਪ੍ਰੈਕਟਿਸ ਦੇ ਵਿੱਚ ਹੈ। ਇਹ ਵੱਡੀ ਗੱਲ ਹੈ ਜਿਹੜੀ ਕਿ ਗੁਰਮੁਖ ਸੁਨ ਕਛ ਗਿਆਨ ਨਾ ਉਪਜਿਓ, ਮਤਲਬ ਕਿ ਫਿਰ ਕਹਿੰਦੇ ਆ ਕਿ ਪਸ਼ੂ ਜੋ ਉਦਰ ਭਰਿਓ, ਮਤਲਬ ਕਿ ਪਸ਼ੂ ਵਾਲਾ ਜੀਵਨ ਹੈ, ਖਾਇਆ ਪੀਤਾ ਸੌਂ ਗਿਆ ਫਿਰ ਉੱਠ ਗਿਆ, ਮਤਲਬ ਇਹ ਇੱਕ ਜੀਵਨ ਇਹ ਬਣ ਗਿਆ ਵਿਅਕਤੀ ਦਾ। ਗੁਰੂ ਸਾਹਿਬ ਕਹਿੰਦੇ ਕਿ ਤਾਂ ਹੀ ਬਣਦਾ ਜੇ ਵਿਅਕਤੀ ਨੇ ਗੁਰਮਤਿ ਦਾ ਗਿਆਨ ਸੁਣਿਆ, ਗੁਰੂ ਦੀ ਸਿੱਖਿਆ ਸੁਣੀ, ਜੀਵਨ ਅਮਲ 'ਚ ਧਾਰਨ ਕੀਤੀ। ਇਸ ਕਰਕੇ ਇਹ ਜਿਹੜੇ ਸਾਰੇ ਜਿੰਨੇ ਵੱਡੇ ਵੱਡੇ ਸੰਕਟ ਇਸ ਮੁਲਕ ਦੇ ਵਿੱਚ ਆਏ ਨੇ, ਇਸੇ ਕਰਕੇ ਆਏ ਨੇ ਕਿ ਗਿਆਨ ਦੀ ਕਮੀ ਨਹੀਂ ਸੀ ਇੱਥੇ, ਗਿਆਨ ਬਹੁਤ ਸੀ ਪਰ ਗਿਆਨ 'ਚ ਪ੍ਰੈਕਟਿਸ ਦੇ ਵਿੱਚ ਨਹੀਂ ਸੀ। ਜਦੋਂ ਤੁਸੀਂ ਇਹ ਸੋਚ ਲਓਗੇ ਕਿ ਇਹ ਬ੍ਰਾਹਮਣ ਕਹੇਗਾ ਕਿ ਲੜਾਈ ਕਰਨਾ ਮੇਰਾ ਕੰਮ ਨਹੀਂ ਹੈ, ਇਹ ਖੱਤਰੀ ਦਾ ਕੰਮ ਹੈ, ਤੇ ਵੈਸ਼ ਜਿਹੜਾ ਕਹੇਗਾ
ਕਿ ਇਹ ਮੇਰਾ ਕੰਮ ਵਪਾਰ ਕਰਨ ਦਾ, ਲੜਾਈ ਕਰਨਾ ਮੇਰਾ ਵੀ ਕੰਮ ਨਹੀਂ ਹੈ। ਤੇ ਸ਼ੂਦਰ ਕਹੇਗਾ ਮੇਰਾ ਕੰਮ ਤੇ ਤਿੰਨਾਂ ਦੀ ਸੇਵਾ ਕਰਨਾ, ਜਿਹੜੇ ਉਤਲੇ ਤਿੰਨ ਵਰਨ ਨੇ, ਲੜਾਈ ਕਰਨਾ ਤੇ ਮੇਰਾ ਕੰਮ ਹੀ ਨਹੀਂ ਹੈ। ਤੇ ਜਿਨ੍ਹਾਂ ਦਾ ਯੁੱਧ ਕਰਨ ਦਾ ਕੰਮ ਹੈ ਉਹ ਖੱਤਰੀ ਸ਼੍ਰੇਣੀ ਜਿਹੜੀ ਮੰਨੀ ਗਈ ਹੈ ਇਸ ਮੁਲਕ ਦੇ ਵਿੱਚ। ਤੇ ਖੱਤਰੀਆਂ ਦੇ ਵਿੱਚ ਵੀ ਇੰਨੀ ਆਪਸ ਦੇ ਵਿੱਚ ਖਿੱਚੋਤਾਣ ਹੈ, ਇੰਨੀ ਡਿਵੀਜ਼ਨ ਹੈ ਕਿ ਖੱਤਰੀ ਆਪਸ ਦੇ ਵਿੱਚ ਕੁਝ ਲੜਦੇ ਜਾ ਰਹੇ ਨੇ, ਇੱਕ ਦੂਜੇ ਦੇ ਰਾਜ ਤੇ ਕਬਜ਼ਾ ਕਰਨਾ ਚਾਹੁੰਦੇ ਨੇ। ਇਸ ਕਰਕੇ ਆਪਸ ਦੇ ਵਿੱਚ ਵੀ ਉਹਨਾਂ ਦੇ ਇੰਟੈਗ੍ਰੇਸ਼ਨ ਨਹੀਂ ਹੈ। ਉਹ ਡਿਸਇੰਟੈਗ੍ਰੇਸ਼ਨ ਜਿਹੜੀ ਇਸ ਮੁਲਕ ਦੇ ਵਿੱਚ ਪੈਦਾ ਹੋਈ ਹੈ, ਉਹਦੇ ਕਰਕੇ ਹਮਲਾਵਰ ਜਿਹੜੇ ਨੇ ਇਸ ਮੁਲਕ ਦੇ ਵਿੱਚ ਆਏ ਨੇ। ਗੁਰੂ ਨਾਨਕ ਸਾਹਿਬ ਨੇ ਇੱਕ ਸੂਤਰ ਦੇ ਨਾਲ ਸਾਰਿਆਂ ਨੂੰ ਬੰਨ੍ਹਿਆ ਸੀ, ਉਹ ਸੀ ਪ੍ਰਮਾਤਮਾ ਦਾ ਨਾਮ, ਕਿ ਜਿਹਦੇ ਵਿੱਚ ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਮਤਲਬ ਕਿ ਜਿਹਦੇ ਪ੍ਰਮਾਤਮਾ ਜਿਹੜਾ ਸਾਰਿਆਂ ਦਾ ਪਿਓ ਹੈ, ਉਸ ਨੂੰ ਮੰਨ ਕੇ ਚੱਲੋ, ਜਿਹਦੇ ਵਿੱਚ ਤੁਹਾਡਾ ਵੀ ਰੱਬ ਉਹੀ ਹੈ, ਮੇਰਾ ਵੀ ਰੱਬ ਉਹੀ ਹੈ, ਤੇ ਦੂਜੇ ਵਿਅਕਤੀ ਜਿਹੜੇ ਨੇ ਦਿਖਾਈ ਦੇ ਰਹੇ ਨੇ, ਸਭ ਦਾ ਰੱਬ ਇੱਕੋ ਹੀ ਹੈ। ਜਦੋਂ ਇੱਕ ਪਿਓ ਹੋ ਜਾਏਗਾ ਤਾਂ ਫਿਰ ਇੱਕ ਸਾਂਝੇ ਪਿਓ ਦੇ ਲਈ ਸਾਂਝੇ ਯਤਨ ਵੀ ਕੀਤੇ ਜਾਣਗੇ। ਤੇ ਗੁਰੂ ਸਾਹਿਬ ਨੇ ਇਹੀ ਇੱਕ ਭਾਵਨਾ ਪੈਦਾ ਕੀਤੀ ਹੈ ਲੋਕਾਂ ਦੇ ਮਨ ਵਿੱਚ ਕਿ ਪ੍ਰਮਾਤਮਾ ਦਾ ਨਾਮ ਸਿਮਰਨ ਪੈਦਾ ਕਰਨਾ ਹੈ। ਤੇ ਮਨ ਦੇ ਵਿੱਚ ਜੋ ਪ੍ਰਮਾਤਮਾ ਦਾ ਨਾਮ ਸਿਮਰਨ ਪੈਦਾ ਹੋ ਜਾਂਦਾ ਹੈ, ਫਿਰ ਬਹੁਤ ਸਾਰੀਆਂ ਸਮੱਸਿਆਵਾਂ, ਬਖਰੇਵੇਂ ਆਪਸ ਦੇ ਵਿੱਚ ਵੰਡੀਆਂ ਜਿਹੜੀਆਂ ਨੇ ਪੈਦਾ ਹੋ ਰਹੀਆਂ ਨੇ, ਉਹ ਵੀ ਘਟ ਜਾਂਦੀਆਂ ਨੇ। ਉਸ ਦ੍ਰਿਸ਼ਟੀ ਤੋਂ ਗੁਰੂ ਸਾਹਿਬ ਨੇ ਫਿਰ ਜਿਹੜਾ ਸਾਨੂੰ ਜਿਹੜਾ ਹੈ ਉਹ ਮਤਲਬ ਕਿ ਪ੍ਰੇਰਨਾ ਕੀਤੀ ਹੈ। ਅਖੀਰਲੀ ਲਾਈਨ ਜਿਹੜੀ ਪੰਕਤੀ ਹੈ ਗੁਰੂ ਸਾਹਿਬ ਦੀ, ਉਹ ਕਹਿੰਦੇ ਕਹੋ ਨਾਨਕ ਭਰਾ ਬਿਰਧ ਪਛਾਣੋ ਤਬ ਹਉ ਪਤੇ ਕਰੋ, ਕਿ ਜਿਸ ਵਿਅਕਤੀ ਨੇ ਪ੍ਰਭੂ ਦੇ ਨਾਲ ਪ੍ਰੇਮ ਵਾਲਾ ਸੁਭਾਅ ਪੈਦਾ ਕਰ ਲਿਆ ਆਪਣਾ, ਉਹ ਫਿਰ ਇਸ ਦੁਨੀਆ ਤੋਂ ਤਰ ਜਾਂਦਾ ਹੈ। ਮਤਲਬ ਕਿ ਇਹ ਕੁਝ ਗੱਲਾਂ ਬਾਣੀਆਂ ਦੀਆਂ ਜਿਹੜੀਆਂ ਗੁਰੂ ਸਾਹਿਬ ਨੇ ਸਾਨੂੰ, ਜਿਹੜੀ ਸਾਡੇ ਸਾਹਮਣੇ ਪੇਸ਼ ਕੀਤੀਆਂ ਨੇ। ਜਾਂ ਸਾਨੂੰ ਬਹੁਤ ਸਾਰੀ ਬਾਣੀ ਹੈ ਗੁਰੂ ਸਾਹਿਬ ਦੀ ਜਿਹਦੇ ਵਿੱਚ ਗੁਣ ਗੋਬਿੰਦ ਗਾਇਓ ਨਹੀਂ, ਜਨਮੇ ਕਾਰਜ ਕੀ, ਕਹੋ ਨਾਨਕ ਭਜ ਹਰਮਨਾ, ਜੇਬ ਦਿਲ ਕੋ ਮੀਨ, ਵਿਖਿਆਨ ਸੋ ਕਾਹੇ ਰਚਿਓ, ਨਿਮਕ ਨਾ ਹੋ ਉਦਾਸ। ਮਤਲਬ ਕਿ ਕਹੋ ਨਾਨਕ ਭਜ ਹਰਮਨਾ, ਬੜੇ ਨੇ ਜਮ ਕੀ ਫਾਸ, ਤਰਨਾਪੋ ਇਉਂ ਹੀ ਗਿਓ, ਜਿਉ ਲਿਓ ਜਰਾ ਤੰਜੀਰ। ਮਤਲਬ ਕਿ ਇਹ ਮਤਲਬ ਕਿ ਗੁਰੂ ਸਾਹਿਬ ਨੇ ਵਾਰ-ਵਾਰ ਸਾਨੂੰ ਸਮਝਾਇਆ ਕਿ ਪ੍ਰਮਾਤਮਾ ਦਾ ਨਾਮ ਜਿਹੜਾ ਹੈ ਉਹ ਸਾਰੇ ਜਿਹੜੇ ਹੈ ਸੰਕਟ ਦਾ ਜਿਹੜਾ ਹੱਲ ਜਿਹੜਾ ਹੈ ਉਹ ਮਤਲਬ ਕਿ ਜਿਹੜਾ ਹੈ ਹਰ ਤਰ੍ਹਾਂ ਸੰਕਟ ਤੋਂ ਬਾਹਰ ਕੱਢ ਸਕਦਾ। ਹੁਣ ਜਿਹੜਾ ਗੁਰੂ ਨਾਨਕ ਸਾਹਿਬ ਦੀ ਜਿਹੜੀ ਸਿੱਖਿਆ ਸੀ, ਉਸ ਦਾ ਪ੍ਰਚਾਰ ਗੁਰੂ ਤੇਗ ਬਹਾਦਰ ਸਾਹਿਬ ਕਰ ਰਹੇ ਨੇ। ਤੇ ਇਸੇ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਜਿੰਨੀਆਂ ਉਦਾਸੀਆਂ ਕੀਤੀਆਂ ਨੇ, ਪ੍ਰਚਾਰ ਯਾਤਰਾਵਾਂ ਕੀਤੀਆਂ ਨੇ, ਉਹ ਗੁਰੂ ਨਾਨਕ ਸਾਹਿਬ ਤੋਂ ਬਾਅਦ ਸਭ ਤੋਂ ਵੱਧ ਨੇ ਪ੍ਰਚਾਰ ਯਾਤਰਾਵਾਂ ਜਿਹੜੀਆਂ ਗੁਰੂ ਤੇਗ ਬਹਾਦਰ ਸਾਹਿਬ ਨੇ ਕੀਤੀਆਂ ਨੇ। ਤੇ ਉਹਨਾਂ ਪ੍ਰਚਾਰ ਯਾਤਰਾਵਾਂ ਦੇ ਦੌਰਾਨ ਗੁਰੂ ਸਾਹਿਬ ਨੇ ਹਰ ਪਿੰਡ ਦੇ ਵਿੱਚ ਜਾ ਕੇ ਧਰਮ ਦੇ ਨਾਲ ਜੁੜੇ ਰਹਿਣ ਦੀ ਪ੍ਰੇਰਨਾ ਕੀਤੀ ਹੈ ਲੋਕਾਂ ਨੂੰ, ਕਿ ਧਰਮ ਨਾਲ ਕਿਵੇਂ ਜੁੜਨਾ ਹੈ, ਧਰਮ ਦੇ ਨਾਲ ਕਿਵੇਂ ਜੁੜੇ ਰਹਿਣਾ ਹੈ, ਧਰਮ ਦੇ ਨਾਲ ਕਿਵੇਂ ਸਪਿਰਿਟ ਨੂੰ ਧਾਰਨ ਕਰਨਾ ਹੈ, ਕਿਵੇਂ ਧਰਮ ਦੇ ਗੁਣਾਂ ਨੂੰ ਗ੍ਰਹਿਣ ਕਰਨਾ ਹੈ। ਉਹਦੇ ਲਈ ਗੁਰੂ ਸਾਹਿਬ ਦੇ ਲਈ ਇਹ ਨਹੀਂ ਕਿ ਸਿੱਖ ਇੰਪੋਰਟੈਂਟ ਹੈ, ਗੁਰੂ ਸਾਹਿਬ ਲਈ ਹਰ ਉਹ ਬੰਦਾ ਇੰਪੋਰਟੈਂਟ ਹੈ ਜਿਹੜਾ ਵਿਅਕਤੀ ਜਿਹੜਾ ਹੈ ਪ੍ਰਮਾਤਮਾ ਦੇ ਨਾਲ ਜੁੜਿਆ ਹੋਇਆ। ਤੇ ਜਿਹੜਾ ਵਿਅਕਤੀ ਨਹੀਂ ਜੁੜਿਆ ਹੋਇਆ, ਉਸ ਨੂੰ ਵੀ ਗੁਰੂ ਸਾਹਿਬ ਆਪਣੇ ਕਲਾਵੇ ਦੇ ਵਿੱਚ ਲੈਂਦੇ ਨੇ, ਆਪਣੇ ਨਾਲ ਜੋੜਦੇ ਨੇ, ਆਪਣੇ ਨਾਲ ਜੋੜ ਕੇ ਤੇ ਉਹਨੂੰ ਰੱਬ ਦੇ ਪ੍ਰਮਾਤਮਾ ਦੇ ਮਾਰਗ ਤੇ ਲੈ ਕੇ ਆਉਂਦੇ ਨੇ। ਗੁਰੂ ਸਾਹਿਬ ਜਿਹੜੇ ਨੇ ਇਸ ਦੁਨੀਆ ਦੇ ਵਿੱਚ ਕੰਮ ਕਰ ਰਹੇ ਨੇ, ਕਿਉਂਕਿ ਡਿਸਇੰਟੈਗ੍ਰੇਸ਼ਨ ਬਹੁਤ ਜ਼ਿਆਦਾ ਇਸ ਮੁਲਕ ਦੇ ਵਿੱਚ। ਤੇ ਇਸ ਮੁਲਕ ਦੇ ਵਿੱਚ ਜਿਹੜੀਆਂ ਯਾਤਰਾਵਾਂ ਨੇ ਗੁਰੂ ਸਾਹਿਬ ਦੀਆਂ, ਉਹ ਸਾਰੀਆਂ ਯਾਤਰਾਵਾਂ ਗੁਰੂ ਸਾਹਿਬ ਦੀਆਂ ਜਿਹੜੀਆਂ ਨੇ ਉਹ ਇਸੇ ਦ੍ਰਿਸ਼ਟੀ ਤੋਂ ਦੇਖਣ ਦੀ ਲੋੜ ਹੈ, ਜਿਸ ਦ੍ਰਿਸ਼ਟੀ ਤੋਂ ਦੇਖੀ ਜਾ ਰਹੀਆਂ ਨੇ, ਕਿ ਜਿਹਦੇ ਵਿੱਚ ਗੁਰੂ ਸਾਹਿਬ ਇੱਕ ਇੰਟੈਗ੍ਰੇਸ਼ਨ ਪੈਦਾ ਕਰ ਰਹੇ ਨੇ, ਹਿਊਮਨ ਇੰਟੈਗ੍ਰੇਸ਼ਨ। ਕਿਉਂਕਿ ਜਦ ਤੱਕ ਹਿਊਮਨ ਇੰਟੈਗ੍ਰੇਸ਼ਨ ਪੈਦਾ ਨਹੀਂ ਹੋਏਗੀ, ਉਦੋਂ ਤੱਕ ਜਿਹੜਾ ਹੈ ਵਿਅਕਤੀ ਉਹ ਕੋਈ ਚੰਗਾ ਕੰਮ ਨਹੀਂ, ਮਤਲਬ ਕਿ ਕਲੈਕਟਿਵ ਐਫਰਟ ਨਹੀਂ ਕਰ ਸਕਦਾ। ਤੇ ਇਸੇ ਦ੍ਰਿਸ਼ਟੀ ਤੋਂ ਗੁਰੂ ਸਾਹਿਬ ਜਿਹੜੇ ਆ ਸਾਰਿਆਂ ਨੂੰ ਕਹਿੰਦੇ ਨੇ ਕਿ ਤੁਸੀਂ ਕਲੈਕਟਿਵ ਐਫਰਟ ਕਰੋ। ਕਲੈਕਟਿਵ ਐਫਰਟ ਕਰਨ ਦੇ ਲਈ ਤੁਹਾਨੂੰ ਪਰਮਾਤਮਾ ਦਾ ਨਾਮ ਲੈਣਾ ਜ਼ਰੂਰੀ ਹੈ। ਤੇ ਪਰਮਾਤਮਾ ਦਾ ਨਾਮ ਲੈਣ ਦੇ ਲਈ ਤੁਹਾਨੂੰ ਫਿਰ ਸੰਸਾਰ ਛੱਡਣ ਦੀ ਲੋੜ ਨਹੀਂ ਹੈ, ਜਗਤ ਨੂੰ ਛੱਡਣ ਦੀ ਲੋੜ ਨਹੀਂ ਹੈ। ਤੇ ਜਗਤ ਦੇ ਵਿੱਚ ਰਹਿ ਕੇ ਤੁਸੀਂ ਪਰਮਾਤਮਾ ਦਾ ਨਾਮ ਵੀ ਲੈ ਸਕਦੇ ਹੋ ਤੇ ਜਗਤ ਦਾ ਭਲਾ ਵੀ ਕਰ ਸਕਦੇ ਹੋ। ਆਪਣਾ ਭਲਾ ਵੀ ਕਰੋ, ਜਗਤ ਦਾ ਭਲਾ ਵੀ ਕਰੋ। ਗੁਰੂ ਸਾਹਿਬ ਦਾ ਸ਼ਬਦ ਹੈ ਇਸ ਸੰਬੰਧ ਦੇ ਵਿੱਚ, ਕਾਹੇ ਰੇਬਨ ਖੋਜਨ ਜਾਈ, ਕਿ ਤੂੰ ਪਰਮਾਤਮਾ ਦੇ ਨਾਲ ਜੁੜਨ ਦੇ ਲਈ ਜੰਗਲ ਦੇ ਵਿੱਚ ਜਾ ਰਹੇ ਹੈ, ਸੰਨਿਆਸੀ ਜੀਵਨ ਧਾਰਨ ਕਰ ਲਿਆ ਜਾਂ ਹੋਰ ਕੋਈ ਯੋਗ ਦਾ ਰੂਪ ਧਾਰਨ ਕਰ ਲਿਆ, ਜੰਗਲਾਂ ਦੇ ਵਿੱਚ ਚਲਾ ਗਿਆ, ਪਹਾੜਾਂ ਦੇ ਵਿੱਚ ਚਲਾ ਗਿਆ, ਕਈ ਸਾਲ ਇਕੱਲੇ ਬੈਠ ਕੇ ਤਪੱਸਿਆ ਕਰਦਾ ਰਿਹਾ, ਪਰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਈ। ਗੁਰੂ ਸਾਹਿਬ ਕਹਿੰਦੇ ਕਿ ਪਰਮਾਤਮਾ ਦੀ ਪ੍ਰਾਪਤੀ ਗ੍ਰਸਤੀ ਜੀਵਨ ਦੇ ਵਿੱਚ ਵੀ ਹੋ ਸਕਦੀ ਹੈ। ਇਸ ਕਰਕੇ ਜੰਗਲਾਂ ਦੇ ਵਿੱਚ ਜਾਣ ਦੀ ਲੋੜ ਨਹੀਂ, ਕਿਉਂਕਿ ਜਿਸ ਨੂੰ ਲੱਭਣ ਤੂੰ ਜੰਗਲ ਦੇ ਵਿੱਚ ਗਿਆ ਹੈ, ਜਾਣਾ ਚਾਹੁੰਦਾ ਹੈ ਜਾਂ ਜਾ ਰਿਹਾ ਹੈ, ਉਹ ਤੇਰੇ ਅੰਦਰ ਹੀ ਬੈਠਾ ਹੈ, ਉਹਨੂੰ ਅੰਦਰੋਂ ਹੀ ਲੱਭ ਲੈ, ਆਪਣੀ ਦੁਨੀਆ ਦੇ ਵਿੱਚ ਰਹਿ ਕੇ ਹੀ ਲੱਭ ਲੈ। ਕਾਹੇ ਰੇਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੂੰ ਹੀ ਸੰਗ ਸਮਾਈ, ਉਹ ਮਤ ਜਿਉ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ, ਘਟ ਹੀ ਖੋਜੋ ਭਾਈ। ਘਟ ਹੁੰਦਾ ਹਿਰਦਾ, ਕਿ ਆਪਣੇ ਹਿਰਦੇ ਦੇ ਵਿੱਚੋਂ ਰੱਬ ਨੂੰ ਲੱਭ ਲੈ। ਤੇ ਜਿਸ ਤਰ੍ਹਾਂ ਸ਼ੀਸ਼ਾ ਹੁੰਦਾ ਨਾ, ਸ਼ੀਸ਼ੇ ਦੇ ਉੱਤੇ ਕਈ ਵਾਰੀ ਕੋਈ ਜਿਹੜੀ ਇਹ ਚੀਜ਼ ਜੰਮ ਜੇ ਤਾਂ ਸ਼ੀਸ਼ਾ ਧੁੰਦਲਾ ਹੋ ਜਾਂਦਾ। ਜੇ ਸ਼ੀਸ਼ਾ ਧੁੰਦਲਾ ਹੋ ਜਾਏ ਤਾਂ ਆਪਣਾ ਚਿਹਰਾ ਵੀ ਧੁੰਦਲਾ ਨਜ਼ਰ ਆਉਣ ਲੱਗ ਜਾਂਦਾ ਹੈ। ਇਸੇ ਤਰ੍ਹਾਂ ਹੀ ਹਿਰਦਾ ਵਿਅਕਤੀ ਦਾ, ਤੇ ਹਿਰਦੇ ਦੇ ਉੱਤੇ ਜਦੋਂ ਜ਼ਿਆਦਾ ਮੈਲ ਚੜ੍ਹ ਜਾਂਦੀ ਹੈ ਤਾਂ ਫਿਰ ਹਿਰਦਾ ਜਿਹੜਾ ਹੈ ਉਹ ਰੱਬ ਨਜ਼ਰ ਨਹੀਂ ਆਉਂਦਾ, ਹਿਰਦਾ ਧੁੰਦਲਾ ਹੋ ਜਾਂਦਾ ਹੈ। ਵਿਅਕਤੀ ਦਾ ਫਿਰ ਆਪਣੇ ਅੰਦਰ ਝਾਤੀ ਨਹੀਂ ਮਾਰ ਸਕਦਾ। ਉਸ ਦ੍ਰਿਸ਼ਟੀ ਤੋਂ ਗੁਰੂ ਸਾਹਿਬ ਤੁਹਾਨੂੰ ਸਮਝਾਉਂਦੇ ਨੇ ਕਿ ਮਤਲਬ ਕਿ ਪਰਮਾਤਮਾ ਤੁਹਾਡੇ ਹਿਰਦੇ ਦੇ ਵਿੱਚ ਹੀ ਬੈਠਾ ਹੈ, ਤੇ ਜੇ ਹਿਰਦਾ ਸ਼ੁੱਧ ਹੋਏਗਾ ਤੇ ਫਿਰ ਪਰਮਾਤਮਾ ਵੀ ਪ੍ਰਗਟ ਹੋ ਜਾਏਗਾ, ਪਰਮਾਤਮਾ ਵੀ ਨਜ਼ਰ ਆਉਣ ਲੱਗ ਜਾਏਗਾ। ਤੇ ਐਸੇ ਹੀ ਹਰ ਬਸੇ ਨਿਰੰਤਰ, ਘਟ ਹੀ ਖੋਜੋ ਭਾਈ, ਕਿ ਆਪਣੇ ਹਿਰਦੇ 'ਚ ਲੱਭ, ਪਰਮਾਤਮਾ ਅੰਦਰ ਹੀ ਬੈਠਾ। ਫਿਰ ਬਾਹਰ ਭੀਤਰ ਇੱਕੋ ਜਾਣੋ, ਇਹ ਗੁਰੂ ਗਿਆਨ ਬਤਾਈ। ਕਿ ਗੁਰੂ ਨੇ ਸਾਨੂੰ ਹੀ ਸਿੱਖਿਆ ਦਿੱਤੀ ਹੈ, ਇਹੀ ਗਿਆਨ ਦਿੱਤਾ ਹੈ
ਕਿ ਪ੍ਰਮਾਤਮਾ ਜਿਹੜਾ ਹੈ ਉਹ ਹਰ ਜਗ੍ਹਾ ਤੇ ਮੌਜੂਦ ਹੈ, ਜਰੇ ਜਰੇ 'ਚ ਵਿਆਪਕ ਹੈ। ਘਰ ਘਰ ਮੈਂ ਹਰ ਜੂ ਬਸੇ, ਸੰਤਨ ਕੋ ਉਪਕਾਰ। ਮਤਲਬ ਕਿ ਇਹ ਪ੍ਰਮਾਤਮਾ ਹਰ ਜਗ੍ਹਾ ਤੇ ਵਿਆਪਕ ਹੈ, ਹਰ ਜਗ੍ਹਾ ਤੇ ਮੌਜੂਦ ਹੈ। ਫਿਰ ਕਹਿੰਦੇ ਅਖੀਰ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਕਿ ਜਨ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭਰਮ ਕੀ ਕਾਈ। ਕਿ ਜਦੋਂ ਤੱਕ ਆਪਣੇ ਦਿਲ ਨੂੰ ਨਹੀਂ ਖੋਜਦਾ, ਆਪਣੇ ਦਿਲ ਨੂੰ ਸਾਫ਼ ਨਹੀਂ ਕਰਦਾ, ਉਹਦੇ ਉੱਤੇ ਜਿਹੜੀ ਮੈਲ ਚੜੀ ਹੋਈ ਹੈ, ਜੇ ਉਸ ਜਦੋਂ ਤੱਕ ਉਸ ਨੂੰ ਨਹੀਂ ਦੇਖਦਾ, ਮੈਲ ਨਹੀਂ ਲਾਉਂਦਾ, ਉਹ ਤੱਕ ਜਿਹੜਾ ਤੁਹਾਡਾ ਹਿਰਦਾ ਜਿਹੜਾ ਸ਼ੁੱਧ ਨਹੀਂ ਹੋ ਸਕਦਾ। ਮਤਲਬ ਇਹ ਇੱਕ ਆਦਰਸ਼ ਨੇ ਗੁਰੂ ਸਾਹਿਬ ਨੇ ਜਿਹੜੇ ਸਥਾਪਿਤ ਕੀਤੇ ਨੇ ਕਿ ਮਨੁੱਖ ਆਦਰਸ਼ ਮਨੁੱਖ ਆਪੇ ਬਣ ਸਕਦਾ ਹੈ, ਆਪਣੇ ਯਤਨਾਂ ਨਾਲ ਬਣ ਸਕਦਾ ਹੈ। ਉਹਦੇ ਲਈ ਉਹਨੂੰ ਕਿਤੇ ਸੰਸਾਰ ਛੱਡਣ ਦੀ, ਜਗਤ ਨੂੰ ਛੱਡ ਕੇ ਜਾਣ ਦੀ ਲੋੜ ਨਹੀਂ ਹੈ। ਇਹ ਉਸ ਦ੍ਰਿਸ਼ ਗੁਰੂ ਸਾਹਿਬ ਜਿਹੜੇ ਸਾਨੂੰ ਸਮਝਾਉਂਦੇ ਨੇ। ਹੁਣ ਜਿਹੜੀਆਂ ਕੁਝ ਗੱਲਾਂ ਜਿਹੜੀਆਂ ਨੇ ਤੁਹਾਨੂੰ ਜਿਹੜੀ ਸਾਂਝੀਆਂ ਕਰਨੀਆਂ ਨੇ, ਉਹ ਇਹ ਕਿ ਗੁਰੂ ਸਾਹਿਬ ਦੀਆਂ ਪ੍ਰਚਾਰ ਯਾਤਰਾਵਾਂ ਨਾਲ ਸੰਬੰਧਿਤ। ਕਿ ਪ੍ਰਚਾਰ ਯਾਤਰਾਵਾਂ ਗੁਰੂ ਸਾਹਿਬ ਦੀਆਂ ਜਿਹੜੀਆਂ ਨੇ, ਉਹਨਾਂ ਦੇ ਵਿੱਚ ਮਾਲਵੇ ਦੇ ਜਿੰਨੇ ਪੁਰਾਣੇ ਪਿੰਡ ਨੇ ਮਾਲਵੇ ਦੇ ਪੁਰਾਣੇ, ਉਹ ਸਾਰੇ ਜਿਹੜੇ ਨੇ ਉਹ ਸਾਨੂੰ ਦੱਸਦੇ ਨੇ ਕਿ ਗੁਰੂ ਸਾਹਿਬ ਜਿਹੜੇ ਨੇ ਕਿੱਥੇ ਕਿੱਥੇ ਗਏ ਹੋਏ ਨੇ, ਜਾਂ ਸਾਨੂੰ ਮਾਲਵੇ ਦੇ ਪਿੰਡ ਸਾਰੇ ਦੱਸਦੇ ਨੇ ਜਿੰਨੇ ਪੁਰਾਣੇ ਪਿੰਡ ਨੇ, ਕਿ ਗੁਰੂ ਸਾਹਿਬ ਨੇ ਜਿਹੜਾ ਹੈ ਉਹ ਇੱਕ ਸਕਰੀਨ ਸ਼ੇਅਰ ਮੈਂ ਕਰ ਰਿਹਾ ਤੁਹਾਨੂੰ, ਉਹਦੇ ਚੋਂ ਸਾਰਾ ਕੁਝ ਪਤਾ ਲੱਗ ਜਾਏਗਾ ਕਿ ਕਿਸ ਤਰ੍ਹਾਂ ਦੀ ਜਿਹੜੀ ਹੈ ਗੁਰੂ ਸਾਹਿਬ ਦੀ ਜਿਹੜੀ ਹੈ ਯਾਤਰਾਵਾਂ ਨੇ, ਪ੍ਰਚਾਰ ਯਾਤਰਾਵਾਂ ਨੇ। ਇਹ ਗਿਆਨੀ ਗਿਆਨ ਸਿੰਘ ਜੀ ਨੇ, ਜਿਹੜਾ ਸਾਡੇ ਬਹੁਤ ਵੱਡੇ ਇਤਿਹਾਸਕਾਰ ਨੇ, ਉਹਨਾਂ ਨੇ ਪੰਥ ਪ੍ਰਕਾਸ਼ ਲਿਖਿਆ ਹੈ, ਤਵਾਰੀ ਗੁਰੂ ਖਾਲਸਾ ਲਿਖੀ ਹੈ ਉਹਨਾਂ ਨੇ ਇਹ ਲਿਸਟ ਦਿੱਤੀ ਹੈ ਇੱਕ, ਜਿਹੜੀ ਮੈਂ ਕੱਢੀ ਹੈ ਉਹਨਾਂ ਦੀ ਕਿਤਾਬਾਂ ਦੇ ਵਿੱਚੋਂ, ਕਿ ਇਹ ਜਗ੍ਹਾ ਦਾ ਜ਼ਿਕਰ ਮੇਰੀ ਨਿਗਾਹ ਦੇ ਵਿੱਚ ਆਇਆ, ਜਿਹੜੀਆਂ ਉਹਨਾਂ ਨੇ ਕਿਤਾਬ 'ਚ ਕੀਤਾ, ਆਪਣੀ ਤਵਾਰੀ 'ਚ ਕੀਤਾ ਹੈ। ਇਹਨਾਂ ਥਾਵਾਂ ਤੇ ਗੁਰੂ ਸਾਹਿਬ ਗਏ ਨੇ। ਹੁਣ ਇਹ ਜਿਹੜੀਆਂ ਪਲੇਸੀ ਦੇ ਗੁਰੂ ਸਾਹਿਬ ਗਏ ਨੇ, ਇਹਨਾਂ ਤੋਂ ਇਲਾਵਾ ਵੀ ਬਹੁਤ ਸਾਰੇ ਐਸੇ ਨੇ ਨਗਰ ਜਿਨ੍ਹਾਂ ਦਾ ਜ਼ਿਕਰ ਸਾਨੂੰ ਪਤਾ ਲੱਗਿਆ ਬਾਅਦ ਵਿੱਚ ਗੁਰੂ ਸਾਹਿਬ ਇਹਨਾਂ ਪਲੇਸੀ ਦੇ ਹੋਏ ਨੇ, ਉੱਥੇ ਗੁਰਧਾਮ ਬਣੇ ਹੋਏ ਨੇ। ਲਗਭਗ 140 ਦੇ ਕਰੀਬ ਗੁਰਧਾਮਾਂ ਦੀ ਜਿਹੜੀ ਲਿਸਟ ਮੈਂ ਯਤਨ ਕੀਤਾ ਤਿਆਰ ਕਰਨ ਦਾ, ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਨਾਲ ਸੰਬੰਧਿਤ ਨੇ। ਇਹ ਹੁਣ ਸਾਰੇ ਜਿਹੜੇ ਪੰਜਾਬ ਦੇ ਵਿੱਚ ਤਾਂ ਲਗਭਗ ਸਾਰੇ ਪੁਰਾਣੇ ਪਿੰਡ, ਹਰਿਆਣਾ, ਮੌਜੂਦਾ ਹਰਿਆਣਾ ਹੈ, ਦਿੱਲੀ ਹੈ, ਯੂਪੀ ਹੈ, ਬਿਹਾਰ ਹੈ, ਬੰਗਾਲ ਹੈ, ਤੇ ਇਹ ਸਾਰੀਆਂ ਜਿਹੜੀਆਂ ਨੇ ਸਥਾਨ ਨੇ, ਜਿਹੜੇ ਉੜੀਸਾ ਹੈ, ਅਸਾਮ ਜਿਹੜਾ ਹੈ, ਇਹ ਸਾਰੀਆਂ ਪਲੇਸ ਤੇ ਗੁਰੂ ਸਾਹਿਬ ਦੇ ਜਾਣ ਦਾ ਜ਼ਿਕਰ ਸਾਨੂੰ ਮਿਲਦਾ ਹੈ। ਕਿਉਂ ਗੁਰੂ ਸਾਹਿਬ ਜਿਹੜੀ ਯਾਤਰਾਵਾਂ ਕੀਤੀਆਂ ਨੇ ਆਪਣੀਆਂ, ਉਹ ਗੁਰੂ ਬਣਨ ਤੋਂ ਪਹਿਲਾਂ ਵੀ ਕੀਤੀਆਂ ਨੇ, ਇੱਕ ਵਾਰੀ ਗੁਰੂ ਬਣਨ ਤੋਂ ਬਾਅਦ ਵੀ ਕੀਤੀਆਂ ਨੇ। ਪਰ ਜਿਹੜੀਆਂ ਯਾਤਰਾਵਾਂ ਦਾ ਅਸੀਂ ਜ਼ਿਕਰ ਕਰ ਰਹੇ ਹਾਂ, ਉਹ ਯਾਤਰਾਵਾਂ ਨੇ ਜਿਹੜੀਆਂ ਗੁਰੂ ਸਾਹਿਬ ਨੇ ਗੁਰੂ ਬਣਨ ਤੋਂ ਬਾਅਦ ਜਿਹੜੀਆਂ ਸਾਡੇ ਸਾਹਮਣੇ ਆਈਆਂ ਨੇ। ਜਾਂ ਜਿੱਥੇ ਜਾ ਗੁਰੂ ਸਾਹਿਬ ਨੇ ਉਪਦੇਸ਼ ਕੀਤਾ, ਕੋਈ ਜਿਹੜਾ ਹੈ ਸਿੱਖ ਆਇਆ ਗੁਰੂ ਸਾਹਿਬ ਕੋਲ ਤੇ ਉਹਨਾਂ ਨੂੰ ਕੋਈ ਆਸ਼ੀਰਵਾਦ ਦਿੱਤਾ ਗੁਰੂ ਸਾਹਿਬ ਨੇ, ਪ੍ਰਚਾਰਕ ਥਾਪਿਆ ਗੁਰੂ ਸਾਹਿਬ ਨੇ, ਜਾਂ ਗੁਰੂ ਸਾਹਿਬ ਨੇ ਕਿਸੇ ਦਾ ਹੁਕਮਨਾਮਾ ਜਾਰੀ ਕੀਤਾ, ਤੇ ਉਸ ਤਰ੍ਹਾਂ ਦੀਆਂ ਪਲੇਸੀ ਜਿਹੜੀਆਂ ਨੇ ਉਹਨਾਂ ਦਾ ਜ਼ਿਕਰ ਜਿਹੜਾ ਹੈ ਸੰਖੇਪ ਰੂਪ ਦੇ ਵਿੱਚ ਤੁਹਾਡੇ ਨਾਲ ਕੋਈ ਸਾਂਝਾ ਕਰਨਾ ਹੈ ਕਿ ਗੁਰੂ ਸਾਹਿਬ ਕਿੰਨਾ ਪਲੇਸੀ ਦੇ ਉੱਤੇ ਗਏ ਨੇ। ਪੰਜਾਬ ਦੇ ਵਿੱਚ ਬਹੁਤਾ ਮੈਂ ਇਸ ਕਰਕੇ ਨਹੀਂ ਯਤਨ ਕੀਤਾ ਦਿਖਾਉਣ ਦਾ, ਕਿਉਂਕਿ ਪੰਜਾਬ ਦੇ ਨਾਲ ਸੰਬੰਧਿਤ ਹੈਗੇ ਬਹੁਤ ਸਾਡੇ ਜਿੰਨੇ ਜੁੜੇ ਹੋਏ ਨੇ ਸਾਡੇ ਨਾਲ, ਕਿ ਪੰਜਾਬ ਦੇ ਬਹੁਤ ਸਥਾਨਾਂ ਬਾਰੇ ਜਾਣਦੇ ਆ। ਪਟਿਆਲੇ ਦੇ ਵਿੱਚ ਤੇ ਜਿੰਨੇ ਸਾਡੇ ਬੈਠੇ ਨੇ ਇੱਥੇ ਫਤਿਹਗੜ੍ਹ ਯੂਨੀਵਰਸਿਟੀ ਵਾਲੇ, ਤੇ ਜਾਂ ਜਿਹੜੇ ਪੰਜਾਬ ਦੇ ਨਾਲ ਸੰਬੰਧ ਨੇ ਜਿਹੜੇ ਸਾਨੂੰ ਸੁਣ ਰਹੇ ਨੇ, ਉਹ ਜਾਣਦੇ ਨੇ ਕਿ ਪਟਿਆਲੇ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ ਆਉਣ ਦੀ ਬੜੀ ਸਟਰੋਂਗ ਟ੍ਰੈਡੀਸ਼ਨ ਹੈ। ਤੇ ਸਾਡੇ ਯੂਨੀਵਰਸਿਟੀ ਤੋਂ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਲਗਭਗ 1 ਕਿਲੋਮੀਟਰ ਤੇ ਬਹਾਦਰਗੜ੍ਹ ਗੁਰਦੁਆਰਾ ਹੈ, ਕਿਲ੍ਹਾ ਹੈ, ਕਿਲ੍ਹੇ ਦੇ ਸਾਹਮਣੇ ਵੀ ਗੁਰਦੁਆਰਾ ਗੁਰੂ ਕਾ ਬਾਗ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਦੇ ਆਉਣ ਦਾ ਜ਼ਿਕਰ ਮਿਲਦਾ ਹੈ। ਪੀਰ ਸੈਫੂਦੀਨ ਦੇ ਨਾਲ ਗੁਰੂ ਸਾਹਿਬ ਦਾ ਸੰਵਾਦ ਹੈ, ਲਗਭਗ ਚੁਮਾਸਾ ਗੁਰੂ ਸਾਹਿਬ ਨੇ ਕੱਟਿਆ ਸੀ ਇੱਥੇ ਪਟਿਆਲੇ ਦਾ ਵਿੱਚ। ਤੇ ਪਟਿਆਲੇ 'ਚ ਜਿਹੜਾ ਚੁਮਾਸਾ ਕੱਟਿਆ ਪੀਰ ਸੈਫੂਦੀਨ ਦੇ ਕੋਲ, ਪੀਰ ਸੈਫੂਦੀਨ ਇੱਕ ਐਸੀ ਸ਼ਖਸੀਅਤ ਹੈ ਜਿਹੜੀ ਕਿ ਇੱਕ ਪਾਸੇ ਜਿਹੜੀ ਹੈ ਉਹ ਅਧਿਆਤਮਿਕ ਤੌਰ ਤੇ ਬੜੀ ਸਰਵਉੱਚ ਸ਼ਖਸੀਅਤ ਹੈ, ਦੂਜੇ ਪਾਸੇ ਉਹ ਨਵਾਬ ਵੀ ਹੈ, ਨਵਾਬ ਸੈਫਦੀਨ ਵੀ ਕਹਿੰਦੇ ਨੇ ਉਹਨੂੰ, ਪੀਰ ਸੈਫਦੀਨ ਵੀ ਕਹਿੰਦੇ ਉਹਨੂੰ। ਇਹ ਦੋ ਵਿਸ਼ੇਸ਼ਣ ਜਿਹੜੇ ਆ ਬੜੇ ਦੇਖਣ ਦੇ ਵਿੱਚ ਆਪੋਜ਼ਿਟ ਲੱਗਦੇ ਨੇ। ਜਿਹੜਾ ਨਵਾਬ ਹੋ ਜਾਏ ਉਹ ਪੀਰ ਨਹੀਂ ਹੋ ਸਕਦਾ, ਜਿਹੜਾ ਪੀਰ ਹੋ ਜਾਏ ਨਵਾਬ ਨਹੀਂ ਬਣਦਾ ਕਦੇ। ਪਰ ਪੀਰ ਸੈਫੂਦੀਨ ਦੇ ਨਾਲ ਦੋ ਵਿਸ਼ੇਸ਼ਣ ਜੁੜੇ ਹੋਏ ਨੇ, ਉਹ ਪੀਰ ਵੀ ਹੈ ਤੇ ਨਵਾਬ ਵੀ ਹੈ। ਕਿਉਂਕਿ ਜਦੋਂ ਗੁਰੂ ਸਾਹਿਬ ਨੂੰ ਮਿਲਦੇ ਆ ਕੇ ਪੀਰ ਸੈਫੂਦੀਨ, ਉਦੋਂ ਉਹ ਬਹਾਦਰਗੜ੍ਹ ਦੇ ਵਿੱਚ ਨੇ। ਬਹਾਦਰਗੜ੍ਹ ਪਟਿਆਲਾ ਨਹੀਂ ਸੀ ਵਸਿਆ, ਉਦੋਂ ਬਹਾਦਰਗੜ੍ਹ ਸੀ। ਸੈਫਦੀਨ ਪੀਰ ਸੈਫਾਬਾਦ ਸੀ ਇਸਦਾ ਨਾਂ। ਇੱਥੇ ਆਪਣੇ ਜਿਹੜਾ ਹੈ ਉਹਦੀ ਹੈਬਿਟੇਸ਼ਨ ਸੀ, ਜਿੱਥੇ ਉਹ ਰਹਿੰਦਾ ਸੀ ਉਹ ਆਪਣੇ ਨਿਵਾਸ ਦੇ ਵਿੱਚ। ਤੇ ਇਸ ਤੋਂ ਪਹਿਲਾਂ ਆਗਰੇ ਦਾ ਨਵਾਬ ਰਹਿ ਚੁੱਕਿਆ ਸੀ, ਗਵਰਨਰ ਰਹਿ ਚੁੱਕਿਆ ਸੀ। ਉਸ ਤੋਂ ਬਾਅਦ 1671 ਤੱਕ ਇਹ ਰਿਹਾ ਕਸ਼ਮੀਰ ਦੇ ਵਿੱਚ ਗਵਰਨਰ। ਤੇ ਕਸ਼ਮੀਰ ਦੇ ਵਿੱਚ ਜਦੋਂ ਬਾਦਸ਼ਾਹ ਦੀ ਪਾਲਿਸੀ ਆਈ ਹੈ ਕਿ ਅਸੀਂ ਇਸਲਾਮ ਦੇ ਵਿੱਚ ਕਨਵਰਟ ਕਰਨਾ ਹੈ ਵੱਡੇ ਪੱਧਰ ਤੇ ਲੋਕਾਂ ਨੂੰ, ਤਾਂ ਫਿਰ ਪੀਰ ਸੈਫਦੀਨ ਨੂੰ ਉੱਥੋਂ ਰਿਲੀਵ ਕਰ ਦਿੱਤਾ ਗਿਆ ਸੀ ਤੇ ਉੱਥੇ ਇਫਤਿਖਾਰ ਖਾਨ ਨੂੰ ਲਾਇਆ ਗਿਆ ਸੀ। ਤੇ ਉਹ ਪੀਰ ਸੈਫਦੀਨ ਫਿਰ ਪਟਿਆਲੇ ਆਏ, ਇੱਥੇ ਆਪਣਾ ਬਹਾਦਰਗੜ੍ਹ ਆਏ, ਇੱਥੇ ਰਹੇ। ਤੇ ਬਹਾਦਰਗੜ੍ਹ ਜੋ ਗੁਰੂ ਤੇਗ ਬਹਾਦਰ ਸਾਹਿਬ ਨਾਲ ਮੁਲਾਕਾਤ ਹੁੰਦੀ ਹੈ ਤਾਂ ਬਹੁਤ ਸਾਰੀਆਂ ਜਿਹੜੀਆਂ ਨੇ ਰਾਜਨੀਤਿਕ ਤੌਰ ਤੇ, ਧਾਰਮਿਕ ਤੌਰ ਤੇ ਜਿਹੜੀਆਂ ਨੇ ਗੱਲਾਂ ਡਿਸਕਸ ਵੀ ਹੁੰਦੀਆਂ ਨੇ ਗੁਰੂ ਸਾਹਿਬ ਦੇ ਨਾਲ। ਤੇ ਇਹ ਮਤਲਬ ਕਿ 4 ਮਹੀਨੇ ਗੁਰੂ ਸਾਹਿਬ ਦੇ ਰਹਿਣ ਦਾ ਜ਼ਿਕਰ ਹੈ ਇੱਥੇ, ਮਤਲਬ ਕਿ ਆਪਣਾ ਬਹਾਦਰਗੜ੍ਹ ਦੇ ਵਿੱਚ। ਤੇ ਇੱਥੋਂ ਗੁਰੂ ਸਾਹਿਬ ਜਿਹੜਾ ਮੌਜੂਦਾ ਪਟਿਆਲੇ ਦੇ ਗੁਰਦੁਆਰਾ ਦੁਖਮਣ ਸਾਹਿਬ ਹੈ, ਮੋਤੀ ਬਾਗ ਸਾਹਿਬ ਹੈ, ਜਾਂ ਹੋਰ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਜਿਹੜੇ ਗੁਰੂ ਸਾਹਿਬ ਨੂੰ ਇੱਥੇ ਦਰਸ਼ਨ ਕਰਨ ਆਉਂਦੇ ਸੀ ਗੁਰੂ ਸਾਹਿਬ ਦੇ। ਪੰਜਾਬ ਦੇ ਵਿੱਚ ਬਹੁਤ ਸਾਰੇ ਮੂਲੋਵਾਲ ਹੈ, ਜਾਂ ਹੋਰ ਬਹੁਤ ਸਾਰੇ ਗੁਰਦੁਆਰੇ ਨੇ, ਤਲਵੰਡੀ ਸਾਬੋ ਹੈ,
ਜਾਂ ਜਿਹੜਾ ਇੱਕ ਇੰਪੋਰਟੈਂਟ ਸੈਂਟਰ ਜਿਹੜਾ ਗੁਰੂ ਸਾਹਿਬ ਦੇ ਨਾਲ ਸੰਬੰਧਿਤ ਬਣ ਰਿਹਾ ਧਮਤਾਨ ਹੈ, ਉਹ ਅੱਜ ਕੱਲ੍ਹ ਜੀਂਦ ਦੇ ਵਿੱਚ ਹੈ। ਧਮਤਾਨ ਦੇ ਵਿੱਚ ਗੁਰੂ ਸਾਹਿਬ ਦੱਗੋ ਮਸੰਦ ਸੀ ਗੁਰੂ ਸਾਹਿਬ ਦਾ ਇੱਕ, ਉਸ ਨਾਲ ਗੁਰੂ ਸਾਹਿਬ ਰਹੇ, ਗੁਰੂ ਸਾਹਿਬ ਮਿਲੇ ਉਸ ਨੂੰ ਤੇ ਆਸ਼ੀਰਵਾਦ ਵੀ ਦਿੱਤਾ ਉਸ ਨੂੰ, ਤੇ ਉਹ ਦੱਗੋ ਮਸੰਦ ਸੀ ਜਿਹੜਾ, ਉਹਦੇ ਨਾਲ ਗੁਰੂ ਸਾਹਿਬ ਦੇ ਨਾਲ ਰਹਿਣ ਦਾ ਲੰਬੇ ਸਮੇਂ ਤੱਕ ਜ਼ਿਕਰ ਵੀ ਆਉਂਦਾ ਹੈ। ਤੇ ਉੱਥੋਂ ਫਿਰ ਗੁਰੂ ਸਾਹਿਬ ਅੱਗੇ ਦਿੱਲੀ ਤੋਂ ਫਿਰ ਅੱਗੇ ਪੂਰਬ ਵਾਲੇ ਪਾਸੇ ਚਲੇ ਗਏ ਸੀ। ਪੂਰਬ ਦੀਆਂ ਉਦਾਸੀਆਂ ਦੇ ਵਿੱਚ ਜਿਹੜਾ ਹੈ ਸਾਡੇ ਸਾਹਮਣੇ ਸਭ ਤੋਂ ਜਿਹੜੀ ਇੰਪੋਰਟੈਂਟ ਜਿਹੜੀ ਹੈ ਆਉਂਦੀ ਹੈ ਦਿੱਲੀ ਤੋਂ ਅੱਗੇ ਦੀਆਂ ਗੱਲਾਂ ਕਰਾਂਗੇ, ਕਿਉਂਕਿ ਦਿੱਲੀ ਦੇ ਵਿੱਚ ਵੀ ਬਹੁਤ ਸਾਰੇ ਸਾਡੇ ਤੋਂ ਸੱਜਣ ਜਾਂਦੇ ਰਹਿੰਦੇ ਆ। ਸਾਰਿਆਂ ਨੇ ਲਗਭਗ ਜਿਹੜਾ ਸੀਸ ਗੰਜ ਸਾਹਿਬ ਗੁਰਦੁਆਰਾ ਵੀ ਦੇਖਿਆ ਹੋਇਆ, ਗੁਰਦੁਆਰਾ ਰਕਾਬਗੰਜ ਵੀ ਦੇਖਿਆ ਹੋਇਆ। ਗੁਰੂ ਤੇਗ ਬਹਾਦਰ ਸਾਹਿਬ ਨਾਲ ਸੰਬੰਧਿਤ ਨੇ ਜਿਹੜੇ, ਜਾਂ ਰਾਜ ਦੇ ਵਿੱਚ ਕੁਝ ਗੁਰਧਾਮ ਐਸੇ ਨੇ ਜਿੱਥੇ ਜਿੱਥੇ ਭਾਈ ਜੱਟਾ ਜੀ ਗੁਰੂ ਸਾਹਿਬ ਸੀਸ ਲੈ ਕੇ ਆਏ ਸੀ, ਉੱਥੇ ਤੋਂ ਵੀ ਗੁਰਧਾਮ ਸੁਸ਼ੋਭਿਤ ਨੇ, ਤੇ ਉਹ ਉੱਥੇ ਮਿਲ ਕੇ ਜਿਹੜਾ ਹੈ ਗੁਰਧਾਮ ਬਣੇ ਹੋਏ ਨੇ। ਪਰ ਮੈਂ ਜਿਹੜੇ ਗੁਰਧਾਮਾਂ ਜ਼ਿਕਰ ਮੈਂ ਕਰ ਰਿਹਾ ਉਹ ਦਿੱਲੀ ਤੋਂ ਪਰੇ ਪਰੇ ਦੇ ਨੇ, ਜਿਹੜੇ ਅਸੀਂ ਲੋਕਾਂ ਨੇ ਜਿਹੜੇ ਘੱਟ ਦੇਖੇ ਹੋਏ ਨੇ। ਪਰ ਮੈਨੂੰ ਕੁਝ ਜਾਣ ਦਾ ਮੌਕਾ ਮਿਲਿਆ, ਸਾਰੀ ਜਗ੍ਹਾ ਤੇ ਨਹੀਂ ਜਾ ਸਕਿਆ, ਪਰ ਕੁਝ ਜਗ੍ਹਾ ਤੇ ਜਾਣ ਦਾ ਮੌਕਾ ਮਿਲਿਆ। ਉਹ ਗੁਰਧਾਮਾਂ ਦੇ ਬਾਰੇ 'ਚ ਤੁਹਾਡੇ ਨਾਲ ਗੱਲ ਕਰਨੀ ਹੈ। ਇਹ ਗੁਰਧਾਮ ਮਥੁਰਾ ਦਾ ਹੈ, ਗੁਰੂ ਤੇਗ ਬਹਾਦਰ ਸਾਹਿਬ ਦਾ। ਗੁਰੂ ਤੇਗ ਬਹਾਦਰ ਸਾਹਿਬ ਦਾ ਇੱਕ ਗੁਰਧਾਮ ਮਥੁਰਾ ਦੇ ਵਿੱਚ ਹੈ, ਰੇਲਵੇ ਸਟੇਸ਼ਨ ਤੋਂ ਲਗਭਗ ਹਾਰਡਲੀ ਅੱਧਾ ਕਿਲੋਮੀਟਰ ਵੀ ਨਹੀਂ ਹੈਗਾ, ਤੇ ਮਥੁਰਾ ਰੇਲਵੇ ਸਟੇਸ਼ਨ ਦੇ ਨਾਲ ਹੀ ਬਣਿਆ ਹੋਇਆ ਗੁਰਦੁਆਰਾ। ਤੇ ਇਹ ਗੁਰਦੁਆਰਾ ਹੈ ਉੱਥੇ, ਇੱਥੇ ਗੁਰੂ ਤੇਗ ਬਹਾਦਰ ਸਾਹਿਬ ਵੀ ਗਏ ਸੀ। ਇਸ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਵੀ ਇੱਥੇ ਆਏ ਨੇ, ਮਾਤਾ ਸੁੰਦਰੀ ਜੀ ਵੀ ਰਹੇ, ਭਾਈ ਗੁਰਦਾਸ ਜੀ ਰਹੇ। ਬਹੁਤ ਸਾਰੇ ਜਿਹੜੇ ਹੈ ਗੁਰਮੁਖ ਸੱਜਣਾਂ ਦਾ, ਗੁਰੂ ਸਾਹਿਬਾਨ ਦਾ ਇੱਥੇ ਆਉਣ ਦਾ ਜ਼ਿਕਰ ਮਿਲਦਾ ਹੈ। ਇਹ ਹਿਸਟੋਰੀਕਲ ਪਲੇਸ ਹੈ ਉੱਥੇ, ਇਹ ਅੰਦਰੋਂ ਹੈ ਗੁਰੂ ਸਾਹਿਬ ਦਾ ਜਿਹੜਾ ਹੈ ਸਥਾਨ ਹੈ ਜਿਹੜਾ। ਮੌਜੂਦਾ ਸਮੇਂ ਦੇ ਵਿੱਚ ਤੇ ਇੱਕ ਸਕੂਲ 'ਚ ਕਨਵਰਟ ਕੀਤਾ ਹੋਇਆ ਇਹਨਾਂ ਨੇ, ਤੇ ਸੰਗਤ ਬਹੁਤੀ ਨਹੀਂ ਹੈਗੀ, ਕਿਉਂਕਿ 84 ਤੋਂ ਬਾਅਦ ਬਹੁਤ ਸਾਰੇ ਸਿੱਖ ਜਿਹੜੇ ਨੇ ਇੱਥੋਂ ਮਥੁਰਾ ਦੇ ਵਿੱਚ ਚਲੇ ਗਏ ਨੇ, ਤੇ ਬਹੁਤ ਸਾਰੇ ਗੁਰਧਾਮ ਨੇ ਜਿਹੜੇ ਹੁਣ ਉਹ ਫੰਕਸ਼ਨਲ ਨਹੀਂ ਰਹੇ ਮਥੁਰਾ ਦੇ ਵਿੱਚ। ਤੇ ਪਰ ਇਹ ਹਿਸਟੋਰੀਕਲ ਜਿਹੜਾ ਪਲੇਸ ਹੈ ਇਹ ਫੰਕਸ਼ਨਲ ਹੈ। ਇਸ ਤੋਂ ਇਲਾਵਾ ਗੁਰੂ ਨਾਨਕ ਬਗੀਚੀ ਗੁਰਦੁਆਰਾ ਹੈ, ਉਹ ਫੰਕਸ਼ਨਲ ਹੈ। ਪਰ ਇਹ ਗੁਰਦੁਆਰਾ ਵਰਿੰਦਾਵਨ ਦੇ ਵਿੱਚ ਹੈ, ਗੁਰੂ ਨਾਨਕ ਕਿਲ੍ਹਾ, ਉਹ ਵੀ ਫੰਕਸ਼ਨਲ ਹੈ। ਕੁਝ ਗੁਰਧਾਮ ਜਿਹੜੇ ਨੇ ਉਹ ਫੰਕਸ਼ਨਲ ਹੈਗੇ ਨੇ ਉੱਥੇ, ਪਰ ਕੁਝ ਗੁਰਧਾਮ ਐਸੇ ਨੇ ਜਿਹੜੇ ਸਮੇਂ ਦੇ ਨਾਲ ਸਾਨੂੰ ਹੁਣ ਨਜ਼ਰ ਨਹੀਂ ਆਉਂਦੇ ਹਨ। 84 ਤੋਂ ਬਾਅਦ ਉਹ ਜਿਹੜੇ ਗੁਰਧਾਮ ਜਿਹੜੇ ਨੇ ਉਹ ਸਾਰੇ ਜਿਹੜੇ ਅਲੋਪ ਹੋ ਗਏ ਨੇ। ਇਹ ਮਥੁਰਾ ਦਾ ਗੁਰਧਾਮ ਅਜੇ ਵੀ ਫੰਕਸ਼ਨਲ ਚੱਲਦੇ, ਸੰਗਤ ਆਉਂਦੀ ਹੈ ਇੱਥੇ। ਹਾਲੇ ਵੀ ਗੁਰੂ ਤੇਗ ਬਹਾਦਰ ਸਾਹਿਬ ਦਾ ਗੁਰਪੁਰਬ ਮਨਾਇਆ ਜਾਂਦਾ ਹੈ, ਗੁਰੂ ਨਾਨਕ ਸਾਹਿਬ ਦਾ ਜਿਹੜਾ ਗੁਰਪੁਰਬ ਮਨਾਇਆ ਜਾਂਦਾ ਹੈ। ਇਹ ਉਹ ਸਥਾਨ ਹੈ ਜਿਹੜਾ ਹੈ ਮਥੁਰਾ ਦੇ ਵਿੱਚ, ਰੇਲਵੇ ਸਟੇਸ਼ਨ ਤੋਂ ਲਗਭਗ ਅੱਧਾ ਕਿਲੋਮੀਟਰ ਦੀ ਦੂਰੀ ਤੇ ਹੈ ਇਹ ਸਥਾਨ ਜਿਹੜਾ ਹੈ। ਹੁਣ ਇਹ ਚੀਜ਼ ਹੈ, ਇਹ ਮਥੁਰਾ ਦੇ ਵਿੱਚ ਹੈ। ਇਹਦਾ ਮੈਨੂੰ ਰੈਫਰੈਂਸ ਮਿਲਿਆ ਸੀ ਭਾਈ ਕਾਹਨ ਸਿੰਘ ਨਾਭਾ ਦੀ ਰਚਨਾ ਮਹਾਨ ਕੋਸ਼ ਦੇ ਵਿੱਚੋਂ। ਭਾਈ ਕਾਹਨ ਸਿੰਘ ਨਾਭਾ ਜਿਹੜਾ ਹੈ ਸਾਰੇ ਜਾਣਦੇ ਸੀ ਕਿ ਬਹੁਤ ਵੱਡੇ ਸਿੱਖ ਵਿਦਵਾਨ ਹੋਏ ਨੇ। ਇਹਨਾਂ ਨੇ ਜ਼ਿਕਰ ਕੀਤਾ ਜਦੋਂ ਗੁਰਦੁਆਰਾ ਗਾਏ ਘਾਟ ਦਾ, ਕਿ ਗਾਏ ਘਾਟ ਸੀ ਇੱਕ ਐਸੀ ਜਗ੍ਹਾ ਹੈ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਦਾ ਗੁਰਧਾਮ ਹੈ। ਕਿਉਂਕਿ ਘਾਟ ਉਸ ਨੂੰ ਕਿਹਾ ਜਾਂਦਾ ਜਿੱਥੇ ਕੋਈ ਜਾਨਵਰਾਂ ਦੇ ਜਾਂ ਮਤਲਬ ਕਿ ਬੰਦਿਆਂ ਦੇ ਤੱਕ ਪਾਣੀ ਤੱਕ ਜਾ ਸਕਣ, ਉਹਨੂੰ ਘਾਟ ਕਿਹਾ ਜਾਂਦਾ। ਪਰ ਇਸ ਘਾਟ ਨੂੰ ਗਊ ਘਾਟ ਕਿਹਾ ਜਾਂਦਾ, ਕਿਉਂਕਿ ਇੱਥੇ ਗਾਵਾਂ ਪਾਣੀ ਪੀਂਦੀਆਂ ਸੀ ਆ ਕੇ। ਇਸ ਦੇ ਨਾਲ ਹੀ ਇਹ ਇੱਕ ਪੁਰਾਣੀ ਜਿਹੜੀ ਤੁਹਾਡੇ ਸਾਹਮਣੇ ਨਜ਼ਰ ਆ ਰਹੀ ਹੈ, ਇਹ ਪੁਰਾਣਾ ਜਿਹੜੀ ਨਿਸ਼ਾਨੀ ਹੈ ਜਿਹੜੀ ਮੁਗਲਾਂ ਦੇ ਟਾਈਮ ਦੀ ਹੈ, ਬਹੁਤ ਪੁਰਾਣੀ ਹੈ। ਤੇ ਇਸ ਨਿਸ਼ਾਨੀ ਇੱਕ ਇਹੀ ਨਿਸ਼ਾਨੀ ਹੈ ਉਸ ਇਲਾਕੇ ਦੇ ਵਿੱਚ ਜਿਹੜੀ ਹੁਣ ਮੌਜੂਦ ਰਹਿ ਗਈ, ਬਾਕੀ ਸਾਰੀਆਂ ਲਗਭਗ ਸਾਰੀਆਂ ਖਤਮ ਹੋ ਗਈਆਂ ਨਿਸ਼ਾਨੀਆਂ। ਇਹ ਪੁਰਾਣੀ ਜਿਹੜੀ ਨਿਸ਼ਾਨੀ ਅਜੇ ਮੁਗਲਾਂ ਦੇ ਸਮੇਂ ਦੀ ਬਾਕੀ ਹੈ। ਤੇ ਇੱਥੋਂ ਕਿਉਂਕਿ ਬਕਾਇਦਾ ਪਹਿਰਾ ਹੁੰਦਾ ਸੀ ਇੱਥੋਂ ਫਿਰ ਅੱਗੇ ਜਮਨਾ ਦਰਿਆ ਪਾਰ ਕਰਨ ਦੇ ਲਈ ਰਾਹ ਹੁੰਦਾ ਸੀ ਇੱਥੇ, ਜਿੱਥੋਂ ਜਮਨਾ ਦਰਿਆ ਪਾਰ ਕੀਤਾ ਜਾਂਦਾ ਸੀ। ਮੌਜੂਦਾ ਸਮੇਂ ਦੇ ਹੁਣ ਪੁਲ ਬਣ ਗਿਆ ਹੋਇਆ, ਪਰ ਪੁਰਾਣੇ ਸਮਿਆਂ ਦੇ ਵਿੱਚ ਪੁਲ ਨਹੀਂ ਸੀ ਹੁੰਦਾ, ਤਾਂ ਇੱਥੋਂ ਫਿਰ ਦਰਿਆ ਪਾਰ ਕੀਤਾ ਜਾਂਦਾ, ਬੇੜੇ ਦੇ ਵਿੱਚ ਬੈਠ ਕੇ, ਕਿਸ਼ਤੀ 'ਚ ਬੈਠ ਕੇ ਪਾਰ ਹੋ ਜਾਂਦਾ ਸੀ। ਇੱਥੋਂ ਗੁਰੂ ਤੇਗ ਬਹਾਦਰ ਸਾਹਿਬ ਇੱਥੇ ਰਹੇ ਸੀ ਆ ਕੇ, ਇੱਥੋਂ ਫਿਰ ਉਹਨਾਂ ਨੇ ਜਮਨਾ ਦਰਿਆ ਪਾਰ ਕੀਤਾ ਸੀਗਾ। ਜਦੋਂ ਮੈਂ ਇਸ ਗੁਰਧਾਮ ਦੇ ਵਿੱਚ ਗਿਆ ਤਾਂ ਇਹਦੇ ਨਾਲ ਜਿਹੜੀ ਨਿਸ਼ਾਨੀਆਂ ਜਿਹੜੀਆਂ ਭਾਈ ਕਾਹਨ ਸਿੰਘ ਨਾਭਾ ਨੇ ਦੱਸੀਆਂ ਸੀ, ਮੈਂ ਉਹ ਲੱਭਣ ਲੱਗ ਗਿਆ। ਇਹ ਗੁਰਧਾਮ ਲੱਭਣ ਦੇ ਲਈ ਬੜੀ ਮਤਲਬ ਕਿ ਨਾ ਯਤਨ ਤਰੱਦਦ ਕਰਨ ਦੀ ਲੋੜ ਪੈਂਦੀ ਹੈ। ਜਿਹੜੇ ਵੀ ਗੁਰਸਿੱਖ ਜਾਣ ਸਾਡੇ ਉੱਥੇ, ਉਹ ਤਰੱਦਦ ਕਰਨਗੇ, ਇਹ ਲੱਭ ਜਾਏਗਾ ਗੁਰਧਾਮ। ਕੁਛ ਹੋ ਸਕਦਾ ਸਾਡੇ ਚ ਗੁਰਸਿੱਖਾਂ ਨੇ ਕੋਈ ਦੇਖਿਆ ਵੀ ਹੋਵੇ, ਪਰ ਜੇ ਕੋਈ ਨਵਾਂ ਕੋਈ ਜਾਣਾ ਚਾਹਵੇ ਤਾਂ ਉਹ ਵੀ ਜੇ ਲੱਭਣਾ ਚਾਹੇਗਾ ਤਾਂ ਉਹ ਵੀ ਇਸ ਗੁਰਧਾਮ ਨੂੰ ਲੱਭ ਲਏਗਾ। ਇਹ ਗੁਰਧਾਮ ਜਮਨਾ ਨਦੀ ਦੇ ਕੰਢੇ ਤੇ ਹੈ। ਇਹ ਜਮਨਾ ਨਦੀ ਦੇ ਕੰਢੇ ਤੇ ਖੜ ਕੇ ਫੋਟੋ ਖਿੱਚੀ ਹੋਈ ਹੈ ਸਾਰੀ, ਮਤਲਬ ਕਿ 50 ਫੁੱਟ ਤੇ ਜਮਨਾ ਦਰਿਆ ਹੈ। ਇਹਦੋਂ ਜਿੱਥੋਂ ਖੜਾ ਮੈਂ 50 ਫੁੱਟ ਦੇ ਦੂਰੀ ਤੋਂ ਇਹ ਤੁਸੀਂ ਮਤਲਬ ਕਿ ਗੁਰਧਾਮ ਦੇਖ ਸਕਦੇ ਹੋ। ਹੁਣ ਇਹ ਗੁਰਧਾਮ ਜਿਹੜਾ ਹੈ ਇਹ ਉਦਾਸੀਆਂ ਦੇ ਪ੍ਰਬੰਧ ਵਿੱਚ ਹੈ। ਜਿਵੇਂ ਜੋ ਗਿਆ ਤੇ ਉਦਾਸੀਆਂ ਦੇ ਪ੍ਰਬੰਧ ਦੇ ਵਿੱਚ ਸੀ। ਹੁਣ ਜਿੱਥੇ ਤੁਹਾਨੂੰ ਇਸ ਗੁਰਧਾਮ ਦੇ ਵਿੱਚ ਇਹਦੇ ਨਾਲ ਹੀ ਜਿਹੜਾ ਜਿੱਥੇ ਦਰਖਤ ਹੈ, ਦਰਖਤ ਤੋਂ ਲੈਫਟ ਸਾਈਡ ਤੇ ਖੱਬੇ ਹੱਥ ਇੱਕ ਰਾਹ ਜਾਂਦਾ ਹੈ, ਉਸ ਰਾਹ ਦੇ ਉੱਤੇ ਕੰਸਟਿੱਲਾ ਹੈ, ਜਿਹੜੀ ਪਛਾਣ ਸੀ ਮੇਰੇ ਲਈ। ਕੰਸਟਿੱਲੇ ਦੇ ਨਾਲ ਹੀ ਗੁਰਧਾਮ ਹੈ। ਜਦੋਂ ਮੈਂ ਇੱਥੇ ਗਿਆ ਤਾਂ ਫਿਰ ਇਹ ਇੱਥੇ ਉਦਾਸੀ ਮਹੰਤਾਂ ਦੇ ਜਿਹੜੇ ਸੀ ਪ੍ਰਕਾਸ਼, ਆਹ ਕਮਰੇ 'ਚ ਪ੍ਰਕਾਸ਼ ਹੁੰਦਾ ਸੀ, ਜਿੱਥੇ ਹੁਣ ਲੋਹੇ ਦਾ ਜੰਗਲਾ ਹੈ ਨਾ, ਇੱਥੇ ਹੁਣ ਇਸ ਕਮਰੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੁੰਦਾ ਸੀ। ਉਦਾਸੀ ਮਹੰਤ ਇੱਥੇ ਬੈਠ ਕੇ ਪ੍ਰਕਾਸ਼ ਕਰਕੇ ਪਾਠ ਕਰਿਆ ਕਰਦੇ ਸਨ। ਇਹ ਗੁਰਧਾਮ ਹੈ। ਮੈਨੂੰ ਇਸ ਗੁਰਧਾਮ ਦੇ ਬਾਰੇ ਬਹੁਤੀ ਜਾਣਕਾਰੀ ਕਿਸੇ ਨੇ ਦਿੱਤੀ ਨਹੀਂ, ਪਰ ਫਿਰ ਜਦੋਂ ਮੈਂ ਗਿਆ ਤਾਂ ਇਹ ਮਹੰਤ ਜੀ ਸੀ ਉੱਥੇ। ਇਹ ਮਹੰਤ ਜੀ ਨੇ ਫਿਰ ਮੈਨੂੰ, ਇਹਨਾਂ ਦਾ ਨਾਂ ਸੀ ਮਹੰਤ ਜੀ ਦਾ
ਇਸ ਮਹੰਤ ਜੀ ਨੇ ਮੈਨੂੰ, ਇਹ ਉੱਥੇ ਪੰਡਤ ਦੇ ਮੰਦਿਰ ਦੇ ਮਹੰਤ ਨੇ ਇਹ ਵਾਲੇ, ਇਹਨਾਂ ਨੇ ਮੈਨੂੰ ਜਾਣਕਾਰੀ ਦਿੱਤੀ ਜਦੋਂ ਇਹ ਜਨਾਬ ਛੋਟੇ ਲਾਲ, ਇਹਨਾਂ ਮਹੰਤ ਦਾ ਨਾਮ ਛੋਟੇ ਲਾਲ ਮਹੰਤ ਨੇ ਮੈਨੂੰ ਜਾਣਕਾਰੀ ਦਿੱਤੀ ਸੀ ਇਸ ਮਹੰਤ ਬਾਰੇ। ਇਹਨੇ ਦੱਸਿਆ ਕਿ ਇਹ ਉਸ ਉਦਾਸੀ ਸੰਤ ਨੂੰ ਦੇਖਿਆ ਕਰਦੇ ਸਨ ਪਾਠ ਕਰਦਿਆਂ ਨੂੰ, ਪਰ ਕਿਉਂਕਿ ਇੱਥੇ ਬਿਲਕੁਲ ਸੜਕ ਦੇ ਉੱਤੇ ਇਹ ਗੁਰਧਾਮ ਜਿਹੜਾ ਸੀਗਾ ਗੁਰਦੁਆਰਾ ਸੀਗਾ, ਤੇ ਇਹਦੇ ਪਿਛਲੇ ਪਾਸੇ 500-600 ਗਜ ਦਾ ਪਲਾਟ ਹੈ ਜਿੱਥੇ ਕਮਰੇ ਬਣੇ ਹੋਏ ਨੇ ਰਹਿਣ ਵਾਸਤੇ। ਤੇ ਮੌਜੂਦਾ ਸਮੇਂ ਵਿੱਚ ਵੀ ਇੱਥੇ ਇੱਕ ਉਦਾਸੀ ਮਹੰਤ ਜਿਹੜਾ ਹੈ ਉਹ ਮਿਲ ਕੇ ਰਹਿੰਦਾ ਹੈ, ਤੇ ਉਹ ਆਪਣਾ ਸੇਵਾ ਸੰਭਾਲ ਕਰਦਾ ਹੈ ਸਾਰਿਆਂ ਦੀ। ਤੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਜਦੋਂ ਉਹ ਮਹੰਤ ਜੀ ਜਿਹੜੇ ਨੇ ਇਹਨਾਂ ਦੇ ਸਾਹਮਣੇ ਉਹ ਜਦੋਂ ਅਕਾਲ ਚਲਾਣਾ ਕੀਤੇ, ਤਾਂ ਫਿਰ ਗੁਰੂ ਗ੍ਰੰਥ ਸਾਹਿਬ ਸਰੂਪ ਸੀ ਜਿਹੜਾ ਇੱਥੋਂ ਚੁੱਕ ਦਿੱਤਾ ਗਿਆ ਸੀ, ਤੇ ਇੱਥੇ ਕੋਈ ਕਬਜ਼ਾ ਨਾ ਕਰ ਲੇ, ਇਸ ਕਰਕੇ ਇੱਕ ਸਿੰਧੀ ਫੈਮਿਲੀ ਹੈ ਜਿਹੜੀ ਹੈ ਮਥੁਰਾ ਦੇ ਵਿੱਚ, ਉਹਨਾਂ ਨੇ ਫਿਰ ਇੱਥੇ ਲਿਆ ਕੇ ਬਾਬਾ ਸ਼੍ਰੀ ਚੰਦ ਦੀ ਮੂਰਤੀ ਲਾਤੀ ਸੀ। ਤੇ ਇਹਦੀ ਸ਼ਕਲ ਜਿਹੜੀ ਤੁਸੀਂ ਦੇਖੋ ਕਿ ਮੰਦਿਰ ਨੂੰ ਸ਼ਕਲ ਹੋ ਗਈ ਹੁਣ ਇਹਦੀ, ਤਾਂ ਕਿ ਕੋਈ ਵਿਅਕਤੀ ਕਬਜ਼ਾ ਨਾ ਕਰਿਆ ਕਿ ਮੰਦਿਰ ਸਮਝ ਕੇ ਸਤਿਕਾਰ ਕਰੇ ਹਰ ਵਿਅਕਤੀ ਆ ਕੇ। ਨਹੀਂ ਤਾਂ ਆਮ ਤੌਰ ਤੇ ਲੋਕੀ ਇੱਥੇ ਬੈਠ ਕੇ ਬੀੜੀ ਸਿਗਰਟ ਪੀਂਦੇ ਸੀ ਤੇ ਹੋਰ ਵੀ ਗਲਤ ਕੰਮ ਕਰਦੇ ਸੀ ਆ ਕੇ ਇਸ ਜਗ੍ਹਾ ਦੇ ਉੱਤੇ। ਤੇ ਇਸ ਕਰਕੇ ਇੱਥੇ ਫਿਰ ਇਸ ਤਰ੍ਹਾਂ ਦਾ ਜਿਹੜਾ ਰੂਪ ਦੇ ਦਿੱਤਾ ਗਿਆ ਤਾਂ ਕਿ ਲੋਕਾਂ ਦੇ ਮਨ ਵਿੱਚ ਮਾੜੀ ਮੋਟੀ ਇਹ ਬਚਿਆ ਰਹੇ ਤੇ ਸ਼ਰਧਾ ਕਾਇਮ ਰਹੇ ਲੋਕਾਂ ਦੇ ਮਨ ਵਿੱਚ। ਇਹ ਸਾਰੀ ਜਾਣਕਾਰੀ ਇਹ ਉਦੋਂ 80 ਸਾਲ ਦੇ ਸੀ ਛੋਟੇ ਲਾਲ ਜੀ ਜਦੋਂ ਮੈਨੂੰ ਇਹ ਜਾਣਕਾਰੀ ਦਿੱਤੀ ਸੀ। ਕਈ ਸਾਲ ਪਹਿਲਾਂ ਦੀ ਗੱਲ ਹੈ ਜਦੋਂ ਮੈਂ ਗਿਆ ਸੀ, ਮਿਲਿਆ ਸੀ ਇਹਨਾਂ ਨੂੰ, ਤੇ ਹੁਣ ਪਤਾ ਨਹੀਂ ਮੈਨੂੰ ਕਿ ਇਹ ਮਤਲਬ ਕਿ ਹੈਗੇ ਨੇ ਕਿ ਚੜ੍ਹਾਈ ਕਰ ਗਏ ਨੇ। ਤੇ ਉਸ ਤੋਂ ਬਾਅਦ ਇਹ ਨੇ ਮਹੰਤ ਜੀ, ਜਦੋਂ ਮਤਲਬ ਕਿ ਮਹੰਤ ਜੀ ਸਨ, ਇਹ ਮਹੰਤ ਜੀ ਉਦੋਂ ਪਾਠ ਕਰਿਆ ਕਰਦੇ ਸਨ। ਇਹਨਾਂ ਦੀ ਮੈਨੂੰ ਫੋਟੋ ਦਿਖਾਈ ਸੀ, ਇਹ ਮਹੰਤ ਜੀ ਇੱਥੇ ਪਾਠ ਕਰਦੇ ਸਨ। ਤੇ ਜਿੰਨੇ ਆਸ-ਪਾਸ ਦੇ ਪਾਂਡੇ ਸਨ ਹੁੰਦੇ ਜਾਂ ਮਥੁਰਾ ਦੇ ਲੋਕ ਹੁੰਦੇ ਸਨ, ਸਿੰਧੀ ਪਰਿਵਾਰ ਸਨ, ਨਾਨਕਸ਼ਾਹੀ ਜਿਹੜੇ ਸਨ, ਨਾਨਕ ਨਾਮਲੇਵਾ ਸਨ, ਇਹ ਸਾਰੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਤੇ ਗੁਰੂ ਤੇਗ ਬਹਾਦਰ ਸਾਹਿਬ ਦਿਨ ਇੱਥੇ ਜੁੜਦੇ ਸਨ। ਭੰਡਾਰਾ ਹੁੰਦਾ ਸੀ, ਕਿਉਂਕਿ ਜਦੋਂ ਮੈਂ ਗਿਆ ਮੈਨੂੰ ਲੋਕਾਂ ਨੇ ਪੁੱਛਿਆ ਕਿ ਜੇ ਹੁਣ ਭੰਡਾਰਾ ਨਹੀਂ ਹੁੰਦਾ, ਭੰਡਾਰਾ ਕਦੋਂ ਕਰੋਗੇ ਤੁਸੀਂ? ਪਰ ਲੋਕਾਂ ਦੇ ਮਨ 'ਚ ਹੁਣ ਤੱਕ ਵੀ ਜਦੋਂ ਮੈਂ ਗਿਆ ਮਨ 'ਚ ਇਹੀ ਸੀ ਕਿ ਇਸ ਜਗ੍ਹਾ ਤੇ ਭੰਡਾਰਾ ਹੁੰਦਾ, ਤੇ ਉਸ ਭੰਡਾਰੇ ਦੇ ਲਈ ਲੋਕਾਂ ਦੇ ਕੋਲ ਲੋਕੀ ਇੱਥੇ ਆਉਂਦੇ ਸੀ ਤੇ ਲੋਕਾਂ ਦੇ ਜਿਹੜੇ ਸਤਿਕਾਰ ਪ੍ਰਗਟ ਕਰਦੇ ਸੀ। ਇਹ ਇੱਕ ਜਿਹੜਾ ਹੈ ਮਥੁਰਾ ਦੇ ਵਿੱਚ ਗਾਏ ਘਾਟ ਗੁਰਦੁਆਰਾ ਹੈ। ਇਸ ਤੋਂ ਬਾਅਦ ਮਥੁਰਾ ਤੋਂ ਬਾਅਦ ਗਏ ਗੁਰਦੁਆਰਾ ਆਗਰੇ ਦੇ ਵਿੱਚ, ਤੁਹਾਡੇ ਸਾਹਮਣੇ ਸਕਰੀਨ ਦੇ ਉੱਤੇ ਨਜ਼ਰ ਆ ਰਿਹਾ ਗੁਰਦੁਆਰਾ ਮਾਈ ਥਾਨ ਆਗਰਾ। ਇੱਥੇ ਇਹ ਮਾਈ ਜੱਸੀ ਹੈ ਜਿਹੜੀ ਆਗਰਾ ਦੇ ਵਿੱਚ ਸੀ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਗਏ ਤਾਂ ਮਾਈ ਜੱਸੀ ਜਿਹੜੀ ਹੈ ਉਹਨੇ ਥਾਨ ਬਣਿਆ ਸੀ ਤੇ ਥਾਨ ਭੇਟ ਕੀਤਾ ਸੀ ਗੁਰੂ ਸਾਹਿਬ ਨੂੰ, ਤੇ ਗੁਰੂ ਸਾਹਿਬ ਨੇ ਇੱਥੇ ਖੂਹ ਦਾ ਟੱਕ ਲਾਇਆ ਸੀ ਤੇ ਫਿਰ ਗੁਰੂ ਸਾਹਿਬ ਇੱਥੋਂ ਅੱਗੇ ਚਲੇ ਗਏ ਸੀ। ਉਹ ਖੂਹ ਦਾ ਜਲ ਮਿੱਠਾ ਹੈ, ਪਾਣੀ ਖਾਰਾ ਸੀ ਪਹਿਲਾਂ, ਹੁਣ ਖੂਹ ਦਾ ਜਲ ਜਿਹੜਾ ਹੈ ਜੋ ਗੁਰੂ ਸਾਹਿਬ ਨੇ ਜਿੱਥੇ ਟੱਕ ਲਾਇਆ ਸੀ ਖੂਹ ਦਾ, ਉਹੀ ਪਾਣੀ ਜਿਹੜਾ ਹੈ ਮਿੱਠਾ ਹੈ। ਤੇ ਇਸ ਮਾਈ ਬਹੁਤ ਬਜ਼ੁਰਗ ਸੀ, ਬਿਰਧ ਸੀ ਮਾਈ, ਜਿਹਨੂੰ ਦਰਸ਼ਨ ਦੇਣ ਲਈ ਗੁਰੂ ਸਾਹਿਬ ਆਪ ਗਏ ਸਨ ਉਹ ਇਹਨਾਂ ਦੇ ਮਹੱਲੇ ਦੇ ਵਿੱਚ ਜਿੱਥੇ ਮਾਈ ਰਹਿੰਦੀ ਸੀ। ਬਹੁਤ ਪੁਰਾਣਾ ਮਹੱਲਾ, ਬਹੁਤ ਜੰਗਲੀਆਂ ਨੇ ਅੱਜ ਕੱਲ੍ਹ ਤੇ ਇੱਥੇ, ਪੁਰਾਣੇ ਮਹੱਲੇ ਸੀਗੇ। ਤੇ ਉੱਥੇ ਜਦੋਂ ਗੁਰੂ ਸਾਹਿਬ ਗਏ ਤਾਂ ਮਾਈ ਨੇ ਬਹੁਤ ਸ਼ਰਧਾ ਪ੍ਰਗਟ ਕੀਤੀ ਤੇ ਗੁਰੂ ਸਾਹਿਬ ਨੇ ਇਹਨੂੰ ਆਸ਼ੀਰਵਾਦ ਦਿੱਤਾ ਤੇ ਫਿਰ ਗੁਰੂ ਸਾਹਿਬ ਅੱਗੇ ਚਲੇ ਗਏ ਸੀ। ਇਸ ਗੁਰਧਾਮ ਦਾ ਨਾਮ ਮਾਈ ਥਾਨ ਜਿਹੜਾ ਹੈ ਕਿ ਮਾਈ ਨੇ ਥਾਨ ਦਿੱਤਾ ਸੀ, ਇਸ ਕਰਕੇ ਇਸ ਗੁਰਧਾਮ ਦਾ ਨਾਮ ਮਾਈ ਥਾਨ ਬਣ ਗਿਆ ਆਗਰੇ ਦੇ ਵਿੱਚ। ਇਹ ਇੱਕ ਇੰਪੋਰਟੈਂਟ ਜਿਹੜਾ ਗੁਰਧਾਮ ਹਿਸਟੋਰੀਕਲ ਗੁਰਧਾਮ ਹੈ। ਕੁਛ ਚੀਜ਼ਾਂ ਵੀ ਇੱਥੇ ਜਿਹੜੀਆਂ ਨੇ ਪਈਆਂ ਨੇ, ਪੁਰਾਣੀਆਂ ਚੀਜ਼ਾਂ ਨੇ, ਤੇ ਪਰ ਇਹ ਇੰਪੋਰਟੈਂਟ ਜਿਹੜਾ ਹੈ ਮਾਤਾ ਜਿਹੜੀ ਹੈ ਜੱਸੀ ਦੇ ਕਰਕੇ ਇਹ ਸਥਾਨ ਜਿਹੜਾ ਪ੍ਰਸਿੱਧ ਹੈ। ਤੇ ਇਹ ਆਗਰੇ ਦੇ ਵਿੱਚ ਇੱਕ ਦੂਜਾ ਗੁਰਧਾਮ ਹੈ, ਇਹ ਗੁਰੂ ਤੇਗ ਬਹਾਦਰ ਸਾਹਿਬ ਦਾ ਗੁਰੂ ਕਾ ਤਾਲ ਹੈ। ਇਹ ਤੁਹਾਡੇ ਸਾਹਮਣੇ ਹੈ ਗੁਰਦੁਆਰਾ ਗੁਰੂ ਕਾ ਤਾਲ, ਮੇਨ ਰੋਡ ਤੇ ਬਣਿਆ ਹੋਇਆ, ਬਹੁਤ ਆਲੀਸ਼ਾਨ ਗੁਰਧਾਮ ਹੈ। ਸੜਕ ਤੇ ਬਹੁਤ ਸਾਰੇ ਟਰੱਕ ਆਉਂਦੇ, ਯਾਤਰੂ ਆਉਂਦੇ, ਇਸ ਤੇ ਰੁਕਦੇ ਨੇ, ਬਹੁਤ ਵਧੀਆ ਪ੍ਰਬੰਧ ਹੈ ਇਸ ਤੇ। ਤੇ ਇਹ ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਨੂੰ ਇੱਥੋਂ ਅਰੈਸਟ ਕੀਤਾ ਗਿਆ ਸੀ ਇਸ ਜਗ੍ਹਾ ਤੋਂ, ਤੇ ਇੱਥੇ ਬਾਅਦ ਦੇ ਵਿੱਚ ਇਹ ਗੁਰਧਾਮ ਜਿਹੜਾ ਹੈ ਬਣਿਆ ਸੀ। ਇੱਕ ਇਹ ਮਤਲਬ ਪਰੰਪਰਾ ਨਾਲ ਜੁੜੀ ਹੋਈ ਹੈ, ਗੁਰਦੁਆਰੇ ਦਾ ਵਿਸ਼ਵਾਸ ਹੀ ਜੁੜਿਆ ਹੋਇਆ ਹੈ। ਹੁਣ ਇਹ ਗੁਰਦੁਆਰਾ ਜਿਹੜਾ ਹੈ ਉਸ ਤੋਂ ਬਾਅਦ ਕੁਝ ਗੁਰਧਾਮ ਜਿਹੜੇ ਹੋਰ ਨੇ ਜਿਹੜੇ ਯੂਪੀ ਦੇ ਵਿੱਚ ਨੇ, ਗੁਰੂ ਸਾਹਿਬ ਬਨਾਰਸ ਗਏ ਨੇ, ਇਲਾਹਾਬਾਦ ਗਏ ਨੇ, ਪ੍ਰਯਾਗ ਗਏ ਨੇ, ਮਤਲਬ ਕਿ ਕਈ ਜਗ੍ਹਾ ਤੇ ਗੁਰਧਾਮ ਹੋਰ ਵੀ ਬਣੇ ਹੋਏ ਨੇ, ਪਰ ਉਹ ਅਜੇ ਕਿਉਂਕਿ ਲਾਕਡਾਊਨ ਹੋਣ ਕਰਕੇ ਮੈਂ ਜਾ ਨਹੀਂ ਸਕਿਆ ਉੱਥੇ। ਤੇ ਪਰ ਜਿਹੜੇ ਉਸ ਤੋਂ ਬਾਅਦ ਬਨਾਰਸ ਤੋਂ ਬਾਅਦ ਗੁਰੂ ਸਾਹਿਬ ਗਏ ਸੀ, ਇਹ ਸਾਸਾਰਾਮ ਬਿਹਾਰ ਦੇ ਵਿੱਚ ਪਹਿਲਾ ਸਥਾਨ ਹੈ ਜਿੱਥੇ ਗੁਰੂ ਸਾਹਿਬ ਗਏ ਸੀ। ਤੇ ਉੱਥੇ ਗੁਰੂ ਸਾਹਿਬ ਜਦੋਂ ਗਏ ਸੀ ਤਾਂ ਉੱਥੇ ਚਾਚਾ ਫੱਗੂ ਮੱਲ ਸੀ। ਤੁਸੀਂ ਦੇਖੋ ਗੁਰਦੁਆਰੇ ਦਾ ਨਾਂ ਇਹ ਪੁਰਾਣਾ ਅਜੇ ਵੀ ਉਹਨਾਂ ਨੇ ਇਸੇ ਤਰ੍ਹਾਂ ਦਾ ਹੀ ਇੱਕ ਸ਼ਟਰਨੁਮਾ ਗੇਟ ਹੈ ਇਹਦਾ, ਜਿਹਦੇ ਇੱਕ ਸਾਈਡ ਖੁੱਲੀ ਹੈ ਤੇ ਇੱਕ ਉੱਤੇ ਮਲਕ ਲਿਖਿਆ ਹੋਇਆ। ਇਹ ਗੁਰਦੁਆਰਾ ਚਾਚਾ ਫੱਗੂ ਮੱਲ ਜਿਹੜਾ ਹੈ ਇਸ ਗੁਰਧਾਮ ਦਾ ਨਾਂ ਹੈ। ਚਾਚਾ ਫੱਗੂ ਮੱਲ ਬਾਰੇ ਜਿਹੜੇ ਪੁਰਾਣੇ ਸੂਰ ਸੀ ਸਾਨੂੰ ਦੱਸਦੇ ਨੇ ਕਿ ਬਜ਼ੁਰਗ ਸਨ, ਜਿਹੜੇ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਇੱਥੇ ਜਿਹੜੀ ਸੰਗਤ ਸਥਾਪਿਤ ਹੋਈ ਸੀ, ਉਹ ਮਤਲਬ ਕਿ ਜਿਹੜੀ ਸੰਗਤ ਸਥਾਪਿਤ ਹੋਈ ਸੀ ਉਹੀ ਸੰਗਤ ਜਿਹੜੀ ਹੈ ਇੱਥੇ ਜਿਹੜੀ ਹੈ ਗੁਰੂ ਸਾਹਿਬ ਦਾ ਪ੍ਰਚਾਰ ਪ੍ਰਸਾਰ ਕਰਦੀ ਸੀ, ਗੁਰੂ ਸਾਹਿਬ ਸਿੱਖਿਆਵਾਂ ਦਾ। ਤੇ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਇੱਥੇ ਗਏ ਸੀ ਤਾਂ ਇਹ ਇੱਕ ਛੋਟਾ ਜਿਹਾ ਕਮਰਾ ਸੀ ਜਿੱਥੇ ਰਹਿੰਦੇ ਸੀ ਚਾਚਾ ਫੱਗੂ ਮੱਲ ਜੀ। ਤੇ ਉਹ ਕਮਰਾ ਹੈ, ਆਹ ਦਰਵਾਜ਼ਾ ਹੈ ਉਸ ਕਮਰੇ ਦਾ, ਛੋਟਾ ਜਿਹਾ ਦਰਵਾਜ਼ਾ ਹੈ, ਛੋਟਾ ਜਿਹਾ ਕਮਰਾ ਹੈ ਇਹ 45 ਇੰਚ ਬਾਈ 35 ਇੰਚ ਦਰਵਾਜ਼ਾ ਹੈ ਸਰ, ਛੋਟਾ ਜਿਹਾ ਹੈ। ਤੇ ਇਹ ਅੰਦਰੋਂ ਇਹੋ ਜਿਹਾ ਤੇ ਬਾਹਰੋਂ ਇਹੋ ਜਿਹਾ ਤੇ ਅੰਦਰੋਂ ਇਹੋ ਜਿਹਾ ਇਹ ਦਰਵਾਜ਼ਾ। ਆਹ ਸਥਾਨ ਜਿਹੜਾ ਹੈ ਹੁਣ ਪੱਕਾ ਕਰਤਾ ਇਹਨਾਂ ਨੇ, ਬਹੁਤ ਛੋਟਾ ਕਮਰਾ ਹੈ ਇਹ ਜਿੱਥੇ ਚਾਚਾ ਫੱਗੂ ਮੱਲ ਜੀ ਰਹਿੰਦੇ ਸਨ, ਤੇ ਹੁਣ ਪੱਕਾ ਕਰਤਾ, ਪੱਥਰ ਲਾਤਾ ਇਹਨਾਂ ਨੇ। ਇਸ ਸਥਾਨ ਤੇ ਗੁਰੂ ਸਾਹਿਬ
ਨੇ ਦਰਸ਼ਨ ਦਿੱਤੇ ਸੀ ਚਾਚਾ ਫੱਗੂ ਮੱਲ ਨੂੰ, ਕਿਉਂਕਿ ਇੰਨੇ ਬਿਰਧ ਹੋ ਗਏ ਸੀ, ਇਹ ਚੱਲ ਨਹੀਂ ਸਕਦੇ ਸੀ, ਤੇ ਗੁਰੂ ਸਾਹਿਬ ਨੇ ਆਪ ਆ ਕੇ ਦਰਸ਼ਨ ਇਹਨਾਂ ਦੇ ਕਮਰੇ ਦੇ ਵਿੱਚ ਆ ਕੇ ਦਿੱਤੇ ਸੀ। ਇਹਨੂੰ ਲੱਗਦਾ ਸੀ ਕਿ ਗੁਰੂ ਸਾਹਿਬ ਦੀ ਸ਼ਾਨ ਬਹੁਤ ਹੈ, ਗੁਰੂ ਸਾਹਿਬ ਮੇਰੇ ਸਤਿਕਾਰਯੋਗ ਨੇ ਪਿਤਾ ਜੀ ਨੇ, ਕਿਉਂਕਿ ਬਿਹਾਰ ਦੇ ਵਿੱਚ ਆਮ ਤੌਰ ਤੇ ਇਹ ਮੰਨਿਆ ਜਾਂਦਾ ਹੈ ਗੁਰੂ ਸਾਹਿਬ ਤੇਗ ਬਹਾਦਰ ਸਾਹਿਬ ਦੇ ਸਮੇਂ ਗੁਰੂ ਸਾਹਿਬ ਦੇ ਬਾਰੇ 'ਚ ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਜੀ ਪਿਤਾ ਜੀ ਨੇ, ਤੇ ਜਿੰਨੇ ਗੁਰੂ ਗ੍ਰੰਥ ਸਾਹਿਬ ਜਿਹੜੇ ਪਏ ਨੇ ਜਿੱਥੇ ਮੌਜੂਦ ਨੇ, ਗੁਰੂ ਗ੍ਰੰਥ ਸਾਹਿਬ ਨੂੰ ਬੜੇ ਸਾਹਿਬ ਕਿਹਾ ਜਾਂਦਾ ਹੈ। ਤੇ ਜਿੰਨੇ ਸਿੱਖ ਨੇ ਇੱਥੇ ਰਹਿੰਦੇ, ਕੋਈ ਸਰਦਾਰ ਵਿਅਕਤੀ ਮਿਲੇਗਾ ਤੁਹਾਨੂੰ, ਕੋਈ ਆਪਣਾ ਨਾਂ ਸਿੱਧੇ ਤੌਰ ਤੇ ਨਹੀਂ ਲਏਗਾ, ਜਿਵੇਂ ਮੈਂ ਪਰਮਵੀਰ ਸਿੰਘ ਹੈ, ਕੋਈ ਨਹੀਂ ਕਹੇਗਾ ਮੈਂ ਪਰਮਵੀਰ ਸਿੰਘ ਹੈ, ਸਾਰੇ ਨਾਂ ਆਪਣੇ ਅੱਗੇ ਲਾਉਣਗੇ ਕਿ ਸਰਦਾਰ ਪਰਮਵੀਰ ਸਿੰਘ। ਮਤਲਬ ਕਿ ਜਿੰਨੇ ਬੱਚੇ ਤੋਂ ਬੱਚਾ ਛੋਟੇ ਛੋਟੇ ਬੱਚਾ ਮਿਲੇਗਾ ਤੁਹਾਨੂੰ, ਉਹ ਵੀ ਆਪਣੇ ਨਾਂ ਅੱਗੇ ਸਰਦਾਰ ਲਾਉਂਦਾ। ਇੱਥੇ ਜਿੰਨੇ ਬੰਦੇ ਮੈਨੂੰ ਮਿਲੇ, ਇੱਥੇ ਛੋਟੇ ਛੋਟੇ ਬੱਚੇ ਮਿਲੇ, ਬਜ਼ੁਰਗ ਵੀ ਮਿਲੇ, ਉਹ ਸਾਰੇ ਆਪਣੇ ਨਾਂ ਨਾਲ ਸਰਦਾਰ ਲਾਉਂਦੇ ਨੇ। ਇਹ ਮੈਨੂੰ ਲੱਗਦਾ ਕਿ ਬੜੀ ਮਾਣ ਕਰਨ ਵਾਲੀ ਗੱਲ ਹੈ। ਇਹ ਉਹ ਮਾਣ ਕਰਦੇ ਨੇ ਕਿ ਸਾਨੂੰ ਸਰਦਾਰੀ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ, ਇਸ ਕਰਕੇ ਸਰਦਾਰੀ ਆਪਣੇ ਨਾਂ ਦੇ ਨਾਲ ਜੋੜ ਕੇ ਰੱਖਣੀ ਹੈ। ਇਹ ਮਤਲਬ ਕਿ ਮਾਇਕ ਪੱਖੋਂ ਸ਼ਾਇਦ ਅਮੀਰ ਨਾ ਹੋਣ, ਪਰ ਦਿਲ ਦੇ ਬੜੇ ਅਮੀਰ ਨੇ। ਸਿੱਖ ਵਿਰਸੇ ਨੂੰ ਕਾਇਮ ਰੱਖਣ ਦੇ ਪ੍ਰਤੀ, ਸਿੱਖ ਵਿਰਸੇ ਪ੍ਰਤੀ ਬੜੇ ਅਮੀਰ ਨੇ, ਉਹਨੂੰ ਸੰਭਾਲ ਕੇ ਰੱਖਣ ਦੇ ਵੀ ਬੜੇ ਅਮੀਰ ਨੇ ਲੋਕ, ਸਾਡੇ ਨਾਲੋਂ ਤਾਂ ਬਹੁਤ ਅਮੀਰ ਨੇ। ਇਹਨਾਂ ਨੇ ਬਹੁਤ ਸਾਰੀ ਚੀਜ਼ਾਂ ਸਾਂਭ ਕੇ ਰੱਖੀਆਂ ਹੋਈਆਂ ਨੇ, ਅੱਗੇ ਆਉਣਗੀਆਂ ਚੀਜ਼ਾਂ ਦਿਖਾਵਾਂਗੇ ਤੁਹਾਨੂੰ, ਜਿਹੜੀਆਂ ਹਿਸਟੋਰੀਕਲ ਚੀਜ਼ਾਂ ਸਾਂਭ ਕੇ ਪਈਆਂ ਰੱਖੀਆਂ ਹੋਈਆਂ ਨੇ ਹੁਣ ਤੱਕ। ਇਹ ਨਵਾਂ ਗੁਰਧਾਮ ਹੈ ਜਿਹੜਾ ਉਹਦੇ ਨਾਲ ਹੀ ਬਣਾਇਆ ਹੋਇਆ ਹੈ, ਪੁਰਾਣੀ ਜਗ੍ਹਾ ਵੀ ਰੱਖੀ ਹੋਈ ਹੈ ਪ੍ਰਦਰਵ ਕਰਕੇ, ਨਵਾਂ ਬਣਾਇਆ ਹੋਇਆ। ਇਹ ਇਸ ਜਗ੍ਹਾ ਤੇ ਵੱਡਾ ਸਾਰਾ ਗੇਟ ਬਣਾਇਆ ਸੀਗਾ ਚਾਚਾ ਫੱਗੂ ਮੱਲ ਨੇ। ਉਹਨੂੰ ਲੱਗਦਾ ਸੀ ਕਿ ਗੁਰੂ ਸਾਹਿਬ ਜਦੋਂ ਆਉਣਗੇ ਮੇਰੇ ਕੋਲ, ਤਾਂ ਉਹਨਾਂ ਨੂੰ ਜਿੱਥੇ ਉਹਦਾ ਆਪਣਾ ਚੌਗਿਰਦਾ ਸੀਗਾ, ਚੌਗਿਰਦਾ ਜਿੱਥੋਂ ਸ਼ੁਰੂ ਹੁੰਦਾ ਸੀ, ਉੱਥੇ ਬੜਾ ਵੱਡਾ ਗੇਟ ਬਣਾਇਆ ਕਿ ਗੁਰੂ ਸਾਹਿਬ ਜਦੋਂ ਮੇਰੇ ਕੋਲ ਆਉਣ, ਜਿਹੜਾ ਦਰਸ਼ਨ ਦੇਣ ਆਉਣਗੇ ਜਦੋਂ ਮੈਨੂੰ, ਤਾਂ ਘੋੜੇ ਤੇ ਚੜੇ ਹੋਏ ਅੰਦਰ ਆਉਣ, ਗੁਰੂ ਸਾਹਿਬ ਨੂੰ ਘੋੜੇ ਤੋਂ ਨਾ ਉਤਰਨਾ ਪਵੇ। ਤੇ ਗੁਰੂ ਸਾਹਿਬ ਨੇ ਉਹ ਗੇਟ ਜਿਹੜਾ ਪਾਰ ਕੀਤਾ, ਘੋੜੇ ਤੇ ਚੜ੍ਹ ਕੇ ਤੇ ਉਤਰੇ ਆ ਕੇ, ਤੇ ਫਿਰ ਅੱਗੇ ਜਾ ਕੇ ਛੋਟੇ ਜਿਹੇ ਕਮਰੇ ਦੇ ਵਿੱਚ ਚਾਚਾ ਫੱਗੂ ਮੱਲ ਦਰਸ਼ਨ ਤੇ। ਇਹ ਉਸ ਜਗ੍ਹਾ ਤੇ ਗੁਰਦੁਆਰਾ ਬਣਾਇਆ ਜਿੱਥੇ ਗੁਰੂ ਸਾਹਿਬ ਨੇ ਉਤਰੇ ਸਨ, ਗੁਰਦੁਆਰੇ ਦੇ ਵਿੱਚ ਜਿੱਥੇ ਗੇਟ ਬਣਿਆ ਹੋਇਆ ਮੇਨ, ਬਾਹਰ ਮੇਨ ਗੇਟ ਜਿਹੜਾ, ਉਹਦੇ ਨਾਲ ਹੀ ਜਿਹੜਾ ਗੁਰਧਾਮ ਬਣਾਇਆ, ਬਹੁਤ ਵੱਡਾ ਆਲੀਸ਼ਾਨ ਗੁਰਧਾਮ ਬਣਿਆ, ਹੁਣ ਕਾਰ ਸੇਵਾ ਦੇ ਨਾਲ ਬਣਾਇਆ ਗਿਆ। ਇਹ ਮਤਲਬ ਮੌਜੂਦਾ ਗੁਰਧਾਮ ਹੈ। ਹੁਣ ਚਾਚਾ ਫੱਗੂ ਮੱਲ ਦੀਆਂ ਨਿਸ਼ਾਨੀਆਂ ਨੇ ਜਿੰਨੀਆਂ ਤੁਹਾਨੂੰ ਨਜ਼ਰ ਆ ਰਹੀਆਂ ਸਾਹਮਣੇ ਸਕਰੀਨ ਦੇ ਉੱਤੇ, ਇਹ ਨਿਸ਼ਾਨੀਆਂ ਨੇ, ਇਹ 'ਚ ਖੜਾਵਾਂ ਨੇ ਚਾਚਾ ਫੱਗੂ ਮੱਲ ਦੀਆਂ, ਇੱਕ ਸਿਮਰਨਾ ਹੈ। ਇਹ ਖੜਾਵਾਂ ਨੇ ਚਾਚਾ ਫੱਗੂ ਮੱਲ ਕੇ ਦੱਸਿਆ ਨੇ ਕਿ ਪੁਰਾਣੀ ਜਿਹੜੀਆਂ ਨੇ ਚਾਚਾ ਫੱਗੂ ਮੱਲ ਦੇ ਸਮੇਂ ਤੇ ਪ੍ਰਦਰਵ ਕਰਕੇ ਰੱਖੀਆਂ ਹੋਈਆਂ ਨੇ। ਤੇ ਇਹ ਸ਼ਸਤਰ ਨੇ, ਜਦੋਂ ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਆਏ ਸੀ ਤਾਂ ਉਹਨਾਂ ਦੇ ਨਾਲ ਜਿਹੜੇ ਸਿੰਘ ਸੀ ਉਹਨਾਂ ਕੋਲ ਸ਼ਸਤਰ ਸੀ। ਇਹ ਗੁਰੂ ਸਾਹਿਬ ਜਿਹੜੇ ਨੇ ਇੱਥੇ ਇਸ ਸਥਾਨ ਦੇ ਉੱਤੇ ਇਹ ਜਿਹੜੇ ਸਿੱਖਾਂ ਨੂੰ ਦੇ ਗਏ ਸੀ, ਤੇ ਸਿੱਖਾਂ ਨੇ ਸੰਭਾਲ ਕੇ ਰੱਖੇ ਹੋਏ ਨੇ। ਇਹ ਸ਼ਸਤਰ ਉਸ ਸਮੇਂ ਦੇ ਪੁਰਾਤਨ ਸ਼ਸਤਰ ਨੇ ਜਿਹੜੇ ਉਸ ਵਕਤ ਦੇ ਸੰਭਾਲ ਕੇ ਰੱਖੇ ਹੋਏ ਨੇ, ਇੱਥੇ ਦਰਸ਼ਨ ਕਰਵਾਉਂਦੇ ਨੇ ਸਿੱਖ ਸੰਗਤ ਨੂੰ। ਤੇ ਉਸ ਤੋਂ ਬਾਅਦ ਇਹ ਪੁਰਾਣੀ ਚੀਜ਼ ਹੈ ਇੱਕ, ਇਹਦੀ ਬੜੀ ਇੰਪੋਰਟੈਂਟ ਹੈ ਜਿਹੜੀ ਚੀਜ਼ ਨਾ, ਇਹ ਬੇਰੀ ਹੈ। ਇਹ ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਬੇਰੀ ਦਾ ਬੀਜ ਬੀਜਿਆ ਸੀ। ਇਹ ਤੁਸੀਂ ਦੇਖੋ ਕਿ ਕਿੰਨੀ ਪੁਰਾਣੀ ਬੇਰੀ ਹੈ, ਕਿਵੇਂ ਸੰਭਾਲੀ ਹੋਈ ਹੈ। ਤੇ ਇਹ ਮਤਲਬ ਕਿ ਕਹਿੰਦੇ ਸੀ ਜਦੋਂ ਗੁਰੂ ਸਾਹਿਬ ਆਏ ਤਾਂ ਉਗਰਾਹੀ ਕੀਤੀ ਗਈ ਸੀ ਪੂਰੇ ਨਗਰ ਦੇ ਵਿੱਚੋਂ, ਉਗਰਾਹੀ ਕੀਤੀ ਗਈ ਸੀ ਕਿ ਗੁਰੂ ਸਾਹਿਬ ਨੇ ਆਉਣਾ ਤੇ ਕੋਈ ਨਾ ਕੋਈ ਤਿਲ ਫੁੱਲ ਭੇਟਾ ਕਰੇ ਹਰ ਇੱਕ ਵਿਅਕਤੀ। ਇੱਕ ਮਾਤਾ ਬੜੀ ਸ਼ਰਧਾਲੂ ਸੀ ਗੁਰੂ ਘਰ ਦੀ, ਉਹ ਇੰਨੀ ਗਰੀਬ ਸੀ, ਉਸ ਦੇ ਕੋਲ ਕੁਛ ਨਹੀਂ ਸੀ ਹੈਗਾ। ਉਹਨੇ ਬੇਰੀ ਦੀਆਂ ਗਿਟਕਾਂ ਪਈਆਂ ਸੀ, ਉਹਨੇ ਗਿਟਕਾਂ ਜਿਹੜੀਆਂ ਦੇਤੀਆਂ। ਤੇ ਜਦੋਂ ਗੁਰੂ ਜੀ ਆਏ ਤਾਂ ਜਿੰਨੀਆਂ ਭੇਟਾਵਾਂ ਸੀ ਸਾਰੀਆਂ ਦਿੱਤੀਆਂ ਗਈਆਂ, ਗੁਰੂ ਸਾਹਿਬ ਅੱਗੇ ਰੱਖੀਆਂ ਗਈਆਂ। ਉਹ ਗਿਟਕਾਂ ਨਹੀਂ ਦਿਖਾਈਆਂ ਗਈਆਂ, ਗੁਰੂ ਸਾਹਿਬ ਨੂੰ ਦਿੱਤੀਆਂ ਗਈਆਂ। ਗੁਰੂ ਸਾਹਿਬ ਨੇ ਉਹ ਗਿਟਕਾਂ ਮੰਗ ਲਈਆਂ ਸੀ ਆਪ, ਕਹਿੰਦੇ ਗਿਟਕਾਂ ਲਿਆਓ ਜਿਹੜੀਆਂ ਉਹ ਮਾਤਾ ਨੇ ਦਿੱਤੀਆਂ ਨੇ ਪ੍ਰੇਮ ਨਾਲ। ਉਹ ਗਿਟਕਾਂ ਲਈਆਂ ਗੁਰੂ ਸਾਹਿਬ ਨੇ, ਤੇ ਗਿਟਕ ਇੱਥੇ ਬੀਜਤੀ ਗੁਰੂ ਸਾਹਿਬ ਨੇ, ਜਿਹੜਾ ਨਜ਼ਰ ਆ ਰਹੀ ਨਾ ਬੇਰੀ। ਹੁਣ ਇਹ ਬੇਰੀ ਲਗਭਗ ਗੁਰੂ ਸਾਹਿਬ ਉੱਥੇ ਗਏ ਸੀ 1665 ਦੇ ਵਿੱਚ ਲਗਭਗ, ਤੇ 65 ਦੇ ਵਿੱਚ ਉਦੋਂ ਦੀ ਇਹ ਬੇਰੀ ਜਿਹੜੀ ਹੈ ਫਿਰ ਉਸ ਤੋਂ ਬਾਅਦ ਹਰੀ ਭਰੀ ਹੋ ਗਈ। ਅੱਜ ਇੰਨੇ 100 ਸਾਲ ਬਾਅਦ ਇਹ ਬੇਰੀ ਖੜੀ ਹੈ। ਥੱਲੇੋਂ ਇਸ ਬੇਰੀ ਦਾ ਹਾਲ ਦੇਖੋ ਕੀ ਹੈ, ਕਿਵੇਂ ਸੰਭਾਲ ਕੇ ਰੱਖੀ ਹੋਈ ਹੈ। ਇਹ ਵੀ ਦੇਖੋ ਕੋਈ ਮੰਨ ਕੇ ਰੱਖੀ ਹੋਈ ਹੈ ਬੇਰੀ। ਤੇ ਉਸ ਤੋਂ ਉੱਤੇ ਉਤਲਾ ਹਿੱਸਾ ਇਹ ਹੈ ਬੇਰੀ ਦਾ, ਇੰਨਾ ਬੇਰ ਲੱਗਦਾ ਇਸ ਬੇਰੀ ਨੂੰ, ਇੰਨਾ ਬੇਰ ਲੱਗਦਾ ਹੈ ਕਿ ਜਿਹੜੀ ਸੰਗਤ ਆਉਂਦੀ ਹੈ ਉਹ ਇਸ ਬੇਰੀ ਦੇ ਬੇਰ ਜਿਹੜੇ ਪ੍ਰਸ਼ਾਦ ਰੂਪ 'ਚ ਲੈ ਕੇ ਜਾਂਦੀ ਹੈ ਆਪਣੇ ਘਰ ਦੇ ਵਿੱਚ। ਬੜੀ ਮਾਨਤਾ ਹੈ ਇਸ ਬੇਰੀ ਦੀ ਉੱਤੇ। ਇਸ ਦ੍ਰਿਸ਼ਟੀ ਤੋਂ ਚਾਚਾ ਫੱਗੂ ਮੱਲ ਦਾ ਹੀ ਗੁਰਦੁਆਰਾ ਹੈ ਇਹ। ਹੁਣ ਦੇਖੋ 3.5 ਸ਼ਤਾਬਦੀ ਸੇ ਖੜੇ ਹੈ ਬੇਰ ਸਾਹਿਬ। ਇਹ ਉੱਥੇ ਦੀਆਂ ਖਬਰਾਂ ਜਿਹੜੀਆਂ ਨੇ ਅਕਸਰ ਲੋਕਾਂ ਦੇ ਮਨ 'ਚ ਜਿਹੜਾ ਵਿਚਾਰ ਆਉਂਦੇ ਨੇ, ਖਬਰਾਂ ਅਕਸਰ ਬਣਦੀਆਂ ਨੇ, ਅਖਬਾਰਾਂ ਦੀ ਸੁਰਖੀਆਂ ਬਣਦੀਆਂ ਨੇ, ਇਹ ਬੇਰੀ ਦੀਆਂ ਜਿਹੜੀਆਂ ਨੇ, ਮਤਲਬ ਇਹ ਬੇਰੀ ਹੈ ਜਿਹੜੀ ਗੁਰੂ ਸਾਹਿਬ ਦੀ। ਹੁਣ ਇਹ ਇੱਕ ਮਾਤਾ ਹੈ, ਇਹਦਾ ਨਾਂ ਹੈ ਊਸ਼ਾ ਦੇਵੀ। ਅਸੀਂ ਗੁਰਦੁਆਰੇ ਦੇ ਅੰਦਰ ਖੜੇ ਹਾਂ, ਮੈਨੂੰ ਉਹ ਵਸਤਾਂ ਦਿਖਾ ਰਹੇ ਨੇ ਜਿਹੜੇ ਗੁਰਦੁਆਰੇ ਦੇ ਪ੍ਰਬੰਧਕ ਨੇ। ਸਰਬਜੀਤ ਸਿੰਘ ਜੀ ਖੜੇ ਨੇ ਉਰਲੇ ਪਾਸੇ, ਇਹ ਗੁਰਦੁਆਰੇ ਦੇ ਪ੍ਰਬੰਧਕ ਨੇ, ਨਾਲ ਉਹਨਾਂ ਦੇ ਨਾਲ ਇੱਕ ਸੇਵਾਦਾਰ ਮੁੰਡਾ ਮੈਨੂੰ ਕੋਈ ਚੀਜ਼ਾਂ ਦਿਖਾ ਰਹੇ। ਇਹ ਮਾਤਾ ਜਿਹੜੀ ਹੈ ਜਿੱਥੇ ਗੋਲਕ ਪਈ ਹੁੰਦੀ ਹੈ ਉਹ ਗਰਿਲ ਸਾਫ਼ ਕਰ ਰਹੀ ਸੀ। 2 ਦਿਨ ਮੈਂ ਰਿਹਾ, ਦੋਰੇ ਦਿਨ ਉੱਥੇ ਮਾਤਾ ਗਰਿਲ ਸਾਫ਼ ਕਰਦੀ ਸੀ ਬੈਠ ਕੇ। ਮੈਂ ਇਹਨਾਂ ਨੂੰ ਪੁੱਛ ਬੈਠਿਆ ਕਿ ਇਹ ਮਾਤਾ ਜੀ ਰੋਜ਼ ਆਉਂਦੇ ਨੇ, ਕੌਣ ਨੇ ਮਾਤਾ ਜੀ? ਇਹ ਬੀਬੀ ਜੀ ਉੱਠ ਕੇ ਆਏ, ਇਹ ਕਹਿਣ ਲੱਗੀ ਕਿ ਮੇਰਾ ਨਾਂ ਊਸ਼ਾ ਦੇਵੀ ਹੈ, ਮੈਨੂੰ ਊਸ਼ਾ ਦੇਵੀ ਕਹਿੰਦੇ ਆ। ਛੋਟੇ ਛੋਟੇ ਬੱਚੇ ਸੀ, ਸਾਡੀ ਮਾਂ ਨੇ ਸਾਨੂੰ ਗੁਰੂ ਘਰ ਨਾਲ ਜੋੜਿਆ। ਤੇ ਅੱਜ ਤੱਕ 65 ਸਾਲ ਦੀ ਉਮਰ ਸੀ ਉਦੋਂ ਜਦੋਂ ਮੈਂ ਮਿਲਿਆ ਸੀ ਇਸ ਬੀਬੀ ਜੀ ਨੂੰ।
ਤੇ ਉਦੋਂ 65 ਸਾਲ ਉਮਰ ਸੀ। ਕਹਿੰਦੀ ਵੀ ਮੇਰੇ ਬੱਚੇ ਹੋ ਗਏ, ਬੱਚਿਆਂ ਦੇ ਵੀ ਅੱਗੇ ਬੱਚੇ ਹੋ ਗਏ, ਤੇ ਸਾਡੇ ਸਾਰੇ ਮਰਨੇ ਪਰਨੇ, ਤੇ ਜਿੰਨੇ ਕਹਿੰਦੀ ਮੈਂ ਸਵੇਰੇ ਆ ਜਾਂਦੀ ਹਾਂ ਗੁਰਦੁਆਰਾ ਸਾਹਿਬ, ਤੇ ਸ਼ਾਮ ਨੂੰ ਆਪਣੇ ਘਰ ਸੌਣ ਚਲ ਜਾਂਦੀ ਹੈ, ਸੌਣ ਵਾਸਤੇ। ਤੇ ਜਿੰਨੇ ਰਿਸ਼ਤੇਦਾਰ ਆਉਂਦੇ ਨੇ, ਕੋਈ ਮਤਲਬ ਕਿ ਕੁੜਮਾਂ 'ਚ ਆਉਣਾ ਹੋਵੇ, ਕਿਸੇ ਨੇ ਪਹਿਲਾਂ ਸਹੁਰਿਆਂ 'ਚ ਆਉਂਦੇ ਸੀ ਸਾਰੇ, ਫਿਰ ਕੁੜਮਾਂ 'ਚ ਆਉਣ ਲੱਗੇ, ਜਿਹੜੇ ਆਉਂਦੇ ਸਾਰੇ ਮੈਨੂੰ ਗੁਰਦੁਆਰੇ ਹੀ ਮਿਲਦੇ ਨੇ ਆ ਕੇ। ਇੰਨੀ ਸ਼ਰਧਾਲੂ ਹੈ, ਸਵੇਰੇ ਆ ਜਾਂਦੀ ਗੁਰਦੁਆਰਾ ਸਾਹਿਬ ਤੇ ਸ਼ਾਮ ਨੂੰ ਗੁਰਦੁਆਰਾ ਸਾਹਿਬ ਤੋਂ ਜਾਂਦੀ ਹੈ। ਪਰ ਇਸ ਤਰ੍ਹਾਂ ਦੀ ਸ਼ਰਧਾ ਜਿਹੜੀ ਹੈ ਇੱਥੋਂ ਦੇ ਲੋਕਾਂ ਦੇ ਵਿੱਚ ਦੇਖਣ ਨੂੰ ਮਿਲੀ ਹੈ। ਤੇ ਬੜੇ ਪ੍ਰੇਮ ਦੇ ਨਾਲ ਇਹਨੇ ਆਪਣੀਆਂ ਗੱਲਾਂ ਜਿਹੜੀਆਂ ਸਾਰੀਆਂ ਦੱਸੀਆਂ ਕਿ ਕਿਵੇਂ ਇਹ ਗੁਰੂ ਘਰ ਦੇ ਨਾਲ ਜੁੜੀ, ਤੇ ਕਿਵੇਂ ਬਚਪਨ ਤੋਂ ਇਹਦੀ ਮਾਤਾ ਨੇ ਇਹਨੂੰ ਗੁਰੂ ਘਰ ਦੇ ਨਾਲ ਜੁੜਿਆ ਸੀ। ਗੁਰੂ ਤੇਗ ਬਹਾਦਰ ਸਾਹਿਬ ਨੂੰ ਇਹ ਪਿਤਾ ਜੀ ਦੇ ਰੂਪ ਦੇ ਵਿੱਚ ਸਤਿਕਾਰ ਕਰਦੇ ਨੇ, ਕਿ ਪਿਤਾ ਜੀ ਦੇ ਦਰਸ਼ਨ ਕਰਨ ਅਸੀਂ ਰੋਜ਼ਾਨਾ ਆਉਂਦੇ ਹਾਂ, ਕਿ ਆਪਣੇ ਪਿਤਾ ਜੀ ਦੀ ਜਿਹੜੀ ਗੋਦ ਦੇ ਵਿੱਚ ਬੈਠ ਕੇ ਸਾਨੂੰ ਆਨੰਦ ਮਿਲਦਾ ਹੈ। ਤੇ ਉਹ ਇਸ ਕਰਕੇ ਰੋਜ਼ਾਨਾ ਗੁਰੂ ਘਰ ਦੇ ਵਿੱਚ ਆ ਕੇ ਸੇਵਾ ਕਰਦੀਆਂ ਨੇ। ਕੋਈ ਯਾਤਰੂ ਆ ਜਿਹਨੂੰ ਪ੍ਰਸ਼ਾਦਾ ਵੀ ਛਕਾ ਦਿੰਦੀਆਂ ਨੇ, ਸਫਾਈ ਵੀ ਕਰਦੀਆਂ ਨੇ, ਸਾਰਾ ਕੋਈ ਨਿਸ਼ਕਾਮ ਸੇਵਾ, ਕੋਈ ਪੈਸਾ ਨਹੀਂ, ਕੋਈ ਕੁਛ ਨਹੀਂ ਹੈ, ਸਿਰਫ ਗੁਰੂ ਦੀ ਆਸ਼ੀਰਵਾਦ ਚਾਹੀਦੀ ਹੈ। ਔਰ ਗੁਰੂ ਸਾਹਿਬ ਦੀ ਬਹੁਤ ਕਿਰਪਾ ਹੈ ਜਿਹੜੀ ਅੱਜ ਤੱਕ ਇੰਨੇ ਸਾਲਾਂ ਦੇ ਵਿੱਚ ਲਗਾਤਾਰ ਗੁਰਦੁਆਰਾ ਸਾਹਿਬ ਰੋਜ਼ਾਨਾ ਆਉਂਦੀ ਹੈ ਤੇ ਆ ਕੇ ਸੇਵਾ ਕਰਦੀ ਹੈ। ਹੁਣ ਇਹ ਗੁਰਧਾਮ ਹੋ ਰਿਹਾ ਵੀ, ਇਹ ਵੀ ਉੱਥੇ ਸਾਸਾਰਾਮ ਦੇ ਵਿੱਚ ਹੀ ਹੈ ਗੁਰਧਾਮ। ਇਹ ਗੁਰਧਾਮ, ਇਹ ਗੁਰੂ ਕਾ ਬਾਗ ਹੈ। ਇਹ ਬੜਾ ਇਤਿਹਾਸਕ ਸਥਾਨ ਹੈ। ਇਹ ਬਾਗ ਬਹੁਤ ਵੱਡਾ ਹੈ, ਤੇ ਇਸ ਬਾਗ ਦੇ ਵਿੱਚ ਜਿਹੜਾ ਹੈ ਇਹ ਗੁਰਧਾਮ ਬਣਿਆ ਹੋਇਆ। ਗੁਰੂ ਤੇਗ ਬਹਾਦਰ ਸਾਹਿਬ ਆ ਕੇ ਇਸ ਬਾਗ 'ਚ ਰੁਕੇ ਸਨ। ਪਹਿਲਾਂ ਗੁਰੂ ਸਾਹਿਬ ਨੇ ਘੋੜਾ ਬੰਨਿਆ ਸੀ ਆਪਣਾ ਇਸ ਬਾਗ ਦੇ ਵਿੱਚ। ਤੇ ਜਦੋਂ ਗੁਰੂ ਜੀ ਇਸ ਆਇਆ ਸੀ ਇੱਥੇ, ਤਾਂ ਉਦਾਸੀ ਮਹੰਤ ਹੁਣ ਇਹਦੇ ਤੇ ਸੇਵਾ ਕਰਦੇ ਨੇ, ਤਾਂ ਜਿੱਥੇ ਘੋੜਾ ਬੰਨਿਆ ਸੀ ਉੱਥੇ ਗੁਰਧਾਮ ਬਣਾਇਆ ਹੋਇਆ ਇਹਨਾਂ ਨੇ। ਇਹ ਗੁਰਧਾਮ ਦਾ ਜਿਹੜਾ ਪੁਰਾਣਾ ਗੁਰਧਾਮ ਹੈ, ਇਹ ਵੀ ਬਹੁਤ ਪੁਰਾਣਾ ਹੈ। ਹੁਣ ਵੀ ਇਹਨਾਂ ਨੇ ਪ੍ਰਦਰਵ ਕਰਕੇ ਰੱਖਿਆ ਹੋਇਆ ਹੈ ਇਹ ਗੁਰਧਾਮ ਜਿਹੜਾ ਹੁਣ ਵੀ ਅੰਦਰੋਂ। ਤੇ ਇਹ ਅੰਦਰ ਜਿਹੜਾ ਪ੍ਰਕਾਸ਼ ਕੀਤਾ ਹੈ, 2 ਬੀੜੀਆਂ ਦਾ ਪ੍ਰਕਾਸ਼ ਕਰਦੇ ਨੇ ਰੋਜ਼ਾਨਾ ਇਹ। ਤੇ ਇਹ ਜਦੋਂ ਕਿਸੇ ਸੁਖਣਾ ਪੂਰੀ ਹੁੰਦੀ ਹੈ ਤਾਂ ਕੋਈ ਨਾ ਕੋਈ ਚੀਜ਼ ਚੜਾ ਕੇ ਜਾਂਦਾ ਹੈ। ਕੋਈ ਸੇਠ ਸੀ, ਉਹਦੇ ਬੱਚਾ ਨਹੀਂ ਸੀ ਹੁੰਦਾ, ਤਾਂ ਉਹਦੇ ਜਦੋਂ ਔਲਾਦ ਹੋਈ ਤਾਂ ਉਹ ਘੋੜਾ ਚੜਾ ਕੇ ਗਿਆ ਸੀ ਗੁਰੂ ਸਾਹਿਬ ਨੂੰ। ਤਾਂ ਗੁਰੂ ਸਾਹਿਬ ਨੇ ਤੇ ਘੋੜਾ ਬੰਨਿਆ ਸੀਗਾ। ਇਹ ਘੋੜਾ ਉਹਨੇ ਉਸ ਵਕਤ ਦਾ ਚੜਾਇਆ ਹੋਇਆ ਹੈ। ਇਹ ਉਹਦਾ ਨਾਮ ਵੀ ਲਿਖਿਆ ਹੋਇਆ ਕਿ ਜਿਹੜਾ ਹੈ ਰਾਮ ਅਵਤਾਰ ਸੇਠ ਪਤਨੀ ਕਸਤੂਰਬਾ ਦੇਵੀ, ਤੁਹਾਡੀ ਸਕਰੀਨ ਤੇ ਆ ਪੜ੍ਹ ਸਕਣ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਸਥਾਨ ਤੇ ਜਿਹੜਾ ਘੋੜੇ ਦੀ ਸੇਵਾ ਕੀਤੀ ਹੈ ਇਸ ਵਿਅਕਤੀ ਨੇ। ਪਰ ਇਸ ਤਰ੍ਹਾਂ ਦੀ ਬਹੁਤ ਸਾਰੀ ਸ਼ਰਧਾ ਉੱਥੋਂ ਦੇ ਲੋਕਾਂ ਦੀ ਜੁੜੀ ਹੋਈ ਹੈ। ਇਸ ਮਤਲਬ 52 ਬਿੱਗੇ ਦਾ ਲਗਭਗ ਬਾਗ ਹੈ ਇਹ, ਜਿਹਦਾ ਕੇਸ ਚੱਲ ਰਿਹਾ ਹੈ। ਜਿਹੜੇ ਮਹੰਤ ਜੀ ਨੇ ਉੱਥੇ, ਉਹ ਪਹਿਲਾਂ ਮਹੰਤ ਜੀ ਉਦਾਸੀ ਮਹੰਤ ਸੀਗੇ, ਹੁਣ ਉਹ ਅੰਮ੍ਰਿਤਧਾਰੀ ਸਿੰਘ ਹੋ ਗਏ ਨੇ, ਤੇ ਉਹ ਸੇਵਾ ਕਰ ਰਹੇ ਨੇ ਉੱਥੇ। ਅੰਮ੍ਰਿਤ ਛਕ ਲਿਆ ਸੀ ਉਹਨਾਂ ਨੇ, ਉਹ ਸੇਵਾ ਕਰ ਰਹੇ ਨੇ ਇੱਥੇ। ਤੀਜਾ ਗੁਰਦੁਆਰਾ ਜਿਹੜਾ ਹੈ ਇੰਪੋਰਟੈਂਟ ਹੈ, ਉਹ ਟਕਸਾਲ ਸੰਗਤ ਹੈ। ਟਕਸਾਲ ਸੰਗਤ ਇਹ ਵੀ ਗੁਰਦੁਆਰਾ ਚਾਚਾ ਫੱਗੂਮਲ ਦੇ ਬਿਲਕੁਲ ਨਾਲ ਹੀ ਹੈ। ਲਗਭਗ 2 ਕਿਲੋਮੀਟਰ ਦੇ ਜਿਹੜੇ ਹੈ ਜੁਰਿਸਡਿਕਸ਼ਨ ਦੇ ਵਿੱਚ ਹੀ ਸਾਰੇ ਗੁਰਦੁਆਰੇ ਜਿਹੜੇ ਹੈਗੇ ਨੇ ਉੱਥੇ। ਤੇ ਇਹ ਗੁਰਦੁਆਰਾ ਜਿਹੜਾ ਹੈ ਟਕਸਾਲ ਸੰਗਤ ਹੈ। ਟਕਸਾਲ ਸੰਗਤ ਜਿਹੜਾ ਹੈ ਕਿ ਅੱਜ ਗੁਰੂ ਸਾਹਿਬ ਜਦੋਂ ਆਏ ਸੀ ਤਾਂ ਉਹਨਾਂ ਦਾ ਘੋੜਾ ਰੁਕ ਗਿਆ ਸੀ ਇੱਥੇ, ਤੇ ਇਹ ਘੋੜਾ ਰੁਕਿਆ ਸੀ ਤੇ ਇੱਥੇ ਹੀ ਫਿਰ ਗੁਰੂ ਸਾਹਿਬ ਜਿਹੜੇ ਨੇ ਉਤਰ ਗਏ ਸੀ ਪਹਿਲਾਂ। ਤੇ ਇੱਥੇ ਘੋੜਾ ਜਿਹੜਾ ਹੈ ਜਿੱਥੇ ਰੁਕਿਆ ਸੀ, ਇੱਥੇ ਹੀ ਇਹ ਜ਼ਮੀਨ ਸੀ ਮਾਤਾ ਜੀਵੋ ਜੀ ਦੀ। ਤੇ ਜੀਵੋ ਜੀ ਨੂੰ, ਮਾਤਾ ਜੀ ਨੂੰ ਫਿਰ ਗੁਰੂ ਸਾਹਿਬ ਨੇ ਆਪਣੀ ਜਿਹੜੀ ਜ਼ਮੀਨ ਦੇ ਉੱਤੇ ਗੁਰੂ ਸਾਹਿਬ ਦੀ ਯਾਦਗਾਰ ਬਣਾਈ। ਇੱਥੇ ਹੁਣ ਗੁਰਦੁਆਰਾ ਟਕਸਾਲ ਸੰਗਤ ਜਿਹੜਾ ਹੈ ਸੁਸ਼ੋਭਿਤ ਹੈ। ਇੱਕ ਚੀਜ਼ ਜਿਹੜੀ ਹੈ ਇੰਪੋਰਟੈਂਟਲੀ ਦੇਖਣ ਵਾਲੀ ਹੈ, ਮੈਂ ਬਿਹਾਰ ਦੇ ਵਿੱਚ ਜਿੰਨੇ ਗੁਰਧਾਮ ਦੇਖੇ ਨੇ, ਸਾਰੇ ਗੁਰਧਾਮਾਂ ਦੇ ਰੇਲਵੇ ਸਟੇਸ਼ਨਾਂ ਦੇ ਉੱਤੇ ਗੁਰਦੁਆਰੇ ਜਾਣਕਾਰੀ ਮਿਲਦੀ ਹੈ। ਸਾਨੂੰ ਦਿੱਲੀ ਤੋਂ ਲੈ ਕੇ ਅੰਮ੍ਰਿਤਸਰ ਦੇ ਜਿੰਨੇ ਰੇਲਵੇ ਸਟੇਸ਼ਨ ਨੇ, ਸਾਨੂੰ ਕਿਸੇ ਰੇਲਵੇ ਸਟੇਸ਼ਨ ਤੇ ਕਿਸੇ ਇੰਪੋਰਟੈਂਟ ਗੁਰਧਾਮ ਦੀ ਜਾਣਕਾਰੀ ਨਹੀਂ ਮਿਲਦੀ। ਬਿਹਾਰ ਦੇ ਸਾਰੇ ਸਟੇਸ਼ਨਾਂ ਦੇ ਉੱਤੇ ਜਿੱਥੇ ਹਿਸਟੋਰੀਕਲ ਗੁਰਧਾਮ ਨੇ, ਸਾਰਿਆਂ ਦੀ ਜਾਣਕਾਰੀ ਗੁਰਦੁਆਰਿਆਂ ਨੇ ਡਿਸਪਲੇ ਕੀਤੀ ਹੋਈ ਹੈ ਇਸ ਤਰ੍ਹਾਂ, ਇਸ ਫਾਰਮ ਦੇ ਵਿੱਚ। ਇਹ ਤੁਸੀਂ ਦੇਖੋ, ਇਹ ਹੈ, ਇਹ ਜਿਹੜਾ ਅਗਲਾ ਗੁਰਧਾਮ ਹੈ, ਇਹ ਕਾਲਾ ਕੋਲਾ ਰੇਲਵੇ ਸਟੇਸ਼ਨ ਹੈ। ਇਹਦੇ ਬਾਰੇ ਗੱਲ ਕਰਾਂਗੇ, ਅੱਗੇ ਜਾ ਕੇ ਗੱਲ ਕਰਾਂਗੇ ਇਹਦੇ ਬਾਰੇ। ਹੁਣ ਇਹ ਹੈ ਗਿਆ ਦਾ ਉਹ ਸਾਸਾਰਾਮ ਦਾ ਸੀ, ਇਹ ਗਿਆ ਹੈ। ਸਾਸਾਰਾਮ ਤੋਂ ਗਿਆ ਜਿਹੜਾ ਹੈ ਬੜਾ ਵੱਡਾ, ਸਾਰਿਆਂ ਨੂੰ ਪਤਾ ਕਿ ਇੱਕ ਜਿਹੜਾ ਬੁੱਧ ਧਰਮ ਦਾ ਬੜਾ ਵੱਡਾ ਕੇਂਦਰ ਹੈ। ਇੱਥੇ ਦੇਵਘਾਟ ਹੈ, ਫਲਗੂ ਨਦੀ ਹੈ, ਫਲਗੂ ਨਦੀ ਦੇ ਕੰਢੇ ਦੇਵਘਾਟ ਬਣਿਆ ਹੋਇਆ ਹੈ। ਤੁਸੀਂ ਦੇਖੋ ਕਿ ਦੇਵਘਾਟ ਬਿਲਕੁਲ ਸਾਹਮਣੇ ਹੈ, ਇਹਦੇ ਅੱਗੇ ਥੱਲੇ ਸਾਹਮਣੇ ਮੇਲਾ ਲੱਗਿਆ ਹੋਇਆ, ਤੁਹਾਨੂੰ ਦਿਖਾਉਣਾ ਥੋੜੀ ਦੇਰ ਬਾਅਦ। ਇਹ ਸੱਜੇ ਹੱਥ ਤੇ ਓਮ ਦਾ ਨਿਸ਼ਾਨ ਹੈ, ਇਹ ਓਮ ਦਾ ਨਿਸ਼ਾਨ ਹੈ। ਇਹ ਇੱਥੇ ਗੁਰਦੁਆਰਾ ਹੈ ਰਾਈਟ ਸਾਈਡ ਦੇ ਉੱਤੇ। ਇਹ ਉਦਾਸੀਨ ਆਸ਼ਰਮ ਹੈ ਇੱਥੇ, ਵਿਸ਼ਨੂਪਾਦ ਦੇਵਘਾਟ, ਇਹਦਾ ਨਾਮ ਵਿਸ਼ਨੂਪਾਦ ਦੇਵਘਾਟ ਹੈ ਇਸ ਮਤਲਬ ਜਗ੍ਹਾ ਦਾ ਨਾਮ। ਇੱਥੇ ਉਦਾਸੀਨ ਆਸ਼ਰਮ ਹੈ ਇੱਥੇ, ਤੇ ਉਦਾਸੀਨ ਆਸ਼ਰਮ ਦੇ ਵਿੱਚ ਇਹ ਹਾਲਤ ਹੈ ਉੱਥੇ ਗੁਰਧਾਮ ਦੀ। ਸਾਡੇ ਜਿੱਥੇ ਗੁਰੂ ਨਾਨਕ ਸਾਹਿਬ ਗਏ ਸੀ ਪਹਿਲਾਂ, ਤੇ ਗੁਰੂ ਤੇਗ ਬਹਾਦਰ ਸਾਹਿਬ ਫਿਰ ਗਏ ਸੀ। ਜਦੋਂ ਗੁਰੂ ਨਾਨਕ ਸਾਹਿਬ ਗਏ ਸੀ ਤਾਂ ਇੱਥੇ ਮੇਲਾ ਲੱਗਿਆ ਹੋਇਆ ਸੀ, ਪਿੰਡ ਦਾਨ ਕਰਦੇ ਸੀ ਲੋਕੀ, ਤੇ ਪਿੰਡ ਦਾਨੀ ਦਾ ਮੇਲਾ ਸੀ। ਤੇ ਗੁਰੂ ਸਾਹਿਬ ਨੇ ਇੱਥੇ ਹੀ ਸ਼ਬਦ ਉਚਾਰਿਆ ਸੀ ਕਿ ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਹ ਸੋਖਿਆ, ਚੂਕਾ ਜੰਮ ਸੋ ਮੇਲ। ਮਤਲਬ ਕਿ ਇਹ ਸ਼ਬਦ ਗੁਰੂ ਸਾਹਿਬ ਦਾ ਜਿਹੜਾ ਹੈ ਇੱਥੇ ਉਚਾਰਨ ਕੀਤਾ ਸੀ ਗਿਆ ਨਦੀ ਦੇ ਕੰਢੇ ਦੇ ਉੱਤੇ। ਇਹ ਮਹੰਤ ਜੀ ਨੇ ਵਿਚਾਰੇ, ਬਹੁਤ ਬਜ਼ੁਰਗ ਹੋ ਚੁੱਕੇ ਨੇ ਮਹੰਤ ਜੀ। ਇਹ ਰਾਮਚਰਿਤ ਪਾਂਡੇ ਸੀ ਇਹਨਾਂ ਦਾ ਨਾਂ। ਜਦੋਂ ਮੈਂ ਗਿਆ ਸੀ, ਇਹ ਨਾ ਬੜੇ ਉੱਠ ਨਹੀਂ ਸਕਦੇ ਸੀ, ਬੜੇ ਵਿਚਾਰੇ ਨਾ ਲੰਮੇ ਪਏ ਸੀ ਇੱਥੇ। ਉੱਤੇ ਪ੍ਰਕਾਸ਼ ਕੀਤਾ ਹੋਇਆ, ਥੱਲੇ ਆਪ ਲੇਟੇ ਹੋਏ ਸੀ, ਕਿਉਂਕਿ ਆਜ ਸੰਗਤ ਹੀ ਨਹੀਂ ਹੈ, ਨਾ ਕੋਈ ਆਉਂਦਾ ਹੈ, ਨਾ ਕੋਈ ਜਾਂਦਾ ਹੈ, ਨਾ ਕੋਈ ਸੇਵਾ ਕਰਦਾ ਹੈ। ਕੋਈ ਪ੍ਰਸ਼ਾਦਾ ਕਿਤੇ ਕੋਈ ਮਿਲ ਜਾਏ ਤਾਂ ਛਕ ਲੈਂਦਾ ਇੱਕ ਅੱਧਾ, ਕਦੋਂ ਤੇਰੀ ਤੇ ਆਰਾਮ ਨਾਲ ਇੱਥੇ ਪਿਆ ਗੁਰਦੁਆਰੇ ਸੇਵਾ ਸੰਭਾਲ ਕਰਦਾ।
ਇਹ ਸਾਨੂੰ ਮਹੰਤ ਜੀ ਕਹਿਣ ਲੱਗੇ ਕਿ ਮੇਰਾ ਜੀਵਨ ਬਹੁਤ ਲੰਮਾ ਸਮਾਂ ਨਹੀਂ ਰਹਿਣ ਵਾਲਾ ਹੈਗਾ। ਜੋ ਸਾਨੂੰ ਇਸ ਮਹੰਤ ਜੀ ਨੇ ਕਿਹਾ ਸੀ, ਮੇਰਾ ਜੀਵਨ ਲੰਮਾ ਸਮਾਂ ਨਹੀਂ ਰਹਿਣ ਵਾਲਾ ਹੈਗਾ, ਕਿ ਜੇ ਕੋਈ ਚਾਹਵੇ ਤਾਂ ਮੈਂ ਸਭ ਕੁਝ ਜੋ ਲਿਖ ਕੇ ਲੈਣਾ ਚਾਹੁੰਦਾ ਮੇਰੇ ਤੋਂ ਕੋਈ, ਤਾਂ ਮੈਂ ਲਿਖ ਕੇ ਦੇਣ ਨੂੰ ਤਿਆਰ ਹਾਂ, ਤੇ ਇਸ ਜਗ੍ਹਾ ਦੀ ਸਾਂਭ ਸੰਭਾਲ ਕੀਤੀ ਜਾਵੇ, ਕਿਉਂਕਿ ਇਹ ਪਵਿੱਤਰ ਸਥਾਨ ਹੈ, ਗੁਰੂ ਸਾਹਿਬਾਨ ਦੇ ਚਰਨ ਛੋਹ ਪ੍ਰਾਪਤ ਸਥਾਨ ਹੈ। ਗੁਰੂ ਨਾਨਕ ਸਾਹਿਬ ਵੀ ਗਏ ਸੀ ਇੱਥੇ, ਗੁਰੂ ਤੇਗ ਬਹਾਦਰ ਸਾਹਿਬ ਵੀ ਇਸ ਸਥਾਨ ਤੇ ਗਏ ਸੀ, ਤੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਗਏ ਸੀ ਤਾਂ ਉਹ ਵੀ ਇਸ ਸਥਾਨ ਤੇ ਗਏ ਸੀ। ਇੱਥੇ ਸਿੱਖ ਸੰਗਤ ਸੀ, ਉਦੋਂ ਉਦਾਸੀ ਸੰਤ ਸਨ, ਮਹੰਤ ਸਨ, ਉਦੋਂ ਵੀ ਇੱਥੇ ਜੋ ਗੁਰੂ ਤੇਗ ਬਹਾਦਰ ਸਾਹਿਬ ਗਏ ਸੀ, ਪ੍ਰਚਾਰਕ ਸਨ ਉੱਥੇ। ਇੱਥੇ ਗੁਰੂ ਸਾਹਿਬ ਨੇ ਜਾ ਕੇ ਫਿਰ ਆ ਜਿਹੜਾ ਹੈ ਇਹ ਰੋਣ ਲੱਗ ਗਏ ਸੀ ਮਹੰਤ ਜੀ, ਰੋਣ ਲੱਗ ਗਏ ਸੀ ਕਿ ਇਹ ਜੋ ਕੁਝ ਹੈਗਾ ਮੇਰੇ ਕੋਲੋਂ ਤੁਸੀਂ ਲੈ ਲਓ, ਤੇ ਜੋ ਕੁਝ ਮੇਰੇ ਕੋਲ ਚੀਜ਼ਾਂ ਹੈਗੀਆਂ ਨੇ, ਪਿੱਛੇ ਤੁਸੀਂ ਦੇਖੋ ਕਿ ਹਾਲਤ ਕੀ ਬਣੀ ਹੋਈ ਹੈ ਗੁਰਧਾਮ ਦੇ ਗੁਰਦੁਆਰਾ ਸਾਹਿਬ ਦੀ, ਮਤਲਬ ਕਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੈ ਛੋਟਾ ਜਿਹਾ ਪੋਥੀ ਦੇ ਵਿੱਚੋਂ, ਜਿਹੜੀ ਅੰਮ੍ਰਿਤਸਰ ਤੋਂ ਲੈ ਕੇ ਪੋਥੀ 'ਚ ਪ੍ਰਕਾਸ਼ ਕੀਤਾ ਗਿਆ। ਤੇ ਇਹ ਬਾਬਾ ਸ਼੍ਰੀ ਚੰਦ ਦੀ ਇੱਕ ਮੂਰਤੀ ਲਾਈ ਗਈ ਹੈ, ਰੱਖੀ ਹੋਈ ਹੈ ਬਾਬਾ ਸ਼੍ਰੀ ਚੰਦ ਦੀ। ਇਹ ਖੜਾਵਾਂ ਨੇ, ਉਦਾਸੀ ਸੰਤ ਦੀਆਂ ਖੜਾਵਾਂ ਨੇ ਕਿਸੇ ਦੀਆਂ, ਇਹ ਵੀ ਇਹ ਤਾਂ ਕਹਿੰਦੇ ਨੇ ਕਿ ਬਾਬਾ ਸ਼੍ਰੀ ਚੰਦ ਦੇ ਸਮੇਂ ਦੀਆਂ ਨੇ ਖੜਾਵਾਂ, ਇਹ ਉਦਾਸੀ ਮਹੰਤ ਦੀਆਂ ਨੇ ਕਹਿੰਦੀਆਂ। ਇਹ ਬੜੀਆਂ ਪੁਰਾਣੀਆਂ ਨੇ, ਦੇਖਣ ਦੇ ਵਿੱਚ ਬੜੀਆਂ ਪੁਰਾਣੀਆਂ ਲੱਗਦੀਆਂ ਨੇ, ਤੇ ਇਹ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਉੱਥੇ, ਇਸ ਹਿੰਦੀ ਵਾਲੇ ਗੁਟਕੇ ਚੋਂ, ਮਤਲਬ ਹਿੰਦੀ ਵਾਲਾ ਗ੍ਰੰਥ ਸਾਹਿਬ ਹੈ ਜਿਹਦਾ ਪ੍ਰਕਾਸ਼ ਕੀਤਾ ਹੋਇਆ ਜਵਾਹਰ ਸਿੰਘ ਕਿਰਪਾਲ ਸਿੰਘ ਪੁਸਤਕਾਂ ਵਾਲੇ ਜਿਹੜੇ ਨੇ। ਇਹ ਮੇਲਾ ਸੀ ਉੱਥੇ, ਜਿਸ ਦਿਨ ਮੈਂ ਗਿਆ ਉਦੋਂ ਮੇਲਾ ਲੱਗਿਆ ਹੋਇਆ ਸੀਗਾ। ਜਿਸ ਦਿਨ ਮੈਂ ਉੱਥੇ ਮੈਨੂੰ ਜਾਣ ਦਾ ਮੌਕਾ ਮਿਲਿਆ, ਦਰਸ਼ਨ ਕਰਨ ਦਾ ਮੌਕਾ ਮਿਲਿਆ ਇਸ ਸਥਾਨ ਦੇ, ਉਸ ਦਿਨ ਵੀ ਇੱਥੇ ਪਿਤਰਪਕਸ਼ ਮੇਲਾ ਲੱਗਿਆ ਹੋਇਆ ਸਾਹਮਣੇ ਦੇਖੋ। ਇਹ ਸਾਰਾ ਕੁਝ ਜੋ ਕੁਝ ਲੈ ਕੇ ਆਉਂਦੇ ਨੇ ਲੋਕੀ, ਸਾਰਾ ਕੁਝ ਇਹਨਾਂ ਤੋਂ ਲੈ ਕੇ ਤੇ ਉਹਨਾਂ ਦਾ ਫਿਰ ਉਧਾਰ ਕੀਤਾ ਜਾਂਦਾ ਇੱਥੇ ਫਿਰ। ਤੇ ਇਹ ਉਸ ਤੋਂ ਬਾਅਦ ਫਿਰ ਗੁਰੂ ਸਾਹਿਬ ਗਿਆ ਤਾਂ ਫਿਰ ਗੁਰੂ ਸਾਹਿਬ ਪਟਨਾ ਸਾਹਿਬ ਆ ਗਏ ਸੀ। ਪਟਨਾ ਸਾਹਿਬ ਸਭ ਤੋਂ ਜਿਹੜਾ ਵੱਡਾ ਗੁਰਧਾਮ ਜਿਹੜਾ ਹੈ ਉੱਥੇ, ਗੁਰੂ ਸਾਹਿਬ ਦਾ ਪਹਿਲਾ ਗੁਰਧਾਮ ਜਿਹੜਾ ਹੈ ਉਹ ਗੁਰਦੁਆਰਾ ਗਾਇਘਾਟ ਸੀਗਾ। ਇੱਕ ਸਾਲਸਰਾ ਜੌਹਰੀ ਦਾ ਸਥਾਨ ਹੈ ਜਿੱਥੇ ਮੌਜੂਦਾ ਤਖਤ ਸ੍ਰੀ ਪਟਨਾ ਸਾਹਿਬ ਹੈ, ਤੇ ਉਹਦੇ ਨਾਲ ਹੀ ਜਿਹੜਾ ਦੂਜਾ ਜਿੱਥੇ ਭਾਈ ਜੈਤਮਲ ਜੀ ਰਹਿੰਦੇ ਸਨ ਉਹ ਸੀ ਸਥਾਨ ਗੁਰਦੁਆਰਾ ਗਾਇਘਾਟ। ਤੁਸੀਂ ਦੇਖੋ ਕਿ ਲਿਖਿਆ ਹੈ ਪਾਤਸ਼ਾਹੀ ਪਹਿਲੀ ਅਤੇ ਪਾਤਸ਼ਾਹੀ ਨੌਵੀਂ ਬੜੀ ਸੰਗਤ ਗੁਰਦੁਆਰਾ ਗਾਇਘਾਟ, ਮਤਲਬ ਗੁਰਦੁਆਰਾ ਬੜੇ, ਮਤਲਬ ਕਿ ਗਾਇਘਾਟ ਜਿਹੜਾ ਹੈ ਗੁਰਦੁਆਰਾ, ਇਹ ਗੁਰਦੁਆਰਾ ਪਹਿਲੀ ਪਾਤਸ਼ਾਹੀ ਤੇ ਨੌਵੀਂ ਪਾਤਸ਼ਾਹੀ ਦੇ ਨਾਲ ਸੰਬੰਧ ਰੱਖਦਾ ਹੈ, ਤੇ ਬੜੀ ਵੱਡੀ ਗਿਣਤੀ ਸੰਗਤ ਜੁੜਦੀ ਸੀ, ਇਸ ਕਰਕੇ ਇਹਦੇ ਨਾਲ ਬੜੀ ਸੰਗਤ ਗੁਰਦੁਆਰਾ ਇਹ ਪੈ ਗਿਆ ਸੀ ਇੱਥੋਂ। ਤੇ ਇਸ ਗੁਰਦੁਆਰੇ ਦੇ ਵਿੱਚ ਗੁਰੂ ਨਾਨਕ ਸਾਹਿਬ ਵੀ ਪਹਿਲਾਂ ਆਏ ਸੀ, ਫਿਰ ਗੁਰੂ ਤੇਗ ਬਹਾਦਰ ਸਾਹਿਬ ਆਏ ਸੀ। ਇੱਥੇ ਕਿੱਲਾ ਕਹਿੰਦੇ ਲੱਕੜ ਦਾ ਕਿੱਲਾ ਕੱਢਿਆ ਹੋਇਆ ਸੀ, ਉਸ ਕਿੱਲੇ ਦੇ ਨਾਲ ਜਾਂ ਖੂੰਟੇ ਦੇ ਨਾਲ ਗੁਰੂ ਸਾਹਿਬ ਨੇ ਘੋੜਾ ਬੰਨਿਆ ਸੀ, ਤੇ ਉਹ ਸਮਾਂ ਪਾ ਕੇ ਹਰਾ ਹੋ ਗਿਆ ਸੀਗਾ, ਤੇ ਹੁਣ ਉੱਤੋਂ ਪੱਤੇ ਝੜ ਜਾਂਦੇ ਨੇ, ਤੇ ਥੱਲੇ ਜੜ ਜਿਹੜੀ ਇਹਦੀ ਹੈਗੀ ਹੈ ਉਹ ਫਿਰ ਹਰੀ ਹੋ ਜਾਂਦੀ ਹੈ, ਜੜ ਜਿਹੜੀ ਆ ਫਿਰ ਹਰੀ ਹੋ ਜਾਂਦੀ ਉਸ ਕਿੱਲੇ ਦੀ। ਇਹ ਦੋ ਉੱਥੇ ਲੱਕੜ ਦੇ ਦੋ ਥੰਮ ਨੇ, ਜਿਹਦੇ ਬਾਰੇ ਕਿਹਾ ਜਾਂਦਾ ਸੀ ਕਿ ਕਦੇ ਬਰਾਬਰ ਨਹੀਂ ਹੋ ਸਕਦੇ ਇਹ, ਤੇ ਗੁਰੂ ਸਾਹਿਬ ਨੇ ਕਿਹਾ ਸੀ ਕਿ ਇਹ ਮਤਲਬ ਕਿ ਜਿਹੜਾ ਵਿਅਕਤੀ ਇੱਥੇ ਆ ਕੇ ਆਪਣਾ ਭਜਨ ਬੰਦਗੀ ਕਰੇਗਾ ਪਰਮਾਤਮਾ ਨੂੰ, ਉਹ ਜਿਹੜਾ ਹੈ ਉਹਦਾ ਮਤਲਬ ਕਿ ਹਰ ਉਹਦੀ ਜਿਹੜੀ ਹੈ ਦੁੱਖ ਸੁੱਖ ਪੂਰੇ ਹੋਣਗੇ। ਤੇ ਇਹ ਉੱਥੋਂ ਦੇ ਲੋਕਾਂ ਦਾ ਵਿਸ਼ਵਾਸ ਹੈ, ਤੇ ਲੋਕੀ ਆ ਕੇ ਇਹਨੂੰ ਜੱਫੀ ਪਾਉਂਦੇ ਨੇ ਤੇ ਮੰਨਤਾਂ ਮੰਗਦੇ ਨੇ। ਅਕਸਰ ਲੋਕੀ ਤੁਸੀਂ ਦੇਖੋ ਕਿ ਉੱਪਰ ਲਿਖਿਆ ਹੋਇਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਇੱਕ ਸਾਧ ਬਚਨ ਅਟਲਾਦਾ, ਤੇ ਗੁਰੂ ਸਾਹਿਬ ਨੇ ਜਿਹੜਾ ਬਚਨ ਕਰਤਾ ਸੀ ਹੁਣ ਵੀ ਪੂਰਾ ਹੁੰਦਾ ਹੈ। ਗੁਰੂ ਸਾਹਿਬ ਆ ਕੇ ਹਰ ਵਿਅਕਤੀ ਆ ਕੇ ਇੱਥੇ ਜਿਹੜਾ ਹੈ ਇਹਨੂੰ ਜੱਫੀ ਪਾਉਂਦਾ ਹੈ ਤੇ ਆਪਣੀ ਮੁਰਾਦ ਕੋਈ ਮੰਗਦੀ, ਜਿਹੜੀ ਸੁੱਖ ਨਾਲ ਕੋਈ ਨਾ ਕੋਈ ਮੰਗਦਾ ਹੈ। ਇਹ ਪਟਨਾ ਸਾਹਿਬ, ਇਹ ਸਾਰੇ ਤੁਸੀਂ ਸਾਰੇ ਜਾਣਦੇ ਹੋ, ਮੈਂ ਬਹੁਤੀ ਜਾਣਕਾਰੀ ਨਹੀਂ ਦੇਣੀ ਕਿਉਂਕਿ ਅੱਗੇ ਬਹੁਤ ਕੁਛ ਹੈਗਾ ਦਿਖਾਉਣ ਵਾਲਾ। ਤੇ ਗੁਰਦੁਆਰਾ ਪਟਨਾ ਸਾਹਿਬ ਦੇ ਬਾਰੇ ਸਰ ਤੁਸੀਂ ਬਹੁਤਾ ਕੁਛ ਤੁਹਾਨੂੰ ਦੱਸਣ ਦੀ ਲੋੜ ਨਹੀਂ, ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਕਿ ਸਾਲਸਰਾ ਜੌਹਰੀ ਦੇ ਟਾਈਮ ਤੇ ਇਹ ਸਥਾਨ ਬਣਿਆ ਸੀ। ਪਹਿਲਾਂ ਮੰਜੀਦਾਰ ਗੁਰੂ ਸਾਹਿਬ ਨੇ ਸਾਲਸਰਾ ਜੌਹਰੀ ਨੂੰ ਇੱਥੇ ਜਿਹੜਾ ਹੈ ਬਣਾਇਆ ਸੀ, ਬਿਠਾਇਆ ਸੀ, ਤੇ ਗੁਰੂ ਸਾਹਿਬ 1722 ਦੇ ਵਿੱਚ ਪਰਿਵਾਰ ਨਾਲ ਇਸ ਸਥਾਨ ਤੇ ਪ੍ਰਵੇਸ਼ ਕੀਤੇ ਸੀ। ਇਹ ਉੱਤੇ ਬੜਾ ਵੱਡਾ ਲਿਖ ਕੇ ਲਾਇਆ ਹੈ ਇਸ ਜੌਹਰੀ ਦੇ ਵਿੱਚ। ਤੇ ਇਸ ਤੋਂ ਬਾਅਦ ਜਿੱਥੇ ਪ੍ਰਕਾਸ਼ ਸਥਾਨ ਹੈ ਗੁਰੂ ਸਾਹਿਬ ਦਾ, ਉਹਦੇ ਪਿਛਲੇ ਪਾਸੇ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ ਸੀ, ਗੁਰੂ ਗੋਬਿੰਦ ਸਿੰਘ ਪ੍ਰਕਾਸ਼ ਹੋਇਆ ਸੀ, ਉੱਥੇ ਥੱਲੇ ਇਸੇ ਲੱਗੀ ਹੋਈ ਹੈ, ਇੱਥੇ ਵੀ ਉਹੀ ਗੱਲ ਲਿਖੀ ਹੋਈ ਹੈ ਸਾਰੀ, ਤੇ ਗੁਰੂ ਤੇਗ ਬਹਾਦਰ ਸਾਹਿਬ ਇਸ ਸਥਾਨ ਤੇ ਜਿਹੜੇ ਨੇ ਆਏ ਸੀ 1722 ਦੇ ਵਿੱਚ। ਇਹ ਉੱਥੋਂ ਦੀਆਂ ਨਿਸ਼ਾਨੀਆਂ ਨੇ ਕੁਛ ਜਿਹੜੀਆਂ ਮੌਜੂਦ ਨੇ। ਗੁਰੂ ਸਾਹਿਬ ਦੇ ਤੀਰ ਨੇ, ਕਿਰਪਾਨ ਹੈ, ਤੇ ਖੰਜਰ ਹੈ ਗੁਰੂ ਸਾਹਿਬ ਦਾ। ਆ ਗੋਲੀ ਹੈ ਇੱਕ ਛੋਟੀ ਜਿਹੀ ਤੁਹਾਨੂੰ ਨਜ਼ਰ ਆਏਗੀ, ਇੱਕ ਛੋਟੀ ਜਿਹੀ ਗੋਲੀ ਹੈ ਜਿਹੜੀ ਉੱਤੇ ਰਾਈਟ ਸਾਈਡ ਦੇ ਉੱਤੇ, ਤੇ ਇਹਦੇ ਨਾਲ ਕਹਿੰਦੇ ਘੜੇ ਤੋੜਿਆ ਕਰਦੇ ਸਨ ਗੁਰੂ ਜੀ ਪਹਿਲਾਂ। ਤੇ ਇਹ ਕੰਘਾ ਛੋਟਾ ਜਿਹਾ ਗੁਰੂ ਸਾਹਿਬ ਕੇਸਾਂ ਨੂੰ ਸਵਾਰਿਆ ਕਰਦੇ ਸਨ, ਤੇ ਇੱਕ ਜਿਹੜੀ ਹੈ ਛੋਟੀ ਚੱਕਰੀ ਹੈ ਇਹ ਵੀ ਕੇਸਾਂ ਨੂੰ ਸਜਾਇਆ ਕਰਦੇ ਸਨ। ਇਹ ਗੁਰੂ ਸਾਹਿਬ ਦੇ, ਗੁਰੂ ਤੇਗ ਬਹਾਦਰ ਸਾਹਿਬ ਦੇ ਦੀਆਂ ਖੜਾਵਾਂ ਨੇ, ਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਖੜਾਵਾਂ ਨੇ। ਜਿਹੜੀ ਛੋਟੀਆਂ ਖੜਾਵਾਂ ਨੇ ਉਹ ਗੁਰੂ ਗੋਬਿੰਦ ਸਿੰਘ ਜੀ ਦੀਆਂ ਨੇ, ਤੇ ਜਿਹੜੀਆਂ ਵੱਡੀਆਂ ਖੜਾਵਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਜਿਹੜੀਆਂ ਨੇ ਉੱਥੇ ਦਰਸ਼ਨ ਕਰਾਏ ਜਾਂਦੇ ਨੇ ਰੋਜ਼ਾਨਾ ਤਖਤ ਸ੍ਰੀ ਪਟਨਾ ਸਾਹਿਬ ਦੇ ਵਿੱਚ। ਤੇ ਉਸ ਤੋਂ ਬਾਅਦ ਹੈ ਇੰਪੋਰਟੈਂਟ ਸਥਾਨ ਹੈ ਜਿਹੜਾ ਗੁਰਦੁਆਰਾ ਗੁਰੂ ਕਾ ਬਾਗ ਇਤਿਹਾਸ। ਮਤਲਬ ਇਹ ਗੁਰੂ ਕਾ ਬਾਗ ਉਹ ਹੈ ਜਿਹਦਾ ਕਿ ਰਹੀਮ ਬਖਸ਼ ਤੇ ਕਰੀਮ ਬਖਸ਼ ਦਾ, ਇਹ ਉੱਥੋਂ ਦੇ ਬੜੇ ਵੱਡੇ ਵਿਅਕਤੀ ਸਨ, ਉਹਨਾਂ ਦਾ ਬਾਗ ਸੀ, ਸੁੱਕਾ ਸੀ ਬਾਗ ਇਹ। ਤੇ ਗੁਰੂ ਸਾਹਿਬ ਜਦੋਂ ਬੰਗਾਲ ਦੀ ਯਾਤਰਾ ਕਰਕੇ ਵਾਪਸ ਆਏ ਸਨ, ਉਦੋਂ ਗੁਰੂ ਗੋਬਿੰਦ ਰਾਏ ਜੀ ਦੀ ਉਮਰ 4 ਸਾਲ ਤੋਂ ਜ਼ਿਆਦਾ ਹੋ ਗਈ ਸੀਗੀ। ਤੇ ਪਹਿਲੀ ਵਾਰੀ ਗੁਰੂ ਗੋਬਿੰਦ ਰਾਏ ਜੀ
ਨੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਇਸੇ ਸਥਾਨ ਤੇ ਕੀਤੇ ਸਨ, ਗੁਰੂ ਕਾ ਬਾਗ ਦੇ ਵਿੱਚ। ਤੇ ਜਿਸ ਸਥਾਨ ਤੇ ਗੁਰੂ ਸਾਹਿਬ ਨੇ ਵਾਸ ਕੀਤਾ ਸੀ ਉਹ ਸਾਰਾ ਬਾਗ ਹਰਿਆ ਭਰਿਆ ਹੋ ਗਿਆ ਸੀਗਾ ਸਾਰਾ। ਉਹ ਵੀ ਤੁਹਾਨੂੰ ਦਿਖਾਉਣਾ ਕਿ ਕਿੰਨੇ ਪੁਰਾਣੀਆਂ ਜਿਹੜੀਆਂ ਨੇ ਇੱਥੇ ਦਰਖਤ ਮੌਜੂਦ ਨੇ ਇੱਥੇ। ਹੁਣ ਵੀ ਕਿਸੇ ਸੰਗਤ ਦੀ, ਕਿਸੇ ਦੀ ਜਾਂਦੀ ਹੈ ਸੰਗਤ, ਬਹੁਤ ਸਾਰੀ ਸੰਗਤ ਆਉਂਦੀ ਹੈ, ਮੇਲਾ ਵੀ ਲੱਗਦਾ ਇੱਥੇ, ਤੇ ਜਿਸ ਸੰਗਤ ਦੀ ਭਾਵਨਾ ਪੂਰੀ ਹੁੰਦੀ ਹੈ ਤਾਂ ਉਹ ਸੰਗਤ ਫਿਰ ਆਪਣੇ ਇੱਥੇ ਬੂਟੇ ਲਾ ਕੇ ਜਾਂਦੀ ਹੈ, ਇਸ ਬਾਗ ਦੇ ਵਿੱਚ ਬੂਟੇ ਲਾਉਂਦੀ ਹੈ। ਇਹ ਪੁਰਾਣੇ ਦਰਖਤ ਨੇ, ਹਲੇ ਪ੍ਰਦਰਵ ਕੀਤੇ ਹੋਏ ਨੇ, ਬਹੁਤ ਸਾਰੇ ਦਰਖਤ ਨੇ। ਇਹ ਦੇਖ ਕੇ ਇਹੋ ਜਿਹੇ ਹੋਰ ਵੀ ਬਹੁਤ ਸਾਰੇ ਦਰਖਤ ਨੇ ਜਿਹੜੇ ਪ੍ਰਦਰਵ ਕੀਤੇ ਹੋਏ ਨੇ, ਜਿਹੜੇ ਫਲਦਾਰ ਵੀ ਨੇ, ਫਲ ਵੀ ਦਿੰਦੇ ਨੇ। ਤੇ ਇਹ ਇਮਲੀ ਦਾ ਰੁੱਖ ਹੈ ਪੁਰਾਣਾ, ਉਹਦਾ ਮੁੱਢ ਬੰਨਿਆ ਹੋਇਆ ਜਿਹੜਾ ਬਾਹਰ ਰੁੱਖ ਸੀ ਨਾ, ਉਸੇ ਦਾ ਇੱਕ ਪੀਸ ਹੈ ਇਹ ਇਮਲੀ ਦੇ ਰੁੱਖ ਦਾ ਇਹ। ਤੇ ਇਹ ਕਿਹਾ ਜਾਂਦਾ ਕਿ ਗੁਰੂ ਸਾਹਿਬ ਇਸੇ ਬਾਗ ਦੇ ਨਾਲ, ਇਸੇ ਇਮਲੀ ਦੇ ਰੁੱਖ ਥੱਲੇ ਆ ਕੇ ਬੈਠੇ ਸਨ ਤੋਂ ਪਹਿਲਾਂ। ਇੱਥੇ ਗੁਰੂ ਸਾਹਿਬ ਨੇ ਫਿਰ ਜਿਹੜਾ ਆਪਣੇ ਪੁੱਤਰ ਦੇ ਪਹਿਲੀ ਵਾਰੀ ਜਿਹੜੇ ਹੈ ਉਹਨੂੰ ਮਿਲੇ ਸਨ। ਗੋਬਿੰਦ ਰਾਏ ਜੀ ਨੂੰ ਪਰਿਵਾਰ ਆਇਆ ਸੀ ਪਟਨਾ ਸਾਹਿਬ, ਜਿਹੜਾ ਤਖਤ ਪਟਨਾ ਸਾਹਿਬ ਦੇ ਸਥਾਨ ਤੇ ਰਹਿੰਦੇ 4 ਕਿਲੋਮੀਟਰ ਬਾਹਰ ਹੈ ਇਹ ਗੁਰਦੁਆਰਾ ਸਾਹਿਬ। ਇੱਥੇ ਆ ਕੇ ਪਹਿਲੀ ਵਾਰੀ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕੀਤੇ ਸਨ ਗੁਰੂ ਗੋਬਿੰਦ ਰਾਏ ਜੀ ਨੇ, ਪਿਤਾ ਜੀ ਦੇ। ਤੇ ਇਹ ਉਹਨਾਂ ਦੀ ਯਾਦ ਦੇ ਵਿੱਚ ਅੰਦਰੋਂ ਜਿਹੜਾ ਹੈ ਗੁਰਧਾਮ ਜਿਹੜਾ ਅੰਦਰਲਾ ਦ੍ਰਿਸ਼। ਹੁਣ ਇਹ ਮੁੰਗੇਰ ਹੈ, ਪਟਨਾ ਸਾਹਿਬ ਤੋਂ ਗੁਰੂ ਸਾਹਿਬ ਅੱਗੇ ਗਏ ਸੀ ਬਾੜ ਦੇ ਵਿੱਚ। ਹੁਣ ਕੋਈ ਗੁਰਧਾਮ ਨਹੀਂ ਹੈ, ਇੱਕੋ ਇੱਕ ਗੁਰਧਾਮ ਹੈ, ਬਹੁਤ ਪੁਰਾਣਾ, ਉਹ ਵੀ ਲੋਕਲ ਗੁਰਧਾਮ ਹੈ। ਇਤਿਹਾਸਕ ਗੁਰਧਾਮ ਜਿਹੜਾ ਹੈ ਉਹ ਸਾਰੇ ਖਤਮ ਹੋ ਚੁੱਕੇ ਨੇ ਤੇ ਹੁਣ ਕੋਈ ਨਹੀਂ ਹੈ ਬਾੜ ਦੇ ਵਿੱਚ। ਇੱਕ ਜਿਹੜਾ ਗੁਰਧਾਮ ਹੈ ਛੋਟਾ ਜਿਹਾ, ਉਹ ਬੀਬੀ ਕੁਲਵੰਤ ਕੌਰ ਹੈ ਉੱਥੇ। ਉਹ ਇਕੱਲੀ ਇੱਕ ਸਿੱਖ ਲੇਡੀ ਹੈ ਜਿਹੜੀ ਉਸ ਗੁਰਧਾਮ ਦੀ ਸੇਵਾ ਸੰਭਾਲ ਕਰਦੀ ਹੈ, ਇੱਕੋ ਇੱਕ ਬੀਬੀ ਹੈ ਉੱਥੇ। ਤੇ ਉਸ ਤੋਂ ਫਿਰ ਅੱਗੇ ਜਿਹੜਾ ਹੈ ਅਗਲਾ ਜਿਹੜਾ ਹੈ ਬਾੜ ਲਗਭਗ 70 ਕਿਲੋਮੀਟਰ ਹੈ ਪਟਨਾ ਸਾਹਿਬ ਤੋਂ, ਤੇ ਲਗਭਗ ਅੱਗੇ ਹੋਰ 50-60 ਕਿਲੋਮੀਟਰ ਅੱਗੇ ਮੁੰਗੇਰ ਹੈ। ਮੁੰਗੇਰ ਹਿਸਟੋਰੀਕਲ ਟਾਊਨ ਹੈ। ਤੇ ਉੱਥੇ ਕਿਉਂਕਿ ਜਿੰਨੇ ਗੁਰਧਾਮ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਸੰਬੰਧ ਬਣੇ ਹੋਏ ਨੇ, ਜਾਂ ਗੁਰੂ ਗੋਬਿੰਦ ਸਿੰਘ ਜੀ ਆਪਣਾ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਨੇ ਜਿਹੜੇ ਪੂਰਬ ਦੀ ਯਾਤਰਾਵਾਂ ਦੇ, ਉਹ ਸਾਰੇ ਗੰਗਾ ਦਰਿਆ ਦੇ ਕੰਢੇ ਦੇ ਉੱਤੇ ਨੇ ਸਾਰੇ ਗੁਰਧਾਮ ਨੇ ਜਿਹੜੇ। ਇਹ ਵੀ ਗੰਗਾ ਦਰਿਆ ਦੇ ਕੰਢੇ ਦੇ ਉੱਤੇ ਨਾਲ ਹੀ ਹੈ ਇਹ ਜਿਹੜਾ ਗੁਰਧਾਮ ਹੈ ਮੁੰਗੇਰ ਜਿਹੜਾ ਬਣਿਆ ਹੋਇਆ। ਇਹ ਪੁਰਾਣਾ ਦੇਖੋ ਅਜੇ ਤੱਕ ਵੀ ਲਿਖਿਆ ਹੋਇਆ 1934 ਦੇ ਵਿੱਚ ਭੁਚਾਲ ਆਇਆ ਸੀ ਇੱਥੇ, ਸਾਰਾ ਗੁਰਧਾਮ ਢਹਿ ਗਿਆ ਸੀ। ਉਸ ਤੋਂ ਬਾਅਦ ਨਵਾਂ ਬਣਾਇਆ ਗਿਆ ਸੀ 1934 ਵਾਲਾ, ਜਿਹੜਾ ਹੁਣ ਤੱਕ ਇਹ ਕਾਇਮ ਹੈ ਜਿਹੜਾ ਹੈ। ਇਹ ਅੰਦਰ ਜਾਣ ਦਾ ਰਸਤਾ ਜਿਹੜਾ ਛੋਟਾ ਜਿਹਾ ਰਸਤਾ ਹੈ, ਗੁਰਦੁਆਰਾ ਪੱਕੀ ਸੰਗਤ ਹੈ ਇਹਦਾ ਨਾਂ, ਗੁਰਦੁਆਰਾ ਪੱਕੀ ਸੰਗਤ ਮੁੰਗੇਰ, ਇਹ ਤੁਸੀਂ ਦੇਖ ਸਕਦੇ ਹੋ। ਤੇ ਇਹ ਅੰਦਰੋਂ ਹੈ ਗੁਰਧਾਮ ਦੀ ਜਿਹੜੀ ਹੈ ਅੰਦਰ 2 ਬੀੜਾਂ ਨੇ ਪੁਰਾਣੀਆਂ ਇੱਥੇ ਪ੍ਰਕਾਸ਼ ਜਿਹੜੀਆਂ ਰੱਖੀਆਂ ਹੋਈਆਂ, ਸੰਭਾਲ ਕੇ ਰੱਖੀਆਂ ਹੋਈਆਂ ਨੇ। ਹਾਲਾਂਕਿ ਉਹਨਾਂ ਦੀ ਹਾਲਤ ਬਹੁਤ ਚੰਗੀ ਨਹੀਂ ਹੈ, ਬਹੁਤ ਪੁਰਾਣੀਆਂ ਨੇ, ਪਰ ਇੱਕ ਜਿਹੜੀ ਛਾਪੇ ਵਾਲੀ ਬੀੜ ਜਿਹੜੀ ਹੈ, ਛਪਾਈ ਵਾਲੀ ਬੀੜ ਜਿਹੜੀ ਹੈ, ਉਹਦਾ ਪ੍ਰਕਾਸ਼ ਰੋਜ਼ਾਨਾ ਕੀਤਾ ਜਾਂਦਾ ਹੈ। ਮਹੰਤ ਜੀ ਨੇ ਇੱਥੇ ਜਿਹੜੇ ਰੋਜ਼ਾਨਾ ਪ੍ਰਕਾਸ਼ ਕਰਦੇ ਨੇ, ਉਦਾਸੀ ਮਹੰਤ ਨੇ, ਤੇ ਉਹ ਪ੍ਰਕਾਸ਼ ਕਰਦੇ ਨੇ। ਤੇ ਪਿੰਡ ਜਿਹੜਾ ਮੁੰਗੇਰ ਨਗਰ ਹੈ ਜਿਹੜਾ, ਉੱਥੇ ਜਿਹੜਾ ਹੈ ਮੁੰਗੇਰ ਨਗਰ ਦੇ ਵਿੱਚ ਦੋ ਸਿੱਖ ਫੈਮਲੀਆਂ ਰਹਿ ਗਈਆਂ ਹੁਣ, ਕਿਉਂਕਿ ਉੱਥੇ ਜਿੰਨੀਆਂ ਵੀ ਫੈਮਲੀਆਂ ਸੀਗੀਆਂ ਜਿਹੜੀਆਂ ਉਹ ਸਾਰੀਆਂ ਲਗਭਗ ਪਲਾਇਨ ਕਰ ਚੁੱਕੀਆਂ ਨੇ। ਤੇ ਇਹਨਾਂ ਦਾ ਕੇਸ ਚੱਲਦਾ ਇਸ ਗੁਰਦੁਆਰੇ ਦੇ ਨਾਲ, ਕਿਉਂਕਿ ਮਰਿਆਦਾ ਦੀ ਸਮੱਸਿਆ ਸੀ ਉੱਥੇ। ਤੇ ਜਿਹੜੇ ਲੋਕਲ ਸਿੱਖ 2 ਫੈਮਲੀਜ਼ ਹੈਗੀਆਂ ਨੇ, ਐਨਕਾਂ ਦੀ ਦੁਕਾਨ ਹੈ ਇੱਕ ਪਰਿਵਾਰ ਦੀ, ਉਹਨਾਂ ਨਾਲ ਮੇਰੀ ਮੁਲਾਕਾਤ ਹੋਈ ਸੀ। ਉਹਨਾਂ ਨੇ ਮੈਨੂੰ ਸਾਰਾ ਕੁਛ ਇਸ ਗੁਰਧਾਮ ਬਾਰੇ ਦੱਸਿਆ ਸੀ ਕਿ ਕਿਵੇਂ ਕੇਸ ਚੱਲਿਆ ਸੀ ਇਹਨਾਂ ਦਾ। ਤੇ ਹੁਣ ਕੇਸ ਜਿਹੜਾ ਹੈ ਉੱਥੋਂ ਦੇ ਜਿਹੜੇ ਸਿੱਖ ਫੈਮਲੀ ਦੇ ਉਹਨਾਂ ਦੇ ਹੱਕ 'ਚ ਹੋ ਗਿਆ, ਤੇ ਮਰਿਆਦਾ ਜਿਹੜੀ ਹੈ ਉਹਨੂੰ ਕਾਇਮ ਰੱਖਣ ਦੇ ਲਈ ਸਾਰਾ ਕੁਝ ਕੀਤਾ ਗਿਆ ਸੀ। ਇਹ ਗੁਰਦੁਆਰੇ ਦੀ ਮਰਿਆਦਾ ਜਿਹੜੀ ਹੈ, ਤੁਸੀਂ ਦੇਖੋ ਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਉਹਦੇ ਟੱਲ ਵੀ ਲੱਗਿਆ ਹੋਇਆ ਹੈ, ਟੱਲ ਵੀ ਲੱਗਿਆ ਹੋਇਆ। ਤੇ ਜਿੱਥੇ ਵਿਚਕਾਰ ਗੁਰੂ ਨਾਨਕ ਸਾਹਿਬ ਦੀ ਫੋਟੋ ਹੈ, ਨਾਲ ਦੇਵੀ ਦੇਵਤਿਆਂ ਦੀਆਂ ਫੋਟੋਆਂ ਵੀ ਨੇ, ਇਹ ਨਜ਼ਰ ਆ ਰਹੀਆਂ ਤੁਹਾਨੂੰ ਸਾਰਿਆਂ ਨੂੰ। ਮਤਲਬ ਕਿ ਇਹ ਮੰਦਿਰ ਨੂੰਮਾ ਜਿਹੜਾ ਬਣਾਇਆ ਗਿਆ, ਕਿ ਜਿਹੜਾ ਆਉਂਦਾ ਮੱਥਾ ਵੀ ਟੇਕਦਾ, ਟੱਲ ਵੀ ਖੜਕਾਉਂਦਾ ਹੈ। ਇਹ ਸਾਰਾ ਕੁਝ ਜਿਹੜਾ ਹਿੰਦੂ ਧਰਮ ਦੀਆਂ ਰੀਤਾਂ ਜਿਹੜੀਆਂ ਨੇ ਉਹ ਕੀਤੀਆਂ ਜਾਂਦੀਆਂ ਨੇ ਇੱਥੇ। ਉਹ ਸਿੱਖ ਫੈਮਿਲੀ ਨੇ ਜਿਹੜਾ ਕੇਸ ਕੀਤਾ ਹੋਇਆ, ਕੇਸ ਜਿੱਤ ਕੇ ਨੇ। ਮੌਜੂਦਾ ਸਮੇਂ 'ਚ ਮੇਰਾ ਕੰਟੈਕਟ ਨਹੀਂ ਹੋ ਸਕਿਆ ਕਿ ਹੁਣ ਕੀ ਪੋਜੀਸ਼ਨ ਹੈ ਇਸ ਗੁਰਧਾਮ ਦੀ, ਉਹਨਾਂ ਨੂੰ ਕਬਜ਼ਾ ਮਿਲਿਆ ਕਿ ਨਹੀਂ ਮਿਲਿਆ, ਇਹਦੇ ਬਾਰੇ ਨਹੀਂ ਮੈਨੂੰ ਪਤਾ ਲੱਗ ਸਕਿਆ। ਪਰ ਉੱਥੇ ਜਿਹੜੇ ਨੇ ਮੌਜੂਦਾ ਸਮੇਂ ਦੇ ਵਿੱਚ ਹਰਬੰਸ ਸਿੰਘ ਜੀ ਨੇ, ਉਦੋਂ ਮੈਂ ਜਦੋਂ ਮਿਲਿਆ ਸੀ ਉਹਨਾਂ ਨਾਲ, ਇਹ ਹਰਬੰਸ ਸਿੰਘ ਨੇ, ਜਦੋਂ ਇਹਨਾਂ ਨੂੰ ਮਿਲਿਆ ਸੀ ਉਦੋਂ ਇਹਨਾਂ ਦੀ ਉਮਰ 85 ਸਾਲ ਦੀ ਸੀ। ਤੇ ਇਹ ਇਹਨਾਂ ਨੇ ਕੇਸ ਕੀਤਾ ਹੋਇਆ ਸੀਗਾ, ਬੜਾ ਲੰਮੇ ਸਮੇਂ ਤੋਂ ਕੇਸ ਚੱਲ ਰਿਹਾ ਸੀ, ਹਾਈ ਕੋਰਟ ਦੇ ਵਿੱਚ ਕੇਸ ਸੀ ਤੇ ਇਹ ਕੇਸ ਜਿੱਤ ਚੁੱਕੇ ਨੇ। ਤੇ ਇਹ ਮੁੰਗੇਰ ਦੇ ਵਿੱਚ ਗੁਰਦੁਆਰਾ ਜਿਹੜਾ ਗੁਰੂ ਸਾਹਿਬ ਦੇ, ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਵਿੱਚ ਬਣਿਆ ਹੋਇਆ ਜਿਹੜਾ। ਹੁਣ ਇਹ ਜਿਹੜਾ ਗੁਰਦੁਆਰਾ ਹੈ ਇਹ ਅੱਗੇ ਹੈਗਾ ਪਾਗਲਪੁਰ। ਜਿਵੇਂ ਕਿ ਪਹਿਲਾਂ ਦੱਸਿਆ ਤੁਹਾਨੂੰ ਕਿ ਗੰਗਾ ਨਦੀ ਦੇ ਕੰਢੇ ਦੇ ਉੱਤੇ ਇਹ ਗੁਰਦੁਆਰੇ ਨੇ ਸਾਰੇ। ਇਹ ਉੱਥੇ ਬੂੜਾ ਨਾਥ ਘਾਟ ਹੈ, ਬੂੜਾ ਨਾਥ ਘਾਟ ਦੇ ਉੱਤੇ ਇਹ ਗੁਰਦੁਆਰਾ ਬਣਿਆ ਹੋਇਆ ਹੈ। ਇਹ ਤੁਸੀਂ ਦੇਖੋਗੇ ਬੜਾ ਛੋਟਾ ਜਿਹਾ ਕਮਰਾ ਹੈ ਇੱਕ, ਜਿੱਥੇ ਗੁਰਦੁਆਰਾ ਬਣਿਆ ਹੋਇਆ ਹੈ। ਪਹਿਲਾਂ ਵੱਡਾ ਗੁਰਧਾਮ ਹੁੰਦਾ ਸੀ, ਇੱਥੇ ਪੂਰਾ ਘਰ ਹੁੰਦਾ ਸੀ, ਬਹੁਤ ਵੱਡਾ ਹੁੰਦਾ ਸੀਗਾ, 4 ਚੁਫੇਰਾ ਇਹਦਾ। ਤੇ ਜਿਹੜੇ ਮਹੰਤ ਜੀ ਸੀਗੇ ਇੱਥੇ, ਹੌਲੀ ਹੌਲੀ ਸਭ ਕੁਝ ਵੇਚਤਾ ਉਹਨਾਂ ਨੇ, ਕਿਉਂਕਿ ਸੰਗਤ ਨਹੀਂ ਸੀ ਹੈਗੀ ਕੋਈ, ਉਦਾਸੀ ਮਹੰਤ ਸਨ, ਸੰਗਤ ਹੈ ਨਹੀਂ ਸੀ ਕੋਈ। ਹੌਲੀ ਹੌਲੀ ਉਹਨਾਂ ਨੇ ਸਭ ਕੁਝ ਵੇਚ ਵੱਟ ਕੇ ਤੇ ਭੱਜ ਗਏ ਸੀ। ਤੇ ਫਿਰ ਇੱਕ ਕੋਈ ਉੱਥੇ ਕੋਈ ਪੰਡਤ ਸੀ ਉੱਥੋਂ ਦਾ, ਕੋਈ ਲੋਕਲ, ਜਿਹੜਾ ਮੈਜਿਸਟਰੇਟ ਕੋਲ ਕੰਮ ਕਰਦਾ ਸੀ, ਜਿਹੜਾ ਜੱਜ ਕੋਲ ਉੱਥੇ ਕੰਮ ਕਰਦਾ ਸੀ, ਉਹਨੇ ਫਿਰ ਇਹਦਾ ਕੋਰਟ ਦੇ ਰਾਹੀਂ ਕਬਜ਼ਾ ਲੈ ਲਿਆ ਸੀ ਉਹਨੇ।
ਕਿ ਇਹ ਜੇ ਨਾ ਕਬਜ਼ਾ ਲਿਆ ਤੇ ਇਹ ਜਿਹੜੀ ਚੀਜ਼ ਜਗ੍ਹਾ ਜਿਹੜੀ ਇਹ ਵੀ ਖਤਮ ਹੋ ਜਾਏਗੀ। ਤੇ ਉਸ ਪੰਡਤ ਜੀ ਦੇ ਜਾਣ ਤੋਂ ਬਾਅਦ ਫਿਰ ਇਹ ਗੁਰਧਾਮ ਬੰਦ ਹੋ ਗਿਆ ਸੀ। ਪੰਡਤ ਜੀ ਵੀ ਫਿਰ ਉਸ ਤੋਂ ਬਾਅਦ ਜਿਹੜਾ ਜੋ ਚਲੇ ਗਏ ਚੱਲਣਾ ਕਰਕੇ ਇਹ ਗੁਰਧਾਮ ਬੰਦ ਹੋ ਗਿਆ ਸੀਗਾ। ਫਿਰ ਸਿੰਧੀ ਫੈਮਿਲੀ ਨੂੰ ਪਤਾ ਲੱਗਿਆ ਇਸ ਗੁਰਧਾਮ ਦਾ। ਇੱਕ ਹੋਰ ਜਿਹੜੀ ਤੁਹਾਨੂੰ ਦਿਖਾਉਣਾ, ਇਹ ਅੰਦਰਲਾ ਪਾਰਟ ਆ ਉਹਦਾ, ਛਿੱਲ ਹੈ ਅੰਦਰ ਪਈ ਇੱਕ, ਤੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਦੀ ਫੋਟੋ ਲਾਈ ਹੋਈ ਹੈ ਛੋਟੇ ਜਿਹੇ ਕਮਰੇ ਦੇ ਵਿੱਚ, ਜਿੱਥੇ ਇਹ ਗੁਰਧਾਮ ਜਿਹੜਾ ਪੁਰਾਣਾ, ਜਿਹੜੀ ਸਭ ਤੋਂ ਪੁਰਾਣੀ ਜਗ੍ਹਾ ਇਹੀ ਆ ਉੱਥੇ ਬੂੜਾ ਨਾਥ ਘਾਟ ਦੇ ਉੱਤੇ। ਇਹ ਮਾਤਾ ਜੀ ਨੇ। ਹੁਣ ਇਹ ਮਾਤਾ ਜੀ ਜਿਹੜੀ ਹੈ, ਇਹਨਾਂ ਦਾ ਨਾਮ ਹੈ ਵਿਦਿਆ ਦੇਵੀ ਜੀ। ਇਹਨਾਂ ਦੀ ਉਮਰ ਜਦੋਂ ਮੈਨੂੰ ਮਿਲੀ ਸੀ 75 ਸਾਲ ਦੀ ਉਮਰ ਸੀ ਉਦੋਂ ਇਹ ਮਾਤਾ ਜੀ ਦੀ। ਇਹਨਾਂ ਦਾ ਬਿਲਕੁਲ ਜਿਹੜੀ ਮਾਤਾ ਜੀ ਦੇ ਪਿੱਛੇ ਗੇਟ ਹੈ ਕਾਲੇ ਰੰਗ ਦਾ, ਇਸ ਘਰ 'ਚ ਰਹਿੰਦੇ ਨੇ ਮਾਤਾ ਜੀ ਸਰਸਵਤੀ ਦੇਵੀ। ਤੇ ਇਹ ਦੋਨੇ, ਇਹਨਾਂ ਦੀ ਮਾਂ ਸੀਗੀ ਸਰਸਵਤੀ ਦੇਵੀ, ਜਿਨ੍ਹਾਂ ਨੇ ਇਹ ਬੱਚੇ ਨੂੰ, ਇਹ ਜਦੋਂ ਮੈਂ ਛੋਟੀ ਜਿਹੀ ਬੱਚੀ ਸੀ ਮੈਨੂੰ ਗੁਰੂ ਘਰ ਦੀ ਸੇਵਾ 'ਤੇ ਲਾਇਆ ਸੀਗਾ। ਤੇ ਗੁਰੂ ਸਾਹਿਬ ਦਾ ਜਦੋਂ ਕੋਈ ਗੁਰਪੁਰਬ ਆਉਂਦਾ ਹੋਇਆ ਸੀਗਾ ਤੇ ਗੁਰੂ ਤੇਗ ਬਹਾਦਰ ਸਾਹਿਬ ਨਾਲ ਸੰਬੰਧਿਤ, ਅਸੀਂ ਫਿਰ ਕਹਿੰਦੇ ਇੱਥੇ ਹਲਵਾ ਲੋਕਾਂ ਨੂੰ ਛਕਾਉਂਦੇ ਹੁੰਦੇ ਸੀ। ਉਦੋਂ ਹਲਵਾ ਬਣਾ ਕੇ ਘਰ ਦੇ ਵਿੱਚ ਹੀ, ਤੇ ਲੋਕਾਂ ਜਿਹੜੀ ਸੰਗਤ ਇੱਥੇ ਆਉਂਦੀ ਸੀ ਉਹਨੂੰ ਛਕਾਇਆ ਕਰਦੇ ਸੀ। ਤੇ ਇਹ ਇੱਕ ਸਿੰਧੀ ਪਰਿਵਾਰ ਹੈ ਜਿਹੜੀ ਆ ਕੇ, ਕਿਉਂਕਿ ਇਹਦਾ ਕਬਜ਼ਾ ਨਹੀਂ ਸੀ ਕਿਸੇ ਕੋਲ, ਬੰਦ ਸੀ ਬਿਲਕੁਲ ਹੀ, ਉਹ ਫਿਰ ਇਸੇ ਗਲੀ ਦੇ ਵਿੱਚ ਬੈਠ ਕੇ ਕੀਰਤਨ ਕਰਦੀ ਸੀ। ਸਿੰਧੀ ਫੈਮਿਲੀ ਗਲੀ 'ਚ ਬੈਠ ਕੇ ਕੀਰਤਨ ਕਰਦੀ ਸੀ। ਫਿਰ ਹੌਲੀ ਹੌਲੀ ਜਿਹੜੀ ਲੋਕਲ ਜਿਹੜੇ ਹੈ ਕੁਝ ਫੈਮਿਲੀ ਰਹਿ ਗਈਆਂ 84 ਤੋਂ ਬਾਅਦ, ਉਹ ਸਿੰਘ ਸਭਾ ਗੁਰਦੁਆਰੇ ਵਾਲੇ ਨੇ ਜਿਹੜੇ ਮੇਰੇ ਨਾਲ ਖੜੇ ਨੇ, ਸਿੰਧੀ ਫੈਮਿਲੀ ਦੇ ਵਿੱਚੋਂ ਨੇ ਇਹਨਾਂ ਨੇ ਫਿਰ ਹੌਲੀ ਹੌਲੀ ਜਿਹੜੀ ਹੈ ਇਹ ਦੱਸਦੇ ਸੀ ਕਿ ਅਸੀਂ ਕੀਰਤਨ ਕਰਦੇ ਸੀ ਗਲੀ ਦੇ ਵਿੱਚ ਬੈਠ ਕੇ। ਤੇ ਇਹ ਜਿਹੜੀ ਹੈ ਉਦੋਂ ਫਿਰ ਇਹਨਾਂ ਨੇ ਹੌਲੀ ਹੌਲੀ ਇਹਦਾ ਜਿਹੜਾ ਸਿੰਘ ਸਭਾ ਵਾਲੀ ਮੈਨੇਜਮੈਂਟ ਸੀ, ਇਹਨਾਂ ਨੇ ਫਿਰ ਇਹ ਜਿਹੜਾ ਘਰ ਲੱਗਦਾ ਸੀ ਨਾਲ, ਇਸ ਗੁਰਦੁਆਰੇ ਜਗ੍ਹਾ ਦੇ ਨਾਲ ਘਰ ਲੱਗਦਾ, ਉਹ ਘਰ ਖਰੀਦ ਲਿਆ ਇਹਨਾਂ ਨੇ। ਇਹ ਮਾਤਾ ਜੀ ਦੱਸ ਰਹੇ ਨੇ ਮੈਨੂੰ, ਵਿਦਿਆ ਦੇਵੀ, ਇਹ ਘਰ ਖਰੀਦ ਲਿਆ। ਹੁਣ ਘਰ ਦੇ ਵਿੱਚ ਪ੍ਰਕਾਸ਼ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਦਾ ਇਹਨਾਂ ਨੇ। ਇਹ ਘਰ ਖਰੀਦ ਕੇ ਇੱਥੇ ਹੁਣ ਸਾਲ ਦੇ ਵਿੱਚ ਇੱਕ ਵਾਰੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਉਂਦੇ ਨੇ। ਤੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਨਾਲ ਹੀ ਫਿਰ ਇੱਥੇ ਇੱਕ ਹੋਰ ਜਿਹੜਾ ਹੁੰਦਾ ਉਹ ਹੈ ਗੁਰੂ ਤੇਗ ਬਹਾਦਰ ਸਾਹਿਬ ਦੇ ਪੁਰਬ ਜਿਹੜੇ ਨੇ ਮਨਾਏ ਜਾਂਦੇ ਨੇ ਇੱਥੇ। ਤੇ ਇੱਥੇ ਲੰਗਰ ਵੀ ਲਾਇਆ ਜਾਂਦਾ ਤੇ ਜਿਹੜਾ ਭੰਡਾਰਾ ਕੀਤਾ ਜਾਂਦਾ, ਭੰਡਾਰਾ ਕਹਿੰਦੇ ਨੇ ਉੱਥੇ ਲੋਕਲ ਲੈਂਗੁਏਜ ਦੇ ਵਿੱਚ, ਲੰਗਰ ਲਗਾਇਆ ਜਾਂਦਾ ਉੱਥੇ, ਤੇ ਸੰਗਤ ਨੂੰ ਬੁਲਾ ਕੇ ਤੇ ਸੰਗਤ ਨੂੰ ਜਿਹੜਾ ਛਕਾਇਆ ਜਾਂਦਾ। ਤੇ ਇਹ ਕੀਰਤਨ ਵੀ ਕੀਤਾ ਜਾਂਦਾ ਰੈਗੂਲਰਲੀ ਇੱਥੇ ਜਿਹੜਾ ਆਉਂਦੇ ਨੇ ਸੰਗਤ। ਹਫ਼ਤੇ 'ਚ ਆਉਂਦੀ ਹੈ ਇੱਕ ਵਾਰੀ ਆ ਕੇ, ਹਫ਼ਤੇ 'ਚ ਇੱਕ ਵਾਰੀ ਆ ਕੇ ਸੰਗਤ ਇੱਥੇ ਕੀਰਤਨ ਕਰਦੀ ਹੈ। ਇਹ 2-4 ਫੈਮਿਲੀ ਜਿਹੜੇ ਬੈਠੇ ਨੇ, ਸਿੱਖ ਬੈਠੇ ਨੇ, ਇਹ ਸਿੰਘ ਸਭਾ ਗੁਰਦੁਆਰਾ ਹੈ ਜਿਹੜਾ ਸ਼ਹਿਰ ਦੇ ਵਿੱਚ ਰੇਲਵੇ ਸਟੇਸ਼ਨ ਦੇ ਬਿਲਕੁਲ ਨਾਲ ਹੈ, ਉੱਥੋਂ ਆਉਂਦੇ ਨੇ। ਤੇ ਇਹ ਮਤਲਬ ਕਿ ਆ ਕੇ ਇੱਥੇ ਕੀਰਤਨ ਕਰਦੇ ਨੇ ਇੱਥੇ ਆ ਕੇ, ਤੇ ਸਾਰੇ ਪ੍ਰਬੰਧ ਕਰਦੇ ਨੇ। ਤੇ ਇਹਨਾਂ ਨੇ ਗੁਰਦੁਆਰਾ ਇਸ ਤੋਂ ਥੋੜੀ ਦੂਰ, ਅੱਧਾ ਕਿਲੋਮੀਟਰ ਦੂਰ, ਇਹ ਸਥਾਨ ਜਿਹੜਾ ਬੂੜਾ ਨਾਥ ਘਾਟ ਹੈ, ਇਹ ਸਥਾਨ ਬੂੜਾ ਨਾਥ ਘਾਟ ਦੇ ਉੱਤੇ ਹੀ ਹੈ। ਇਹ ਪੂਰੀ ਫੋਟੋ ਨਹੀਂ ਆ ਸਕੀ, ਬਹੁਤ ਲੰਬਾ ਸੀਗਾ। ਇਹ ਝੰਡਾ ਹੈ, ਇਹ ਉਦਾਸੀਆਂ ਦਾ ਨਿਸ਼ਾਨ ਹੈ, ਦਰਅਸਲ ਉਦਾਸੀ ਸੰਪਰਦਾ ਦਾ ਨਿਸ਼ਾਨ ਹੈ। ਇੱਥੇ ਵੀ ਇੱਕ ਗੁਰਧਾਮ ਹੈਗਾ, ਉੱਥੇ ਅੱਧਾ ਕਿਲੋਮੀਟਰ ਦੂਰ ਤੇ ਮਥੁਰਾ ਨਾਥ ਗਲੀ ਹੈ। ਉੱਥੇ ਮਥੁਰਾ ਨਾਥ ਗਲੀ ਦੇ ਵਿੱਚ ਇਹ ਜਗ੍ਹਾ ਬਣੀ ਹੋਈ ਹੈ, ਗੁਰੂ ਨਾਨਕ ਸਾਹਿਬ ਦੀ ਬਣਾਈ ਹੋਈ ਹੈ ਇਹਨਾਂ ਨੇ। ਇਹ ਅੰਦਰ ਛੋਟੇ ਜਿਹੇ ਕਮਰੇ ਦੇ ਵਿੱਚ ਇਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਫੋਟੋ ਵੀ ਰੱਖੀ ਹੋਈ ਹੈ, ਗੁਰੂ ਨਾਨਕ ਸਾਹਿਬ ਦੀ, ਤੇ ਨਾਲ ਪੀੜੇ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ, ਤੇ ਅੰਦਰ ਥੱਲੇ ਮੂਰਤੀਆਂ ਵੀ ਰੱਖੀਆਂ ਹੋਈਆਂ ਨੇ। ਇਹ ਸਾਰਾ ਕੁਝ ਅੱਗੇ ਸਾਹਮਣੇ ਧੂਣਾ ਵੀ ਰੱਖਿਆ ਹੋਇਆ, ਧੂਣੇ ਰੂਪੀ ਜਗ੍ਹਾ ਵੀ ਧੂਫ ਬੱਤੀ ਕਰਦੇ ਨੇ ਜਿੱਥੇ। ਹੁਣ ਜਿਹੜੇ ਇਹਨਾਂ ਦੇ ਨਾਲ ਜਦੋਂ ਲੰਮੀ ਚੌੜੀ ਵਿਚਾਰ ਚਰਚਾ ਹੋਈ, ਅੱਧਾ ਕਿਲੋਮੀਟਰ ਹੀ ਹੈ ਜਿਹੜੇ ਪੁਰਾਣੇ ਗੁਰਦੁਆਰੇ ਤੋਂ ਇਹ, ਤੇ ਇਹ ਕਹਿੰਦੇ ਅਸੀਂ ਗੁਰੂ ਨਾਨਕ ਸ਼ਾਹੀ ਜਿਹੜਾ ਸੰਪਰਦਾ ਨਾਲ ਸੰਬੰਧ ਰੱਖਦੇ ਹਾਂ ਅਸੀਂ। ਇਹ ਮੈਨੂੰ ਕਹਿਣ ਲੱਗੇ ਮਹੰਤ ਜੀ ਨੇ, ਇਹ ਪੁਰਾਣੀ ਬੀੜ ਹੈ ਜਿਹਦਾ ਪ੍ਰਕਾਸ਼ ਕੀਤਾ ਜਾਂਦਾ, ਹੱਥ ਲਿਖਤੀ ਬੀੜ ਹੈ ਇਹਦਾ ਪ੍ਰਕਾਸ਼ ਕੀਤਾ ਜਾਂਦਾ। ਇਹੀ ਸੰਭਾਲ ਕੇ ਰੱਖੀ ਹੋਈ ਹੈ ਉੱਥੇ। ਗੁਰਮੁਖੀ ਪੜ੍ਹਨੀ ਨਹੀਂ ਆਉਂਦੀ ਇਹਨਾਂ ਨੂੰ, ਪਰ ਪ੍ਰਕਾਸ਼ ਕਰਕੇ ਉੱਤੇ ਰੁਮਾਲਾ ਦੇ ਦਿੰਦੇ ਨੇ। ਇਹ ਮਹੰਤ ਜੀ ਨੇ ਜਿਹੜੇ ਮੌਜੂਦਾ ਸਮੇਂ ਦੇ ਵਿੱਚ ਉੱਥੇ ਜਿਹੜੇ ਨੇ ਕਰਦੇ ਨੇ, ਇਹਦਾ ਨਾਮ ਹੈ ਸੁਰਜੀਤ ਕੁਮਾਰ। ਇਹਦਾ ਮਹੰਤ ਸੁਰਜੀਤ ਕੁਮਾਰ ਇਹਨਾਂ ਦਾ ਨਾਮ ਹੈ। ਤੇ ਇਹ ਕਹਿੰਦੇ ਕਿ ਅਸੀਂ ਜਿਵੇਂ ਤੁਸੀਂ ਕਹੋਗੇ ਅਸੀਂ ਉਸੇ ਤਰ੍ਹਾਂ ਦੀ ਮਰਿਆਦਾ ਬਣਾ ਦਾਂਗੇ ਇੱਥੇ। ਤੇ ਮੈਂ ਤੇ ਬੇਨਤੀ ਕੀਤੀ ਸੀ ਕਿ ਜਿਹੜੀ ਸਿੰਘ ਸਭਾ ਗੁਰਦੁਆਰੇ ਵਾਲੇ ਜਿਹੜੇ, ਉਹਨਾਂ ਨੂੰ ਪੁੱਛ ਲਿਆ ਜਾਵੇ ਕਿ ਕਿਵੇਂ ਗੁਰੂ ਸਾਹਿਬ ਦੇ ਪ੍ਰਕਾਸ਼ ਦੇ ਉੱਤੇ ਚੰਦੂਆ ਵੀ ਲਾਉਣਾ ਹੈ, ਤੇ ਹੋਰ ਕੋਈ ਮੂਰਤੀ ਵੀ ਆਸ-ਪਾਸ ਨਹੀਂ ਹੋਣੀ ਚਾਹੀਦੀ। ਇਹ ਇਸ ਤਰ੍ਹਾਂ ਦਾ ਜਿਹੜਾ ਪ੍ਰਬੰਧ ਜਿਹੜਾ ਤੁਹਾਨੂੰ ਸਿੰਘ ਸਭਾ ਗੁਰਦੁਆਰੇ ਲੈ ਕੇ ਦੱਸ ਜਾਣਗੇ ਕਿਵੇਂ ਕਰਨਾ ਹੈ। ਪਰ ਇਹ ਅਲੱਗ ਕਮਰਾ ਹੋਣਾ ਚਾਹੀਦਾ ਹੈ। ਤੁਸੀਂ ਮੂਰਤੀਆਂ ਨੂੰ ਕਮਰੇ ਕਿਸੇ ਹੋਰ ਸ਼ਿਫਟ ਕਰ ਸਕਦੇ ਹੋ ਜਾਂ ਕਿਤੇ ਹੋਰ ਰੱਖ ਸਕਦੇ ਹੋ, ਸਰਕਾਰ ਨਾਲ ਰੱਖੋ, ਸਾਨੂੰ ਕੋਈ ਇਤਰਾਜ਼ ਨਹੀਂ। ਪਰ ਜਿਹੜਾ ਗੁਰੂ ਸਾਹਿਬ ਦਾ ਸਥਾਨ ਹੈ, ਘੱਟੋ ਘੱਟ ਇਹ ਸਥਾਨ ਜਿਹੜਾ ਹੈ ਇਹ ਪੂਰਾ ਦਾ ਪੂਰਾ ਮਰਿਆਦਾ ਪੂਰਵਕ ਜਿਹੜਾ ਹੋਣਾ ਚਾਹੀਦਾ ਹੈ, ਮਰਿਆਦਾ ਦੇ ਨਾਲ ਹੋਣਾ ਚਾਹੀਦਾ ਹੈ। ਇਹ ਮੰਨ ਕੇ ਚਲੋ ਕਿ ਹੁਣ ਮੈਨੂੰ ਉਸ ਤੋਂ ਬਾਅਦ ਨਹੀਂ ਮੌਕਾ ਮਿਲਿਆ ਇਹਨਾਂ ਦੇ ਕੋਲ ਜਾਣ ਦਾ, ਹੁਣ ਕੀ ਉੱਥੇ ਜਿਹੜੀ ਹੈ ਪੋਜੀਸ਼ਨ ਕੀ ਹੈ, ਤੇ ਪਰ ਉਦੋਂ ਮੰਨ ਕੇ ਬਣ ਗਈ। ਇਹ ਉਦਾਸੀਆਂ ਦਾ ਇੱਕ ਇਹ ਵੀ ਸਥਾਨ ਹੈ ਬੜਾ ਪੁਰਾਣਾ, ਜਿੱਥੇ ਮਤਲਬ ਕਿ ਪ੍ਰਚਾਰ ਕੇਂਦਰ ਸੀ ਕਿਸੇ ਵਕਤ ਸਿੱਖਾਂ ਦਾ। ਤੇ 84 ਤੋਂ ਬਾਅਦ ਸਾਡਾ ਸਭ ਕੁਝ ਬਦਲ ਗਿਆ, ਤੇ ਹੁਣ ਉੱਥੇ ਜਿਹੜੇ ਸਥਾਨ ਜਿਨ੍ਹਾਂ ਦੇ ਕੋਲ ਹੈਗੇ ਨੇ ਉਹਨਾਂ ਦੇ ਅਧੀਨ ਹੀ ਨੇ। ਤੇ ਮਰਿਆਦਾ ਦਾ ਨਹੀਂ ਪਤਾ, ਗੁਰਮੁਖੀ ਨਹੀਂ ਪੜ੍ਹਨੀ ਆਉਂਦੀ, ਤੇ ਨਾ ਇਹਨਾਂ ਨੂੰ ਹੋਰ ਕੁਛ ਜਿਹੜਾ ਹੈ ਸਿੱਖ ਪਰੰਪਰਾਵਾਂ ਬਾਰੇ ਕੁਛ ਗਿਆਨ ਹੈ। ਪਰ ਫਿਰ ਵੀ ਪੁਰਾਣੀਆਂ ਬੀੜਾਂ ਜਿੱਥੇ ਜਿੱਥੇ ਪਈਆਂ ਨੇ, ਇਹਨਾਂ ਨੇ ਇਹ ਬੀੜਾਂ ਸੰਭਾਲ ਕੇ ਰੱਖੀਆਂ ਹੋਈਆਂ ਨੇ। ਇਹ ਪੁਰਾਣੀਆਂ ਬੀੜੀਆਂ ਦੱਸਦੀਆਂ ਨੇ ਕਿ ਇਹ ਜਗ੍ਹਾ ਜਿਹੜੀਆਂ ਕਿੰਨੀਆਂ ਪੁਰਾਣੀਆਂ ਹੋਣਗੀਆਂ, ਜਾਂ ਇਹ ਪ੍ਰਚਾਰ ਕੇਂਦਰ ਕਿੰਨੇ ਕੁ ਪੁਰਾਣੇ ਹੋਣਗੇ, ਇਹ ਬੀੜੀਆਂ ਦਾ ਪਤਾ ਲੱਗਦਾ ਸਾਨੂੰ। ਇਹ ਭਾਗਲਪੁਰ ਦੀ ਜਿਹੜੀ ਹੈ ਇਹ ਸਿਚੁਏਸ਼ਨ ਹੈ। ਹੁਣ ਤੁਸੀਂ ਇਹ ਅੱਗੇ ਦੇਖੋ, ਇਹ ਹੈਗਾ ਲక్ష్ਮੀ ਨਗਰ।
ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਨਾ ਕਿ ਜਿੰਨੇ ਬਿਹਾਰ ਦੇ ਵਿੱਚ ਗੁਰਧਾਮ ਨੇ ਜਿੱਥੇ ਤੇ ਹਿਸਟੋਰੀਕਲ, ਉੱਥੇ ਰੇਲਵੇ ਸਟੇਸ਼ਨਾਂ ਦੀ ਪੋਜੀਸ਼ਨ ਕੀ ਹੈ। ਤੁਸੀਂ ਇਸ ਰੇਲਵੇ ਸਟੇਸ਼ਨ ਦੇ ਪਿਛਲੇ ਪਾਸੇ ਦੇਖੋ, ਇਹ ਰੇਲਵੇ ਸਟੇਸ਼ਨ ਦਾ ਬੋਰਡ ਹੈ ਦਰਅਸਲ। ਇਹਦੇ ਉੱਤੇ ਰੇਲਵੇ ਸਟੇਸ਼ਨ ਦੇ ਉੱਤੇ ਗੁਰਦੁਆਰਾ ਲక్ష్ਮੀਪੁਰ 3 ਕਿਲੋਮੀਟਰ ਹੈ ਇੱਥੋਂ। 3 ਕਿਲੋਮੀਟਰ ਦੂਰ ਹੋਣ ਦੇ ਬਾਵਜੂਦ ਵੀ ਬੋਰਡ ਦਾ ਇੱਥੇ ਰੇਲਵੇ ਸਟੇਸ਼ਨ ਤੇ ਲੱਗਿਆ ਹੋਇਆ ਹੈ, ਲక్ష్ਮੀ ਨਗਰ ਦੇ ਉੱਤੇ। ਪਿੱਛੇ ਕਾੜਾ ਗੋਲਾ ਰੇਲਵੇ ਸਟੇਸ਼ਨ ਹੈ ਇਸ ਸਟੇਸ਼ਨ ਦਾ ਨਾਂ, ਤੇ ਨਾਲ ਹੀ ਗੁਰੂ ਤੇਗ ਬਹਾਦਰ ਸਾਹਿਬ ਪੰਜਾਬੀ ਦੇ ਵਿੱਚ ਵੀ ਲਿਖਿਆ ਹੋਇਆ ਹੈ, ਪਹਿਲਾ ਨੰਬਰ 1 ਦੇ ਉੱਤੇ, ਥੱਲੇ ਹਿੰਦੀ 'ਚ ਲਿਖਿਆ ਹੋਇਆ ਹੈ ਬਿਹਾਰ ਦੇ ਵਿੱਚ। ਥੋੜਾ ਧਿਆਨ ਦੇਣ ਦੀ ਗੱਲ ਹੈ ਕਿ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਨਾਮ ਗੁਰਮੁਖੀ 'ਚ ਲਿਖਿਆ ਹੋਇਆ, ਥੱਲੇ ਹਿੰਦੀ 'ਚ ਲਿਖਿਆ ਹੋਇਆ ਹੈ। ਬਿਲਕੁਲ ਬੋਰਡ ਦੇ ਬਿਲਕੁਲ, ਕਿਉਂਕਿ ਫੋਟੋ ਨਹੀਂ ਸੀ ਆ ਰਹੀ ਪੂਰੀ, ਉਹਦੇ ਨਾਲ ਹਨੇਰਾ ਸੀ, ਰਾਤ ਨੂੰ ਨਹੀਂ ਸੀ ਆ ਰਹੀ, ਤੇ ਜਿੰਨੀ ਫੋਟੋ ਖਿੱਚ ਸਕਿਆ ਮੈਂ ਉਨੀ ਖਿੱਚ ਕੇ ਜਿਹੜੀ ਹੈ ਰਾਤ ਨੂੰ ਲਿਆ ਸੀ। ਇਹ ਰਾਤੀ ਲਗਭਗ 10 ਵਜੇ ਦੀ ਫੋਟੋ ਹੈ, ਜਦੋਂ ਮੈਂ ਉੱਥੋਂ ਟ੍ਰੇਨ ਜਿਹੜੀ ਹੈ ਅੱਗੇ ਜਾਣਾ ਸੀ ਰਾਤ ਨੂੰ। ਇਹ ਇਸ ਸਥਾਨ, ਇਹ ਰੇਲਵੇ ਸਟੇਸ਼ਨ ਦੇ ਪਿਛਲੇ ਪਾਸੇ ਇਹ ਬਾਜ਼ਾਰ ਹੈ ਇੱਕ, ਜਿਹਨੂੰ ਗੁਰੂ ਬਾਜ਼ਾਰ ਵੀ ਕਿਹਾ ਜਾਂਦਾ ਹੈ, ਗੁਰੂ ਬਾਜ਼ਾਰ ਕਿਹਾ ਜਾਂਦਾ ਹੈ। ਇੱਕ ਗੁਰੂ ਬਾਜ਼ਾਰ ਅੰਮ੍ਰਿਤਸਰ ਹੈ, ਇੱਕ ਗੁਰੂ ਬਾਜ਼ਾਰ ਜਿਹੜਾ ਹੈ ਕਾੜਾ ਗੋਲਾ ਹੈ, ਜਿਹੜਾ ਕਿ ਕਟਿਹਾਰ ਜ਼ਿਲ੍ਹੇ ਦੇ ਵਿੱਚ ਹੈ, ਲਗਭਗ 25-30 ਕਿਲੋਮੀਟਰ ਹੈ ਕਟਿਹਾਰ ਉਸ ਜਗ੍ਹਾ ਦੇ ਉੱਤੋਂ। ਤੇ ਉੱਥੋਂ ਮਤਲਬ ਕਿ 25-30 ਕਿਲੋਮੀਟਰ ਪਹਿਲਾਂ ਹੀ ਜਿਹੜਾ ਹੈ ਇੱਥੇ ਰੇਲਵੇ ਸਟੇਸ਼ਨ ਦੇ ਸਾਰੀਆਂ ਟ੍ਰੇਨਾਂ ਰੁਕ ਕੇ ਜਾਂਦੀਆਂ ਨੇ ਕਾੜਾ ਗੋਲਾ ਰੋਡ ਰੇਲਵੇ ਸਟੇਸ਼ਨ ਦੇ ਉੱਤੇ। ਇੱਥੋਂ 3 ਕਿਲੋਮੀਟਰ ਦੇ ਉੱਤੇ ਲక్ష్ਮੀਪੁਰ ਹੈ, ਇਹ ਗੁਰਦੁਆਰਾ ਲక్ష్ਮੀਪੁਰ ਦਾ। ਇਹਦਾ ਨਾਮ ਹੈਗਾ ਸਰਦਾਰ ਨਗਰ। ਲక్ష్ਮੀਪੁਰ ਦੇ ਵਿੱਚ 150-200 ਘਰ ਨੇ ਸਿੱਖਾਂ ਦੇ, ਇਹਨਾਂ ਨੇ ਗੁਰਦੁਆਰਾ ਬਣਾਇਆ ਹੈ ਤੇ ਆਪਣੀ ਜਗ੍ਹਾ ਦਾ ਨਾਮ ਰੱਖਿਆ ਸਰਦਾਰ ਨਗਰ। ਮੈਂ ਜਿਵੇਂ ਪਹਿਲਾਂ ਵੀ ਦੱਸਿਆ ਸੀ ਆਪ ਜੀ ਨੂੰ ਕਿ ਸਰਦਾਰ ਕਹਾਉਣ ਦੇ ਵਿੱਚ ਬੜਾ ਫਖਰ ਮਹਿਸੂਸ ਕਰਦੇ ਨੇ ਉੱਥੋਂ ਦੇ ਲੋਕ। ਸ਼ਾਇਦ ਅਸੀਂ ਉਹਨਾਂ ਨਹੀਂ ਕਰਦੇ ਜਿੰਨਾ ਲੋਕ ਇਹ ਫਖਰ ਮਹਿਸੂਸ ਕਰਦੇ ਨੇ ਕਿ ਸਰਦਾਰ ਹਾਂ, ਸਾਨੂੰ ਗੁਰੂ ਸਾਹਿਬ ਨੇ ਸਰਦਾਰੀ ਬਖਸ਼ੀ। ਇਹ ਮਤਲਬ ਕਿ ਹੈਗਾ ਉਹਨਾਂ ਦਾ ਗੁਰਦੁਆਰਾ। ਤੇ ਇਹ ਅੰਦਰ ਗੁਰਦੁਆਰਾ ਜਿਹੜਾ ਹੈ ਪੁਰਾਣਾ ਗੁਰਧਾਮ ਹੈ, ਹੁਣ ਨਵਾਂ ਗੁਰਧਾਮ ਬਣ ਰਿਹਾ। ਇਹ ਪੁਰਾਣੀ ਜਗ੍ਹਾ ਹੈ ਜਿੱਥੇ ਗੁਰਦੁਆਰਾ ਜਿੱਥੇ ਪ੍ਰਕਾਸ਼ ਕੀਤਾ ਹੋਇਆ। ਇਹ ਅਕੈਡਮੀ ਚਲਾ ਰਹੇ ਨੇ ਉੱਥੇ, ਜਿਹੜੀ ਹੈ ਗੁਰਦੁਆਰੇ ਕਾਫੀ ਜ਼ਮੀਨ ਹੈ ਇਹਨਾਂ ਕੋਲ ਗੁਰਦੁਆਰਾ ਸਾਹਿਬ ਦੇ ਨਾਲ। ਐਕਚੁਅਲੀ ਲక్ష్ਮੀਪੁਰ ਦੀ ਜਿਹੜੀ ਸੰਗਤ ਹੈ ਨਾ, ਇਹ ਕੰਤ ਨਗਰ ਤੋਂ ਆ ਕੇ ਰਹੀ ਹੈ ਇੱਥੇ। ਕੰਤ ਨਗਰ ਜਿਹੜਾ ਹੈ ਉਹ ਜ਼ਿਆਦਾ ਦੂਰ ਨਹੀਂ ਹੈ, ਇੱਥੋਂ ਥੋੜ੍ਹੀ ਦੂਰੀ ਹੈ। ਕੰਤ ਨਗਰ ਗੰਗਾ ਦਰਿਆ ਦੇ ਵਿੱਚ ਆ ਗਿਆ ਸੀਗਾ, ਉਹ ਸਾਰਾ ਮਤਲਬ ਕਿ ਹਟ ਗਿਆ ਸੀ। ਤੇ ਕੰਤ ਨਗਰ ਦੇ ਵਿੱਚ ਦੇ ਨਾਂ ਤੇ ਹੀ ਗੁਰੂ ਸਾਹਿਬ ਦੇ ਹੁਕਮਨਾਮੇ ਵੀ ਮਿਲਦੇ ਨੇ, ਨਾਂ ਆਉਂਦਾ ਕੰਤ ਨਗਰ ਦਾ, ਹੁਕਮਨਾਮੇ ਦੇ ਵਿੱਚ ਗੁਰੂ ਸਾਹਿਬਾਨ ਦੇ। ਤੇ ਇੱਕ ਕੰਤ ਨਗਰ ਦਾ ਬੜਾ ਜਿਹੜਾ ਸਿੱਖ ਸੀ ਸ਼ਰਧਾਲੂ ਗੁਰੂ ਗੋਬਿੰਦ ਸਿੰਘ ਜੀ ਦਾ, ਉਹ ਹਜੂਰ ਸਾਹਿਬ ਦੱਖਣ ਦੇ ਵਿੱਚ ਗੁਰੂ ਸਾਹਿਬ ਦੇ ਨਾਲ ਸੀ, ਮੰਗਲ ਸਿੰਘ ਸੀ ਉਹਦਾ ਨਾਂ। ਤੇ ਮੰਗਲ ਸਿੰਘ ਉਸ ਵਕਤ ਗੁਰੂ ਸਾਹਿਬ ਦੇ ਪਹਿਰੇ ਦੇ ਉੱਤੇ ਸੀ ਜਦੋਂ ਗੁਰੂ ਸਾਹਿਬ ਦੇ ਉੱਤੇ ਪਠਾਨ ਜਮਸ਼ੇਦ ਖਾਨ ਨੇ ਹਮਲਾ ਕੀਤਾ ਸੀਗਾ, ਤੇ ਇਹਨੇ ਫੜਿਆ ਸੀ ਉਹਨੂੰ ਮੰਗਲ ਸਿੰਘ ਨੇ। ਇਹ ਕੰਤ ਨਗਰ ਦਾ ਸੀ। ਤੇ ਜਦੋਂ ਇਹ ਪਿੰਡ ਸਾਰਾ ਦਰਿਆ ਦੇ ਵਿੱਚ ਆ ਗਿਆ, ਤਾਂ ਦਰਿਆ ਦੇ ਵਿੱਚ ਆਉਣ ਤੋਂ ਬਾਅਦ ਫਿਰ ਉੱਥੋਂ ਦੀ ਮਿੱਟੀ ਲਿਆ ਕੇ ਇਹਨਾਂ ਨੇ ਫਿਰ ਲక్ష్ਮੀਪੁਰ ਨਗਰ ਵਸਾਇਆ ਸੀਗਾ। ਤੇ ਲక్ష్ਮੀਪੁਰ ਦੇ ਵਿੱਚ ਹੁਣ ਇਹ ਉਹ ਸਾਰਾ ਨਗਰ ਜਿਹੜਾ ਹੈ ਲక్ష్ਮੀਪੁਰ ਦੇ ਵਿੱਚ ਸਾਰੇ ਸਿੱਖ ਜਿਹੜੇ ਨੇ ਉੱਥੇ ਵਸੇ ਹੋਏ ਨੇ। ਇਹ ਨਿਸ਼ਾਨੀਆਂ ਵੀ ਆਪਣੇ ਨਾਲ ਲੈ ਕੇ ਆਏ ਨੇ, ਨਿਸ਼ਾਨੀਆਂ ਪੰਜਾਂ ਨੇ। ਇਹ ਪੁਰਾਣੀਆਂ ਜਿਹੜੀਆਂ ਗੁਰੂ ਸਾਹਿਬਾਨ ਦੇ ਸਮੇਂ ਦੀਆਂ ਪੁਰਾਤਨ ਸਿੱਖਾਂ ਦੀਆਂ ਨਿਸ਼ਾਨੀਆਂ ਨੇ, ਇਹ ਹੁਣ ਤੱਕ ਸੰਭਾਲ ਕੇ ਰੱਖੀਆਂ ਹੋਈਆਂ ਨੇ ਇਹਨਾਂ ਨੇ। ਇਹ ਹੁਕਮਨਾਮੇ ਨੇ ਜਿਹੜੇ ਸਮੇਂ-ਸਮੇਂ ਤੇ ਇਹਨਾਂ ਨੂੰ ਦੇ ਨਾਂ ਤੇ ਜਿਹੜੇ ਹੈ ਜਾਰੀ ਹੁੰਦੇ ਰਹੇ ਨੇ। ਇਹ ਪਟਨਾ ਸਾਹਿਬ ਤੋਂ ਜਾਰੀ ਹੋਇਆ ਹੁਕਮਨਾਮਾ ਹੈ। ਇਹ ਵੀ ਜਿਹੜਾ ਹੈ ਹੁਕਮਨਾਮਾ ਹੈ ਜਿਹੜਾ ਹੈ ਇਹ ਬੜਾ ਪੁਰਾਣਾ ਹੈ। ਇਸ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਇਹ ਅੰਮ੍ਰਿਤਸਰ ਤੋਂ ਜੀ ਕੇ ਦਰਬਾਰ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕੇ ਦਰਬਾਰ ਸ੍ਰੀ ਅੰਮ੍ਰਿਤਸਰ ਜੀ ਹਰਮੰਦਰ ਤੇ ਲక్ష్ਮੀਪੁਰ ਨਿਵਾਸੀ, ਮਤਲਬ ਕਿ ਇਹ ਅੰਮ੍ਰਿਤਸਰ ਤੋਂ ਹੁਕਮਨਾਮਾ ਜਿਹੜਾ ਹੈ ਜਾਂ ਚਿੱਠੀ ਕਹਿ ਲਓ, ਹੁਕਮਨਾਮਾ ਕਹਿ ਲਓ, ਆਦੇਸ਼ ਕਹਿ ਲਓ, ਇਹ ਉਹਨਾਂ ਉੱਥੋਂ ਦੀ ਸੰਗਤ ਜਿਹੜੀ ਹੈ ਉਹਨਾਂ ਦੇ ਨਾਂ ਤੇ ਜਾਰੀ ਕੀਤਾ ਹੋਇਆ, ਜਿਹੜਾ ਮਤਲਬ ਕਿ ਇਹ ਉੱਥੋਂ ਇਹ ਮਤਲਬ ਕਿ ਹੈਗਾ ਅਨੰਦਪੁਰ ਸਾਹਿਬ ਤੋਂ ਹੈ। ਅਨੰਦਪੁਰ ਸਾਹਿਬ ਤੋਂ ਭੇਜਿਆ ਗਿਆ ਸੀਗਾ ਉੱਥੇ ਕੇ ਪੱਤਰ, ਇਹ ਉੱਥੋਂ ਦੀ ਹੈ। ਤੇ ਇਹ ਨਿਸ਼ਾਨੀਆਂ ਨੇ ਜਿਹੜੀਆਂ ਉੱਥੇ ਵੀ ਸੰਭਾਲ ਕੇ ਰੱਖੀਆਂ ਹੋਈਆਂ ਉਹਨਾਂ ਨੇ, ਪੁਰਾਣੀਆਂ ਨਿਸ਼ਾਨੀਆਂ ਨੇ ਜਿਹੜੀਆਂ। ਇਹ ਗੁਰਦੁਆਰਾ ਮਾਈਥਾਨ ਆ ਗਿਆ ਫਿਰ ਆਗਰੇ ਦਾ, ਇਹ ਪੁਰਾਣੀ ਨਿਸ਼ਾਨੀਆਂ ਨੇ। ਹੁਣ ਇਹ ਇਸ ਤੋਂ ਬਾਅਦ ਜਦੋਂ ਨਾ ਇਹ ਲక్ష్ਮੀਪੁਰ ਤੋਂ ਬਾਅਦ ਗੁਰੂ ਸਾਹਿਬ ਅੱਗੇ ਗਏ ਸੀ ਮਾਲਦਾ, ਅਗਲਾ ਸਟੇਸ਼ਨ ਸੀ ਮਾਲਦਾ ਜਿੱਥੇ ਗੁਰੂ ਸਾਹਿਬ ਰੁਕੇ ਸੀ। ਮਾਲਦਾ ਦੇ ਬਾਰੇ ਚ ਤੋਂ ਅੱਗੇ ਫਿਰ ਜਿਹੜਾ ਅਗਲਾ ਸਟੇਸ਼ਨ ਸੀ ਗੁਰੂ ਸਾਹਿਬ ਦਾ, ਜਿੱਥੇ ਗੁਰੂ ਸਾਹਿਬ ਦਾ ਪੜਾਅ ਸੀਗਾ, ਉਹ ਸੀ ਕਲਕੱਤੇ ਦੇ ਵਿੱਚ। ਉਹਦਾ ਨਾਂ ਹੈ ਗੁਰਦੁਆਰਾ ਬੜਾ ਸਿੱਖ ਸੰਗਤ। ਮੈਂ ਵੀ ਇੱਥੇ ਮੈਨੂੰ ਜਾਣ ਦਾ ਮੌਕਾ ਮਿਲਿਆ ਸੀ ਇੱਥੇ, ਤੇ ਜਦੋਂ ਮੈਂ ਉੱਥੇ ਗਿਆ ਸੀ ਤੇ ਫਿਰ ਇਹ ਸਾਰਾ ਕੁਝ ਉੱਥੇ ਜਿਹੜਾ ਨੋਟ ਕੀਤਾ ਸੀ। ਤੇ ਫੋਟੋਗ੍ਰਾਫਸ ਵੀ ਉਸ ਸਿਖਾਉਂਦੀਆਂ ਨੇ ਕਿ ਗੁਰੂ ਸਾਹਿਬ ਪਹਿਲਾਂ ਗੁਰੂ ਨਾਨਕ ਸਾਹਿਬ ਵੀ ਗਏ ਸੀ ਇੱਥੇ, ਤੇ ਫਿਰ ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਵੀ ਗਏ ਸੀ। ਇਸ ਤੋਂ ਇਲਾਵਾ ਕਲਕੱਤੇ ਦੇ ਵਿੱਚ ਹੋਰ ਵੀ ਬਹੁਤ ਸਾਰੇ ਗੁਰਧਾਮ ਨੇ ਮੌਜੂਦ ਨੇ, ਜਿਹੜੇ ਲੋਕਲ ਸਿੱਖ ਸੰਗਤ ਨੇ ਜਿਹੜੇ ਇਹ ਬਣਾਏ ਹੋਏ ਨੇ। ਤੇ ਪਰ ਇਹ ਜਿਹੜਾ ਸਥਾਨ ਹੈ ਇਹ ਗੁਰੂ ਤੇਗ ਬਹਾਦਰ ਸਾਹਿਬ ਤੇ ਗੁਰੂ ਨਾਨਕ ਦੇਵ ਜੀ ਨਾਲ ਸੰਬੰਧ ਰੱਖਦਾ ਹੈ, ਗੁਰਦੁਆਰਾ ਬੜਾ ਸਿੱਖ ਸੰਗਤ। ਤੇ ਇਹ ਮਤਲਬ ਕਿ ਸਾਰਾ ਇਹਦੇ ਲਿਖਿਆ ਵੀ ਹੋਇਆ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਆਉਣ ਦਾ ਜ਼ਿਕਰ ਵੀ ਹੈ ਇਹਦੇ ਵਿੱਚ। ਇਹ ਅੰਦਰ ਹੈ ਮਤਲਬ ਕਿ ਗੁਰਦੁਆਰਾ ਬੜਾ ਸਿੱਖ ਸੰਗਤ ਦਾ ਜਿਹੜਾ ਅੰਦਰ ਦਾ ਦਰਬਾਰ ਜਿਹੜਾ ਹੈ ਉਹ ਕਿਸ ਤਰ੍ਹਾਂ ਦਾ ਹੈ, ਮਤਲਬ ਕਿ ਵੱਡੇ ਵੱਡੇ ਦੋ। ਹੁਣ ਇਸ ਤੋਂ ਬਾਅਦ ਗੁਰੂ ਸਾਹਿਬ ਕਲਕੱਤੇ ਤੋਂ ਬਾਅਦ ਗਏ ਸੀ ਢਾਕਾ। ਢਾਕਾ ਦੇ ਵਿੱਚ ਗੁਰੂ ਸਾਹਿਬ ਜਾ ਕੇ ਰਹੇ ਸੀ ਉੱਥੇ ਕਿਉਂਕਿ ਪਹਿਲਾਂ ਹੀ ਪ੍ਰਚਾਰਕ ਮੌਜੂਦ ਸਨ ਢਾਕਾ ਦੇ ਵਿੱਚ। ਢਾਕਾ ਬੜਾ ਵੱਡਾ ਕੇਂਦਰ ਸੀ ਸਿੱਖੀ ਦਾ,
ਤੇ ਗੁਰੂ ਸਾਹਿਬ ਦੇ ਬਾਰੇ ਚ ਲਿਖਿਆ ਵੀ ਹੋਇਆ ਹੈ ਭਾਈ ਸੰਤੋਖ ਸਿੰਘ ਨੇ ਕਿ ਮਤਲਬ ਕਿ ਸਾਡਾ ਕੋਠਾ ਜਿਹੜਾ ਹੈ ਢਾਕਾ ਜਿਹੜਾ ਹੈ ਉਹ ਗੁਰੂ ਦਾ ਕੋਠਾ ਹੈ। ਤੇ ਉਹ ਬਲਕਿ ਢਾਕੇ ਬਾਰੇ ਵਿਸ਼ੇਸ਼ ਤੌਰ ਤੇ ਜ਼ਿਕਰ ਕਈ ਸਰੋਤਾਂ ਦੇ ਵਿੱਚ ਆਉਂਦਾ ਹੈ। ਤੇ ਢਾਕੇ ਗੁਰੂ ਸਾਹਿਬ ਉੱਥੇ ਬੁਲਾਕੀ ਦਾਸ ਦੇ ਘਰ ਜਾ ਕੇ ਠਹਿਰੇ ਸੀ। ਬੁਲਾਕੀ ਦਾਸ ਉੱਥੋਂ ਦਾ ਮਸੰਦ ਸੀਗਾ। ਤੇ ਉਸ ਤੋਂ ਇਲਾਵਾ ਇੱਕ ਬੜਾ ਵੱਡਾ ਗੁਰਧਾਮ ਸੀ ਜਿਹੜਾ ਉਹ ਸੀਗਾ ਜਿਹੜਾ ਹੈ ਗੁਰਦੁਆਰਾ ਗੁਰੂ ਨਾਨਕ ਸ਼ਾਹੀ। ਗੁਰੂ ਨਾਨਕ ਸ਼ਾਹੀ ਰਮਨਾ ਦੇ ਵਿੱਚ ਹੈ, ਢਾਕੇ ਦੇ ਵਿੱਚ ਹੈ ਗੁਰਦੁਆਰਾ ਇਹ ਉੱਥੋਂ ਦਾ ਜਿਹੜਾ ਹੈ ਜ਼ਿਕਰ ਹੈ ਢਾਕੇ ਦਾ ਕਿ ਇਹ 1830 ਦੇ ਵਿੱਚ ਗੁਰਦੁਆਰਾ ਬਣਿਆ ਹੋਇਆ ਹੈ। 1830 ਚ ਕੰਪਲੀਟ ਕੀਤਾ ਹੋਇਆ। ਤੇ ਉਸ ਤੋਂ ਬਾਅਦ ਰੈਨੋਵੇਸ਼ਨ ਹੁੰਦੀ ਰਹੀ ਇਸ ਗੁਰਦੁਆਰੇ ਦੀ। ਇਹਦੀ ਵੀ ਬੜੀ ਥੋੜਾ ਜਿਹਾ ਬਹੁਤ ਡਿਟੇਲਡ ਹੈ, ਪਰ ਮੈਂ ਬਰੀਫ ਦੇ ਵਿੱਚ ਤੁਹਾਡੇ ਨਾਲ ਗੱਲ ਕਰਾਂਗਾ। ਤੁਸੀਂ ਦੇਖੋਗੇ ਗੁਰਦੁਆਰੇ ਦੇ ਵਿੱਚ ਜਦੋਂ ਪੁਰਾਣਾ ਬਣਿਆ ਹੋਇਆ 33 ਇੰਚ ਚੌੜੀਆਂ ਕੰਧਾਂ ਨੇ ਇਹਦੀਆਂ, 16 ਪਿੱਲਰ ਨੇ ਜਿਨ੍ਹਾਂ ਦੇ ਉੱਤੇ ਗੁਰਦੁਆਰਾ ਖੜਾ ਹੈ। ਤੇ 1830 ਦੇ ਵਿੱਚ ਕੰਪਲੀਟ ਹੋਇਆ ਸੀ ਤੇ ਅੱਜ ਜਿਹੜਾ ਹੈ 2030 ਆਉਣ ਵਾਲਾ ਹੋ ਗਿਆ, ਲਗਭਗ 200 ਸਾਲ ਜਿਹੜੇ ਲਗਭਗ ਇਸ ਗੁਰਦੁਆਰੇ ਨੂੰ ਹੋ ਗਏ ਨੇ। ਇਸ ਗੁਰਦੁਆਰੇ ਦੇ ਵਿੱਚ 1947 ਤੱਕ ਤੇ ਕਾਫੀ ਅੱਛਾ ਪ੍ਰਬੰਧ ਚੱਲਦਾ ਰਿਹਾ। 1947 ਦੇ ਵਿੱਚ ਜਦੋਂ ਭਾਰਤ ਪਾਕਿਸਤਾਨ ਬਣਿਆ ਤਾਂ ਜਿਹੜਾ ਬੰਗਲਾਦੇਸ਼ ਸੀ ਇਹ ਪੂਰਬ ਪਾਕਿਸਤਾਨ ਹੋ ਗਿਆ ਸੀਗਾ, ਤੇ ਸਿੱਖ ਸੀ ਜਿਹੜੇ ਪੂਰਬ ਪਾਕਿਸਤਾਨ ਦੇ ਫਿਰ ਇੰਡੀਆ ਦੇ ਵਿੱਚ ਆ ਗਏ ਸੀ। ਇਹ ਗੁਰਦੁਆਰਾ ਜਿਹੜਾ ਸੀ ਇਹ ਫਿਰ ਉੱਥੇ ਲੋਕਲ ਲੋਕਾਂ ਦੇ ਜਿਹੜੇ ਕਬਜ਼ੇ ਦੇ ਵਿੱਚ ਆ ਗਿਆ ਸੀ। ਲੋਕਲ ਲੋਕਾਂ ਨੇ ਇਹਦੇ ਬਾਰੇ ਤੇ ਕਬਜ਼ਾ ਕਰ ਲਿਆ ਸੀ। ਇੱਕ ਸਿੱਖ ਉੱਥੇ ਰਹਿ ਗਿਆ ਸੀ, ਉਹਦਾ ਨਾਂ ਸੀ ਸਵਰਨ ਸਿੰਘ। ਸੂਰਨ ਸਿੰਘ ਕਹਿੰਦੇ ਸੀ ਉਹਨੂੰ। ਲਗਭਗ 24 ਸਾਲ ਜਿਹੜਾ ਹੈ ਉਹਨਾਂ ਨੇ ਮੁਗਲਾਂ ਨੇ ਆਪਣਾ ਪਾਕਿਸਤਾਨੀਆਂ ਨੇ ਇਹ ਜਿਹੜਾ ਉੱਥੋਂ ਦੇ ਜਿਹੜੇ ਅਦਰ ਦੈਨ ਮੁਸਲਿਮ ਸੀ, ਗੈਰ ਮੁਸਲਮਾਨਾਂ ਦੇ ਬਹੁਤ ਜ਼ੁਲਮ ਕੀਤੇ ਸੀ। ਇਹ ਮੁਸਲਮਾਨਾਂ ਦੇ ਬਹੁਤ ਕੀਤੇ ਸੀ ਪਰ ਗੈਰ ਮੁਸਲਮਾਨਾਂ ਦਾ ਕੋਈ ਸਥਾਨ ਨਹੀਂ ਛੱਡਿਆ ਸੀ ਇਹਨਾਂ ਨੇ। ਤੇ ਸਾਡੇ ਲਗਭਗ 150 ਦੇ ਕਰੀਬ ਗੁਰਧਾਮ ਸੀ ਉੱਥੇ ਕਿਸੇ ਵਕਤ ਢਾਕਾ ਦੇ ਵਿੱਚ ਜਿਹੜੇ ਮੌਜੂਦਾ ਬੰਗਲਾਦੇਸ਼ ਦੇ ਵੀ ਸਾਰੇ 'ਚ। ਤੇ ਬੰਗਲਾਦੇਸ਼ ਦੇ ਹੁਣ ਗੁਰਧਾਮਾਂ ਦੇ ਵਿੱਚੋਂ ਹੁਣ ਸਾਡੇ ਕੋਲ ਸਿਰਫ 5 ਗੁਰਧਾਮ ਜਿਹੜੇ ਫੰਕਸ਼ਨਲ ਨੇ। ਸਾਰੇ ਗੁਰਧਾਮ ਜਿਹੜੇ ਨੇ ਜਾਂ ਖਤਮ ਹੋ ਚੁੱਕੇ ਨੇ ਜਾਂ ਕਬਜ਼ੇ ਹੋ ਚੁੱਕੇ ਨੇ ਸਾਰਿਆਂ ਦੇ ਉੱਤੇ। ਤੇ ਇੱਥੇ ਬਾਬਾ ਸਵਰਨ ਸਿੰਘ ਨੇ ਯਤਨ ਕੀਤਾ ਸੀ ਕਿ ਜਦੋਂ ਯੂਨੀਵਰਸਿਟੀ ਬਣੀ, ਢਾਕਾ ਯੂਨੀਵਰਸਿਟੀ ਬਣੀ, ਤਾਂ ਢਾਕਾ ਯੂਨੀਵਰਸਿਟੀ ਨੇ ਗੁਰਦੁਆਰਾ ਜ਼ਮੀਨ ਅਕਵਾਇਰ ਕੀਤੀ ਸੀ। ਤਾਂ ਬਾਬਾ ਸਵਰਨ ਸਿੰਘ ਨੇ ਕੇਸ ਕੀਤਾ ਸੀ ਯੂਨੀਵਰਸਿਟੀ ਦੇ ਉੱਤੇ ਤੇ ਉਹ ਕੇਸ ਜਿੱਤ ਗਿਆ ਸੀਗਾ ਬਾਬਾ ਸਵਰਨ ਸਿੰਘ। ਤਾਂ ਹਾਈ ਕੋਰਟ ਲੋਅਰ ਕੋਰਟ 'ਚ ਕੇਸ ਜਿੱਤ ਚੁੱਕਿਆ ਸੀ, ਹਾਈ ਕੋਰਟ 'ਚ ਕੇਸ ਚੱਲਦਾ ਸੀਗਾ ਇਹਦਾ। ਤੇ 14 ਦਸੰਬਰ ਨੂੰ 90 ਸਾਲ ਦੀ ਉਮਰ ਸੀ ਉਹਦੀ, 14 ਦਸੰਬਰ 1971 ਨੂੰ 90 ਸਾਲ ਦੀ ਉਮਰ ਸੀ ਬਾਬਾ ਸਵਰਨ ਸਿੰਘ ਦੀ, ਜਦੋਂ ਉੱਥੋਂ ਦੇ ਜਿਹੜੇ ਹੈ ਪਾਕਿਸਤਾਨ ਦੀ ਜਿਹੜੀ ਆਰਮੀ ਫੌਜ ਸੀਗੀ ਉਹਨਾਂ ਨੇ ਉਹਦਾ ਕਤਲ ਕਰ ਦਿੱਤਾ ਸੀ। ਇੱਕ ਬੰਗਾਲੀ ਮੁਸਲਮਾਨ ਸੀ ਜਿਹੜਾ ਕਿ ਉਸ ਬਾਬਾ ਸਵਰਨ ਸਿੰਘ ਦੇ ਨਾਲ ਰਹਿੰਦਾ ਸੀ ਤੇ ਉਹਨੇ ਫਿਰ ਜਿਹੜਾ ਹੈ ਕਾਫੀ ਲੰਮਾ ਸਮਾਂ ਹੈਲਪ ਕਰਦਾ ਰਿਹਾ। ਨਾਲ ਉਹ ਮੁਸਲਮਾਨ ਜਿਹੜਾ ਦੋਸਤ ਸੀ ਬਾਬਾ ਸਵਰਨ ਸਿੰਘ ਜੀ ਦਾ ਉਹ ਵੀ ਨਾਲ ਹੀ ਉਹਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਤੇ 16 ਤਰੀਕ ਨੂੰ ਜਦੋਂ ਕਬਜ਼ਾ ਲਿਆ ਇੱਥੇ ਤਾਂ ਲਗਭਗ ਗੁਰਦੁਆਰਾ ਚਾਰਸ਼ੇਰ ਬੰਦ ਸੀ। ਸਿੱਖ ਫੌਜ ਨੇ ਆ ਕੇ ਫਿਰ ਇੱਥੇ ਗੁਰਦੁਆਰਾ ਜਿਹੜਾ ਖੁਲਾਇਆ ਸੀਗਾ ਆ ਕੇ। ਤੇ ਫਿਰ ਸਿੱਖ ਫੌਜ ਨੇ ਜਦੋਂ ਖੁਲਾਇਆ ਤਾਂ ਜਿਹੜਾ ਜਨਵਰੀ ਦੇ ਫਸਟ ਵੀਕ 3 ਜਨਵਰੀ ਨੂੰ ਸ਼ਾਇਦ ਪਹਿਲਾ ਐਡਰੈਸ ਜਿਹੜਾ ਹੈ ਢਾਕਾ ਦੇ ਰਾਸ਼ਟਰਪਤੀ ਨੇ ਕੀਤਾ ਸੀ। ਢਾਕਾ ਦਾ ਜਿਹੜਾ ਐਕਟਿੰਗ ਪ੍ਰੈਜ਼ੀਡੈਂਟ ਸੀ ਜਿਹੜਾ ਹੈ ਉਸ ਦਾ ਫਸਟ ਸੀ ਨਜ਼ਰੁਲ ਇਸਲਾਮ ਕਰਕੇ ਸੀ ਉਹਨਾਂ ਦਾ ਨਾਮ। ਉਹਨਾਂ ਨੇ ਫਸਟ ਐਡਰੈਸ ਜਿਹੜਾ ਇਸੇ ਗੁਰਦੁਆਰੇ ਦੇ ਵੀ ਦਿੱਤਾ ਸੀ ਆ ਕੇ। ਸਿੱਖ ਆਰਮੀ ਬੈਠੀ ਹੈ, ਪੁਰਾਣੀ ਫੋਟੋਗ੍ਰਾਫਸ ਵੀ ਹੈਗੀਆਂ ਉਹਦੀਆਂ ਸਾਡੇ ਕੋਲ। ਇਹ ਆਰਮੀ ਬੈਠੀ ਹੈ ਤੇ ਫਸਟ ਐਡਰੈਸ ਜਿਹੜਾ ਕੀਤਾ ਸੀ ਉਹਨੇ, ਤੇ ਉਹਨੇ ਕਿਹਾ ਸੀ ਕਿ ਅੱਜ ਤੋਂ ਬਾਅਦ ਜਿਹੜਾ ਹੈ ਇਹ ਸਾਡਾ ਜਿਹੜਾ ਹੈ ਇਹ ਰਿਲੀਜੀਅਸ ਸੈਕੂਲਰ ਕੰਟਰੀ ਜਿਹੜਾ ਹੈ ਇਸ ਨੂੰ ਕਨਵਰਟ ਕੀਤਾ ਜਾਏਗਾ। ਇਹ ਪਿਓਰਲੀ ਹੁਣ ਜਿਹੜਾ ਹੈ ਮੁਸਲਿਮ ਕੰਟਰੀ ਰਹੇਗਾ। ਤੇ ਪਰ ਮੌਜੂਦਾ ਸਮੇਂ 'ਚ ਫਿਰ ਮੁਸਲਿਮ ਕੰਟਰੀ ਬਾਅਦ ਦੇ ਵਿੱਚ ਫਿਰ ਕਨਵਰਟ ਕਰ ਦਿੱਤਾ ਗਿਆ। ਇਹ ਖੜਾਵਾਂ ਪਈਆਂ ਨੇ ਉੱਥੇ ਗੁਰਦੁਆਰਾ ਰਮਨਾ ਦੇ ਵਿੱਚ। ਇਹ ਜਿਹੜੀਆਂ ਖੜਾਵਾਂ ਨੇ ਇਹ ਖੜਾਵਾਂ ਜਿਹੜੀਆਂ ਨੇ ਇਹ ਗੁਰੂ ਤੇਗ ਬਹਾਦਰ ਸਾਹਿਬ ਦੱਸਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਖੜਾਵਾਂ ਨੇ। ਇਹ ਪਹਿਲਾਂ ਬੰਗਲਾ ਵਿਹਾਰ ਆਪਣਾ ਜਿਹੜਾ ਸੀ ਸੰਗਤ ਟੋਲਾ ਗੁਰਦੁਆਰੇ 'ਚ ਹੁੰਦੀਆਂ ਸੀ, ਕਿਉਂਕਿ ਸੰਗਤ ਟੋਲਾ ਗੁਰਦੁਆਰੇ ਦੀ ਹਾਲਤ ਬਹੁਤ ਖਰਾਬ ਹੋ ਗਈ ਤੇ ਫਿਰ ਇਹ ਖੜਾਵਾਂ ਸੀ ਜਿਹੜੀਆਂ ਉੱਥੋਂ ਲਿਆ ਕੇ ਇਹ ਫੰਕਸ਼ਨਲ ਹੈ ਗੁਰਦੁਆਰਾ, ਬੜਾ ਵੱਡਾ ਗੁਰਦੁਆਰਾ ਯੂਨੀਵਰਸਿਟੀ ਦੇ ਵਿੱਚ ਹੈ। ਤੇ ਇਹ ਗੁਰਦੁਆਰੇ ਦਾ ਕੇਸ ਹਾਈ ਕੋਰਟ ਦੇ ਵਿੱਚ ਲੰਮਾ ਸਮਾਂ ਚੱਲਦਾ ਰਿਹਾ ਤੇ ਹੁਣ ਵੀ ਚੱਲ ਰਿਹਾ ਕੇਸ, ਪਰ ਹੁਣ ਉਹਦੀ ਪੈਰਵਾਈ ਕੋਈ ਨਹੀਂ ਕਰ ਰਿਹਾ। ਪਰ ਉੱਥੋਂ ਫਿਰ ਲਿਆ ਕੇ ਸਮਾਨ ਇਹਨਾਂ ਨੇ ਕੁਛ ਸਮਾਨ ਸੀ ਜਿਹੜਾ ਇਹ ਇੱਥੇ ਰੱਖ ਲਿਆ ਸੀ। ਇਹਦੇ 'ਚ ਖੜਾਵਾਂ ਵੀ ਸੀ, ਪੁਰਾਣੀਆਂ ਬੀੜਾਂ ਵੀ ਨੇ ਇਹਨਾਂ ਕੋਲ ਤੇ ਖੜਾਵਾਂ ਵੀ ਨੇ ਜਿਹੜੀਆਂ ਇੱਥੇ ਮੌਜੂਦ ਨੇ। ਇਹ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਖੜਾਵਾਂ ਦੱਸੀਆਂ ਜਾਂਦੀਆਂ ਨੇ। ਇਹ ਚਿੱਤਰ ਹੈ ਪੁਰਾਣਾ। ਇਹ ਵੀ ਉੱਥੋਂ ਗੁਰਦੁਆਰਾ ਜਿਹੜਾ ਬਲਾਕੀ ਦਾਸ ਰਹਿੰਦਾ ਸੀ ਜਿਸ ਘਰ ਦੇ ਵਿੱਚ, ਉੱਥੋਂ ਇਹ ਉਹਦੀ ਮਾਤਾ ਜੀ ਨੇ ਇਹ ਚਿੱਤਰ ਬਣਵਾਇਆ ਸੀ ਕਹਿੰਦੇ ਗੁਰੂ ਸਾਹਿਬ ਦਾ। ਤੇ ਜੋ ਮਹਿਮਾ ਪ੍ਰਕਾਸ਼ 'ਚ ਦੱਸਿਆ ਗਿਆ ਕਿ ਗੁਰੂ ਸਾਹਿਬ ਦਾ ਜੋ ਚਿੱਤਰ ਬਣਾ ਰਿਹਾ ਸੀ, ਪੇਂਟਰ ਜੋ ਚਿੱਤਰ ਬਣਾ ਰਿਹਾ ਸੀ ਜਦੋਂ, ਤਾਂ ਪੇਂਟਰ ਨੇ ਬਾਕੀ ਤਾਂ ਕੁਝ ਬਣਾ ਲਿਆ ਤੇ ਚਿਹਰਾ ਨਹੀਂ ਸੀ ਬਣਾਇਆ ਜਾ ਰਿਹਾ, ਚਿਹਰੇ 'ਤੇ ਰੰਗ ਨਹੀਂ ਸੀ ਭਰਿਆ ਜਾ ਰਿਹਾ। ਕਿਉਂਕਿ ਪੇਂਟਰ ਸੀ ਜਿਹੜਾ ਮੁਸਲਮਾਨ ਸੀਗਾ, ਉਹਦੇ ਮਨ ਦੇ ਵਿੱਚ ਮੁਗਲਈ ਆਰਟ ਜਿਹੜੀ ਦਾ ਭਾਰੂ ਸੀ, ਉਹਨੇ ਮੁਗਲਈ ਰੂਪ ਦੇ ਵਿੱਚ ਹੀ ਗੁਰੂ ਸਾਹਿਬ ਦਾ ਚਿੱਤਰ ਬਣਾਇਆ ਸੀ। ਉਦੋਂ ਰੰਗ ਨਹੀਂ ਸੀ ਭਰਿਆ ਜਾ ਰਿਹਾ। ਤੇ ਕਹਿੰਦੇ ਜੋ ਪਰੰਪਰਾ ਦੱਸਦੀ ਹੈ ਉੱਥੋਂ ਦੀ ਕਿ ਗੁਰੂ ਸਾਹਿਬ ਨੇ ਆਪ ਹੀ ਉਹਦੇ ਵਿੱਚ ਆਪਣਾ ਚਿਹਰੇ ਦੇ ਵਿੱਚ ਰੰਗ ਭਰਿਆ ਸੀ। ਹੁਣ ਇਹ ਕਾਪੀ ਹੈ, ਓਰੀਜਨਲ ਪੇਂਟਿੰਗ ਦੀ ਕਾਪੀ ਦੱਸਦੇ ਨੇ ਕਿ ਇਹ ਵੀ ਹੁਣ ਬੰਗਲਾ ਵਿਆਹ ਉੱਥੇ
ਢਾਕਾ ਰਮਣਾ ਸ਼ਾਹੀ ਜਿਹੜਾ ਹੈ ਢਾਕਾ ਗੁਰਦੁਆਰਾ ਦੇ ਵਿੱਚ ਪਈ ਹੈ। ਇਹ ਕਾਪੀ ਹੈ ਉਸੇ ਤਸਵੀਰ ਦੀ ਗੁਰੂ ਤੇਗ ਬਹਾਦਰ ਸਾਹਿਬ ਦੀ। ਹੱਥ ਦੇ ਵਿੱਚ ਗੁਰੂ ਸਾਹਿਬ ਨੇ ਬਾਜ ਫੜਿਆ ਹੋਇਆ ਹੈ ਤੇ ਗਲ 'ਚ ਮਾਲਾ ਹੈ ਤੇ ਮੁਗਲਈ ਆਰਟ ਜਿਹੜਾ ਹੈ ਉਹ ਪੇਸ਼ ਕਰਦਾ ਹੈ ਕਿ ਮੁਗਲਈ ਆਰਟ ਦੇ ਵਿੱਚ ਗੁਰੂ ਸਾਹਿਬ ਨੂੰ ਇਸ ਤਰ੍ਹਾਂ ਦਾ ਪ੍ਰੋਜੈਕਟ ਕੀਤਾ ਗਿਆ ਹੈ। ਇਹ ਪੁਰਾਣੀ ਬੀੜ ਹੈ, ਉੱਥੇ ਪਈ ਹੈ ਜਿਹੜੀ। ਇਹ ਤੁਸੀਂ ਦੇਖੋ ਕਿ ਇਹ ਬੀੜ ਜਿਹੜੀ ਹੈ ਇਸ ਫਾਰਮ ਦੇ ਵਿੱਚ ਹੈ ਨਾ, ਤੁਸੀਂ ਦੇਖ ਰਹੇ ਹੋ। ਹੁਣ ਇਹਦੀ ਪ੍ਰਜ਼ਰਵੇਸ਼ਨ ਹੋ ਰਹੀ ਹੈ, ਪ੍ਰਜ਼ਰਵੇਸ਼ਨ ਤੋਂ ਬਾਅਦ ਇਹ ਬੀੜ ਕਿਹੋ ਜਿਹੀ ਹੋ ਜਾਏਗੀ, ਇਸ ਤਰ੍ਹਾਂ ਦੀ ਹੋ ਜਾਣੀ ਹੈ ਬੀੜ। ਇਹ ਜਦੋਂ ਬੀੜ ਪ੍ਰਜ਼ਰਵ ਹੋਊਗੀ ਫਿਰ ਇਸ ਤਰ੍ਹਾਂ ਦੀ ਹੋ ਜਾਏਗੀ। ਹੁਣ ਇਹ ਬੀੜ ਜਿਹੜੀ ਪ੍ਰਜ਼ਰਵ ਹੋਣ ਤੋਂ ਬਾਅਦ ਜਦੋਂ ਇਸ ਤਰ੍ਹਾਂ ਦੀ ਹੋਗੀ ਤਾਂ ਫਿਰ ਇਸ ਬੀੜ ਦੀ ਲਾਈਫ ਜਿਹੜੀ ਹੈ ਕਈ ਸੌ ਸਾਲ ਜਿਹੜੀ ਹੈ ਵਧੇਗੀ ਆਪਣੇ ਆਪ ਹੀ। ਇਹ ਪ੍ਰੋਜੈਕਟ ਚੱਲ ਰਿਹਾ ਉੱਥੇ। ਇਹ ਪ੍ਰੋਜੈਕਟ ਜਿਹੜਾ ਹੈ 2 ਬੀੜਾਂ ਨੇ ਉੱਥੇ। ਇੱਕ ਬੀੜ ਦਾ ਇਹ ਹੈ ਵੱਡੀ ਬੀੜ ਹੈ, ਇੱਕ ਇਹ ਛੋਟੀ ਬੀੜ ਹੈ। ਇਹਦੇ ਇਹ ਬੀੜ ਛੋਟੀ ਹੈ, ਇਹਦੇ ਆਲੇ ਦੁਆਲੇ ਫੁੱਲਾਂ ਦਾ ਜਿਹੜੀ ਹੈ ਬਾਹਰ ਬਾਰਡਰ ਬਣਿਆ ਹੋਇਆ। ਸਾਰੇ ਤੁਸੀਂ ਦੇਖ ਰਹੇ ਹੋ ਕਿ ਬਾਰਡਰ ਬਣਿਆ ਹੋਇਆ ਹੈ। ਹਰ ਪੰਨੇ ਦੇ ਉੱਤੇ 2 ਪੰਨਿਆਂ ਤੋਂ ਬਾਅਦ ਇਹਦਾ ਬਾਰਡਰ ਬਣ ਜਾਂਦਾ ਹੈ। ਲਗਭਗ 200 ਤਰ੍ਹਾਂ ਦੇ ਬਾਰਡਰ ਬਣੇ ਹੋਏ ਨੇ ਇਸ ਬੀੜ ਦੇ ਉੱਤੇ। 200 ਤਰ੍ਹਾਂ ਦੇ ਬਾਰਡਰ ਬਣੇ ਹੋਏ ਨੇ। ਇਹ ਖਾਸੀਅਤ ਹੈ ਇਸ ਬੀੜ ਦੀ, ਬੜੀ ਪੁਰਾਣੀ। ਇਹਨੂੰ ਜਿਹੜੇ ਪ੍ਰਜ਼ਰਵ ਕੀਤਾ ਜਾ ਰਿਹਾ, ਜੇ ਸ਼ੁਰੂਆਤ ਕੀਤੀ ਹੋਈ ਹੈ, ਪ੍ਰਜ਼ਰਵ ਕੀਤਾ ਜਾ ਰਿਹਾ ਹੈ। ਜਿਹੜਾ ਪੇਪਰ ਲਾਇਆ ਗਿਆ ਇਹਦੇ ਉੱਤੇ ਤੁਸੀਂ ਨਜ਼ਰ ਆ ਰਿਹਾ ਤੁਹਾਨੂੰ ਪੱਤਰ ਦੇ ਉੱਤੇ ਜਿਹੜਾ ਲੱਗਿਆ ਹੋਇਆ ਹੈ, ਟੇਪ ਲੱਗੀ ਹੋਈ ਹੈ ਜਿਹੜੀ ਇਹ ਕਾਗਜ਼ ਦੀ ਹੈ। ਇਹ ਕਾਗਜ਼ ਨੇ ਮਰਜ ਹੋ ਜਾਣਾ ਦੂਜੇ ਕਾਗਜ਼ ਦੇ ਵਿੱਚ ਹੀ, ਤੇ ਫਿਰ ਤੁਹਾਨੂੰ ਪਤਾ ਨਹੀਂ ਲੱਗ ਸਕਦਾ ਕਿ ਅਸਲ ਕਾਗਜ਼ ਹੈ ਕਿ ਮਤਲਬ ਕਿ ਜਿਹੜਾ ਪੁਰਾਣਾ ਕਾਗਜ਼ ਹੈ ਕਿ ਨਵਾਂ ਕਾਗਜ਼ ਹੈ। ਉਹ ਨਵਾਂ ਕਾਗਜ਼ ਜਿਹੜਾ ਪੁਰਾਣੇ ਕਾਗਜ਼ ਦੇ ਵਿੱਚ ਹੀ ਮਰਜ ਹੋ ਜਾਏਗਾ, ਬਿਲਕੁਲ ਹੋ ਜਾਏਗਾ ਕੁਝ ਦੇਰ ਬਾਅਦ 'ਚ। ਇਹ ਜਿਹੜਾ ਹੈ ਸੰਗਤ ਟੋਲਾ ਗੁਰਦੁਆਰਾ ਹੈ, ਇਹ ਘਰ ਸੀਗਾ ਮਹੰਤ ਬੁਲਾਕੀ ਦਾਸ ਦਾ। ਮਹੰਤ ਬੁਲਾਕੀ ਦਾਸ ਦਾ ਘਰ ਸੀ ਤੇ ਗੁਰੂ ਸਾਹਿਬ ਇੱਥੇ ਰਹੇ, ਲੰਬਾ ਸਮਾਂ ਰਹੇ ਗੁਰੂ ਸਾਹਿਬ ਇੱਥੇ ਜਾ ਕੇ। ਤੇ ਮਹੰਤ ਬੁਲਾਕੀ ਦਾਸ ਦੀ ਮਾਤਾ ਜੀ ਨੇ ਗੁਰੂ ਸਾਹਿਬ ਦੀ ਬਹੁਤ ਸੇਵਾ ਕੀਤੀ ਸੀ। ਜਿਵੇਂ ਪਹਿਲਾਂ ਦੱਸਿਆ ਗਿਆ ਕਿ ਪੇਂਟਿੰਗ ਵੀ ਉਸਨੇ ਬਣਵਾਈ ਸੀ। ਤੇ ਇਹ ਜਿਹੜਾ ਹੈ ਤੁਸੀਂ ਦੇਖੋ ਕਿ ਸੰਗਤ ਟੋਲਾ, ਇਹ ਬਾਹਰੋਂ ਲਈ ਹੋਈ ਪਿਕਚਰ ਹੈ ਇਹ ਗੁਰਦੁਆਰਾ ਸੰਗਤ ਟੋਲਾ ਦੀ। ਤੇ ਇਹ ਅੰਦਰੋਂ ਹੈ, ਇਸ ਤਰ੍ਹਾਂ ਦਾ ਹੈ ਅੰਦਰੋਂ ਗੁਰਦੁਆਰਾ। ਸਾਹਮਣੇ ਨਿਸ਼ਾਨ ਸਾਹਿਬ ਲੱਗਿਆ ਹੈ ਉੱਤੇ ਲੈਫਟ ਸਾਈਡ ਤੇ ਇਹ ਉੱਤੇ ਜਾਂਦੀਆਂ ਨੇ ਪੌੜੀਆਂ। ਪਰ ਹੁਣ ਇਸ ਗੁਰਦੁਆਰਾ ਸਾਹਿਬ ਦੀ ਹਾਲਤ ਜਿਹੜੀ ਹੈ ਬੜੀ ਖਸਤਾ ਹੋ ਚੁੱਕੀ ਹਾਲਤ, ਖਸਤਾ ਹੈ ਇਸ ਗੁਰਦੁਆਰਾ ਸਾਹਿਬ ਦੀ। ਇਹ ਗੁਰਦੁਆਰਾ ਸਾਹਿਬ ਦਾ ਅੰਦਰੋਂ ਹੈ ਜਿਹੜਾ ਦਿਖਾਈ ਦੇ ਰਿਹਾ ਹੈ। ਪ੍ਰਕਾਸ਼ ਕੀਤਾ ਹੋਇਆ ਗੁਰੂ ਸਾਹਿਬ ਦਾ, ਗੁਰੂ ਗ੍ਰੰਥ ਸਾਹਿਬ ਦਾ, ਨਾਲ ਹੀ ਸੁਖਾਸਨ ਸਥਾਨ ਜਿਹੜਾ ਰੱਖਿਆ ਹੋਇਆ ਗੁਰੂ ਸਾਹਿਬ ਦਾ, ਗੁਰੂ ਗ੍ਰੰਥ ਸਾਹਿਬ ਦਾ। ਇਹ ਗੁਰਦੁਆਰੇ ਦਾ ਦੂਜਾ ਪਾਰਟ ਹੈ, ਉਸੇ ਗੁਰਦੁਆਰੇ ਦਾ ਹੀ ਦੂਜਾ ਹਿੱਸਾ ਹੈ ਜਿੱਥੇ ਕਬਜ਼ਾ ਕੀਤਾ ਹੋਇਆ। ਇਹ ਪੁਰਾਣੀ ਹਾਲਤ ਹੈ, ਬਹੁਤ ਖਸਤਾ ਹਾਲਤ ਦੇ ਵਿੱਚ ਸਾਰਾ ਕੁਝ। ਬਿਲਡਿੰਗ ਦੇ ਵਿੱਚ 10-11 ਕਿਰਾਏਦਾਰ ਰਹਿੰਦੇ ਸੀ ਇੱਥੇ, ਜਿਹਨਾਂ 'ਚ ਪਤਾ ਲੱਗਿਆ ਕਿ 4-5 ਤੇ ਖਾਲੀ ਕਰ ਗਏ ਨੇ, ਇਹਦੇ 5-6 ਨੇ ਖਾਲੀ ਕਰਨਾ ਬਾਕੀ। ਇਹਦੇ ਕਬਜ਼ਾ ਹੈਗਾ। ਜਦੋਂ ਕਬਜ਼ਾ ਕਿਤੇ ਕਲੀਅਰ ਹੋਏਗਾ ਕਿਸੇ ਵਕਤ ਤਾਂ ਫਿਰ ਪਲੈਨਿੰਗ ਹੈ ਕਿ ਇੱਥੇ ਇੱਕ ਬੜਾ ਵੱਡਾ ਗੁਰਧਾਮ ਜਿਹੜਾ ਹੈ ਦੁਬਾਰਾ ਰੀਕਨਸਟਰਕਟ ਕੀਤਾ ਜਾਏਗਾ। ਪਰ ਹਾਲੇ ਤਾਂ ਇਹ ਇਸ ਤਰ੍ਹਾਂ ਦੀ ਹਾਲਤ ਦੀ ਬਣੀ ਹੋਈ ਹੈ। ਪੂਰੇ ਗੁਰਧਾਮ ਦੀ ਬਹੁਤ ਜਿਹੜੀ ਹੈ ਮੰਦੀ ਹਾਲਤ ਦੇ ਵਿੱਚ ਹੈ ਇਸ ਗੁਰਧਾਮ ਦੀ। ਇਹ ਬੜਾ ਪੋਰਸ਼ਨ ਦਾ ਹਾਲਤ ਹੈ। ਤੇ ਇਹ ਸਾਰੇ ਜਿਹੜੇ ਹੈ ਇਹ ਗੁਰਧਾਮ ਨੇ। ਫਿਰ ਇਸ ਤੋਂ ਬਾਅਦ ਗੁਰੂ ਸਾਹਿਬ ਜਿਹੜੇ ਨੇ ਜਦੋਂ ਢਾਕਾ ਤੋਂ ਗੁਰੂ ਸਾਹਿਬ ਫਿਰ ਉੜੀਸਾ ਚਲੇ ਗਏ। ਉੜੀਸਾ ਦੇ ਵਿੱਚ ਫਿਰ ਗੁਰੂ ਸਾਹਿਬ ਦਾ ਜਿਹੜਾ ਹੈ ਉੱਥੇ ਜਿਹੜਾ ਹੈ ਰਾਜਾ ਜੈ ਸਿੰਘ ਦੇ ਨਾਲ ਗੁਰੂ ਸਾਹਿਬ ਦੀ ਮੁਲਾਕਾਤ ਹੁੰਦੀ ਹੈ ਰੰਗਾ ਮਾਟੀ ਸਥਾਨ ਦੇ ਉੱਤੇ, ਬ੍ਰਹਮਪੁੱਤਰ ਨਦੀ ਦੇ ਕੰਢੇ ਦੇ ਉੱਤੇ। ਉੱਥੇ ਗੁਰੂ ਸਾਹਿਬ ਫਿਰ ਉਹਦੀ ਸੁਲ੍ਹਾ ਕਰਾਉਂਦੇ ਨੇ ਜਿਹੜਾ ਅਸਾਮ ਦਾ ਰਾਜਾ ਸੀ, ਤੇ ਗੁਰੂ ਸਾਹਿਬ ਫਿਰ ਵਾਪਸ ਆ ਜਾਂਦੇ ਨੇ। ਉਸ ਸਮੇਂ ਤੱਕ ਗੁਰੂ ਸਾਹਿਬ ਨੂੰ ਇਹ ਪਤਾ ਲੱਗਦਾ ਹੈ ਕਿ ਵੀ ਪੰਜਾਬ ਦੇ ਵਿੱਚ ਬਹੁਤ ਜ਼ੁਲਮ ਹੋ ਰਿਹਾ ਹੈ। ਇਹ ਗੁਰੂ ਸਾਹਿਬ ਜਦੋਂ ਉੱਧਰ ਯਾਤਰਾ ਕਰ ਰਹੇ ਆ, ਪੂਰਬ ਦੀ ਯਾਤਰਾ ਕਰ ਰਹੇ ਨੇ, ਉੱਥੇ ਪਤਾ ਲੱਗਦਾ ਗੁਰੂ ਸਾਹਿਬ ਨੂੰ ਕਿ ਪੰਜਾਬ ਦੇ ਵਿੱਚ ਬਹੁਤ ਸਾਰਾ ਜਾਂ ਉੱਤਰੀ ਭਾਰਤ ਦੇ ਵਿੱਚ ਲੋਕਾਂ ਦਾ ਜ਼ੁਲਮ ਹੋ ਰਿਹਾ, ਲੋਕਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ ਜਾ ਰਿਹਾ ਹੈ। ਫਿਰ ਗੁਰੂ ਸਾਹਿਬ ਆਪਣੀ ਜਿਹੜੀ ਜਰਨੀ ਜਿਹੜੀ ਹੈ ਉਹ ਛੇਤੀ ਨਾਲ ਜਿਹੜਾ ਹੈ ਸਮਅਪ ਕਰਨ ਦੀ ਯਤਨ ਕਰਦੇ ਨੇ ਪੂਰੇ ਦੇ ਵਿੱਚ। ਫਿਰ ਪੰਜਾਬ ਵਾਲੇ ਪਾਸੇ ਨੂੰ ਆਉਂਦੇ ਆ। ਲਗਭਗ 5-6 ਸਾਲ ਦਾ ਸਫ਼ਰ ਬਣਦਾ, 5 ਸਾਲ ਦਾ ਸਫ਼ਰ ਬਣਦਾ ਗੁਰੂ ਸਾਹਿਬ ਜਿਹੜਾ ਈਸਟ ਇੰਡੀਆ ਦੇ ਵਿੱਚ ਰਹੇ ਨੇ। 5 ਤੋਂ ਲੈ ਕੇ 5.5-6 ਸਾਲ ਤੱਕ ਈਸਟ ਇੰਡੀਆ ਦੇ ਵਿੱਚ ਰਹੇ ਨੇ। ਤੇ ਜਦੋਂ ਗੁਰੂ ਸਾਹਿਬ ਆਏ ਤਾਂ ਪਟਨਾ ਸਾਹਿਬ ਆਏ, ਜਿਵੇਂ ਪਹਿਲਾਂ ਦਿਖਾਇਆ ਗੁਰਦੁਆਰਾ ਗੁਰੂ ਕਾ ਬਾਗ, ਉੱਥੇ ਫਿਰ ਗੁਰੂ ਸਾਹਿਬ ਆਪਣਾ ਵਾਪਸ ਆ ਗਏ ਸੀਗੇ ਪੰਜਾਬ ਦੇ ਵਿੱਚ। ਪੰਜਾਬ ਦੇ ਵਿੱਚ ਗੁਰੂ ਸਾਹਿਬ ਆਏ ਨੇ ਜਦੋਂ, ਤਾਂ ਫਿਰ ਉੱਥੇ ਜਿਹੜੀ ਹੈ ਸਭ ਤੋਂ ਵੱਡੀ ਸਮੱਸਿਆ ਇਹ ਆ ਰਹੀ ਸੀ ਕਿ ਨਵੇਂ ਹੁਕਮਨਾਮੇ ਜਾਰੀ ਹੋ ਰਹੇ ਸੀ ਕਿ ਜਿਹੜੇ ਆ ਕਨਵਰਟ ਕੀਤਾ ਜਾ ਰਿਹਾ ਸੀਗਾ ਮੁਸਲਮਾਨਾਂ ਇਸਲਾਮ ਦੇ ਵਿੱਚ ਬਹੁਤ ਸਾਰੇ ਹਿੰਦੂਆਂ ਨੂੰ। ਤੇ ਕਸ਼ਮੀਰੀ ਪੰਡਤਾਂ ਦੀ ਜਿਹੜੀ ਹੈ ਉਹ ਸਾਰਿਆਂ ਦੇ ਸਾਹਮਣੇ ਹੈ, ਸਾਡੇ ਸਾਹਮਣੇ ਜਿਹੜੀ ਗੱਲ ਹੈ ਕਿ ਕਸ਼ਮੀਰੀ ਪੰਡਤਾਂ ਦੇ ਉੱਤੇ ਜ਼ਿਆਦਾ ਜ਼ੋਰ ਹੈ ਕਿ ਇਹਨਾਂ ਨੂੰ ਇਹ ਜ਼ਿਆਦਾ ਪੜ੍ਹੇ ਲਿਖੇ ਨੇ, ਜ਼ਿਆਦਾ ਇਹਨਾਂ ਦਾ ਪ੍ਰਭਾਵ ਹੈ ਹਿੰਦੂ ਜਗਤ ਦੇ ਵਿੱਚ। ਤੇ ਜੇ ਇਹ ਮੁਸਲਮਾਨ ਕਨਵਰਟ ਕਰ ਲਏ ਜਾਣ ਇਸਲਾਮ ਦੇ ਵਿੱਚ ਤਾਂ ਬਹੁਤ ਸਾਰੇ ਹਿੰਦੂ ਨੇ ਜਿਹੜੇ ਆਪਣੇ ਆਪ ਇਸਲਾਮ ਦੇ ਵਿੱਚ ਆ ਜਾਣਗੇ। ਇਸ ਕਰਕੇ ਜਿਹੜੇ ਆ ਉੱਥੋਂ ਦੇ ਜਿਹੜੇ ਹੈ ਬ੍ਰਾਹਮਣ ਕਲਾਸ ਜਿਹੜੀ ਆ ਉਹਨੂੰ ਜਿਹੜਾ ਹੈ ਕਨਵਰਟ ਕੀਤਾ ਗਿਆ ਸੀ। ਤੇ ਉੱਥੋਂ ਕਨਵਰਟ ਕਰਨ ਦੇ ਲਈ ਹੀ ਫਿਰ ਉਸ ਤੋਂ ਬਾਅਦ ਗੁਰੂ ਸਾਹਿਬ ਨੇ ਆਪਣਾ ਕਨਵਰਟ ਕਰਨ ਦੇ ਲਈ ਬਾਦਸ਼ਾਹ ਔਰੰਗਜ਼ੇਬ ਨੇ ਜਿਹੜਾ ਕਸ਼ਮੀਰ ਦਾ ਗਵਰਨਰ ਇਫਤਖਾਰ ਖਾਨ ਨੂੰ ਲਾਇਆ ਗਿਆ ਸੀਗਾ। ਤੇ ਇਫਤਖਾਰ ਖਾਨ ਨੂੰ ਜੋ ਲਾਇਆ ਗਿਆ ਸੀ ਤੇ ਬਕਾਇਦਾ ਆਰਡਰ ਜਾਰੀ ਹੋਏ ਸੀ ਕਿ ਕਰਨਾ ਕੀ ਹੈ, ਤੇ ਕਰਨਾ ਕੀ ਹੈ। ਤੇ ਫਿਰ ਉਹ ਜੋ ਕੁਛ ਕਰਨਾ ਸੀਗਾ ਉਹਦੇ ਬਾਰੇ ਫਿਰ ਗੁਰੂ ਸਾਹਿਬ ਜਿਹੜੇ ਨੇ
ਜੋ ਪਤਾ ਲੱਗਦਾ ਹੈ ਤਾਂ ਫਿਰ ਗੁਰੂ ਸਾਹਿਬ ਵਾਪਸ ਆਉਂਦੇ ਨੇ, ਕਿਉਂਕਿ ਲਗਾਤਾਰ ਇਹ ਹੁਕਮਨਾਮੇ ਜਿਹੜੇ ਜਾਰੀ ਕੀਤੇ ਜਾ ਰਹੇ ਨੇ ਕਿ ਕਨਵਰਟ ਕਰਨ ਦੇ ਲਈ। ਤੇ ਗੁਰੂ ਸਾਹਿਬ ਜਦੋਂ ਆਉਂਦੇ ਨੇ ਪੰਜਾਬ ਵੱਲ ਵਾਪਸ ਆਉਂਦੇ ਨੇ ਤਾਂ ਆ ਕੇ ਮਾਲਵੇ ਦਾ ਦੌਰਾ ਕਰਦੇ ਨੇ, ਕਿਉਂਕਿ ਮੈਨੂੰ ਲੱਗਦਾ ਕਾਫੀ ਲੰਬਾ ਸਮਾਂ ਹੋ ਗਿਆ, ਮੈਨੂੰ ਥੋੜਾ ਸਮ ਅਪ ਕਰਨਾ ਚਾਹੀਦਾ। ਤੇ ਮਤਲਬ ਕਿ ਮੈਨੂੰ ਲੱਗਦਾ ਕਿ ਜਦੋਂ ਗੁਰੂ ਸਾਹਿਬ ਵਾਪਸ ਆਉਂਦੇ ਨੇ ਤਾਂ ਆ ਕੇ ਗੁਰੂ ਸਾਹਿਬ ਯਤਨ ਕਰਦੇ ਨੇ ਕਿ ਲੋਕਾਂ ਨੂੰ ਧਰਮ ਦੇ ਵਿੱਚ ਪੱਕਿਆ ਕਰਨਾ, ਧਰਮ ਦੀ ਸਪਿਰਿਟ ਦੇ ਵਿੱਚ ਪੱਕਿਆ ਕਰਨਾ ਹੈ। ਇਸ ਕਰਕੇ ਗੁਰੂ ਸਾਹਿਬ ਜਿਹੜੇ ਨੇ ਛੇਤੀ ਨਾਲ ਪੰਜਾਬ ਦੇ ਮਾਲਵੇ ਪਿੰਡਾਂ ਦੇ ਦੌਰਾ ਕਰਦੇ ਨੇ, ਕਿਉਂਕਿ ਲਗਾਤਾਰ ਜਿਹੜਾ ਹੁਕਮਨਾਮਾ ਜਾਰੀ ਹੋ ਰਿਹਾ ਕਿ ਮੰਦਿਰਾਂ ਦੇ ਵਿੱਚ ਵਿੱਦਿਆ ਦਿੱਤੀ ਜਾ ਰਹੀ ਹੈ, ਜਿਹੜੀ ਮੰਦਿਰ ਢਾਹ ਦਿਓ, ਪਾਠਸ਼ਾਲਾਵਾਂ ਵਿਦਿਆਲੇ ਬੰਦ ਕਰਵਾ ਦਿਓ, ਤੇ ਲਗਾਤਾਰ ਜਿਹੜਾ ਹੈ ਕਿ ਇਹਨਾਂ ਨੂੰ ਕਨਵਰਟ ਕੀਤਾ ਜਾਵੇ। 1669 ਦਾ ਜਿਹੜਾ ਹੁਕਮ ਹੈ, ਜਿਹੜਾ ਹੈ ਆਦੇਸ਼ ਹੈ ਜਿਹੜਾ ਬਾਦਸ਼ਾਹ ਦਾ, ਉਹਦੇ ਉੱਤੇ ਬੜਾ ਸਖਤੀ ਨਾਲ ਉਹ ਤੇ ਕੰਮ ਸ਼ੁਰੂ ਹੁੰਦਾ ਹੈ। ਉਹਦੇ ਵਿੱਚ ਕਾਸ਼ੀ ਵਿਸ਼ਵਨਾਥ ਟੈਂਪਲ ਜਿਹੜਾ ਉਹ ਢਾਇਆ ਜਾਂਦਾ, ਮਥੁਰਾ ਦੇ ਵੀ ਢਾਏ ਜਾਂਦੇ ਨੇ, ਟੈਂਪਲ ਢਾਏ ਜਾਂਦੇ ਨੇ। ਤੇ ਇੱਥੋਂ ਤੱਕ ਬੂੜੀਆ ਦੇ ਵਿੱਚ ਇੱਕ ਨਾਨਕਸ਼ਾਹੀ ਧਰਮਸ਼ਾਲਾ ਸੀ, ਉਹਨੂੰ ਵੀ ਢਾਹ ਕੇ ਉੱਥੇ ਇੱਕ ਮਜੌਰ ਜਿਹੜਾ ਹੈ ਅਜਾਨ ਦਿੰਦਾ ਹੈ, ਉਸ ਨੂੰ ਰੱਖਿਆ ਗਿਆ ਸੀਗਾ ਮਜੌਰ ਨੂੰ। ਤੇ ਉਹ ਮਜੌਰ ਜਿਹੜਾ ਹੈ ਉਹਨੂੰ ਮਾਰ ਕੇ ਤੇ ਫਿਰ ਨਾਨਕਸ਼ਾਹੀ ਸਿੱਖ ਸੰਗਤ ਨੇ ਉੱਥੇ ਫਿਰ ਗੁਰਦੁਆਰਾ ਬਣਾ ਲਿਆ ਸੀ। ਜਦੋਂ ਫੜ ਲਿਆ ਗਿਆ ਉਹਨਾਂ ਨੂੰ, ਨਾਨਕਸ਼ਾਹੀ ਸਿੱਖਾਂ ਨੂੰ, ਤਾਂ ਉਹ ਇਸ ਗੱਲ ਤੋਂ ਡਰੇ ਨਹੀਂ, ਘਬਰਾਏ ਨਹੀਂ। ਉਹ ਕਹਿੰਦੇ ਠੀਕ ਹੈ, ਇਹ ਸਾਡਾ ਸਥਾਨ ਸੀ, ਕਬਜ਼ਾ ਇਹਨਾਂ ਨੇ ਕੀਤਾ ਸੀ, ਅਸੀਂ ਤੇ ਆਪਣਾ ਸਥਾਨ ਵਾਪਸ ਲਿਆ। ਉਹ ਇਸ ਤਰ੍ਹਾਂ ਦੀ ਹਾਲਤ ਜਿਹੜੀ ਹੈ ਇਹ ਪੈਦਾ ਹੋ ਗਈ ਸੀ, ਤੇ ਜਿਹੜੀ ਆਲਮੋਸਟ ਅਨਰੈਸਟ ਕ੍ਰੀਏਟ ਹੋ ਗਿਆ ਸੀ ਪੂਰੇ ਹਿੰਦੁਸਤਾਨ ਦੇ ਵਿੱਚ, ਜਿੱਥੇ ਜਿੱਥੇ ਜਿਹੜੀ ਮੁਗਲ ਹਕੂਮਤ ਦਾ ਰਾਜ ਸੀ, ਕਿ ਲੋਕਾਂ ਨੂੰ ਜਬਰੀ ਮੁਸਲਮਾਨ ਜਿਹੜਾ ਬਣਾਇਆ ਜਾ ਰਿਹਾ। ਇਸੇ ਮੁਸਲਮਾਨ ਜਦੋਂ ਬਣਾਉਣ ਦੀ ਗੱਲ ਆਉਂਦੀ ਹੈ ਤਾਂ ਕਸ਼ਮੀਰ ਦੇ ਪੰਡਤ ਜਿਹੜੇ ਨੇ ਉਹ ਗੁਰੂ ਸਾਹਿਬ ਕੋਲ ਆਉਂਦੇ ਨੇ, ਸਾਡੇ ਕੋਲ ਆਉਂਦੇ। ਕਸ਼ਮੀਰੀ ਪੰਡਤਾਂ ਦਾ ਜ਼ਿਕਰ ਆਉਂਦਾ ਕਿ ਗੁਰੂ ਸਾਹਿਬ ਕੋਲ ਕਸ਼ਮੀਰੀ ਪੰਡਤ ਆਉਂਦੇ ਨੇ। ਕਸ਼ਮੀਰੀ ਪੰਡਤ ਨੇ ਜਿਹੜੇ ਉਹ ਕੀ ਕਹਿੰਦੇ ਨੇ ਗੁਰੂ ਸਾਹਿਬ ਕੋਲ ਆ ਕੇ, ਉਹਨਾਂ ਦਾ ਜਿਹੜਾ ਮੁਖੀ ਹੈ ਕਸ਼ਮੀਰੀ ਪੰਡਤਾਂ ਦਾ ਉਹ ਹੈਗਾ ਕਿਰਪਾ ਰਾਮ। ਕਿਰਪਾ ਰਾਮ ਜਿਹੜਾ ਪੰਡਤ ਹੈ ਉਹ ਕਹਿੰਦਾ, ਕਿਰਪਾ ਰਾਮ ਕਹਿੰਦਾ ਗੁਰੂ ਸਾਹਿਬ ਨੂੰ ਆ ਕੇ ਕਹਿੰਦਾ ਕਿ ਹਾਥ ਜੋਰ ਕਹਿਓ ਕਿਰਪਾ ਰਾਮ, ਦਤ ਬ੍ਰਾਹਮਣ ਮਟਨ ਗ੍ਰਾਮ। ਮਤਲਬ ਕਿ ਉਹ ਬੇਨਤੀ ਕਰ ਰਿਹਾ ਗੁਰੂ ਸਾਹਿਬ ਨੂੰ ਕਿ ਮੈਂ ਮਟਨ ਗ੍ਰਾਮ ਤੋਂ, ਕਸ਼ਮੀਰ ਦੇ ਕੋਲ ਹੈ ਮਟਨ ਜਗ੍ਹਾ, ਉੱਥੋਂ ਆਇਆ ਮੈਂ, ਕਿ ਹਾਥ ਜੋਰ ਕਹਿਓ ਕਿਰਪਾ ਰਾਮ, ਦਤ ਬ੍ਰਾਹਮਣ ਮਟਨ ਗ੍ਰਾਮ, ਹਮਰੋ ਬਲ ਅਬ ਰਹਿਓ ਨਾ ਕਾਈ, हे गुरु तेग बहादुर राई, गज के बंधन काटन हारे, तुमको नानक है अवतारे। फिर कहते हैं कि जिम द्रौपदी लाखी लाज, दिओ सवार सुदामे काज, कि जिवें द्रौपदी लाज रखी है सुदामे के काज सवार ते। मतलब कि ਜਿਹੜੇ ਹਿੰਦੂ ਨੇ ਉਹਨਾਂ ਦੇ ਮਨ ਦੇ ਵਿੱਚ ਜਿਹੜਾ ਹੈ ਪ੍ਰਭਾਵ ਉਸ ਤਰ੍ਹਾਂ ਦਾ ਹੀ ਹੈ, ਸਾਰਾ ਪੁਰਾਣਿਕ ਪ੍ਰਭਾਵ ਹੈ, ਉਹਦੇ ਰਾਹੀਂ ਉਹ ਗੁਰੂ ਸਾਹਿਬ ਨੂੰ ਸੰਬੋਧਨ ਕਰ ਰਹੇ ਨੇ, ਤੇ ਗੁਰੂ ਸਾਹਿਬ ਨੂੰ ਬਹੁਤ ਉੱਚਤਮ ਸ਼ਖਸੀਅਤ ਵਜੋਂ ਉਹ ਦੇਖ ਰਹੇ ਨੇ, ਤੇ ਆਪਣੀ ਜਿਹੜੀਆਂ ਉਹਨਾਂ ਦੇ ਧਰਮ ਦੀਆਂ ਉੱਚਤਮ ਸ਼ਖਸੀਅਤਾਂ ਨੇ ਉਹਨਾਂ ਨਾਲ ਤੁਲਨਾ ਵੀ ਕਰ ਰਹੇ ਗੁਰੂ ਸਾਹਿਬ ਦੀ। ਤੇ ਉਹ ਕਹਿੰਦੇ ਨੇ ਕਿ ਜਿਮ द्रौपदी राखी लाज, दिओ सवार सुदामे काज। फिर कहते हैं कि फिरत प्रभ आए थारे। बड़ी जगह घूम के देख लिया, साड़ी किसी ने बांह नहीं फड़ी है। जी इंपॉर्टेंट गल ये है, वो कहते हैं कि असं बहुत जगह घूम के आए हैं, साड़ी किसी ने बांह नहीं फड़ी है। फिर कहते थाक परे हों तो दरबारे, हुण थक हार के असीं तुहाडे दरबार दे विच आए हैं, हुण साडी बांह फड़ो। ये मतलब कि गुरु जिहड़ा किरपा राम जी है बेनती है गुरु साहब नूं। फिर कहता जिहड़ा सेवा राम जी ने लिखिया है, जी पूरा का पूरा बंद लिखिया है जिन्हें कि सेवा हरी अर्ज गुजारी, तुम कलयुग के कृष्ण मुरारी। मतलब ये गल जी है इंपॉर्टेंट है, गुरु साहब ਨੂੰ ਕਹਿ ਰਹੇ ਨੇ ਕਿ ਤੁਸੀਂ ਕਾਲਯੁਗ ਦੇ ਵਿੱਚ ਤੁਸੀਂ ਹੀ ਕ੍ਰਿਸ਼ਨ ਦਾ ਰੂਪ ਹੋ ਸਾਡੇ ਲਈ, ਤੁਸੀਂ ਸਾਡੀ ਬਾਂਹ ਫੜੋ। ਤੇ ਜਦੋਂ ਇਹ ਗੱਲਾਂ ਸਾਰੀਆਂ ਹੁੰਦੀਆਂ ਨੇ ਤਾਂ ਫਿਰ ਗੁਰੂ ਗੋਬਿੰਦ ਰਾਏ ਜੀ ਉੱਥੇ ਆਉਂਦੇ ਨੇ। ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਗੁਰੂ ਗੋਬਿੰਦ ਰਾਏ ਜੀ, ਜਦੋਂ ਗੋਬਿੰਦ ਰਾਏ ਜੀ ਆਉਂਦੇ ਨੇ ਤਾਂ ਪੁੱਛਦੇ ਨੇ ਪਿਤਾ ਜੀ ਨੂੰ ਕਿ ਤੁਸੀਂ ਕਿਉਂ ਉਦਾਸ ਬੈਠੇ ਹੋ। ਤੇ ਗੋਬਿੰਦ ਰਾਏ ਜੀ ਕਹਿੰਦੇ ਕਿ ਇਹਨਾਂ ਬੜੀ ਵੱਡੀ ਸੰਕਟ ਦੇ ਵਿੱਚ ਨੇ ਜਿਹੜੇ ਆਏ ਨੇ ਸਾਡੇ ਕੋਲ ਫਰਿਆਦ ਲੈ ਕੇ, ਤੇ ਕੋਈ ਬੜਾ ਵੱਡਾ ਮਹਾਂਪੁਰਖ ਜਿਹੜਾ ਕੋਈ ਆਪਣਾ ਸਿਰ ਦਵੇ ਤੇ ਇਹਨਾਂ ਦੀ ਜਿਹੜੀ ਦੂਰ ਹੋ ਸਕਦੀ ਹੈ ਸਮੱਸਿਆ, ਸੰਕਟ ਦੇ ਵਿੱਚ ਬਾਹਰ ਆ ਸਕਦੇ ਨੇ। ਤੇ ਗੋਬਿੰਦ ਰਾਏ ਜੀ ਕਹਿੰਦੇ ਨੇ ਕਿ ਤੁਹਾਡੇ ਤੋਂ ਵੱਡਾ ਮਹਾਂਪੁਰਖ ਕੌਣ ਹੋ ਸਕਦਾ। ਇਹ ਦਰਅਸਲ ਇਹ ਮੈਂ ਇਸ ਨੂੰ ਇਸ ਤਰ੍ਹਾਂ ਸਮਝਿਆ ਹੈ ਕਿ ਇਹ ਗੋਬਿੰਦ ਰਾਏ ਜੀ ਸਲਾਹ ਨਹੀਂ ਦੇ ਰਹੇ ਗੁਰੂ ਤੇਗ ਬਹਾਦਰ ਸਾਹਿਬ ਨੂੰ। ਦਰਅਸਲ ਇਹ ਗੁਰੂ ਤੇਗ ਬਹਾਦਰ ਜੀ ਪਰਖ ਕਰ ਰਹੇ ਨੇ ਆਪਣੇ ਪੁੱਤਰ ਦੀ, ਗੋਬਿੰਦ ਰਾਏ ਜੀ ਦੀ, ਕਿ ਮੇਰੇ ਤੋਂ ਬਾਅਦ ਕਿ ਇਹ ਜਿਹੜਾ ਹੈ ਅੱਗੇ ਗੁਰੂ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਵਿੱਚ ਜਿਹੜੀ ਜਿਵੇਂ ਆਮ ਤੌਰ ਤੇ ਪਰਖ ਹੁੰਦੀ ਹੈ ਸਿੱਖਾਂ ਦੀ, ਪਹਿਲਾਂ ਪਰਖ ਤੇ ਜਿਹੜੇ ਮੱਖਣ ਸ਼ਾਹ ਲੁਬਾਣਾ ਨੇ ਵੀ ਕੀਤੀ ਸੀ ਗੁਰੂ ਸਾਹਿਬ ਦੀ, 5 ਮੋਹਰ ਰੱਖ ਕੇ ਮੱਖਣ ਸ਼ਾਹ ਨੇ ਕੋਈ ਪਰਖ ਕੀਤੀ ਸੀ ਗੁਰੂ ਸਾਹਿਬ ਦੀ। ਤੇ ਫਿਰ ਇੱਥੇ ਗੁਰੂ ਸਾਹਿਬ ਆਪਣੇ ਸਿੱਖ ਦੀ ਆਪਣੇ ਪੁੱਤਰ ਦੀ ਪਰਖ ਕਰ ਰਹੇ ਨੇ ਕਿ ਇਹ ਜ਼ਿੰਮੇਵਾਰੀਆਂ ਨਿਭਾਉਣ ਦੇ ਵਿੱਚ ਇਹ ਸਮਰੱਥ ਹੋ ਚੁੱਕੇ ਨੇ ਗੋਬਿੰਦ ਰਾਏ ਜੀ। ਜਦੋਂ ਉਹ ਜਵਾਬ ਸੁਣਦੇ ਨੇ ਤਾਂ ਉਹਨੂੰ ਲੱਗਦਾ ਕਿ ਇਹ ਸਮਰੱਥ ਹੋ ਚੁੱਕੇ ਨੇ, ਤੇ ਗੋਬਿੰਦ ਰਾਏ ਜੀ ਨੂੰ ਫਿਰ ਗੁਰੂ ਦਾ ਰੂਪ ਦਿੱਤਾ ਜਾਂਦਾ ਹੈ। ਪੰਡਤ ਚਲੇ ਜਾਂਦੇ ਨੇ ਉੱਥੋਂ। ਫਿਰ ਕੁਝ ਦਿਨਾਂ ਬਾਅਦ ਪੰਡਤ ਤੇਗ ਬਹਾਦਰ ਜੀ ਗੋਬਿੰਦ ਰਾਏ ਜੀ ਨੂੰ ਗੁਰੂ ਸਥਾਪ ਕੇ ਫਿਰ ਚੱਲਦੇ ਨੇ ਉੱਥੋਂ। ਹੁਣ ਚੱਲ ਕੇ ਫਿਰ ਉਸ ਤੋਂ ਬਾਅਦ ਗੁਰੂ ਸਾਹਿਬ ਬਾਰੇ ਇਹ ਸਾਨੂੰ ਸਾਰਿਆਂ ਨੂੰ ਪਤਾ ਕਿ ਜਿਹੜੀਆਂ ਆਖਿਰ ਦੇ ਵਿੱਚ ਗੁਰੂ ਸਾਹਿਬ ਨੂੰ ਦਿੱਲੀ ਦੇ ਵਿੱਚ ਸ਼ਹੀਦ ਕੀਤਾ ਜਾਂਦਾ, ਜਾ ਕੇ ਸ਼ਹੀਦ ਕੀਤਾ ਜਾਂਦਾ ਗੁਰੂ ਸਾਹਿਬ ਨੂੰ।
ਤੇ ਜਦੋਂ ਸ਼ਹੀਦ ਕੀਤਾ ਜਾਂਦਾ ਤਾਂ ਤਿੰਨ ਚੀਜ਼ਾਂ ਨੇ ਗੁਰੂ ਸਾਹਿਬ ਦੇ ਲਈ ਜਿਹੜੀਆਂ ਸਾਹਮਣੇ ਨੇ ਗੁਰੂ ਸਾਹਿਬ ਨੂੰ ਕਹੀਆਂ ਜਾਂਦੀਆਂ ਨੇ ਕਿ ਇਸਲਾਮ ਕਬੂਲ ਕਰ ਲਓ, ਕਰਾਮਾਤ ਦਿਖਾਓ ਤੇ ਮਤਲਬ ਕਿ ਜਾਂ ਜਿਹੜਾ ਮਤਲਬ ਕਿ ਸ਼ਹੀਦੀ ਲਈ ਤਿਆਰ ਹੋ ਜਾਓ। ਤਿੰਨ ਚੀਜ਼ਾਂ ਜਿਹੜੀਆਂ ਗੁਰੂ ਸਾਹਿਬ ਦੇ ਸਾਹਮਣੇ ਆਉਂਦੀਆਂ। ਹੁਣ ਗੁਰੂ ਸਾਹਿਬ ਜਿਹੜੇ ਨੇ ਉਹ ਕਰਾਮਾਤ ਜਿਹੜੀ ਹੈ ਉਹ ਗੱਲ ਨਹੀਂ ਕਰਦੇ ਹਨ। ਤੇ ਦੂਜੀ ਗੱਲ ਹੈ ਕਿ ਇਸਲਾਮ ਦੇ ਵਿੱਚ ਗੁਰੂ ਸਾਹਿਬ ਨਹੀਂ ਜਾਣਾ ਚਾਹੁੰਦੇ, ਕਿਉਂਕਿ ਆਪਣਾ ਧਰਮ ਦੇ ਵਿੱਚ ਪੱਕ ਰਹਿਣ ਦਾ ਉਪਦੇਸ਼ ਗੁਰੂ ਸਾਹਿਬ ਨੇ ਸਾਰੀ ਉਮਰ ਦਿੱਤਾ ਹੈ। ਇਸ ਕਰਕੇ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਦਾ ਜਿਹੜਾ ਹੈ ਇੱਕ ਪ੍ਰੋਸੈਸ ਜਿਹੜਾ ਚੱਲਿਆ, ਜਿਹਦੇ ਵੇਲੇ ਆਦੇਸ਼ ਮਿਲੇ ਬਾਦਸ਼ਾਹ ਤੋਂ, ਤੇ ਉਹਦੇ ਲਈ ਫਿਰ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ ਗਿਆ। ਪਰ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਗੁਰੂ ਸਾਹਿਬ ਦੇ ਨਾਲ ਜਿਹੜੇ ਆ ਤਿੰਨ ਸਿੱਖ ਜਿਹੜੇ ਉਹ ਸ਼ਹੀਦ ਕੀਤੇ ਗਏ ਨੇ। ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਇਹ ਤਿੰਨ ਸਿੱਖ ਜਿਹੜੇ ਸ਼ਹੀਦ ਕੀਤੇ ਗਏ ਨੇ ਗੁਰੂ ਸਾਹਿਬ ਦੇ ਨਾਲ। ਹੁਣ ਇਹ ਤਿੰਨ ਸਿੱਖਾਂ ਨੂੰ ਸ਼ਹੀਦ ਕਰਨ ਤੋਂ ਬਾਅਦ ਫਿਰ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਗਿਆ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਗਿਆ, ਫਿਰ ਉਦੋਂ ਜਿਹੜਾ ਹੈ ਦਿੱਲੀ ਦੇ ਵਿੱਚ ਬੜੀ ਖਲਬਲੀ ਹੈ ਮੱਚ ਸਿੱਖਾਂ ਦੇ ਵਿੱਚ ਕਿ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰਤਾ, ਪਰ ਮਨ ਦੇ ਵਿੱਚ ਇਹ ਪੱਕਾ ਜਿਹੜਾ ਹੈ ਇਹ ਧਾਰ ਲਿਆ, ਮਨ ਦੇ ਵਿੱਚ ਦ੍ਰਿੜਤਾ ਪੈਦਾ ਕਰ ਲਈ ਕਿ ਗੁਰੂ ਸਾਹਿਬ ਦੇ ਸਰੀਰ ਨੂੰ ਅਸੀਂ ਮੁਗਲਾਂ ਦੇ ਹੱਥ ਨਹੀਂ ਲੱਗਣ ਦੇਣਾ ਚਾਹੁੰਦੇ। ਤੇ ਲੱਖੀ ਸ਼ਾਹ ਵਣਜਾਰਾ ਜਿਹੜਾ ਹੈ ਉਹਦੇ ਘਰ ਇਕੱਠੇ ਹੁੰਦੇ ਨੇ, ਭਾਈ ਨਾਨੂ, ਭਾਈ ਆਗਿਆ, ਭਾਈ ਜੈਤਾ, ਭਾਈ ਉਦਾ, ਇਹ ਸਾਰੇ ਇਕੱਠੇ ਹੁੰਦੇ ਨੇ, ਜਾ ਕੇ ਦੇਖਦੇ ਨੇ। ਭਾਈ ਲੱਖੀ ਸ਼ਾਹ ਵਣਜਾਰਾ ਕਹਿੰਦਾ ਕਿ ਮੇਰੇ ਤਾਂ ਮੈਂ ਤੇ ਅੱਜ ਹੀ ਆਇਆ, ਰਾਤੀ ਆਇਆ ਜੇ, ਟਾਂਡਾ ਲੈ ਕੇ ਆਪਣਾ ਬਾਹਰੋਂ ਵਪਾਰ ਕਰਨ ਗਿਆ ਸੀ, ਮੈਨੂੰ ਪਤਾ ਨਹੀਂ ਕੀ ਗੱਲ ਹੋਈ ਹੈ। ਉਹ ਦੱਸਦੇ ਨੇ ਕਿ ਗੁਰੂ ਸਾਹਿਬ ਨੂੰ ਸ਼ਹੀਦ ਕਰਤਾ ਗਿਆ। ਜਦੋਂ ਉਹ ਇਹ ਦੱਸਦੇ ਨੇ ਤਾਂ ਉਹ ਕਹਿੰਦੇ ਵੀ ਜੋ ਮੇਰੇ ਲਈ ਸੇਵਾ ਲਾਓਗੇ ਮੈਂ ਆਪਣੀ ਸੇਵਾ ਜਿਹੜੀ ਹੈ ਕਰਨ ਦੇ ਲਈ ਤਿਆਰ ਹਾਂ, ਜੋ ਮੇਰੀ ਸੇਵਾ ਲੱਗੂ। ਫਿਰ ਇਹ ਕੀਤਾ ਜਾਂਦਾ ਕਿ ਜਿਹੜਾ ਟਾਂਡਾ ਲੈ ਕੇ ਆਏ ਜਾਂਦੇ ਨੇ ਉਹ ਟਾਂਡਾ ਦੁਬਾਰਾ ਫਿਰ ਕਿਲੇ ਤੋਂ, ਲਾਲ ਕਿਲੇ ਤੋਂ ਸੀਸਗੰਜ ਗੁਰਦੁਆਰੇ ਪਾਸੇ ਨੂੰ ਲਿਆਇਆ ਜਾਂਦਾ। ਉਸ ਟਾਂਡਾ ਚੋਂ ਲੰਘਦਾ ਹੈ ਤੇ ਉਹ ਵੱਡੇ ਟਾਂਡੇ ਦੇ ਵਿੱਚੋਂ ਲੰਘਦੇ ਨੂੰ ਭਾਈ ਜੈਤਾ ਜਿਹੜੇ ਨੇ ਉਹ ਸੀਸ ਲੈ ਕੇ ਲੰਘ ਜਾਂਦੇ ਨੇ ਅੱਗੇ। ਤੇ ਲੱਖੀ ਸ਼ਾਹ ਵਣਜਾਰੇ ਇਹਦਾ ਪੁੱਤਰ ਜਿਹੜਾ ਨਗਾਈਆ, ਇਹ ਦੋਨੇ ਗੁਰੂ ਸਾਹਿਬ ਧੜ ਚੁੱਕਦੇ ਨੇ। ਇਹ ਆਪਣਾ ਜਿਹੜਾ ਹੈ ਅੱਜ ਕੱਲ੍ਹ ਗੁਰਦੁਆਰਾ ਰਕਾਬਗੰਜ ਹੈ, ਇਹਦਾ ਨਾਂ ਸੀ ਪਹਿਲਾਂ ਰਾਇਸੀਨਾ ਨਗਰ, ਪਿੰਡ ਸੀ ਰਾਇਸੀਨਾ। ਤੇ ਉੱਥੇ ਜਾ ਕੇ ਆਪਣੇ ਘਰ ਦੇ ਵਿੱਚ ਸਾਰਿਆਂ ਨੂੰ, ਜਿਵੇਂ ਸਾਨੂੰ ਪਤਾ ਹੈ ਕਿ ਉਹ ਸੰਸਕਾਰ ਜਿਹੜੇ ਹੈ ਗੁਰੂ ਸਾਹਿਬ ਦਾ ਬੜੇ ਸਤਿਕਾਰ ਦੇ ਨਾਲ ਆਪਣੇ ਘਰ ਨੂੰ ਅੱਗੇ ਲਾ ਕੇ ਕਰ ਦਿੰਦੇ। ਹੁਣ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਇੱਕ ਹੋਰ ਸਿੱਖ ਸੀ ਜਿਹੜਾ ਉੱਥੇ ਦਿੱਲੀ ਦੇ ਵਿੱਚ ਮੌਜੂਦ ਸੀ, ਉਹ ਸੀ ਭਾਈ ਗੁਰਦਿੱਤਾ। ਇਹ ਬਾਬੂੜਾ ਜੀ ਦੇ ਖਾਨਦਾਨ ਚੋਂ ਸੀ। ਭਾਈ ਗੁਰਦਿੱਤਾ ਜੀ ਨੇ ਤਿਲਕ ਦਿੱਤਾ ਸੀ ਗੁਰੂ ਗੋਬਿੰਦ ਰਾਏ ਜੀ ਨੂੰ, ਗੋਬਿੰਦ ਰਾਏ ਜੀ ਨੂੰ ਗੁਰੂ ਬਣਾਇਆ ਸੀ। ਤਾਂ ਉਹਨਾਂ ਨੇ ਜੇ ਪਰੰਪਰਾ ਚੱਲੀ ਆਉਂਦੀ ਹੈ ਕਿ ਬਾਬੂੜਾ ਜੀ ਦੇ ਪਰਿਵਾਰ ਜਿਹੜਾ ਹੈ ਉਹ ਤਿਲਕ ਲਾਉਂਦਾ ਆ ਰਿਹਾ, ਜਾਂ ਮਰਗੇ ਗੁਰਿਆਈ ਦੀ ਰਸਮ ਜਿਹੜੀ ਹੈ ਕਰਨ ਦੀ ਜਿਹੜੀ ਜ਼ਿੰਮੇਵਾਰੀ ਬਾਬੂੜੀ ਦੇ ਪਰਿਵਾਰ ਤੇ ਸੀ। ਉਸ ਵਕਤ ਭਾਈ ਗੁਰਦਿੱਤਾ ਸੀ ਜਿਹੜਾ, ਉਹਦੇ ਤੋਂ ਇਹ ਰਸਮ ਕਰਵਾਈ ਜਾਂਦੀ ਹੈ। ਤੇ ਉਹ ਰਸਮ ਕਰਨ ਤੋਂ ਬਾਅਦ ਕੁਝ ਦੇਰ ਬਾਅਦ ਉਹ ਵੀ ਫਿਰ ਆ ਕੇ ਦਿੱਲੀ ਰਹਿਣ ਲੱਗ ਜਾਂਦਾ ਹੈ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜਾਂਦੇ ਨੇ ਦਿੱਲੀ ਨੂੰ, ਤਾਂ ਉਹ ਭਾਈ ਕਲਿਆਣੇ ਦੀ ਧਰਮਸ਼ਾਲਾ ਹੈ, ਭਾਈ ਕਲਿਆਣੇ ਦੀ ਧਰਮਸ਼ਾਲਾ ਦੇ ਵਿੱਚ ਜਦੋਂ ਆਉਂਦਾ ਹੈ ਰਹਿੰਦਾ, ਤਾਂ 11 ਤਰੀਕ ਨੂੰ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ ਜਾਂਦਾ ਹੈ ਤੇ 12 ਤਰੀਕ ਨੂੰ ਭਾਈ ਗੁਰਦਿੱਤਾ ਜੀ ਜਿਹੜੇ ਨੇ ਉਹ ਵੀ ਆਪਣਾ ਸਰੀਰ ਛੱਡ ਦਿੰਦੇ, ਤਿਆਗ ਦਿੰਦੇ। ਤੇ ਭਾਈ ਲੱਖੀ ਸ਼ਾਹ ਵਣਜਾਰਾ ਤੇ ਭਾਈ ਨਗਾਈਆ ਤੇ ਕੁਝ ਸਿੱਖ ਹੋਰ ਜਿਹੜੇ ਰਲ ਕੇ ਅਗਲੇ ਦਿਨ ਜਿਹੜੇ ਨੇ ਸਰਕਾਰੀ ਆਰਡਰ ਲੈ ਕੇ, ਆਦੇਸ਼ ਲੈ ਕੇ, ਤੇ ਫਿਰ ਜਿਹੜੇ ਤਿੰਨ ਸ਼ਹੀਦ ਸਿੱਖ ਨੇ ਜਿਹੜੇ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਤੇ ਭਾਈ ਗੁਰਦਿੱਤਾ ਜੀ, ਇਹਨਾਂ ਸਾਰਾ ਦਾ ਸੰਸਕਾਰ ਕਰਦੇ ਨੇ। ਫਿਰ ਜਿਹੜਾ ਜਿੱਥੇ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਜਿੱਥੇ ਜੋਤੀ ਆਪਣਾ ਸੰਸਕਾਰ ਕੀਤਾ ਸੀ ਜਮਨਾ ਜੀ ਦੇ ਕੰਢੇ, ਉੱਥੇ ਸੰਸਕਾਰ ਕੀਤਾ ਇਹਨਾਂ ਸਾਰਿਆਂ ਦਾ ਕਰਦੇ ਨੇ। ਤੇ ਫਿਰ ਇਹ ਕੀ ਕਰਦੇ ਨੇ, ਭਾਈ ਜੈਤਾ ਪਹਿਲਾਂ ਆ ਜਾਂਦੇ ਅਨੰਦਪੁਰ ਸਾਹਿਬ, ਪਿੱਛੇ ਭਾਈ ਲੱਖੀ ਸ਼ਾਹ ਵਣਜਾਰਾ ਵੀ ਉੱਥੇ ਜਿਹੜੇ ਅਨੰਦਪੁਰ ਸਾਹਿਬ ਆ ਜਾਂਦੇ ਨੇ। ਤੇ ਭਾਈ ਲੱਖੀ ਸ਼ਾਹ ਵਣਜਾਰਾ ਇੱਥੋਂ ਫਿਰ ਕਿੱਥੇ ਗਏ ਕਿਸੇ ਨੂੰ ਕੁਝ ਨਹੀਂ ਪਤਾ ਲੱਗਦਾ। ਇੱਕ ਸੋਰਸ ਸਾਡੇ ਕੋਲ ਐਸਾ ਆਉਂਦਾ ਜਿਸ ਪਤਾ ਲੱਗਦਾ ਕਿ 1680 ਦੇ ਵਿੱਚ ਦਿੱਲੀ ਵਿਖੇ ਜਿਹੜੇ ਨੇ ਲੱਖੀ ਸ਼ਾਹ ਵਣਜਾਰਾ ਜਿਹੜੇ ਨੇ ਉਹ ਅਕਾਲ ਚਲਾਣਾ ਕਰਦੇ ਨੇ। ਹੁਣ ਜਦੋਂ ਮੌਕਾ ਮਿਲਿਆ ਰਾਜਸਥਾਨ ਦੀਆਂ ਯਾਤਰਾਵਾਂ ਕਰਨ ਦਾ, ਤੇ ਇੱਕ ਜਗ੍ਹਾ ਦਾ ਨਾਂ ਆਇਆ ਜੈਪੁਰ ਤੋਂ ਲਗਭਗ 150-150 ਕਿਲੋਮੀਟਰ, ਨਰਾਇਣੇ ਦੇ ਬਿਲਕੁਲ ਨਾਲ ਹੈ, 20-25 ਕਿਲੋਮੀਟਰ, ਸਵਰਦਾ ਨਾਂ ਦੀ ਜਗ੍ਹਾ ਹੈ। ਸਵਰਦਾ ਇੱਕ ਜਗ੍ਹਾ ਜਾ ਕੇ ਜੇ ਮੌਕਾ ਮਿਲੇ ਤੁਹਾਨੂੰ, ਤੁਸੀਂ ਜਾ ਕੇ ਦੇਖੋ ਕਿ ਉੱਥੇ ਨਿਸ਼ਾਨੀਆਂ ਦੱਸਦੀਆਂ ਨੇ ਇਹ ਕਿੰਨੀ ਪੁਰਾਣੀ ਜਗ੍ਹਾ ਹੋ ਸਕਦੀ ਹੈ, ਸਵਰਦਾ ਕਿੰਨੀ ਪੁਰਾਣੀ ਜਗ੍ਹਾ ਹੋ ਸਕਦੀ ਹੈ। ਤੇ ਉੱਥੇ ਜਾ ਕੇ ਪਤਾ ਲੱਗਦਾ ਕਿ ਉੱਥੇ ਜਿਹੜਾ ਮੇਰਾ ਉੱਥੇ ਮਨ ਸੀ ਚੌਥੂ ਰਾਮ ਉਦਾਸੀ ਸੀ। ਇਹ ਵਣਜਾਰਿਆਂ ਦੇ ਉਸੇ ਪਰਿਵਾਰ ਚੋਂ, ਲੱਖੀ ਸ਼ਾਹ ਵਣਜਾਰਾ ਦੇ ਪਰਿਵਾਰ ਚੋਂ। ਇਹਦੀ 90 ਸਾਲ ਦੀ ਉਮਰ ਸੀ ਜਦੋਂ ਮੇਰੀ ਇਹਦੇ ਨਾਲ ਮੁਲਾਕਾਤ ਹੋਈ ਸੀ ਕੁਝ ਸਾਲ ਪਹਿਲਾਂ। ਇਹ ਹੁਣ ਤੇ ਜਿਹੜਾ ਅਕਾਲ ਚਲਾਣਾ ਕਰ ਗਿਆ ਹੁਣ ਇਹ ਵੀ। ਤੇ ਮੇਰੀ ਜਦੋਂ ਮੁਲਾਕਾਤ ਹੋਈ ਸੀ ਤੇ ਇਹ ਬਹੁਤ ਡਿਟੇਲ ਦੇ ਵਿੱਚ ਇਹਨੇ ਦੱਸਿਆ ਮੈਨੂੰ ਗੱਲਾਂ ਕਿ ਲੱਖੀ ਸ਼ਾਹ ਵਣਜਾਰਾ ਸਾਡੇ ਕਹਿੰਦੇ ਬਜ਼ੁਰਗ ਸੀ ਪਰਿਵਾਰ ਦੇ, ਉਹ ਆ ਕੇ ਸਵਰਦਾ ਰਹਿੰਦੇ ਰਹੇ ਨੇ, ਇੱਥੇ ਰਹੇ ਨੇ। ਤੇ ਇਹਨਾਂ ਦੀ ਗੱਲ ਤੇ ਮੈਨੂੰ ਇਸ ਕਰਕੇ ਜਿਹੜੀ ਥੋੜੀ ਜਿਹੀ ਦਲੀਲ ਵਾਲੀ ਲੱਗੀ, ਕਿਉਂਕਿ ਸਾਰੀ ਹਕੂਮਤ ਦਾ ਧਿਆਨ ਉਹਨਾਂ ਲੋਕਾਂ ਨੂੰ ਲੱਭਣ ਵਾਲੇ ਪਾਸੇ ਲੱਗਿਆ ਹੋਇਆ ਸੀ ਜਿਹੜਿਆਂ ਨੇ ਹਕੂਮਤ ਦੀ ਹੁਕਮਦੁਲੀ ਕੀਤੀ ਹੈ, ਜਿਨ੍ਹਾਂ ਨੇ ਗੁਰੂ ਸਾਹਿਬ ਦਾ ਸੀਸ ਚੁੱਕ ਕੇ ਲੈ ਗਏ ਜਾਂ ਗੁਰੂ ਸਾਹਿਬ ਦਾ ਧੜ ਜਿਹੜੇ ਸਿੱਖ ਲੈ ਗਏ ਸੀ, ਉਹਨਾਂ ਨੂੰ ਲੱਭਣ ਦੇ ਲਈ ਸਾਰਾ ਯਤਨ ਕੀਤਾ ਹੋਇਆ ਸੀਗਾ ਜਿਹੜਾ ਹਕੂਮਤ ਵੱਲੋਂ। ਉਹ ਸਾਰਾ ਜਿਹੜਾ ਹੈ ਯਤਨ ਜਿਹੜਾ ਹੈ ਉਹਨੂੰ ਮਤਲਬ ਕਿ ਯਤਨ ਜਿਹੜੇ ਸਰਕਾਰ ਦੇ ਫੇਲ ਕਰਨ ਦੇ ਲਈ
ਇਹ ਫਿਰ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਅਨੰਦਪੁਰ ਸਾਹਿਬ, ਕਿਉਂਕਿ ਉਸ ਤੋਂ ਬਾਅਦ ਕੁਝ ਨਹੀਂ ਪਤਾ ਲੱਗਦਾ ਕਿੱਥੇ ਰਿਹਾ ਕਿੱਥੇ ਨਹੀਂ ਰਿਹਾ, ਪਰ ਜਿਹੜੇ ਸੋਰਸਿਸ ਆਉਂਦੇ ਨੇ ਉਹ ਦੱਸਦੇ ਨੇ ਕਿ ਦਿੱਲੀ ਵਿੱਚ ਇਹ ਅੰਤਿਮ ਸਮਾਂ ਅਕਾਲ ਚਲਾਣਾ ਕੀਤਾ, ਤੇ ਪਰ ਉੱਥੇ ਲੰਮਾ ਸਮਾਂ ਰਿਹਾ ਦੱਸਿਆ ਜਾਂਦਾ ਹੈ ਕਿ ਸਵਰਧਾ ਦੇ ਵਿੱਚ ਲੰਮਾ ਸਮਾਂ ਰਿਹਾ ਹੈ ਭਾਈ ਲੱਖੀ ਸ਼ਾਹ ਬੁਝਾਰਤ। ਉਸ ਤਰ੍ਹਾਂ ਨਾਲ ਜਿਹੜਾ ਹੈ ਗੁਰੂ ਸਾਹਿਬ ਦੀ ਜਿਹੜੀ ਹੈ ਸ਼ਹਾਦਤ ਜਿਹੜੀ ਹੈ ਅਸੀਂ ਉਸ ਨੂੰ ਯਾਦ ਕਰਦੇ ਹਾਂ, ਦੇਖਦੇ ਹਾਂ ਕਿ ਗੁਰੂ ਸਾਹਿਬ ਜਿਹੜੇ ਹੈ ਸਾਡੇ ਦ੍ਰਿਸ਼ਟੀ ਦੇ ਵਿੱਚ ਸਾਡੀ ਜਿਹੜੇ ਹੁਣ ਗੁਰੂ ਸਾਹਿਬ ਦੀ ਸ਼ਤਾਬਦੀ ਹੈ ਪ੍ਰਕਾਸ਼ ਪੁਰਬ ਮਨਾਇਆ ਜਾਣਾ ਬਹੁਤ ਵੱਡੇ ਪੱਧਰ ਤੇ ਉਸੇ ਦ੍ਰਿਸ਼ਟੀ ਤੋਂ ਹੀ ਅਸੀਂ ਗੁਰੂ ਸਾਹਿਬ ਨੂੰ ਯਾਦ ਕਰ ਰਹੇ ਹਾਂ। ਤੇ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਨੇ ਬਹੁਤ ਵੱਡਾ ਉਪਰਾਲਾ ਕੀਤਾ ਹੈ ਕਿ ਇਸ ਜਿਹੜਾ ਹੈ ਇੱਕ ਵਿਸ਼ੇਸ਼ ਲੈਕਚਰ ਜਿਹੜਾ ਹੈ ਆਯੋਜਿਤ ਕੀਤਾ ਗਿਆ ਹੈ। ਪਹਿਲਾਂ ਵੀ ਪ੍ਰੋਗਰਾਮ ਕਰਵਾਏ ਨੇ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਨੇ, ਵਾਈਸ ਚਾਂਸਲਰ ਸਾਹਿਬ ਡਾਕਟਰ ਪ੍ਰਿਤਪਾਲ ਸਿੰਘ ਜੀ, ਤੇ ਇਹਨਾਂ ਦੇ ਨਾਲ ਜਿਹੜਾ ਹੈ ਵਿਭਾਗ ਹੈ ਇਹਨਾਂ ਦਾ ਧਰਮ ਅਧਿਐਨ ਵਿਭਾਗ, ਡਾਕਟਰ ਹਰਦੇਵ ਸਿੰਘ ਜੀ, ਡਾਕਟਰ ਕਰਨਜੋਤ ਜੀ ਤੇ ਸ਼ਰੂਤੀ ਮੈਡਮ ਜਿਹੜੇ ਨੇ, ਇਹ ਸਾਰੇ ਮੈਂ ਇਹਨਾਂ ਦਾ ਸ਼ੁਕਰਗੁਜ਼ਾਰ ਹਾਂ। ਇਹਨਾਂ ਨੇ ਮੈਨੂੰ ਅੱਜ ਦੇ ਦਿਨ ਇੱਥੇ ਬੋਲਣ ਦਾ ਮੌਕਾ ਦਿੱਤਾ, ਕੁਝ ਗੱਲ ਕਰਨ ਦਾ ਮੌਕਾ ਮਿਲਿਆ ਮੈਨੂੰ ਵੀ ਕਿ ਮੈਂ ਗੁਰੂ ਸਾਹਿਬ ਦੀ ਜਿਹੜੀ ਹੈ ਕੁਝ ਯਾਦ ਕਰ ਸਕਾਂ, ਗੁਰੂ ਸਾਹਿਬ ਦੀਆਂ ਕੁਝ ਗੱਲਾਂ ਜਿੱਥੇ ਮੈਨੂੰ ਜਾਣ ਦਾ ਮੌਕਾ ਮਿਲਿਆ ਉਹ ਤੁਹਾਡੇ ਨਾਲ ਸਾਂਝੀਆਂ ਕਰ ਸਕਾਂ। ਤੇ ਇੰਨੀਆਂ ਕੋਈ ਜਿਹੜੀਆਂ ਮੇਰੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਪ੍ਰੋਫੈਸਰ ਪਰਮਵੀਰ ਸਿੰਘ ਜੀ, ਪ੍ਰੋਫੈਸਰ ਡਿਪਾਰਟਮੈਂਟ ਆਫ ਇਨਸਾਈਕਲੋਪੀਡੀਆ ਆਫ ਸਿੱਖਿਜ਼ਮ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ। ਡਾਕਟਰ ਪਰਮਵੀਰ ਸਿੰਘ ਹੁਣਾਂ ਨੇ ਸਾਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਅਤੇ ਉਹਨਾਂ ਦੀਆਂ ਪ੍ਰਚਾਰ ਯਾਤਰਾਵਾਂ ਨਾਲ ਰੂਬਰੂ ਕਰਵਾਇਆ। ਬਹੁਤ ਧੰਨਵਾਦੀ ਹਾਂ। ਹੁਣ ਮੈਂ ਬੇਨਤੀ ਕਰਦਾ ਸਾਡੇ ਮਾਣਯੋਗ ਵਾਈਸ ਚਾਂਸਲਰ ਡਾਕਟਰ ਪ੍ਰਿਤਪਾਲ ਸਿੰਘ ਜੀ ਨੂੰ ਕਿ ਉਹ ਅੱਜ ਇਸ ਮੁਕੱਦਸ ਸਮੇਂ ਤੇ ਆਪਣੇ ਵਿਚਾਰ ਸੰਗਤ ਨਾਲ ਸਾਂਝੇ ਕਰਨ। ਡਾਕਟਰ ਪ੍ਰਿਤਪਾਲ ਸਿੰਘ ਜੀ, ਵਾਈਸ ਚਾਂਸਲਰ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ। ਬਹੁਤ ਹੀ ਸਤਿਕਾਰਯੋਗ ਡਾਕਟਰ ਪਰਮਵੀਰ ਸਿੰਘ ਜੀ, ਪ੍ਰੋਫੈਸਰ ਅਤੇ ਮੁਖੀ ਸਿੱਖ ਵਿਸ਼ਵਕੋਸ਼ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ। ਡਾਕਟਰ ਕਿਰਨਦੀਪ ਕੌਰ, ਮੁਖੀ ਸ੍ਰੀ ਗੁਰੂ ਗ੍ਰੰਥ ਸਾਹਿਬ ਧਰਮ ਅਧਿਐਨ ਵਿਭਾਗ। ਡਾਕਟਰ ਹਰਦੇਵ ਸਿੰਘ, ਸਹਾਇਕ ਪ੍ਰੋਫੈਸਰ ਧਰਮ ਅਧਿਐਨ ਵਿਭਾਗ। ਡਾਕਟਰ ਸ਼ਰੂਤੀ ਅਗਰਵਾਲ ਅਤੇ ਸਾਰੇ ਸਰੋਤਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹਾਂਗਾ ਡਾਕਟਰ ਪਰਮਵੀਰ ਸਿੰਘ ਜੀ ਦਾ, ਜਿਨ੍ਹਾਂ ਨੇ ਬਹੁਤ ਹੀ ਡਿਟੇਲ ਦੇ ਵਿੱਚ ਗੁਰੂ ਸਾਹਿਬ ਦੀ ਬਾਣੀ ਅਤੇ ਪ੍ਰਚਾਰ ਯਾਤਰਾਵਾਂ ਬਾਰੇ ਸਾਨੂੰ ਜਾਣੂ ਕਰਾਇਆ ਹੈ। ਮੈਂ ਸਮਝਦਾ ਹਾਂ ਕਿ ਉਹਨਾਂ ਦੇ ਲੈਕਚਰ ਤੋਂ ਬਾਅਦ ਕੋਈ ਜ਼ਿਆਦਾ ਗੱਲ ਕਰਨ ਵਾਲੀ ਗੱਲ ਰਹਿ ਨਹੀਂ ਜਾਂਦੀ, ਕਿਉਂਕਿ ਉਹਨਾਂ ਨੇ ਕੋਈ ਵੀ ਐਸਪੈਕਟ ਐਸਾ ਨਹੀਂ ਛੱਡਿਆ ਗੁਰੂ ਤੇਗ ਬਹਾਦਰ ਸਾਹਿਬ ਬਾਰੇ, ਉਹਨਾਂ ਦੀ ਬਾਣੀ ਬਾਰੇ ਜਾਂ ਉਹਨਾਂ ਦੇ ਪ੍ਰਚਾਰ ਯਾਤਰਾਵਾਂ ਬਾਰੇ ਜਾਂ ਉਹਨਾਂ ਦੀ ਸ਼ਹਾਦਤ ਬਾਰੇ। ਫਿਰ ਵੀ ਮੈਂ 2-3 ਮਿੰਟ ਵਾਸਤੇ ਹੀ ਆਪਣੇ ਵਿਚਾਰ ਸਾਂਝੇ ਕਰਾਂਗਾ। ਜੋ ਮੇਨ ਮੈਨੂੰ ਬਹੁਤ ਹੀ ਵਧੀਆ ਲੱਗਾ ਇਸ ਲੈਕਚਰ ਦੇ ਵਿੱਚ ਕਿ ਡਾਕਟਰ ਸਾਹਿਬ ਨੇ ਪ੍ਰਚਾਰ ਯਾਤਰਾਵਾਂ ਦੀ ਗੱਲ ਤਾਂ ਕੀਤੀ ਹੈ। ਆਮ ਤੌਰ ਤੇ ਸਾਨੂੰ ਥੋੜਾ ਬਹੁਤ ਰੈਫਰੈਂਸਿਸ ਕਿਤਾਬਾਂ ਦੇ ਵਿੱਚ ਮਿਲ ਜਾਂਦਾ ਆ, ਪਰ ਉਹਨਾਂ ਨੇ ਜਿਸ ਤਰ੍ਹਾਂ ਵਿਜ਼ੂਅਲ ਦਿਖਾ ਕੇ ਕਿ ਗੁਰੂ ਸਾਹਿਬ ਗਏ ਤੇ ਉਹਨਾਂ ਗੁਰਦੁਆਰਾ ਸਾਹਿਬ ਦਾ ਇਤਿਹਾਸ ਕੀ ਆ ਤੇ ਅੱਜ ਦੀ ਜੋ ਸੰਗਤ ਉੱਥੇ ਰਹਿੰਦੀ ਆ ਉਹਦੀ ਪਰਸੈਪਸ਼ਨ ਕੀ ਆ ਤੇ ਗੁਰਦੁਆਰਾ ਸਾਹਿਬਾਨ ਦੀ ਮੌਜੂਦਾ ਹਾਲਾਤ ਕੀ ਆ, ਉਹ ਸਾਰੀ ਬਹੁਤ ਹੀ ਜਾਣਕਾਰੀ ਸਾਨੂੰ ਵਿਜ਼ੂਅਲ ਦੇ ਨਾਲ ਦਿਖਾਈ ਆ। ਤੇ ਮੇਰਾ ਖਿਆਲ ਆ ਕਿ ਸ਼ਾਇਦ ਇਸ ਤਰ੍ਹਾਂ ਦਾ ਲੈਕਚਰ ਅਸੀਂ ਕਦੀ ਪਹਿਲਾਂ ਨਹੀਂ ਦੇਖਿਆ ਹੋਵੇਗਾ ਤੇ ਅਸੀਂ ਬਹੁਤ ਵਡਭਾਗੇ ਵੀ ਸਮਝਦੇ ਹਾਂ ਕਿ ਸ਼ਾਇਦ ਅਸੀਂ ਸਾਰੇ ਇਹਨਾਂ ਗੁਰਧਾਮਾਂ ਦੇ ਵਿੱਚ ਜਾ ਨਾ ਸਕੀਏ, ਪਰ ਅਸੀਂ ਵਿਜ਼ੂਅਲ ਦੇ ਥਰੂ ਜੋ ਫੋਟੋਜ਼ ਡਾਕਟਰ ਸਾਹਿਬ ਨੇ ਸ਼ੇਅਰ ਕੀਤੀਆਂ ਆ ਉਹਦੇ ਥਰੂ ਅਸੀਂ ਸਾਰਿਆਂ ਨੇ ਬਹੁਤ ਹੀ ਇੱਕ ਵੱਡੀ ਜਾਣਕਾਰੀ ਲਈ ਹੈ ਕਿ ਵੈਸੇ ਵੀ ਜਦੋਂ ਸਾਡੀ ਮੈਮਰੀ ਦੇ ਵਿੱਚ ਜੋ ਚੀਜ਼ ਅਸੀਂ ਵਿਜ਼ੂਅਲ ਦੇਖਦੇ ਹਾਂ ਜਾਂ ਫੋਟੋਜ਼ ਦੇਖਦੇ ਹਾਂ ਉਹ ਸਾਡੀ ਮੈਮਰੀ ਦੇ ਵਿੱਚ ਹੀ ਜ਼ਿਆਦਾ ਰਹਿੰਦੀ ਆ। ਸੋ ਜੋ ਗੁਰੂ ਸਾਹਿਬ ਦੇ ਖਾਸ ਕਰਕੇ ਜਿਹੜੇ ਪੂਰਬ ਦੀ ਯਾਤਰਾ ਆ, ਕਿਉਂਕਿ ਡਾਕਟਰ ਸਾਹਿਬ ਨੇ ਗੱਲ ਕੀਤੀ ਸੀ ਕਿ ਪੰਜਾਬ ਦੀ ਯਾਤਰਾ ਬਾਰੇ ਗੁਰੂ ਸਾਹਿਬ ਦੇ ਜਿਹੜੇ ਧਰਮ ਸਥਾਨ ਆ ਜਾਂ ਗੁਰਦੁਆਰਾ ਸਾਹਿਬਾਨ ਆ ਉਹਨਾਂ ਬਾਰੇ ਅਸੀਂ ਥੋੜਾ ਬਹੁਤ ਜਾਣਦੇ ਹਾਂ ਜਾਂ ਜਾਂਦੇ ਰਹਿੰਦੇ ਹਾਂ, ਪਰ ਜਿਹੜੇ ਪੂਰਬ ਦੇ ਧਰਮ ਸਥਾਨ ਆ ਉਹਨਾਂ ਬਾਰੇ ਆਪਾਂ ਨੂੰ ਬਹੁਤ ਜਾਣਕਾਰੀ ਨਹੀਂ, ਖਾਸ ਕਰਕੇ ਜੋ ਬੰਗਲਾਦੇਸ਼ ਦੇ ਹਨ। ਸੋ ਬੰਗਲਾਦੇਸ਼ ਦੇ ਜੋ ਗੁਰਦੁਆਰਾ ਸਾਹਿਬਾਨ ਆ, ਗੁਰਧਾਮ ਆ, ਉਹਨਾਂ ਬਾਰੇ ਬਹੁਤ ਹੀ ਵਧੀਆ ਜਾਣਕਾਰੀ ਡਾਕਟਰ ਸਾਹਿਬ ਨੇ ਦਿੱਤੀ ਆ। ਸੋ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਯੂਨੀਵਰਸਿਟੀ ਵੱਲੋਂ ਕਿ ਡਾਕਟਰ ਪਰਮਵੀਰ ਜੀ ਨੇ ਆਪ ਜਿਹੜੀਆਂ ਜਗ੍ਹਾ ਤੇ ਵਿਜ਼ਿਟ ਕੀਤਾ ਆ ਤੇ ਖਾਸ ਕਰਕੇ ਜਿਸ ਤਰ੍ਹਾਂ ਮਥੁਰਾ ਹੈ, ਆਗਰਾ ਹੈ, ਸਸਾਰਾਮ ਹੈ, ਗਿਆ ਤੇ ਇਸ ਤਰ੍ਹਾਂ ਹੀ ਕਲਕੱਤਾ, ਭਾਗਲਪੁਰ, ਲక్ష్ਮੀਪੁਰ, ਢਾਕਾ, ਉਸ ਸਾਰੇ ਗੁਰਦੁਆਰਾ ਸਾਹਿਬਾਨ ਬਾਰੇ ਬਹੁਤ ਹੀ ਵਧੀਆ ਸਾਨੂੰ ਇਹਦੀ ਜਾਣਕਾਰੀ ਮਿਲੀ ਆ। ਤੇ ਮੇਰੇ ਖਿਆਲ ਆ ਕਿ ਗੁਰੂ ਸਾਹਿਬ ਦਾ ਜੇ ਅਸੀਂ ਇਸ ਵਾਰੀ 400 ਸਾਲਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਤਾਂ ਉਹਦੇ ਵਿੱਚ ਇਹ ਇੱਕ ਜਾਣਕਾਰੀ ਬਹੁਤ ਹੀ ਸਾਡੇ ਲਈ ਮਹੱਤਵਪੂਰਨ ਰਹੇਗੀ। ਸੋ ਜੇ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਗੱਲ ਕਰਦੇ ਹਾਂ ਤਾਂ
ਗੁਰੂ ਤੇਗ ਬਹਾਦਰ ਸਾਹਿਬ ਬਾਰੇ ਅਸੀਂ ਸਾਰੇ ਜਾਣਦੇ ਹਾਂ ਕਿ ਅਸੀਂ ਪਹਿਲਾਂ ਵੀ ਇੱਕ ਸੈਮੀਨਾਰ ਵੈਬੀਨਾਰ ਕਰਾਇਆ ਸੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਬਾਰੇ, ਸ਼ਖਸੀਅਤ, ਬਾਣੀ ਅਤੇ ਸ਼ਹਾਦਤ ਬਾਰੇ। ਸੋ ਗੁਰੂ ਤੇਗ ਬਹਾਦਰ ਜੀ ਦੀ ਬਾਣੀ, ਜਿੱਦਾਂ ਡਾਕਟਰ ਪਰਮਜੀਤ ਜੀ ਨੇ ਗੱਲ ਕੀਤੀ ਸੀ ਕਿ 59 ਸ਼ਬਦਾਂ ਦੇ ਵਿੱਚ ਤੇ 15 ਰਾਗਾਂ ਦੇ ਵਿੱਚ ਅੰਕਿਤ ਹੈ। ਸੋ ਇਸ ਬਾਣੀ ਦੇ ਵਿੱਚ ਜੋ ਸਭ ਤੋਂ ਵੱਡੀ ਗੱਲ ਹੈ, ਆਮ ਤੌਰ ਤੇ ਅਸੀਂ ਕਹਿ ਦਿੰਦੇ ਹਾਂ ਕਿ ਬਰਾਗਮਈ ਬਾਣੀ ਹੈ, ਤੇ ਕਿਤੇ ਕਿਤੇ ਇਹ ਵੀ ਆਉਂਦਾ ਹੈ ਕਿ ਇਹ ਸਾਨੂੰ ਉਦਾਸੀਨਤਾ ਵਾਲੀ ਬਾਣੀ ਹੈ ਜਾਂ ਬਹੁਤ ਬਰਾਗਮਈ ਬਾਣੀ ਹੈ। ਇਸ ਤਰ੍ਹਾਂ ਦਾ ਨਹੀਂ ਹੈ। ਅਸਲ ਵਿੱਚ ਗੁਰੂ ਸਾਹਿਬ ਨੇ ਸਾਡੀ ਜ਼ਿੰਦਗੀ ਦੇ ਵਿੱਚ ਸਾਰੇ ਜੋ ਐਸਪੈਕਟ ਹਨ ਕਿ ਅਸੀਂ ਕਿਸ ਤਰ੍ਹਾਂ ਜ਼ਿੰਦਗੀ ਦੇ ਵਿੱਚ ਵਿਚਰਨਾ ਹੈ, ਤਾਂ ਉਹ ਸਾਰੀ ਅਸਲੀਅਤ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਗੁਰੂ ਸਾਹਿਬ ਨੇ ਬਿਆਨ ਕੀਤਾ ਹੈ। ਤੇ ਮੇਨ ਜੋ ਬਾਣੀ ਦਾ ਸਾਰਾ ਭਾਵ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ, ਉਹ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਤੋਂ, ਗੁਰੂ ਨਾਨਕ ਦੇਵ ਜੀ 9ਵੀਂ ਜੋਤ ਹਨ, ਤਾਂ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਤੋਂ ਚੱਲਿਆ ਸੀਗਾ ਪ੍ਰਵਾਹ, ਉਸ ਤਰ੍ਹਾਂ ਦੇ ਉਸ ਪ੍ਰਵਾਹ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਹੈ। ਸੋ ਸਭ ਤੋਂ ਜੋ ਜ਼ਿਆਦਾ ਜ਼ੋਰ ਦਿੱਤਾ ਗਿਆ ਹੈ ਪ੍ਰਮਾਤਮਾ ਦੇ ਸਿਮਰਨ ਤੇ ਦਿੱਤਾ ਗਿਆ ਹੈ, ਕਿਉਂਕਿ ਪ੍ਰਮਾਤਮਾ ਦੇ ਸਿਮਰਨ ਨਾਲ ਹੀ ਅਸੀਂ ਇੱਕ ਚੰਗੇ ਮਨੁੱਖ ਜਾਂ ਆਪਣੀ ਜ਼ਿੰਦਗੀ ਨੂੰ ਸਫਲਾ ਕਰ ਸਕਦੇ ਹਾਂ। ਤੇ ਮਨੁੱਖੀ ਜੀਵਨ ਦੀ ਵਾਸਤਵਿਕਤਾ ਕੀ ਹੈ, ਸੰਸਾਰ ਵਿੱਚੋਂ ਪਰਤਰਾ ਕਿਵੇਂ ਹੋਣਾ ਹੈ, ਤਾਂ ਇਹ ਸਾਰੇ ਜਿਹੜੇ ਪ੍ਰਸ਼ਨਾਂ ਦੇ ਉੱਤਰ ਹਨ ਉਹ ਗੁਰੂ ਸਾਹਿਬ ਨੇ ਆਪਣੀ ਬਾਣੀ ਦੇ ਵਿੱਚ ਦਿੱਤੇ ਹਨ। ਜੋ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਸਾਰੇ ਆਮ ਗੱਲ ਕਰਦੇ ਹਾਂ ਕਿ ਜੇ ਮਨੁੱਖ ਮਨ ਤੇ ਕਾਬੂ ਕਰ ਲਵੇ ਤਾਂ ਅਸੀਂ ਦੁਨੀਆ ਦੇ ਵਿੱਚ ਕੋਈ ਵੀ ਕਾਰਜ ਕਰ ਸਕਦੇ ਹਾਂ, ਤਾਂ ਕੁਝ ਵੀ ਪ੍ਰਾਪਤ ਕਰ ਸਕਦੇ ਹਾਂ। ਤਾਂ ਸਭ ਤੋਂ ਜ਼ਿਆਦਾ ਜ਼ੋਰ ਜਿਹੜਾ ਹੈ ਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਮਨ ਨੂੰ ਕਾਬੂ ਕਰਨ ਦੇ ਉੱਤੇ, ਮਨ ਨੂੰ ਸਮਝਾਉਣ ਉੱਤੇ ਦਿੱਤਾ ਗਿਆ ਹੈ। ਮਨ ਬੇਸ਼ੱਕ ਸਾਨੂੰ ਦਿਸਦਾ ਨਹੀਂ, ਇੱਕ ਬਹੁਤ ਹੀ ਸੂਖਮ ਵਸਤੂ ਹੈ, ਪਰ ਫਿਰ ਵੀ ਅਸੀਂ ਦੇਖਦੇ ਹਾਂ ਕਿ ਮਨ ਸਾਡਾ ਇੱਕ ਸੈਕਿੰਡ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੀ ਉਡਾਰੀ ਮਾਰ ਦਿੰਦਾ ਹੈ। ਤਾਂ ਮਨ ਨੂੰ ਕਿਸ ਤਰ੍ਹਾਂ ਕਾਬੂ ਕਰਨਾ ਹੈ ਜਾਂ ਮਨ ਨੂੰ ਕਿਸ ਤਰ੍ਹਾਂ ਪ੍ਰਮਾਤਮਾ ਦੇ ਪਾਸੇ ਲਾਉਣਾ ਹੈ, ਸੋ ਉਹਦੇ ਬਾਰੇ ਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਬਹੁਤ ਹੀ ਵਧੀਆ ਪ੍ਰਮਾਣ ਮਿਲਦੇ ਹਨ। ਗੁਰੂ ਤੇਗ ਬਹਾਦਰ ਜੀ ਨੇ ਆਪਣੀ ਬਾਣੀ ਵਿੱਚ ਪ੍ਰਮਾਤਮਾ ਲਈ ਵੱਖ-ਵੱਖ ਨਾਮਾਂ ਦੀ ਵਰਤੋਂ ਕੀਤੀ ਹੈ, ਜਿਵੇਂ ਕਿ ਹਰੀ, ਦੀਨ ਦਿਆਲ, ਪਤਿਤ ਪਾਵਨ, ਸਰਬ ਨਿਵਾਸੀ, ਰਾਮ, ਅਗਣਤ, ਅਲਖ, ਨਿਰੰਜਨ, ਸੁਖ ਦਾਤਾ। ਇਸੇ ਤਰ੍ਹਾਂ ਸੰਸਾਰ ਜੋ ਅਸਥਿਰ ਹੈ, ਅਸੀਂ ਇੱਥੇ ਆਉਂਦੇ ਜਾਂਦੇ ਰਹਿਣਾ ਹੈ, ਸੰਸਾਰ ਦੀ ਅਸਥਿਰਤਾ ਦਰਸਾਉਣ ਲਈ ਗੁਰੂ ਸਾਹਿਬ ਨੇ ਰਾਤ ਦਾ ਸੁਪਨਾ, ਬਾਲੂ ਕੀ ਭੀਤ, ਬੁੱਧ-ਬੁੱਧਾ, ਬੱਦਲਾਂ ਦੀ ਛਾਂ ਅਤੇ ਮਿਰਗ ਤ੍ਰਿਸ਼ਨਾ ਆਦਿ ਸ਼ਬਦਾਂ ਦੀ ਵਰਤੋਂ ਕੀਤੀ ਹੈ। ਗੁਰੂ ਸਾਹਿਬ ਦੀ ਨਜ਼ਰ ਵਿੱਚ ਸਾਰੇ ਸੰਸਾਰਕ ਰਿਸ਼ਤੇ ਇੱਕ ਵਿਹਾਰ ਦਾ ਹੀ ਹਿੱਸਾ ਹਨ ਅਤੇ ਇਹਨਾਂ ਦੀ ਹਕੀਕਤ ਕੁਝ ਵੀ ਨਹੀਂ ਹੈ। ਜੀਵਤ ਕੋ ਵਿਵਹਾਰ, ਮਾਤ ਪਿਤਾ ਭਾਈ ਸੁਤਬੰਧਪ, ਅਰ ਫੁਨ ਗ੍ਰਹਿ ਕੀ ਨਾਰ। ਗੁਰੂ ਸਾਹਿਬ ਆਪਣੀ ਬਾਣੀ ਵਿੱਚ ਮਨ ਨੂੰ ਸਮਝਾਉਂਦੇ ਹਨ ਕਿ ਹਰ ਰੋਜ਼ ਉਮਰ ਘਟ ਰਹੀ ਹੈ। ਕਹੋ ਨਾਨਕ ਸੁਨ ਰੇ ਮਨਾ, ਔਦ ਘਟ ਹੈ ਨੀਤ। ਸੋ ਬੇਸਿਕਲੀ ਸਾਡੀ ਉਮਰ ਜਿਹੜੀ ਆ ਘਟ ਰਹੀ ਆ। ਜਿਸ ਤਰ੍ਹਾਂ ਇੱਕ ਦੋ ਜਗ੍ਹਾ ਹੋਰ ਵੀ ਪ੍ਰਮਾਣ ਆਉਂਦੇ ਆ ਕਿ ਜਿਸ ਤਰ੍ਹਾਂ ਟੁੱਟੇ ਘੜੇ ਦੇ ਵਿੱਚੋਂ ਪਾਣੀ ਜਿਹੜਾ ਰਿਸਦਾ ਰਹਿੰਦਾ ਹੈ ਤੇ ਹੌਲੀ ਹੌਲੀ ਸਾਰਾ ਪਾਣੀ ਖਤਮ ਹੋ ਜਾਂਦਾ ਆ। ਸੋ ਇਸੇ ਤਰ੍ਹਾਂ ਸਾਡੀ ਜਿਹੜੀ ਜੀਵਨ ਆ ਉਹ ਵੀ ਇਸ ਤਰ੍ਹਾਂ ਖਤਮ ਹੁੰਦਾ ਜਾ ਰਿਹਾ ਹੈ। ਤਾਂ ਸਾਨੂੰ ਪ੍ਰਮਾਤਮਾ ਦਾ ਸਿਮਰਨ ਜਿਹੜਾ ਕਰਨਾ ਚਾਹੀਦਾ ਹੈ। ਸੋ ਮਨ ਦੇ ਔਗਣਾਂ ਬਾਰੇ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਮਨ ਬੁਰੇ ਕੰਮਾਂ ਲਈ ਦੌੜਦਾ ਹੈ। ਮਨ ਦਿਨ ਰਾਤ ਵਿਸ਼ਿਆਂ ਪਦਾਰਥਾਂ ਦੀ ਖਾਤਰ ਭੱਜਾ ਫਿਰਦਾ ਹੈ ਅਤੇ ਇਸ ਨੂੰ ਰੋਕਣਾ ਬਹੁਤ ਹੀ ਮੁਸ਼ਕਲ ਹੈ। ਮਾਈ ਮਨ ਮੇਰੋ ਬਸ ਨਾਹੇ, ਨਿਸ ਬਾਸਰ ਵਿਖਿਆਨ ਕੋ ਧਾਵਤ, ਕਹਿਬਿਦ ਰੋਕੋ ਨਾਹੇ ਤਾਹੇ। ਇਸੇ ਤਰ੍ਹਾਂ ਗੁਰੂ ਸਾਹਿਬ ਨੇ ਆਪਣੀ ਬਾਣੀ ਵਿੱਚ ਮਨ ਦੀ ਦਸ਼ਾ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਤਰੀਕੇ ਦੇ ਨਾਲ ਬਿਆਨ ਕਰਦੇ ਹੋਏ ਇਸ ਨੂੰ ਬੁਰਾਈਆਂ ਵੱਲ ਜਾਣ ਤੋਂ ਵਰਜਿਆ ਹੈ। ਸੋ ਜੇ ਗੁਰੂ ਸਾਹਿਬ ਦੇ ਅਸੀਂ ਪ੍ਰਚਾਰ ਯਾਤਰਾਵਾਂ ਦੀ ਗੱਲ ਕਰਦੇ ਹਾਂ ਤਾਂ ਬੇਸਿਕਲੀ ਗੁਰੂ ਸਾਹਿਬ ਦੀਆਂ ਜੋ ਪ੍ਰਚਾਰ ਯਾਤਰਾਵਾਂ ਹਨ ਤਾਂ ਉਹ ਸਿਰਫ ਇੱਕ ਪ੍ਰਚਾਰ ਯਾਤਰਾਵਾਂ ਨਹੀਂ ਸਨ, ਉਹ ਇੱਕ ਮਾਨਵ ਕਲਿਆਣ ਵਾਸਤੇ ਜੋ ਗੁਰੂ ਸਾਹਿਬ ਦਾ ਮਿਸ਼ਨ ਸੀ ਉਹ ਉਸ ਤਰ੍ਹਾਂ ਦਾ ਮਿਸ਼ਨ ਸੀ। ਇੱਕ ਤਾਂ ਪਰਮਾਤਮਾ ਦੇ ਨਾਲ ਲੜ ਲਾਉਣਾ ਸੰਗਤ ਨੂੰ, ਤੇ ਦੂਸਰਾ ਜੋ ਮਾਨਵ ਦੁਖੀ ਆ, ਜੋ ਮਨੁੱਖਤਾ ਦੁਖੀ ਆ, ਉਸ ਮਨੁੱਖਤਾ ਦੇ ਵਾਸਤੇ ਦੇ ਕਲਿਆਣ ਵਾਸਤੇ ਕੰਮ ਕਰਨੇ। ਜਿਸ ਤਰ੍ਹਾਂ ਗੱਲ ਕਰਦੇ ਹਾਂ ਅਸੀਂ ਮਾਲਵੇ ਦੀ ਯਾਤਰਾ ਦੀ, ਤਾਂ ਮਾਲਵੇ ਦਾ ਜੇ ਉਸ ਟਾਈਮ ਦਾ ਚਿੱਤਰਨ ਦੇਖੀਏ ਅਸੀਂ ਕਿਸੇ ਆਮ ਕਿਤਾਬਾਂ ਦੇ ਵਿੱਚ ਮਿਲ ਜਾਂਦਾ ਆ ਕਿ ਉਸ ਟਾਈਮ ਮਾਲਵੇ ਦੇ ਵਿੱਚ ਬਹੁਤ ਹੀ ਮਾੜੀ ਹਾਲਤ ਸੀ, ਬਹੁਤ ਹੀ ਪਛੜਿਆ ਹੋਇਆ ਇਲਾਕਾ ਸੀ, ਆਰਥਿਕ ਤੌਰ ਤੇ ਵੀ ਬਹੁਤ ਹੀ ਗਰੀਬੀ ਸੀ, ਲੋਕਾਂ ਕੋਲ ਪੀਣ ਵਾਲਾ ਪਾਣੀ ਤੱਕ ਨਹੀਂ ਸੀ, ਖਾਣ ਲਈ ਦਾਣੇ ਤੱਕ ਨਹੀਂ ਸੀ। ਤਾਂ ਗੁਰੂ ਸਾਹਿਬ ਨੇ ਮਾਲਵੇ ਦੇ ਵਿੱਚ ਬਹੁਤ ਸਾਰੇ ਬਾਗ ਲਗਵਾਏ ਤੇ ਜੋ ਵੀ ਸੰਗਤਾਂ ਮਾਇਆ ਭੇਟ ਕਰਦੀਆਂ ਸੀ, ਗੁਰੂ ਸਾਹਿਬ ਨੇ ਉਸ ਮਾਇਆ ਦੇ ਨਾਲ ਕਾਰ ਸੇਵਾ ਕਰਵਾ ਕੇ ਬਹੁਤ ਸਾਰੇ ਖੂਹ ਲਗਵਾਏ ਤੇ ਕਈ ਡੰਗਰਾਂ ਨੂੰ ਜਿਹੜੇ ਦੁੱਧ ਵਾਲੇ ਪਸ਼ੂ ਸੀਗੇ ਉਹ ਪਸ਼ੂ ਵੀ ਸੰਗਤਾਂ ਨੂੰ ਲੈ ਕੇ ਦਿੱਤੇ ਤਾਂ ਕਿ ਉਹ ਆਪਣਾ ਜ਼ਿੰਦਗੀ ਦਾ ਜਿਹੜਾ ਪੱਧਰ ਆ ਉਹ ਉੱਚਾ ਕਰ ਸਕਣ।
ਇਹੋ ਕਾਰਨ ਸੀ ਕਿ ਜਿਹੜੇ ਸਖੀ ਸਰਵਰ ਦੇ ਚੇਲੇ ਸੀ ਮੁਸਲਮਾਨ, ਉਹ ਕਾਫੀ ਜ਼ਿਆਦਾ ਗੁਰੂ ਸਾਹਿਬ ਦੇ ਲੜ ਲੱਗ ਗਏ ਤੇ ਉਹ ਵੀ ਇੱਕ ਬਾਅਦ ਦੇ ਵਿੱਚ ਗੁਰੂ ਸਾਹਿਬ ਦੀ ਸ਼ਹੀਦੀ ਦਾ ਕਾਰਨ ਬਣਿਆ ਕਿ ਮੁਸਲਮਾਨਾਂ ਨੂੰ ਗੁਰੂ ਸਾਹਿਬ ਦਾ ਮੇਨ ਜੋ ਸੀ ਕਿ ਇੱਕ ਤਾਂ ਮਾਨਵ ਕਲਿਆਣ ਸੀ, ਦੂਸਰਾ ਸੀ ਲੋਕਾਂ ਨੂੰ ਜਾਗਰੂਕ ਕਰਨਾ। ਸੋ ਜਿਸ ਤਰ੍ਹਾਂ ਦਾ ਮੁਗਲ ਰਾਜ ਦੇ ਵਿੱਚ ਬਹੁਤ ਹੀ ਜ਼ਿਆਦਾ ਜਿਹੜੀ ਲੋਕ ਸੀ ਲਤਾੜੇ ਗਏ ਸੀਗੇ, ਕਿਸੇ ਤਰ੍ਹਾਂ ਦੀ ਸਹੂਲਤ ਨਹੀਂ ਮਿਲਦੀ ਸੀ ਤੇ ਬਹੁਤ ਹੀ ਜ਼ੁਲਮ ਹੁੰਦੇ ਸੀ, ਤਾਂ ਗੁਰੂ ਸਾਹਿਬ ਨੇ ਇੱਕ ਜਿਹੜਾ ਨਿਡਰ ਹੋਣ ਦਾ ਹੋਕਾ ਦਿੱਤਾ ਸੰਗਤ ਦੇ ਵਿੱਚ, ਤੇ ਦੂਜਾ ਆਤਮ ਸਨਮਾਨ ਨਾਲ ਜਿਉਣ ਵਾਸਤੇ ਪ੍ਰੇਰਿਆ, ਉਹਨਾਂ ਨੂੰ ਜਾਗਰੂਕ ਕੀਤਾ ਸੰਗਤ ਨੂੰ, ਤੇ ਉਹਨਾਂ ਦੇ ਜੋ ਜੀਵਨ ਪੱਧਰ ਸੀ ਉਹਨੂੰ ਉੱਪਰ ਚੁੱਕਣ ਲਈ ਕਾਰਜ ਕੀਤੇ। ਤਾਂ ਉਹ ਕਿਤੇ ਨਾ ਕਿਤੇ ਮੁਗਲ ਸਲਤਨਤ ਨੂੰ ਇਹ ਲੱਗਣ ਲੱਗ ਪਿਆ ਸੀ ਕਿ ਜੇ ਇਹ ਲੋਕ ਜਾਗਰੂਕ ਹੋ ਜਾਂਦੇ ਆ ਤਾਂ ਸਾਡਾ ਲੰਬਾ ਸਮਾਂ ਜਿਹੜਾ ਰਾਜ ਕਰਨਾ ਆ ਮੁਸ਼ਕਲ ਹੋ ਜਾਏਗਾ। ਤੇ ਉਸੇ ਦੀ ਲੜੀ ਦੇ ਵਿੱਚੋਂ ਜੋ ਮੁਗਲ ਸਲਤਨਤ ਦੇ ਸੂਹੀਏ ਸੀ, ਉਹਨਾਂ ਨੇ ਵੱਖ-ਵੱਖ ਤਰ੍ਹਾਂ ਦੀਆਂ ਰਿਪੋਰਟਾਂ ਜਿਹੜੀਆਂ ਆ ਉਹ ਮੁਗਲ ਸਲਤਨਤ ਨੂੰ ਦਿੱਤੀਆਂ। ਤੇ ਇੱਕ ਵਾਰ ਜਦੋਂ ਗੁਰੂ ਸਾਹਿਬ ਬਾਂਗਰ ਦੇ ਇਲਾਕੇ ਦੇ ਵਿੱਚ ਸਨ, ਧਮਧਾਨ ਸਾਹਿਬ ਤੋਂ ਗੁਰੂ ਸਾਹਿਬ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਸੀ, ਪਰ ਰਾਜਾ ਰਾਮ ਸਿੰਘ ਦੇ ਦਖਲ ਦੇ ਕਾਰਨ ਜਿਹੜਾ ਆ ਗੁਰੂ ਸਾਹਿਬ ਨੂੰ ਛੱਡ ਦਿੱਤਾ ਗਿਆ ਸੀ, ਕਿਉਂਕਿ ਉਹਨਾਂ ਨੇ ਦੱਸਿਆ ਕਿ ਗੁਰੂ ਸਾਹਿਬ ਦਾ ਜਿਹੜਾ ਮਨੋਰਥ ਹੈ ਸਿਰਫ ਧਾਰਮਿਕ ਹੈ। ਸੋ ਇਸ ਤਰ੍ਹਾਂ ਗੁਰੂ ਸਾਹਿਬ ਨੇ ਸਿਰਫ ਪ੍ਰਚਾਰ ਯਾਤਰਾਵਾਂ ਹੀ ਨਹੀਂ ਸਨ, ਸੋ ਉਹ ਇੱਕ ਮਾਨਵ ਕਲਿਆਣ ਦੇ ਵਿੱਚ ਵੱਲ ਇੱਕ ਬਹੁਤ ਵੱਡਾ ਕਦਮ ਸੀ। ਤੇ ਦੂਜੀ ਜੋ ਵੱਡੀ ਖੂਬਸੂਰਤੀ, ਵੈਸੇ ਸਾਰੇ ਗੁਰੂ ਸਾਹਿਬਾਨ ਦੇ ਟਾਈਮ ਤੇ ਹੀ ਦੇਖਦੇ ਆ ਕਿ ਕਦੀ ਵੀ ਗੁਰੂ ਸਾਹਿਬਾਨ ਨੇ ਕਿਸੇ ਨੂੰ ਵੀ ਸਿੱਖ ਧਰਮ ਦੇ ਵਿੱਚ ਆਉਣ ਲਈ ਜ਼ਬਰਦਸਤੀ ਨਹੀਂ ਪ੍ਰੇਰਿਆ, ਨਾ ਆਪਣੇ ਆਪ ਲੋਕ ਜੋ ਦੇਖਦੇ ਸੀ ਫਲਸਫੇ ਨੂੰ, ਗੁਰੂ ਸਾਹਿਬ ਦੇ ਫਲਸਫੇ ਨੂੰ, ਤਾਂ ਸੰਗਤ ਆਪਣੇ ਆਪ ਮੁਸਲਮਾਨ ਤੇ ਹਿੰਦੂ ਜਿਹੜੇ ਆ ਉਹ ਸਿੱਖ ਧਰਮ ਜਿਹੜੇ ਆ ਉਹ ਧਾਰਨ ਕਰਦੇ ਰਹੇ ਸੀ। ਤਾਂ ਇਸ ਕਰਕੇ ਜੋ ਉਸ ਵੇਲੇ ਜੋ ਹਿੰਦੂ ਸੀ ਜਾਂ ਮੁਸਲਮਾਨ ਸੀ ਉਹ ਗੁਰੂ ਸਾਹਿਬ ਨਾਲ ਜੁੜ ਰਹੇ ਸੀ, ਤਾਂ ਕਿਤੇ ਨਾ ਕਿਤੇ ਮੁਗਲ ਹਕੂਮਤ ਨੂੰ ਜਿਹੜੀ ਆ ਇਹ ਡਰ ਲੱਗਾ ਪਿਆ ਸੀ ਕਿ ਕਿਤੇ ਲੋਕਾਂ ਦੀ ਜਿਹੜੀ ਜਾਗਰੂਕਤਾ ਆ ਉਹ ਸਾਡੇ ਰਾਜ ਦਾ ਅੰਤ ਨਾ ਹੋ ਜਾਵੇ। ਤੇ ਇਸੇ ਲੜੀ ਦੇ ਤਹਿਤ ਫਿਰ ਵੀ ਅਸੀਂ ਦੇਖੋ ਕਿ ਗੁਰੂ ਸਾਹਿਬ ਨੇ ਕਿਸੇ ਤਰ੍ਹਾਂ ਦੇ ਵੀ ਇੰਨਾ ਪ੍ਰੈਸ਼ਰ ਸੀ ਮੁਗਲ ਹਕੂਮਤ ਦਾ, ਉਹਦੇ ਬਾਵਜੂਦ ਗੁਰੂ ਸਾਹਿਬ ਨੇ ਪੂਰਬ ਦੀ ਯਾਤਰਾ ਕੀਤੀ। ਪੂਰਬ ਦੀ ਯਾਤਰਾ ਤੋਂ ਬਾਅਦ ਲਗਭਗ 1.5 ਸਾਲ ਤੱਕ ਮਾਲਵੇ ਦੇ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ, ਮਾਲਵੇ ਦੇ ਵਿੱਚ ਲੋਕਾਂ ਨੂੰ ਸਹੂਲਤਾਂ ਦਵਾਈਆਂ ਕਿ ਜੋ ਉਸ ਟਾਈਮ ਤੇ ਜਿਹੜਾ ਜ਼ਿੰਦਗੀ ਦਾ ਬਸਰ ਕਰਨਾ ਉਹਨਾਂ ਵਾਸਤੇ ਮੁਸ਼ਕਲ ਹੋ ਰਿਹਾ ਸੀ, ਪੀਣ ਨੂੰ ਪਾਣੀ ਨਹੀਂ ਸੀ, ਖਾਣ ਨੂੰ ਅਨਾਜ ਨਹੀਂ ਸੀ, ਤਾਂ ਉਹ ਜਿਹੜਾ ਜੀਵਨ ਪੱਧਰ ਉੱਤੇ ਚੁੱਕਣ ਦੇ ਲਈ ਗੁਰੂ ਸਾਹਿਬ ਨੇ ਬਹੁਤ ਹੀ ਹੰਬਲੇ ਮਾਰੇ। ਤੇ ਪਟਿਆਲਾ, ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਗੱਲ ਕੀਤੀ ਸੀ ਕਿ ਬਹਾਦਰਗੜ੍ਹ, ਪਟਿਆਲਾ ਜਾਂ ਧਮਧਾਨ ਸਾਹਿਬ ਜਾਂ ਕੁਝ ਹੋਰ ਜਗ੍ਹਾ ਹੈਗੀਆਂ ਜਿਸ ਤਰ੍ਹਾਂ ਭਿੱਖੀ, ਟਾਲਾ ਸਾਹਿਬ, ਤਲਵੰਡੀ, ਗੋਬਿੰਦਪੁਰਾ, ਮਕਰੌੜਾ, ਬਾਂਗਰ, ਸੋ ਇਹਨਾਂ ਇਲਾਕਿਆਂ ਦੇ ਵਿੱਚ ਲਗਭਗ 1.5 ਸਾਲ ਤੱਕ ਗੁਰੂ ਸਾਹਿਬ ਵਿਚਰੇ ਤੇ ਬਹੁਤ ਸੰਗਤਾਂ ਜਿਹੜੀਆਂ ਆ ਉਹ ਗੁਰੂ ਸਾਹਿਬ ਦੇ ਲੜ ਲੱਗੀਆਂ। ਤੇ ਉਹਦੇ ਵਿੱਚ ਕਈ ਜ਼ਿਕਰ ਆਉਂਦਾ ਹੈ ਕਿ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਗੱਲ ਕੀਤੀ ਸੀ ਕਿ ਪੀਰ ਸੈਫੂਦੀਨ ਦੀ, ਸੋ ਇਸ ਤਰ੍ਹਾਂ ਹੋਰ ਵੀ ਕਈ ਮੁਸਲਮਾਨ ਪੀਰ ਵੀ ਜਿਹੜੇ ਗੁਰੂ ਸਾਹਿਬ ਦੇ ਸ਼ਰਧਾਲੂ ਸੀਗੇ ਤਾਂ ਉਹ ਗੁਰੂ ਸਾਹਿਬ ਦੇ ਨਾਲ ਜੁੜੇ ਹੋਏ ਸੀਗੇ। ਤਾਂ ਉਸ ਤੋਂ ਬਾਅਦ ਪੂਰਬ ਦੀ ਯਾਤਰਾ ਤੋਂ ਬਾਅਦ ਫਿਰ ਗੁਰੂ ਸਾਹਿਬ ਧੂਬੜੀ ਦੇ ਕਿਨਾਰੇ ਅਸਾਮ ਦੇ ਵਿੱਚ ਵੀ ਢਾਕਾ ਤੋਂ ਬਾਅਦ ਅਸਾਮ ਦੇ ਵਿੱਚ ਧੂਬੜੀ ਦੇ ਸਥਾਨ ਤੇ ਵੀ ਆਉਂਦੇ ਆ, ਤੇ ਉੱਥੇ ਗੁਰਦੁਆਰਾ ਦਮਦਮਾ ਸਾਹਿਬ ਗੁਰੂ ਸਾਹਿਬ ਦੀ ਯਾਦ ਦੇ ਵਿੱਚ ਬਣਿਆ ਹੋਇਆ ਹੈ। ਉੱਥੇ ਗੁਰੂ ਸਾਹਿਬ ਨੇ ਹੋਮ ਦਾ ਰਾਜਾ ਚਕਰਧਵਜ ਸਿੰਘ ਤੇ ਰਾਜਾ ਰਾਮ ਸਿੰਘ ਦੇ ਵਿੱਚ ਸੁਲ੍ਹਾ ਕਰਵਾਈ ਸੀਗੀ। ਤੇ ਇਸ ਤਰ੍ਹਾਂ ਜੇ ਅਸੀਂ ਦੇਖਦੇ ਹਾਂ ਤਾਂ ਗੁਰੂ ਸਾਹਿਬ ਦਾ ਸਮੁੱਚਾ ਜੀਵਨ ਜਿਹੜਾ ਆ ਉਹ ਮਾਨਵਤਾ ਲਈ ਸਮਰਪਿਤ ਸੀ। ਤੇ ਇਸੇ ਕਰਕੇ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਸਟਾਰਟਿੰਗ ਦੇ ਵਿੱਚ ਗੱਲ ਕੀਤੀ ਸੀ ਕਿ ਗੁਰੂ ਸਾਹਿਬ ਨੂੰ ਹਿੰਦ ਦੀ ਚਾਦਰ ਜਾਂ ਸ੍ਰਿਸ਼ਟੀ ਦੀ ਚਾਦਰ ਕਰਕੇ ਜਾਂ ਮਨੁੱਖਤਾ ਦੀ ਚਾਦਰ ਕਰਕੇ ਜਾਣਿਆ ਜਾਂਦਾ ਹੈ। ਤੇ ਇੱਕ ਸਭ ਤੋਂ ਵੱਡੀ ਗੱਲ ਹੈ ਕਿ ਗੁਰੂ ਸਾਹਿਬ ਦੀ ਬਾਣੀ ਜਾਂ ਗੁਰੂ ਸਾਹਿਬ ਦਾ ਬਲੀਦਾਨ ਜੋ ਔਰੰਗਜ਼ੇਬ ਵੇਲੇ ਉਸ ਵੇਲੇ ਉਹਨਾਂ ਦੇ ਰਾਜ ਦੇ ਸਮੇਂ ਦੇ ਵਿੱਚ ਮਹੱਤਵਪੂਰਨ ਸੀ, ਜਾਂ ਉਸ ਸਮੇਂ ਦੇ ਵਿੱਚ ਬਾਣੀ ਜਾਂ ਉਹਨਾਂ ਦਾ ਸ਼ਹਾਦਤ ਮਹੱਤਵਪੂਰਨ ਸੀ, ਤਾਂ ਉਨਾ ਹੀ ਮਹੱਤਵ ਅੱਜ ਵੀ ਗੁਰੂ ਸਾਹਿਬ ਦੀ ਬਾਣੀ ਦਾ ਹੈ। ਕਿਉਂਕਿ ਅੱਜ ਵੀ ਅਸੀਂ ਦੇਖਦੇ ਹਾਂ ਕਿ ਪੂਰੇ ਸੰਸਾਰ ਦੇ ਵਿੱਚ ਧਾਰਮਿਕ ਕੱਟੜਤਾ ਜਿਹੜੀ ਆ ਉਹ ਪੈਰ ਪਸਾਰ ਰਹੀ ਆ, ਸਾਡੇ ਵਿੱਚ ਧਾਰਮਿਕ ਅਸਹਿਣਸ਼ੀਲਤਾ ਆ ਰਹੀ ਆ। ਤਾਂ ਅੱਜ ਪੂਰੇ ਦੁਨੀਆ ਵਾਸਤੇ ਗੁਰੂ ਸਾਹਿਬ ਦੀ ਬਾਣੀ ਜਿਹੜੀ ਆ ਇੱਕ ਮਾਰਗ ਦਰਸ਼ਨ ਹੈ। ਗੁਰੂ ਸਾਹਿਬ ਦੀ ਸ਼ਹਾਦਤ ਤੋਂ ਸਾਨੂੰ ਸੇਧ ਲੈਣ ਦੀ ਲੋੜ ਹੈ। ਜਿਸ ਤਰ੍ਹਾਂ ਗੁਰਬਾਣੀ ਦਾ ਫਰਮਾਨ ਹੈ, ਬਵਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ, ਤਾਂ ਅਸੀਂ ਹਮੇਸ਼ਾ ਜਿਸ ਤਰ੍ਹਾਂ ਹੁਣੇ ਪਿਛਲੇ ਸਾਲ ਗੁਰੂ ਨਾਨਕ ਦੇਵ ਜੀ ਦਾ 550 ਦਾ ਪ੍ਰਕਾਸ਼ ਪੁਰਬ ਅਸੀਂ ਮਨਾ ਕੇ ਹਟੇ ਆ, ਤੇ ਹੁਣ ਇਸ ਅਗਲੇ ਸਾਲ ਅਸੀਂ ਅਪ੍ਰੈਲ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦਾ 400 ਸਾਲਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਤਾਂ ਮੈਂ ਸਮਝਦਾ ਹਾਂ ਕਿ ਇਹ ਪ੍ਰਕਾਸ਼ ਪੁਰਬ ਮਨਾਉਣੇ ਸਾਡੇ ਲਈ ਤਾਂ ਹੀ ਸਫਲੇ ਹਨ ਜੇ ਅਸੀਂ ਇਹਨਾਂ ਪ੍ਰਕਾਸ਼ ਪੁਰਬਾਂ ਦੇ ਵਿੱਚ ਗੁਰੂ ਸਾਹਿਬ ਦੀ ਬਾਣੀ ਨੂੰ ਵਿਚਾਰੀਏ, ਗੁਰੂ ਸਾਹਿਬ ਦੇ ਉਪਦੇਸ਼ਾਂ ਨੂੰ ਵਿਚਾਰੀਏ, ਤੇ ਜਿੰਨਾ ਹੋ ਸਕਦਾ ਹੈ ਅਸੀਂ ਇਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਧਾਰਨ ਕਰਨ ਦਾ ਉਪਰਾਲਾ ਕਰੀਏ। ਤਾਂ ਹੀ ਅਸੀਂ ਜਿਹੜੇ ਸਹੀ ਸ਼ਬਦਾਂ ਦੇ ਵਿੱਚ, ਸੱਚੇ ਸ਼ਬਦਾਂ ਦੇ ਵਿੱਚ ਗੁਰੂ ਸਾਹਿਬ ਨੂੰ ਅਸੀਂ ਯਾਦ ਕਰਦੇ ਹੋਵਾਂਗੇ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਮਾਨਯੋਗ ਵਾਈਸ ਚਾਂਸਲਰ ਸਾਹਿਬ ਡਾਕਟਰ ਪ੍ਰਿਤਪਾਲ ਸਿੰਘ ਜੀ। ਡਾਕਟਰ ਪ੍ਰਿਤਪਾਲ ਸਿੰਘ ਜੀ ਨੇ ਡਾਕਟਰ ਪਰਮਵੀਰ ਸਿੰਘ ਹੁਣਾਂ ਵੱਲੋਂ ਇੱਕ ਤਰੀਕੇ ਨਾਲ ਜੇ ਮੈਂ ਕਹਾਂ ਤਾਂ ਸ਼ੁਰੂ ਕੀਤੇ ਵਿਸ਼ੇ ਨੂੰ ਸਹੀ ਅਰਥਾਂ 'ਚ ਮੁਕੰਮਲ ਕੀਤਾ ਹੈ। ਡਾਕਟਰ ਪਰਮਵੀਰ ਸਿੰਘ ਹੁਣਾਂ ਨੇ ਅੱਜ ਦੇ ਲਿਹਾਜ਼ ਨਾਲ ਬਹੁਤ ਜ਼ਿਆਦਾ ਮਹੱਤਵਪੂਰਨ ਜਿਹੜਾ ਵਿਸ਼ਾ ਹੈ ਸਾਡੇ ਲਈ, ਗੁਰੂ ਤੇਗ ਬਹਾਦਰ ਜੀ ਦੀਆਂ ਪੂਰਵ ਦੇਸ਼ ਦੀਆਂ ਯਾਤਰਾਵਾਂ, ਉਹਨਾਂ ਰਾਹੀਂ ਸਾਨੂੰ ਗੁਰੂ ਸਾਹਿਬ ਦੀਆਂ ਯਾਦਾਂ ਨਾਲ, ਉਹਨਾਂ ਦੇ ਚਰਨ ਛੋਹ ਪਵਿੱਤਰ ਸਥਾਨਾਂ ਨਾਲ ਜੋੜਿਆ। ਅਤੇ ਡਾਕਟਰ ਪ੍ਰਿਤਪਾਲ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਅਤੇ ਉਹਨਾਂ ਦੀਆਂ ਇਹਨਾਂ ਯਾਤਰਾਵਾਂ ਦਾ ਆਪਸ ਸੰਬੰਧ ਕੀ ਹੈ, ਇਹਦੀ ਬੜੀ ਖੂਬਸੂਰਤ ਵਿਆਖਿਆ ਸਾਡੇ ਨਾਲ ਸਾਂਝੀ ਕੀਤੀ ਹੈ। ਮੈਂ ਬਹੁਤ ਧੰਨਵਾਦੀ ਹਾਂ ਮਾਨਯੋਗ VC ਸਾਹਿਬ ਦਾ। ਅਖੀਰ 'ਚ ਕੁਝ ਗੱਲਾਂ ਜਿਹੜੀਆਂ ਅੱਜ ਦੇ ਇਸ ਵੈਬੀਨਾਰ ਦੇ ਵਿੱਚੋਂ ਸਾਡੇ ਸਾਹਮਣੇ ਉੱਭਰ ਕੇ ਸਾਹਮਣੇ ਆਉਂਦੀਆਂ ਨੇ। ਸਭ ਤੋਂ ਪਹਿਲਾ ਮਸਲਾ ਤਾਂ ਜਿਵੇਂ ਮੈਂ ਹੁਣੇ ਕਹਿ ਕੇ ਹਟਿਆ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ ਸਮੁੱਚੇ ਸਰੋਕਾਰ ਨੂੰ, ਉਹਨੂੰ ਵਧੇਰੇ ਢੁਕਵੇਂ ਰੂਪ 'ਚ ਵੇਖਣ ਲਈ, ਉਹਨੂੰ ਵਧੇਰੇ ਢੁਕਵੇਂ ਰੂਪ 'ਚ ਸਮਝਣ ਲਈ ਸਾਨੂੰ ਬਹੁਤ ਜ਼ਰੂਰੀ ਹੈ ਕਿ ਅਸੀਂ ਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਪੂਰਵ ਦੀ ਯਾਤਰਾ ਹੈ ਉਹਨੂੰ ਠੀਕ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰੀਏ। ਫਿਰ ਜਿਵੇਂ ਡਾਕਟਰ ਪਰਮਵੀਰ ਸਿੰਘ ਉਹਨਾਂ ਨੇ ਦੱਸਿਆ ਸੀ ਕਿ ਉਹ ਯਾਤਰਾ ਅੱਧ ਚੋਂ ਛੱਡ ਕੇ ਗੁਰੂ ਤੇਗ ਬਹਾਦਰ ਜੀ ਫਿਰ ਬਹੁਤ ਛੇਤੀ ਨਾਲ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਪਟਨਾ ਸਾਹਿਬ ਵੀ ਗੁਰੂ ਤੇਗ ਬਹਾਦਰ ਜੀ ਬਹੁਤ ਥੋੜਾ ਸਮਾਂ ਠਹਿਰਦੇ ਨੇ, ਕਿ ਉਹਨਾਂ ਨੂੰ ਕਹਿੰਦੇ ਨੇ ਕਿ ਪਰਿਵਾਰ ਪਿੱਛੋਂ ਆਵੇ ਪੰਜਾਬ ਤੇ ਅਸੀਂ ਹੁਣ ਛੇਤੀ ਪੰਜਾਬ ਵੱਲ ਜਾਣਾ ਹੈ। ਤਾਂ ਇਹਦੇ ਨਾਲ ਸਾਡੇ ਸਾਹਮਣੇ ਇੱਕ ਪ੍ਰਸੰਗ ਉੱਭਰਦਾ ਹੈ, ਇੱਕ ਦ੍ਰਿਸ਼ ਉੱਭਰਦਾ ਹੈ ਤੇ ਸਾਨੂੰ ਸਮਝ ਆਉਂਦੀ ਕਿ ਉਸ ਵੇਲੇ ਦਾ ਭਾਰਤ ਦਾ, ਮੁਗਲ ਹਕੂਮਤ ਦਾ ਹਾਲਾਤ ਕੀ ਹੈ ਤੇ ਉਹਦੇ ਵਿੱਚ ਕਿੱਡਾ ਜ਼ਬਰ ਹੈ, ਕਿੱਡਾ ਜ਼ੁਲਮ ਹੈ, ਕਿੱਡੀ ਵੱਡੀ ਧਾਰਮਿਕ ਸਹਿਨਸ਼ੀਲਤਾ ਹੈ, ਜਿਹਨੂੰ ਠੱਲਣ ਵਾਸਤੇ ਗੁਰੂ ਤੇਗ ਬਹਾਦਰ ਜੀ ਸ਼ਹਾਦਤ ਦਿੰਦੇ ਨੇ। ਦੂਜਾ, ਡਾਕਟਰ ਪਰਮਵੀਰ ਸਿੰਘ ਉਹਨਾਂ ਦੇ ਅੱਜ ਦੇ ਇਸ ਪੇਸ਼ਕਾਰੀ ਤੋਂ ਜਿਹੜੀ ਅਹਿਮ ਗੱਲ ਸਾਡੇ ਸਾਹਮਣੇ ਆਉਂਦੀ ਹੈ ਕਿ ਪੰਜਾਬ ਤੋਂ ਬਾਹਰਲੇ ਗੁਰਸਥਾਨਾਂ ਨੂੰ, ਪੰਜਾਬ ਤੋਂ ਬਾਹਰਲੇ ਗੁਰਧਾਮਾਂ ਨੂੰ ਸਿਰਫ ਸਿੱਖੀ ਸਰੂਪ ਵਾਲੇ ਸੇਵਾਦਾਰਾਂ ਨੇ ਨਹੀਂ ਬਚਾਇਆ, ਸਗੋਂ ਉਹਦੇ ਵਿੱਚ ਕਿੰਨੇ ਹੀ ਲੋਕ ਅਜਿਹੇ ਨੇ ਜਿਨ੍ਹਾਂ ਦਾ ਪਿਛੋਕੜ ਬ੍ਰਾਹਮਣ ਪਰਿਵਾਰਾਂ ਨਾਲ ਵੀ ਜੁੜਿਆ ਹੋਇਆ ਹੈ, ਜਿਨ੍ਹਾਂ ਦਾ ਪਿਛੋਕੜ ਸਿੰਧੀ ਪਰਿਵਾਰਾਂ ਨਾਲ ਜੁੜਿਆ ਹੋਇਆ ਹੈ, ਜਾਂ ਜਿਨ੍ਹਾਂ ਦਾ ਪਿਛੋਕੜ ਉਦਾਸੀ ਸੰਪਰਦਾ ਨਾਲ ਜੁੜਿਆ ਹੋਇਆ ਹੈ। ਸਾਨੂੰ ਜਦੋਂ ਅਸੀਂ ਪੰਜਾਬ 'ਚ ਬਹਿ ਕੇ ਸਿੱਖੀ ਬਾਰੇ ਸੋਚਦੇ ਹਾਂ ਤੇ ਕਈ ਵਾਰੀ ਸਾਡੇ ਵੀਰ, ਸਾਡੇ ਵਿਦਵਾਨ, ਸਾਡੇ ਖੁਜਾਰਤੀ ਵਿਦਿਆਰਥੀ ਥੋੜਾ ਜਿਹਾ ਲੋੜ ਨਾਲੋਂ ਜ਼ਿਆਦਾ ਰੈਡੀਕਲ ਵੀ ਹੋ ਜਾਂਦੇ ਨੇ। ਤਾਂ ਮੈਨੂੰ ਇਹ ਲੱਗਦਾ ਹੈ ਕਿ ਸਾਨੂੰ ਇਹ ਇੱਕ ਵੱਖਰੇ ਤਰ੍ਹਾਂ ਦੀ ਹਕੀਕਤ ਹੈ ਜਿਹੜੀ ਡਾਕਟਰ ਪਰਮਵੀਰ ਸਿੰਘ ਉਹਨਾਂ ਨੇ ਸਾਡੇ ਸਾਹਮਣੇ ਲੈ ਕੇ ਆਂਦੀ ਹੈ ਕਿ ਸਿੱਖੀ ਸਰੂਪ ਤੋਂ ਬਿਨਾਂ ਵੀ, ਜਾਂ ਅਜਿਹੇ ਲੋਕ ਜਿਨ੍ਹਾਂ ਨੂੰ ਗੁਰਮੁਖੀ ਸ਼ਾਇਦ ਨਾ ਆਉਂਦੀ ਹੋਵੇ, ਅਜਿਹੇ ਲੋਕ ਜਿਨ੍ਹਾਂ ਨੂੰ ਪੰਜਾਬੀ ਨਾ ਆਉਂਦੀ ਹੋਵੇ, ਉਹਨਾਂ ਦਾ ਵੀ ਸਿੱਖੀ ਨਾਲ ਕਿੰਨਾ ਵੱਡਾ ਪਿਆਰ ਹੈ, ਉਹਨਾਂ ਨੇ ਵੀ ਕਿੱਡੀ ਵੱਡੀ ਸੇਵਾ, ਕਿੱਡਾ ਵੱਡਾ ਸਮਰਪਣ ਕੀਤਾ ਹੋਇਆ, ਜਿਹਦਾ ਸਦਕਾ ਗੁਰੂ ਸਾਹਿਬਾਨ ਦੇ ਸਥਾਨ ਸਾਡੇ ਕੋਲ ਅੱਜ ਸੁਰੱਖਿਅਤ ਨੇ। ਤੀਜੀ ਜਿਹੜੀ ਅਹਿਮ ਗੱਲ ਹੈ, ਉਹ ਕੁਝ ਹੀ ਦਿਨਾਂ ਦੇ ਵਿੱਚ ਆਪਾਂ ਜੂਨ 84 ਦਾ ਜਿਹੜਾ ਦਿਹਾੜਾ ਉਹ ਮਨਾਉਣ ਜਾ ਰਹੇ ਹਾਂ ਸਾਰਾ ਪੰਥ। ਤਾਂ 84 ਇੱਕ ਖਾਸ ਤਰ੍ਹਾਂ ਦਾ ਇੱਕ ਤਬਦੀਲੀ ਦਾ ਦੌਰ ਹੈ, ਖਾਸ ਕਰਕੇ ਭਾਰਤੀ ਜਿਹੜੇ ਸਿੱਖ ਨੇ, ਭਾਰਤ ਦੇ ਵਿੱਚ ਜਿਹੜੇ ਗੁਰੂ ਅਸਥਾਨ ਨੇ, ਉਹਨਾਂ ਦੇ ਹਵਾਲੇ 'ਚ ਆਪਾਂ ਇਹ ਕਹਿ ਸਕਦੇ ਹਾਂ। ਤੇ ਡਾਕਟਰ ਪਰਮਵੀਰ ਸਿੰਘ ਉਹਨਾਂ ਦੀ ਅੱਜ ਦੀ ਇਸ ਪੇਸ਼ਕਾਰੀ ਤੋਂ ਸਾਨੂੰ ਇਹ ਸਾਫ਼ ਪਤਾ ਲੱਗਦਾ ਹੈ ਕਿ 84 ਤੋਂ ਪਹਿਲਾਂ ਮਾਹੌਲ ਕੁਝ ਹੋਰ ਸੀ, ਗੁਰਧਾਮਾਂ ਦੀ ਮਰਿਆਦਾ, ਉੱਥੋਂ ਦਾ ਪ੍ਰਬੰਧ ਉਹ ਬਿਲਕੁਲ ਹੋਰ ਤਰ੍ਹਾਂ ਦਾ ਸੀ। ਪਰ 84 ਦੇ ਵਾਪਰਨ ਤੋਂ ਬਾਅਦ ਬਹੁਤ ਕੁਝ ਬਦਲ ਚੁੱਕਿਆ ਹੈ ਤੇ ਹੁਣ ਬਹੁਤ ਜ਼ਿਆਦਾ ਸਖਤ ਲੋੜ ਹੈ ਕਿ ਪੰਥ ਆਪਣੇ ਇਸ ਵਿਰਸੇ ਨੂੰ, ਗੁਰੂ ਸਾਹਿਬਾਨ ਦੇ ਪਵਿੱਤਰ ਸਥਾਨਾਂ ਨੂੰ ਸੰਭਾਲੇ, ਉਹਨਾਂ ਦੀ ਸੇਵਾ ਸੰਭਾਲ ਕਰੇ, ਉੱਥੇ ਮਰਿਆਦਾ ਲਾਗੂ ਕਰੇ। ਹਾਲਾਂਕਿ ਇਹ ਮਰਿਆਦਾ ਕਿਸੇ ਸਖਤੀ ਨਾਲ ਜਾਂ ਲੜ ਭਿੜ ਕੇ ਜ਼ੋਰ ਜ਼ਬਰਦਸਤੀ ਨਾਲ ਉਹਦੀ ਕਰਨ ਦੀ ਥਾਂ, ਜੇ ਅਸੀਂ ਜਿਹੜਾ ਤਰੀਕਾ ਡਾਕਟਰ ਪਰਮਵੀਰ ਸਿੰਘ ਉਹਨਾਂ ਨੇ ਵੀ ਉੱਥੇ ਅਪਣਾਇਆ ਰਾਬਤੇ ਦਾ, ਕਿ ਜਿੰਨਾ ਕੁ ਸੰਭਵ ਹੋ ਸਕਦਾ ਹੈ ਉਨਾ ਕੁ ਗੁਰਮਤਿ ਦੇ ਅਨੁਸਾਰ ਹੀ ਕਰ ਲਿਆ ਜਾਵੇ। ਤਾਂ ਇਹ ਬਹੁਤ ਅਹਿਮ 3 ਸਰੋਕਾਰ ਨੇ। ਮੈਂ ਸਮਝਦਾ ਕਿ ਇਸ ਨੁਕਤੇ ਤੋਂ ਅੱਜ ਦੀ ਜਿਹੜੀ ਡਾਕਟਰ ਪਰਮਵੀਰ ਸਿੰਘ ਉਹਨਾਂ ਦੀ ਪੇਸ਼ਕਾਰੀ ਹੈ, ਸਾਡੇ ਮਾਨਯੋਗ VC ਸਾਹਿਬ ਉਹਨਾਂ ਦਾ ਇਹ ਬਹੁਤ ਸੁਚੱਜਾ ਉਪਰਾਲਾ ਹੈ, ਇਹ ਪੂਰਨ ਤੌਰ ਤੇ ਸਫਲ ਹੈ। ਅਸੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਵਰ੍ਹੇ ਨੂੰ ਮਨਾ ਰਹੇ ਹਾਂ। ਇਸ ਮੁਕੱਦਸ ਵਰ੍ਹੇ 'ਚ ਜੇ ਅਸੀਂ ਇਹ ਪੂਰਾ ਵਰ੍ਹਾ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਉਹਨਾਂ ਦੀ ਬਾਣੀ,
ਉਹਨਾਂ ਦੀਆਂ ਯਾਤਰਾਵਾਂ ਨੂੰ ਅਧਿਐਨ ਕਰਨ 'ਚ, ਖੋਜਣ 'ਚ ਅਸੀਂ ਲਾਈਏ ਤਾਂ ਨਿਸ਼ਚੇ ਹੀ ਅਸੀਂ ਕੋਈ ਮਾਣਮੱਤੀਆਂ ਪ੍ਰਾਪਤੀਆਂ ਕਰਨ ਦੇ ਯੋਗ ਹੋ ਸਕਾਂਗੇ। ਇਸ ਗੱਲੋਂ ਡਾਕਟਰ ਪਰਮਵੀਰ ਸਿੰਘ ਹੁਣੀ ਵਧਾਈ ਦੇ ਪਾਤਰ ਨੇ। ਮੈਂ ਨਿੱਜੀ ਤੌਰ ਤੇ ਜਾਣਦਾ ਕਿ ਪਿਛਲੇ ਲੰਮੇ ਸਮੇਂ ਤੋਂ ਉਹ ਨਿੱਜੀ ਖਰਚੇ ਤੇ ਆਪਣਾ ਸਮਾਂ, ਆਪਣੀਆਂ ਨਿੱਜੀ ਛੁੱਟੀਆਂ ਲੈ ਕੇ ਯੂਨੀਵਰਸਿਟੀਆਂ ਤੋਂ ਉਹ ਜਾ ਰਹੇ ਨੇ। ਕਦੀ ਉਹ ਢਾਕਾ ਜਾਂਦੇ ਨੇ, ਕਦੀ ਉਹ ਅਸਾਮ ਜਾ ਰਹੇ ਨੇ, ਕਦੀ ਬੰਗਾਲ, ਕਦੀ ਬਿਹਾਰ ਜਾ ਰਹੇ ਨੇ। ਇੱਕ ਲੰਮਾ ਸੰਘਰਸ਼ ਹੈ, ਇੱਕ ਲੰਮੀ ਮਿਹਨਤ ਹੈ। ਤੇ ਮੈਨੂੰ ਖੁਸ਼ੀ ਹੈ ਤੁਹਾਨੂੰ ਇਹ ਦੱਸਦਿਆਂ ਹੋਇਆ ਕਿ ਬਹੁਤ ਛੇਤੀ ਡਾਕਟਰ ਪਰਮਵੀਰ ਸਿੰਘ ਹੋਣਾ ਦੀ ਇਸ ਵਿਸ਼ੇ ਤੇ ਇੱਕ ਸ਼ਾਨਦਾਰ ਪੁਸਤਕ ਪਾਠਕਾਂ ਦੇ ਹੱਥ 'ਚ ਆਉਣ ਜਾ ਰਹੀ ਹੈ, ਜਿਹਦੇ ਲਈ ਡਾਕਟਰ ਪਰਮਵੀਰ ਸਿੰਘ ਵਧਾਈ ਦੇ ਪਾਤਰ ਨੇ। ਅੱਜ ਦੀ ਇਸ ਪੇਸ਼ਕਾਰੀ ਲਈ ਅਸੀਂ ਸਵਾਸ ਰਿਣੀ ਹਾਂ ਡਾਕਟਰ ਪਰਮਵੀਰ ਸਿੰਘ ਹੋਣਾ ਦੇ, ਸਾਡੇ ਮਾਣਯੋਗ ਵਾਈਸ ਚਾਂਸਲਰ ਸਾਹਿਬ ਦੇ, ਮੇਰੇ ਵਿਭਾਗ ਦੇ ਮੁਖੀ ਡਾਕਟਰ ਕਿਰਨਦੀਪ ਕੌਰ ਅਤੇ ਡਾਕਟਰ ਸ਼ਰੂਤੀ ਅਗਰਵਾਲ ਜੀ ਦੇ ਅਸੀਂ ਧੰਨਵਾਦੀ ਹਾਂ, ਜਿਨ੍ਹਾਂ ਨੇ ਤਕਨੀਕੀ ਤੌਰ ਤੇ ਇਹ ਸਾਰਾ ਵਸੀਲਾ ਪੈਦਾ ਕੀਤਾ। ਖਾਸ ਕਰਕੇ ਅਸੀਂ ਧੰਨਵਾਦੀ ਹਾਂ ਦੇਸ਼ ਵਿਦੇਸ਼ ਤੋਂ ਜੁੜੀਆਂ ਹੋਈਆਂ ਸੰਗਤਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਤੋਂ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ, ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ, ਵੱਖ-ਵੱਖ ਕਾਲਜਾਂ ਤੋਂ ਸਟਾਫ ਅਤੇ ਵਿਦਿਆਰਥੀ, ਖੋਜਾਰਥੀ ਅਤੇ ਵਿਦਵਾਨ ਜਿਹੜੇ ਸਾਡੇ ਨਾਲ ਜੁੜੇ ਨੇ, ਉਹਨਾਂ ਦਾ ਤਹਿ ਦਿਲੋਂ ਧੰਨਵਾਦ ਹੈ ਕਿ ਉਹਨਾਂ ਦੇ ਸਹਿਯੋਗ ਸਦਕਾ, ਉਹਨਾਂ ਦੀ ਹਾਜ਼ਰੀ ਸਦਕਾ ਹੀ ਇਹ ਜਿਹੜੇ ਸਮਾਗਮ ਨੇ ਉਹ ਸਫਲ ਹੁੰਦੇ ਨੇ। ਖਾਸ ਕਰਕੇ ਜਿਹੜੇ ਲੋਕ ਫੇਸਬੁੱਕ ਤੇ ਸਾਡੇ ਨਾਲ ਜੁੜੇ ਹੋਏ ਨੇ ਪਿਛਲੇ ਇਸ ਸੈਮੀਨਾਰਾਂ ਦੀ, ਵੈਬੀਨਾਰਾਂ ਦੀ ਲੜੀ ਦੇ ਨਾਲ, ਉਹਨਾਂ ਦਾ ਖਾਸ ਧੰਨਵਾਦ। ਤਕਨੀਕੀ ਤੌਰ ਤੇ ਕਈ ਵਾਰੀ ਕੁਝ ਖਰਾਬੀਆਂ ਹੋ ਜਾਂਦੀਆਂ ਨੇ, ਅੜਿੱਕੇ ਆ ਜਾਂਦੇ ਨੇ, ਹੋਰ ਵੀ ਕਈ ਵਾਰੀ ਕੁਤਾਹੀਆਂ ਹੋ ਜਾਂਦੀਆਂ ਨੇ। ਇਹਨਾਂ ਭੁੱਲਾਂ ਚੁੱਕਾਂ ਦੇ ਅਸੀਂ ਜ਼ਿੰਮੇਵਾਰ ਹਾਂ ਤੇ ਅਸੀਂ ਉਹਨਾਂ ਦੀ ਖਿਮਾ ਮੰਗਦੇ ਹਾਂ। ਪਿਆਸ ਕਰਦੇ ਹਾਂ ਕਿ ਤੁਸੀਂ ਸਾਡੀਆਂ ਇਹਨਾਂ ਕੁਤਾਹੀਆਂ ਨੂੰ ਅੱਖੋਂ ਓਹਲੇ ਕਰਕੇ ਜਿਹੜਾ ਤਿਲਫੁਲ ਯੋਗਦਾਨ ਪੰਥ ਦੀ ਚੜ੍ਹਦੀ ਕਲਾ ਲਈ ਇਹ ਵਿਭਾਗ ਪਾ ਰਿਹਾ ਹੈ, ਉਹਦੀ ਤੁਸੀਂ ਹੌਸਲਾ ਅਫਜ਼ਾਈ ਕਰੋਗੇ ਤੇ ਇਸੇ ਤਰ੍ਹਾਂ ਅੱਗੋਂ ਲਈ ਵੀ ਸਾਡਾ ਸਾਥ ਦਓਗੇ। ਇੱਕ ਵਾਰੀ ਫੇਰ ਆਪ ਸਭ ਦਾ ਧੰਨਵਾਦ ਕਰਦਾ ਹੋਇਆ ਥੈਂਕ ਯੂ ਹਰਦੇਵ ਸਰ। ਸਾਡਾ ਅਗਲਾ ਵੈਬੀਨਾਰ ਜੀ ਕ੍ਰੀਏਟਿੰਗ ਅ ਵਰਚੁਅਲ ਲਰਨਿੰਗ ਐਨਵਾਇਰਨਮੈਂਟ ਦੇ ਉੱਤੇ 5 ਜੂਨ ਨੂੰ ਹੈ ਤੇ ਸਾਰਿਆਂ ਨੂੰ ਰਿਕੁਐਸਟ ਹੈ ਕਿ ਇਸ ਵੈਬੀਨਾਰ 'ਚ ਆਉਣ ਤੇ ਇਹਦੀ ਰਜਿਸਟ੍ਰੇਸ਼ਨ ਡਿਟੇਲਸ ਸ਼ੇਅਰ ਕਰ ਦਿੱਤੀਆਂ ਗਈਆਂ ਨੇ। ਥੈਂਕ ਯੂ ਸੋ ਮਚ ਆਲ ਜੀ। ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਥੈਂਕ ਯੂ ਆਲ।